अफसोस है ये मुझ मिसेस गांधी ने किया कि मुझे पता है कि कभी ना कभी सिख मुझे मार देंगे ज़रूर, पर ये मुझे बुरा ये लगता कि मेरे बच्चों का क्या होगा। एक चीज़ मेरे फादर इन लॉ ने भी कही मिसेस गांधी ने जो उन्होंने मिलने गए कि भाई तू गोल्डन टैंपल च आर्मी ना भेजी कदे, बहुत गड़बड़ हो जाएगी। उन्हें क्या सरदार साहब ऐसा कैसे सोच सकते हैं, मैं ऐसा काम कर सकती हूँ। और 3 दिन पहला की गल है ब्लू स्टार तो जो कि आर्मी की तैयारियां 26 ਨੂੰ तो फाइनल डिसीजन हो गया सीगा, 25, 26, 29 3 मीटिंगां हुई। पहली ही मीटिंग क्या उन्हें वैद्या ने कि असीं घेरा पावांगे और पानी बिजली कट देंगे और तंग आके सरेंडर कर देंगे पहले दिन। उन्हें मीटिंग किया कि सर देखो मैनू डॉक्टर सुंदर जी ने कहा कि अगर जिसे असीं घेरा पा लिया तो पंजाब के सिख आके साढ़े ते अटैक कर देंगे, सानू संभालना अंदरों तो बाहरों मुश्किल हो जाएगा। इस करके सानू एकदम अंदर जाके जावांगे और पता ही नहीं लगना कदों बाहर आ गया, एकदम खाली हो जाएगा। भंडेर मैं जानता उन्होंने DIG सी, उन्होंने सुनते उन्होंने जनरल बराड़ नूं की कहा कि जे मैं जानता उन्होंने 100 बंदे जो अंदर हाईली आर्म्ड ने जनरल शाबाइक सिंह के ट्रेन ने, वो लास्ट बंदा तक मर जाएगा वो सरेंडर नहीं करनगे। फस्ट पैरा दे कमांडो एक आ साढ़े NSG अगे वो भेज दिता दर्शनी ड्यूटी तो अकाल तक के डायरैक्ट अटैक, उन्होंने गन पोजिशन सारिया मारते बंदे 70-80% मर गए सारे बंदे। ਤੁਹਾਡੀ ਗੱਲ ਨੂੰ ਕੋਈ ਸੱਚ ਵੀ ਮੰਨ ਲੇ, ਮੰਨ ਲਓ ਵੈਸੇ ਤਾਂ ਸਿੱਖ ਤਾਂ ਮੰਨਦੇ ਨਹੀਂ ਤੁਹਾਡੀ ਗੱਲ ਨੂੰ ਸੱਚ, ਉਹ ਤਾਂ ਕਹਿੰਦੇ ਝੂਠ ਹੈਗਾ ਤੁਹਾਡੇ ਵਾਲੀ ਗੱਲ ਦੇ ਉੱਤੇ, ਖਾਸ ਤੌਰ ਦੇ ਉੱਤੇ ਪੰਜਾਬ ਦੇ ਅੰਦਰ। ਜਿਹੜੀ ਮੇਰੀ ਕਿਤਾਬ ਦੀ ਗਲਤੀ ਸੋਚ ਰਹੇ ਨੇ ਉਹਨੂੰ ਪਹਿਲਾਂ ਪਾਂਡੇ ਦੀ ਕਿਤਾਬ ਪੜ੍ਹਨੀ ਚਾਹੀਦੀ ਆ ਕਿ ਪਾਂਡੇ ਉਹੀ ਕਹਿ ਰਿਹਾ ਜਿਹੜਾ ਕਿ ਮੈਂ ਕਹਿ ਰਿਹਾ ਕਿ ਸਾਜ਼ਿਸ਼ ਦਾ ਹਿੱਸਾ ਸੀ ਇਹ, ਹੈ ਨਾ। ਮੈਨੂੰ ਲੱਗਦਾ ਮੈਨੂੰ ਕਹਿਣਾ ਨਹੀਂ ਚਾਹੀਦਾ, ਜੋ ਸੱਚ ਹੋਏਗਾ ਕਦੇ ਵੀ ਇਸ ਕਿਤਾਬ ਦੇ ਅੰਦਰ ਹੀ ਹੋਏਗਾ, ਬਾਹਰ ਜੋ ਹੋਏਗਾ ਸੱਚ ਨਹੀਂ ਹੋਏਗਾ। मिसेस गांधी ने कहा कि मैं तो आई विल नैवर हैजीटेट ईवन बॉम्बिंग आ सारा कुछ, मैं इन्होंने मार देंगी, मैंने बॉम्ब कर। कहते मैनू हैरानी हुई कि हरे बॉम्ब की ये तो कल तक ये तो गोल्डन टैंपल बॉम्ब भी कर सकती है। ਉਹ ਸਿੱਖਾਂ ਦੇ ਕੁਝ ਵਿਦਵਾਨ ਕਹਿੰਦੇ ਆ ਕਿਉਂਕਿ ਰਸ਼ੀਆ ਇੰਟਰਨੈਸ਼ਨਲੀ ਆਪਣੀ ਪੈਨ ਬਣਾਉਣਾ ਚਾਹੁੰਦਾ ਸੀ, ਇੰਡੀਆ ਦੀ ਸੋਵੀਅਤ ਯੂਨੀਅਨ ਨਾਲ ਰਿਲੇਸ਼ਨ ਹੁੰਦਾ ਸੀ ਵਧੀਆ, ਉਹ ਐਕਸਪੈਂਡ ਕਰਨਾ ਚਾਹੁੰਦਾ ਸੀ ਪਹਿਲਾਂ ਪਾਕਿਸਤਾਨ ਨੂੰ, ਫਿਰ ਇੱਧਰਲੇ ਪੰਜਾਬ ਨੂੰ ਸਿੱਖਾਂ ਨੂੰ ਵੀ ਖਤਮ ਕਰੋ, ਫਿਰ ਅੱਗੇ ਵਧਾਂਗੇ। ਸੁਬਰਮਨੀ ਸਵਾਮੀ ਵਾਲੀ ਗੱਲ ਤੇ ਜਵਾਬ ਨਹੀਂ ਦਿੱਤਾ ਤੁਸੀਂ। ਉਹਨਾਂ ਦਾ ਓਪੀਨੀਅਨ ਕਹੋ ਸੰਤਾਂ ਨੂੰ ਇੰਨਾ, ਉਹ ਕਹਿੰਦੇ ਨੇ ਸੰਤਾਂ ਵਰਗਾ ਤਾਂ ਬੰਦੇ ਹੀ ਨਹੀਂ ਸੀ ਕੋਈ। ਮੈਂ ਕਿਹਾ ਸੀਗਾ ਮਿਸਟਰ ਗੈਰੀ ਸਿੱਖ ਸਾਹਿਬ ਨੂੰ 7 ਜੂਨ ਨੂੰ ਕਿ 6 ਮਹੀਨਿਆਂ 'ਚ ਮਿਸਿਸ ਗਾਂਧੀ ਮਾਰੀ ਜਾਓ, ਤੁਸੀਂ ਬਚਾਓ। ਉਹਨਾਂ ਦਾ ਰਿਐਕਸ਼ਨ ਸੀ ਕਿ ਅਗਰ ਇਹ ਹੋਇਆ ਦਿੱਲੀ 'ਚ ਕਤਲੇਆਮ ਹੋ ਜਾਏਗਾ ਸਿੱਖਾਂ ਦਾ। ਮੂਵਮੈਂਟ ਦੇ ਦੌਰਾਨ ਬਹੁਤ ਸਾਰੇ ਬੇਕਸੂਰ ਸਿੱਖ ਬਹੁਤ ਮਾਰੇ ਗਏ। KPS ਗਿੱਲ ਨੇ ਜੋ ਕੀਤਾ ਗਲਤ ਕੀਤਾ। ਦੋਨਾਂ ਪੋਲਿਸੀਜ਼ ਨੂੰ ਆਹ ਚਮਨ ਲਾਲ ਵਾਲੀ ਪੋਲਿਸੀ ਸਿੱਖਾਂ ਦੇ ਦਿਲ 'ਚ ਵੀ ਕੁਛ ਇੰਨਾ ਰੋਸ਼ ਨਹੀਂ ਹੋਣਾ ਸੀਗਾ, ਬੰਦੇ ਵੀ ਘੱਟ ਮਰਦੇ, ਕੁਛ ਤਾਂ ਖੜਕੂ ਬਣ ਕੇ ਸੀ ਮਾਰਨੇ ਸੀ। ਤੁਸੀਂ ਪੂਰੀ ਸਰਵਿਸ ਦੇ ਅੰਦਰ ਜਦੋਂ ਸੀ ਜਾਂ ਜੋ ਤੁਸੀਂ ਲਿਖ ਰਹੇ ਸੀ, ਤੁਸੀਂ ਇਹ ਸਿੱਖ ਹੋ ਕੇ ਸੋਚ ਰਹੇ ਸੀ ਜਾਂ ਆਫਿਸਰ ਹੋ ਕੇ ਸੋਚ ਰਹੇ ਸੀ? ਤੁਸੀਂ ਪਹਿਲਾਂ ਸਿੱਖ ਸੀ ਜਾਂ ਪਹਿਲਾਂ ਆਫਿਸਰ ਸੀ? ਤੁਸੀਂ ਵੀ ਲਿਖਿਆ ਕਿਤਾਬ 'ਚ ਕਿ ਮੈਨੂੰ ਸ਼ਰਮ ਆਉਂਦੀ ਆ, ਮੈਨੂੰ ਇੰਨਾ ਕੁਝ ਜਿਹੜੀ ਮੈਂ ਸੁਣੀ ਮੈਨੂੰ ਸ਼ਰਮ ਆਉਂਦੀ, ਬਹੁਤ ਜ਼ਿਆਦਾ ਬੁਰਾ ਲੱਗਿਆ ਕਿ ਸਾਰੇ ਪੁਲਿਸ ਵਾਲੇ ਇਹ ਕਹਿ ਸਕਦੇ ਨੇ ਕਿ ਸਿੱਖਾਂ ਨੂੰ ਮਾਰੋ। ਸਿੱਖ ਮਤਲਬ ਬੜਾ ਮੈਂ 8 ਚੀਜ਼ਾਂ ਤਾਂ ਲਿਖੀਆਂ ਨੇ ਇਹਦੇ 'ਚ ਨਾ। ਫਿਰ ਮਹਿਸੂਸ ਕੀ ਕੀਤਾ ਤੁਸੀਂ ਉਸ ਦਿਨ ਆਪਦੇ ਆਪ ਨੂੰ? ਮਤਲਬ ਇੱਕ ਮਤਲਬ ਮਹਿਸੂਸ ਇਹ ਲੱਗਿਆ ਤੁਹਾਡੇ ਵਰਗਾ ਏਡਾ ਤਾਕਤਵਰ ਬੰਦਾ ਐਡੀ ਵੱਡੀ ਪੋਸਟ ਤੇ ਬੈਠਾ, ਤੁਹਾਡੀ ਮਤਲਬ ਉਸ ਦਿਨ ਤੁਸੀਂ ਲਾਚਾਰ ਮਹਿਸੂਸ ਕਰ ਰਹੇ ਸੀ ਜਦੋਂ ਇੰਨਾ ਕੁਛ ਹੋ ਰਿਹਾ ਸੀ, ਤੁਸੀਂ ਰੌ ਦੇ ਐਡੇ ਵੱਡੇ ਅਹੁਦੇ ਤੇ ਬੈਠੇ ਸੀ। ਕੀ ਤੁਹਾਡੇ ਕੋਲ ਇਹਨਾਂ ਗੱਲਾਂ ਦੀ ਤੁਸੀਂ ਜਿਵੇਂ ਹੀਅਰ ਸੇ ਨਾਲੇ ਗੱਲਾਂ ਕਹਿੰਦੇ ਹੋਗੇ ਕਿ ਫਲਾਣੇ ਨੇ ਲਿਖਿਆ, ਫਲਾਣੇ ਨੇ ਕਿਹਾ, ਕੀ ਤੁਹਾਡੇ ਕੋਲ ਰੌ ਦੇ ਅਧਿਕਾਰੀ ਹੁੰਦਿਆਂ ਹੋਇਆਂ ਵੀ ਪ੍ਰਾਇਮਰੀ ਇਨਫੋਰਮੇਸ਼ਨ ਫਿਰ ਨਹੀਂ ਸੀ ਇਹਨਾਂ ਚੀਜ਼ਾਂ ਦੀ? ਇਹ ਹੁਣ ਤੁਹਾਨੂੰ ਮੈਂ ਇਹ ਵੀ ਇਹਦਾ ਜਵਾਬ ਦੇ ਦੇਣਾ। ਤੁਸੀਂ ਪ੍ਰਾਇਮਰੀ ਇਨਫੋਰਮੇਸ਼ਨ ਨਾਲ ਮੈਂ ਪ੍ਰਾਇਮਰੀ ਦੇ ਰਿਹਾ ਨਾਲੇ ਵੀ ਦੇ ਰਿਹਾ। 78 ਤੁਹਾਨੂੰ ਲੱਗਦਾ ਪਲਾਨ ਕਰਕੇ ਕਰਾਇਆ ਗਿਆ ਕਾਂਗਰਸ ਵੱਲੋਂ? 78 ਦੇ ਮਿਡਲ ਦੇ ਵਿੱਚ ਤੱਕ ਤੋੜਨਾ ਸੀ ਨਾ ਬਾਦਲ ਤੇ ਅਕਾਲੀਆਂ ਦੀ ਗਵਰਨਮੈਂਟ, ਉੱਥੋਂ ਤਾਂ ਸ਼ੁਰੂ ਹੋਇਆ ਸਾਰਾ ਕੁਝ। ਉਹਦੀ ਤਾਂ ਪਿੰਡਾਂ ਵਾਲੇ ਨੂੰ ਜੋ ਖੜਾ ਕੀਤਾ ਇਹਨਾਂ ਨੇ। ਸਰਕਾਰਾਂ ਤੋੜਨ ਦੇ ਲਈ ਐ ਕਿਸੇ ਥਾਂ ਨੂੰ ਅੱਗ ਝੁੱਕਿਆ ਝੁੱਕਦੀਆਂ ਨੇ ਸਰਕਾਰਾਂ ਫਿਰ
ਫਿਰ ਤਾਂ ਕਸ਼ਮੀਰ ਦੇ ਅੰਦਰ ਬਹੁਤ ਸਾਰੇ ਉਹਨਾਂ ਦਾ ਹੁਰੀਅਤ ਵਾਲੇ ਕਹਿੰਦੇ ਰਹੇ ਕਿ ਸਾਡੇ ਨਾਲ ਸਰੇਆਮ ਧੱਕਾ ਹੋਇਆ ਠੀਕ। ਤੁਸੀਂ ਸਰ ਐਡੀ ਵੱਡੀ ਪੋਸਟ ਤੇ ਰਹੇ ਹੋ, ਜਦੋਂ ਆਪਾਂ ਇੰਨੀ ਵੱਡੀ ਗੱਲ ਕਹਿ ਰਹੇ ਹਾਂਗੇ ਕਿ ਭਿੰਡਰਾਂਵਾਲਾ ਕਾਂਗਰਸ ਦਾ ਏਜੰਟ ਸੀਗਾ ਜਾਂ ਕਾਂਗਰਸ ਦਾ ਬੰਦਾ ਸੀ, ਕਾਂਗਰਸ ਦਾ ਪਲਾਂਟਡ ਸੀ, ਇਹਦੇ ਲਈ ਤੁਹਾਨੂੰ ਲੱਗਦਾ ਨਹੀਂਗਾ ਕਿ ਪ੍ਰਾਇਮਰੀ ਡਾਟਾ, ਜਿਵੇਂ ਰਿਸਰਚ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸੈਕੰਡਰੀ ਡਾਟਾ, ਇੱਕ ਪ੍ਰਾਇਮਰੀ ਡਾਟਾ। ਰਿਸਰਚ 'ਚ ਸਭ ਤੋਂ ਬੇਸਿਕ ਗੱਲ ਮੰਨੀ ਜਾਂਦੀ ਹੈ, ਤਾਂ ਇਹਦੇ ਲਈ ਪ੍ਰਾਇਮਰੀ ਸੋਰਸ ਹੋਣਾ ਜ਼ਰੂਰੀ ਸੀ। ਬਾਕੀ ਤਾਂ ਜੋ ਕਰਦੇ ਰਹਿਣ ਮੈਂ ਤਾਂ ਤੁਹਾਨੂੰ ਪੰਜਾਬ ਦੇ ਬਾਰੇ ਦੱਸ ਸਕਦਾ, ਮੈਂ ਕਿਤਾਬ ਵੀ ਲਿਖ ਦਿੱਤੀ, ਮੈਂ ਤਾਂ ਲਿਖ ਹੀ ਦਿੱਤਾ ਸਾਰਾ ਕੁਝ। ਸੰਜੇ ਨੇ ਆਪਣੀ ਮਾਂ ਨੂੰ ਕਿਹਾ ਕਿ ਅਗਲੀ ਇਲੈਕਸ਼ਨ ਆਪਾਂ ਹੁਣ ਇਸ ਇਸ਼ੂ ਤੇ ਜਿੱਤ ਸਕਦੇ ਹਾਂ। ਇਹ ਆਪਰੇਸ਼ਨ 2 ਦੀ ਬਿਗਨਿੰਗ ਸੀ। ਜਿਹੜਾ ਆਪਰੇਸ਼ਨ ਤੁਸੀਂ ਕਹਿ ਰਹੇ ਹੋ 1 ਅਕਬਰ ਰੋਡ ਵਾਲਾ ਗੈਂਗ ਕਹਿ ਰਹੇ ਹੋਗੇ, ਸਰਦਾਰ ਸਵਰਨ ਸਿੰਘ ਵੀ ਤਾਂ ਇੱਕ ਵੱਡੇ ਬੰਦੇ ਸੀ। ਜਿਹੜੀਆਂ ਸਾਰੀਆਂ ਤੁਸੀਂ ਇਨਫੋਰਮੇਸ਼ਨਾਂ ਕਹਿ ਰਹੇ ਹੋ, ਉਹਨਾਂ ਕੋਲੇ ਕਿਤੋਂ ਕੋਈ ਇਨਫੋਰਮੇਸ਼ਨ ਨਿਕਲ ਕੇ ਕਿਉਂ ਨਹੀਂ ਆਈ? ਇਹੀ ਕਰਵਾ ਰਹੇ ਨੇ ਮੂੰਹ ਜ਼ਬਾਨੀ ਤਾਂ ਮੈਂ ਬਹੁਤ ਲੋਕਾਂ ਤੋਂ ਸੁਣਿਆ। ਕੋਈ ਕਾਂਗਰਸ ਦਾ ਹੋਰ ਲੀਡਰ ਵੀ ਤਾਂ ਬੋਲ ਸਕਦਾ ਸੀ, ਇੰਨੇ ਲੋਕ ਨਾਰਾਜ਼ ਹੋਏ ਆ ਕਾਂਗਰਸ ਤੋਂ। ਅੱਜ ਤੱਕ ਕੋਈ ਹੋਰ ਕਾਂਗਰਸੀ ਵੀ ਤਾਂ ਬੋਲਦਾ ਕਿ ਦੋ ਬੰਦੇ ਨੇ। ਇੰਦਰਾ ਗਾਂਧੀ ਦੇ ਨਾਲ ਕਿਸੇ ਵੱਡੇ ਕਾਂਗਰਸੀ ਨੇ ਅਜੇ ਤੱਕ ਕੋਈ ਕਿਤਾਬ ਲਿਖ ਦਿੰਦਾ ਇਸ ਤਰ੍ਹਾਂ ਦੀ। ਤੀਸਰੀ ਚੀਜ਼, ਬੰਬੇ ਤੋਂ ਲੈ ਕੇ ਵਾਪਸ ਆਇਆ, ਬੰਬੇ ਤੱਕ ਕਿਸੇ ਨੇ ਨਹੀਂ, ਉਹਨੂੰ ਰਾਜ ਕਿਸੇ ਨੇ ਨਹੀਂ ਰੋਕਿਆ। ਭਿੰਡਰਾਂਵਾਲੇ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਖਾਲਿਸਤਾਨ ਚਾਹੀਦਾ, ਪਰ ਇਹ ਕਹਿੰਦੇ ਹੁੰਦੇ ਸੀ ਕਿ ਜੀ ਮੇਰੇ ਜੇ ਬੀਬੀ ਮੇਰੀ ਝੋਲੀ 'ਚ ਪਾ ਦੇ ਨਾ ਨਹੀਂ ਕਰੂੰਗਾ। ਇਹ ਸਾਰਿਆਂ ਨੇ ਲਿਖਿਆ ਤਕਰੀਬਨ। ਮੈਂ ਜਾਣਦਾ ਸੀ ਖਾਲਿਸਤਾਨੀਆਂ ਦਾ ਕੀ ਹਵਾਈ ਕਿਲੇ ਹੁੰਦੇ ਨੇ ਨਾ, ਸਾਰੇ ਕੁਝ ਕੀ ਵੱਡੀਆਂ ਗੱਲਾਂ ਕਰਦੇ ਨੇ, ਇਹ ਬਣ ਸਕਦਾ, ਆਹ ਗਲਤੀ ਆ। ਮੈਨੂੰ ਇਹ ਲੱਗਦਾ ਕਿ ਕੌਰ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਇਹ ਤਾਂ ਕਿ ਅਖੀਰ ਤੱਕ ਗੱਲ ਨਾ ਪਹੁੰਚੇ। ਇਹ ਵੀ ਮੈਂ ਲਿਖਿਆ। ਪਰ ਸਿੱਖਾਂ ਦੇ ਵਿਦਵਾਨ ਤਾਂ ਕਾਓ ਨੂੰ ਵਿਲਨ ਮੰਨਦੇ ਨੇ ਕਿ ਕਾਓ ਹੀ ਵਿਲਨ ਸੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪਿਛਲੇ ਦਹਾਕਿਆਂ 'ਚ ਖਾਲਿਸਤਾਨ ਲਹਿਰ ਤੇ ਸੰਤ ਭਿੰਡਰਾਂਵਾਲਿਆਂ ਬਾਰੇ ਵੱਡੇ ਪੱਧਰ ਤੇ ਚਰਚਾ ਹੁੰਦੀ ਰਹੀ ਹੈ। ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਸੈਲੀਬ੍ਰੇਟ ਵੀ ਕੀਤਾ ਜਾਂਦਾ ਹੈ ਤੇ ਆਲੋਚਨਾ ਵੀ ਹੁੰਦੀ ਹੈ। ਪਿਛਲੇ ਦੌਰ 'ਚ ਕਿਤਾਬ ਆਈ, ਕਿਤਾਬ ਦਾ ਨਾਂ ਸੀ ਦਾ ਖਾਲਿਸਤਾਨ ਕੌਂਸਪੀਰੇਸੀ, ਔਰ ਇਹ ਕਿਤਾਬ ਲਿਖੀ ਗਈ ਰॉ ਦੇ ਵੱਡੇ ਅਧਿਕਾਰੀ ਗੁਰਬਖਸ਼ੀਸ਼ ਸਿੰਘ ਸਿੱਧੂ ਵੱਲੋਂ। ਇਹ ਕਿਤਾਬ ਦਾ ਨਾਂ ਜਦੋਂ ਸਾਹਮਣੇ ਆਇਆ ਉਸ ਤੋਂ ਬਾਅਦ ਚਰਚਾ ਹੋਈ, ਤੇ ਕਿਤਾਬ ਦੀ ਥਿਊਰੀ ਇਹ ਸੀ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਿਵੇਂ ਇੰਦਰਾ ਗਾਂਧੀ ਦੇ ਵੱਲੋਂ ਖੜਾ ਕੀਤਾ ਗਿਆ, ਕਿਵੇਂ ਉਹਨਾਂ ਨੂੰ 2 ਪਾਰਟਸ ਦੇ ਅੰਦਰ ਵਰਤਿਆ ਗਿਆ। ਇਸ तमाम ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੀਬੀਐਸ ਸਿੱਧੂ ਨੇ। ਜੀਬੀਐਸ ਸਿੱਧੂ ਦੀ ਵੀ ਆਲੋਚਨਾ ਹੋ ਰਹੀ ਹੈ, ਜੀਬੀਐਸ ਸਿੱਧੂ ਨੂੰ ਵੀ ਸਵਾਲ ਹੋ ਰਹੇ ਨੇ, ਔਰ ਉਹਨਾਂ ਦੀ ਕਿਤਾਬ ਦੁਨੀਆ ਦੇ ਅੰਦਰ ਭਾਰਤ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ 'ਚੋਂ ਇੱਕ ਬਣ ਚੁੱਕੀ ਹੈ। ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਸਵਾਗਤ ਹੈ ਸਰਦਾਰ ਸਾਹਿਬ, ਬਹੁਤ ਬਹੁਤ ਥੈਂਕ ਯੂ ਵੈਰੀ ਮਚ। ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਮੇਰੇ ਨਾਲ ਇੰਟਰਵਿਊ ਕਰਨ ਆਏ। ਜੀ ਸਰ, ਸਭ ਤੋਂ ਪਹਿਲਾ ਸਵਾਲ ਮੇਰਾ ਇਹ, ਤੁਹਾਨੂੰ ਇਹ ਕਿਤਾਬ ਲਿਖਣ ਦੀ ਲੋੜ ਕੀ ਪੈ ਗਈ ਇੰਨੇ ਸਾਲਾਂ ਬਾਅਦ, ਜਦੋਂ ਕਿ ਤੁਸੀਂ ਲੰਬੇ ਸਮੇਂ ਦੇ ਰਿਟਾਇਰ ਹੋਏ ਹੋ? ਹੁਣੇ ਕਿਉਂ ਤੁਹਾਨੂੰ ਲੱਗਿਆ, ਜਾਂ ਪਿਛਲੇ ਦੌਰ 'ਚ ਤੁਹਾਨੂੰ ਕਿਉਂ ਲੱਗਿਆ ਕਿ ਇਹ ਕਿਤਾਬ ਲਿਖਣੀ ਜ਼ਰੂਰੀ ਹੈ? ਦੇਖੋ, ਇਹ ਹੈ ਕਿ ਇੱਕ ਗਵਰਨਮੈਂਟ ਆਫ ਇੰਡੀਆ ਦਾ ਆਫੀਸ਼ੀਅਲ ਸੀਕ੍ਰੇਟ ਐਕਟ ਹੈ, ਜਿਹੜਾ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਾ ਆ ਰਿਹਾ ਹੈ। ਔਰ ਇਹ ਸਵਾਲ ਮੈਨੂੰ ਕੈਨੇਡਾ 'ਚ ਟੀਵੀ ਵਾਲਿਆਂ ਨੇ ਵੀ ਪੁੱਛਿਆ ਸੀਗਾ ਕਿ ਤੁਸੀਂ ਇੰਨੀ ਦੇਰ ਬਾਅਦ ਕਿਉਂ ਲਿਖੀ ਹੈ ਕਿਤਾਬ। ਉਸ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਮੁਤਾਬਕ ਇਹ ਜਿੰਨੀਆਂ ਵੀ ਸੈਂਸਿਟਿਵ ਸਬਜੈਕਟਸ ਦੇ ਉੱਤੇ 30 ਸਾਲ ਤੋਂ ਪਹਿਲਾਂ ਕਿਤਾਬ ਨਹੀਂ ਲਿਖਣੀ ਚਾਹੀਦੀ, ਨਾ ਲਿਖੀ ਜਾਵੇ। ਅਤੇ ਮੇਰੇ ਕੋਲ 2 ਸਬਜੈਕਟ ਸੀ ਜਿਨ੍ਹਾਂ 'ਤੇ ਮੈਂ ਕਿਤਾਬਾਂ ਲਿਖਣੀਆਂ ਸੀ, ਔਰ ਦੋਵੇਂ ਬਹੁਤ ਹੀ ਸੈਂਸਿਟਿਵ ਸਬਜੈਕਟ ਸੀ। ਅਤੇ ਜਦੋਂ ਮੈਂ ਸੋਚਿਆ ਕਿ ਹੁਣ ਟਾਈਮ 30 ਸਾਲ ਲੰਘ ਗਏ, ਕੁਛ ਮੇਰੀ ਵਾਈਫ ਕੈਂਸਰ ਦੀ ਪੇਸ਼ੈਂਟ ਰਹੀਆਂ, ਉਸ ਵੇਲੇ ਨਹੀਂ ਲਿਖ ਪਾਇਆ, ਅਤੇ ਉਹਨਾਂ ਦਾ ਸੁਰਗਵਾਸ 2017 ਜਨਵਰੀ 'ਚ ਹੋਇਆ। ਅਤੇ ਪਹਿਲੀ ਕਿਤਾਬ ਮੈਂ ਲਿਖੀ ਸਿੱਕਿਮ ਦੀ ਮਰਜਰ ਦੇ ਉੱਤੇ, ਜਦੋਂ ਕਿ ਮੈਨੂੰ ਉੱਥੇ ਭੇਜਿਆ ਗਿਆ ਸਿੱਕਿਮ 'ਚ ਕੌਰ ਸਾਹਿਬ ਨੇ ਬੜੀ ਯੰਗ ਏਜ ਦੇ ਵਿੱਚ ਉਹ ਸਿੱਕਿਮ ਨੂੰ ਹਿੰਦੁਸਤਾਨ ਦੇ ਨਾਲ ਮਰਜ ਕਰਨ ਵਾਸਤੇ। ਉਹ ਕਿਤਾਬ ਸੀ ਦ ਸਿੱਕਿਮ ਡਾਊਨ ਆਫ ਡੈਮੋਕਰੇਸੀ, ਜਿਹੜੀ ਕਿ ਪੈਂਗੁਇਨ ਨੇ ਪਬਲਿਸ਼ ਕੀਤੀ 2018 ਦੇ ਵਿੱਚ। ਇਹਦੇ 'ਚ ਮੈਂ ਸਾਰੇ ਖੁਲਾਸੇ ਕੀਤੇ। ਅਤੇ ਦੂਸਰਾ, ਜਦੋਂ ਇਹ ਪੈਂਗੁਇਨ 'ਤੇ ਪਬਲਿਸ਼ ਹੋਈ, ਉਸ ਤੋਂ ਬਾਅਦ ਇਮੀਡੀਏਟਲੀ ਮੈਂ ਦੂਸਰੀ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ, ਦੀ ਖਾਲਿਸਤਾਨ ਕੌਂਸਪੀਰੇਸੀ। ਇਹ ਹਾਰਪਰ ਕੋਲਿਨਜ਼ ਨੇ ਪਬਲਿਸ਼ ਕੀਤੀ ਜਿਹੜੀ। ਅਤੇ ਇਹ ਮੈਂ ਸੋਚਿਆ ਕਿ ਬਈ ਇੰਨੇ ਸਾਲ ਪਹਿਲਾਂ ਬਹੁਤ ਮੈਨੂੰ ਲੱਗਿਆ ਕਿ
ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਰਾ ਕੁਝ ਹੋਇਆ ਕੀ। ਇਹ ਪੰਜਾਬ 'ਚ ਜਿਹੜੀਆਂ ਘਟਨਾਵਾਂ, ਦੁਖਦ ਘਟਨਾਵਾਂ ਵਾਪਰੀਆਂ, ਬਲੂ ਸਟਾਰ ਆਪਰੇਸ਼ਨ ਹੋਇਆ, ਸਿੱਖਾਂ ਦਾ ਇੱਥੇ ਕਤਲੇਆਮ ਦਿੱਲੀ 'ਚ ਨਵੰਬਰ 'ਚ ਹੋਇਆ, ਇਹ ਕਿਉਂ ਹੋਇਆ, ਕੌਣ ਕਰਨ ਵਾਲੇ ਸੀ, ਮਤਲਬ ਕੀ ਸੀ ਇਹਨਾਂ ਦਾ। ਅਤੇ ਇਸ ਕਰਕੇ ਮੈਂ ਕਿਹਾ ਕਿ ਹੁਣ ਇਹ ਸਾਂਝਾ ਕਰ ਲੈਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਤੁਹਾਨੂੰ ਕਿਉਂ ਐਂ ਲੱਗਿਆ? ਤੁਸੀਂ ਕਿਹਾ ਕਿ 79 ਤੋਂ ਪਹਿਲਾਂ ਕੋਈ ਨਾਂ ਹੀ ਨਹੀਂ ਸੀਗਾ, ਜਾਂ 78 ਦੇ ਦੌਰ 'ਚ ਕੋਈ ਜ਼ਿਕਰ ਹੀ ਨਹੀਂ ਸੀਗਾ ਕਿਸੇ ਦੌਰ 'ਚ ਖਾਲਿਸਤਾਨ ਦਾ। ਇੱਕਦਮ ਇਹ ਮਸਲਾ ਉੱਭਰ ਕੇ ਆਉਂਦਾ ਹੈਗਾ, ਨਾ ਦੁਨੀਆ 'ਚ ਇਹਦੀ ਗੱਲ ਹੋ ਰਹੀ ਸੀ, ਦੁਨੀਆ ਦੇ ਸਿੱਖਾਂ 'ਚ, ਨਾ ਪੰਜਾਬ 'ਚ। ਇਹ ਦੇਖੋ, ਜਦੋਂ ਮੈਨੂੰ ਸਿੱਕਿਮ ਦੀ ਮੈਂ ਮਰਜਰ ਦਾ ਆਪਰੇਸ਼ਨ ਖਤਮ ਕੀਤਾ, ਕੋਈ 2.5 ਸਾਲ ਚੱਲਦਾ ਰਿਹਾ ਇਹ। ਉਹ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਹੋਰ ਕੰਮ ਸੈਟਲਮੈਂਟ ਕਰਨੀ ਸੀ ਆਪਣੇ ਦਫ਼ਤਰਾਂ ਵਗੈਰਾ ਦੀ ਸਿੱਕਿਮ ਗੈਂਗਟੋਕ 'ਚ। ਮੈਨੂੰ ਸਿੱਧਾ ਜਿਹੜਾ ਨਾ ਇਹਨਾਂ ਨੇ ਪੋਸਟ ਕਰ ਦਿੱਤਾ ਓਟਵਾ ਕੈਨੇਡਾ। ਓਟਵਾ ਕੈਨੇਡਾ ਦੀ ਰਾਜਧਾਨੀ ਹੈ। ਉੱਥੇ ਮੈਂ 3 ਸਾਲ ਰਿਹਾ, ਫਸਟ ਸੈਕਟਰੀ ਸੀ ਉੱਥੇ। ਜਗ੍ਹਾ ਜਗ੍ਹਾ 'ਤੇ ਗਿਆ, ਬਾਈ ਰੋਡ ਔਰ ਬਾਈ ਏਅਰ। ਮੈਂ ਇਕੱਲਾ ਹੀ ਸ਼ਾਇਦ ਹੋਵਾਂਗਾ ਜਿਹੜਾ ਕਿ ਓਟਵਾ ਤੋਂ ਵੈਨਕੂਵਰ ਸਿੱਧਾ ਬਾਈ ਰੋਡ 4 ਦਿਨ ਲੱਗੇ, ਫਿਰ ਨੀਚੇ ਸਾਨ ਡਿਆਗੋ, ਸੈਕਰਾਮੈਂਟੋ, ਯੂਬਾ ਸਿਟੀ। ਮੇਰੇ ਮਦਰ-ਇਨ-ਲਾ ਮੇਰੇ ਨਾਲ ਸੀ ਜੁਲਾਈ 1978 ਦੇ ਵਿੱਚ। ਅਤੇ ਕੋਈ ਇਹੋ ਜਿਹਾ ਕੋਈ ਵੱਡਾ ਆਦਮੀ ਨਹੀਂ ਸੀ ਸਿੱਖ ਖਾਸ ਕਰਕੇ ਜਿਹਨੂੰ ਨਾਵਾਂ ਜਾਣਦਾ ਹੋਵਾਂ। ਅਤੇ ਉਸ ਪੀਰੀਅਡ ਦੇ ਵਿੱਚ ਮੈਨੂੰ ਸਿਰਫ ਇਹੀ ਪਤਾ ਲੱਗਿਆ ਕਿ ਕੈਨੇਡਾ 'ਚ ਉਸ ਵੇਲੇ ਸਿਰਫ 2 ਹੀ ਆਦਮੀ ਸੀਗੇ ਜਿਹੜੇ ਕਿ ਖਾਲਿਸਤਾਨ ਦੀ ਗੱਲ ਕਰਦੇ ਸੀ। ਇੱਕ ਉਹਨਾਂ 'ਚ ਪ੍ਰਚਾਰ ਕਰਦਾ ਸੀ, ਇੱਕ ਉਹਨਾਂ ਦਾ ਫਿਲੋਸਫਰ। ਅਤੇ ਦੋਨਾਂ ਦਾ, ਇੱਕ ਦਾ ਨਾਂ ਸੀ ਕੁਲਦੀਪ ਸਿੰਘ ਸੋਢੀ, ਜਿਹੜਾ ਕਿ ਆਪਣੇ ਆਪ ਨੂੰ ਕਾਉਂਸਲ ਜਨਰਲ ਆਫ ਖਾਲਿਸਤਾਨ ਕਹਾਉਂਦਾ ਸੀ ਟੋਰਾਂਟੋ ਦਾ। ਉਹ ਸੀ ਜਗਜੀਤ ਸਿੰਘ ਚੌਹਾਨ ਦਾ ਆਦਮੀ। ਔਰ ਸਭ ਨੂੰ ਪਤਾ ਸੀ ਜਗਜੀਤ ਸਿੰਘ ਚੌਹਾਨ ਜਿਹੜਾ ਹੈ ਉਹ ISI ਤੋਂ ਪੈਸੇ ਮਿਲਦੇ ਸੀ, ਉਹਨਾਂ ਦਾ ਏਜੰਟ ਸੀ। ਔਰ ਜਗਜੀਤ ਸਿੰਘ ਚੌਹਾਨ ਕੁਛ US ਸੈਨੇਟਰ, ਰਿਪਬਲਿਕਨ ਸੈਨੇਟਰਸ ਦੇ ਵੀ ਬਹੁਤ ਨੇੜੇ ਸੀਗਾ। ਅਤੇ ਉਹਦਾ ਕੋਈ ਇੰਨਾ ਦਬਦਬਾ ਨਹੀਂ ਸੀ। ਉਹ ਆਪਣੇ ਖਾਲਿਸਤਾਨ ਦੇ ਪਾਸਪੋਰਟ ਭੇਜ ਦਿੰਦਾ ਸੀ, ਖਾਲਿਸਤਾਨ ਦੀ ਕਰੰਸੀ ਭੇਜ ਦਿੰਦਾ ਸੀਗਾ। ਅਤੇ ਦੂਸਰੇ ਸੀਗੇ ਇੱਕ ਬੜੇ ਨੇਕ ਪਾਕ ਸਿੱਖ ਸੀਗੇ, ਉਦੈ ਸਿੰਘ ਸਡਬਰੀ ਪ੍ਰੋਫੈਸਰ, ਜਿਹੜੇ ਕਿ ਮੈਥਮੈਟਿਕਸ ਪੜ੍ਹਾਉਂਦੇ ਸੀ ਲਾਰੈਂਸ਼ੀਅਨ ਯੂਨੀਵਰਸਿਟੀ, ਉਹ ਵੀ ਟੋਰਾਂਟੋ ਦੇ ਨੇੜੇ ਸੀਗੇ। ਅਤੇ ਉਹ ਕਦੇ ਬਹੁਤ ਬਾਹਰ ਕਿਸੇ ਨਾਲ ਪ੍ਰਚਾਰ ਨਹੀਂ ਸੀ ਕਰਦੇ। ਉਹਨਾਂ ਨੂੰ ਕਿਸੇ ਵੇਲੇ ਯਕੀਨ ਹੋ ਗਿਆ ਕਿ ਵੀ ਸਿੱਖਾਂ ਦੀ ਬਿਹਤਰੀ ਵਾਸਤੇ ਖਾਲਿਸਤਾਨ ਬਣਨਾ ਚਾਹੀਦਾ। ਅਤੇ ਜੇ ਉਹਨਾਂ ਨੂੰ ਜਿਹੜਾ ਬੰਦਾ ਮਿਲਦਾ ਸੀ ਉਹਦੇ ਨਾਲ ਗੱਲ ਕਰਦੇ ਸੀ, ਓਪਨਲੀ ਪ੍ਰਚਾਰ ਨਹੀਂ ਸੀ ਕਰਦੇ। ਔਰ ਜਦੋਂ ਦੇਖੋ ਇਹ ਹੈ ਕਿ ਕਿੰਨੀ ਕੁ ਉਹਦੀ ਵੁਕਤ ਸੀਗੀ ਜਗਜੀਤ ਸਿੰਘ ਚੌਹਾਨ ਦੇ ਬੰਦੇ ਦੀ, ਕੁਲਦੀਪ ਸਿੰਘ ਸੋਢੀ ਦੀ। ਇੱਥੋਂ ਪਤਾ ਲੱਗ ਜੂਗਾ ਕਿ ਮਾਰਚ 1979 ਦੇ ਵਿੱਚ ਟੋਰਾਂਟੋ 'ਚ ਕਾਨਫਰੰਸ ਹੋਈ, ਸਿੱਖ ਕਾਨਫਰੰਸ। ਉੱਥੇ ਮੈਨੂੰ ਬੁਲਾਇਆ ਗਿਆ ਐਜ ਇੱਕ ਵਾਰੀ ਗੈਸਟ ਸਪੀਕਰ। ਅਤੇ ਮੈਂ ਉੱਥੇ ਇੱਕ ਹੋਟਲ ਦੇ ਵਿੱਚ ਹੋਈ ਸੀ, 200-300 ਸਿੱਖ ਬੈਠੇ ਸੀਗੇ ਉਹ ਬੜੇ ਵੱਡੇ ਆਡੀਟੋਰੀਅਮ ਦੇ ਵਿੱਚ। ਮੈਂ ਬੋਲਦਾ ਸੀ, ਮੈਂ ਲੋਕਾਂ ਨੂੰ ਇਹੀ ਪ੍ਰਚਾਰ ਕਰਦਾ ਸੀ, ਦੱਸਦਾ ਹੁੰਦਾ ਸੀ ਭਾਈ ਜਿਹੜੀ ਫਸਟ ਜਨਰੇਸ਼ਨ ਦੇ ਸਿੱਖ ਨੇ, ਵਾਜਬ ਹੈ ਉਹਨਾਂ ਦਾ ਇੰਟਰਸਟ ਪੰਜਾਬ 'ਚ ਹੋਣਾ, ਪਰ ਇੰਨਾ ਵੀ ਨਹੀਂ ਕਿ ਤੁਸੀਂ ਆਪਣੀ ਅਗਲੀ ਪੀੜ੍ਹੀ ਦੇ ਬਾਰੇ ਨਾ ਸੋਚੋ। ਉਹਨਾਂ ਨੂੰ, ਅਗਲੀ ਪੀੜ੍ਹੀ ਨੂੰ ਕੈਨੇਡੀਅਨ ਮਲਟੀਕਲਚਰਲਿਜ਼ਮ ਦੀ ਜਿਹੜੀ ਪੋਲਿਸੀ ਹੈ ਉਹਦਾ ਫਾਇਦਾ ਉਠਾਓ, ਉਹਨਾਂ ਨੂੰ ਅੱਗੇ ਵਧਾਓ, ਪੋਲੀਟੀਕਲ ਰੋਲ ਕਰਨ, ਹਰ ਏਰੀਆ ਦੇ ਵਿੱਚ ਉਹਨਾਂ ਨੂੰ ਐਸਟੈਬਲਿਸ਼ ਕਰੋ। ਜਿਹੜਾ ਕਿ ਅੱਜ ਹੋਇਆ, ਕਿੰਨੇ ਬੰਦੇ ਉੱਥੇ ਆਪਣੇ ਇੰਡੀਅਨ ਕਿੰਨੇ MP ਨੇ ਇੰਡੀਅਨਸ। ਅਤੇ ਮੈਂ ਇੰਨਾ ਹੀ ਬੋਲਿਆ ਸੀ। ਕੁਲਦੀਪ ਸਿੰਘ ਸੋਢੀ ਉੱਥੇ ਵਿੱਚ ਆਡੀਅੰਸ 'ਤੇ ਬੈਠਾ ਸੀਗਾ, ਅਤੇ ਉਹਨੇ ਖੜ੍ਹਾ ਹੋ ਕੇ ਕਿਹਾ ਕਿ ਜੀ ਮਿਸਟਰ ਸਿੰਘ, ਮੇਰਾ ਪਾਸਪੋਰਟ ਦਾ ਨਾਮ GB ਸਿੰਘ ਹੈ, ਇਹ ਤਾਂ ਜੀ ਮੁਰਾਰਜੀ ਦੇਸਾਈ ਦੀ ਹਿੰਦੂ ਗੌਰਮੈਂਟ ਦੇ ਏਜੰਟ ਹੈ। ਉਸ ਵੇਲੇ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਸੀਗੇ। ਔਰ ਇਹ ਸਾਨੂੰ ਬਹਿਕਾ ਰਹੇ ਨੇ ਆਪਾਂ ਨੂੰ, ਇਹ ਦੱਸਣ ਕਿ ਸਿੱਖਾਂ ਨਾਲ ਕਿੰਨੀ ਉੱਥੇ ਕਿਸ ਤਰ੍ਹਾਂ ਦਾ ਰਵੱਈਆ ਹੈ, ਸਿੱਖਾਂ ਨੂੰ ਕਿਵੇਂ ਮੈਲਟਰੀਟ ਕੀਤਾ ਜਾਂਦਾ ਇੰਡੀਆ ਦੇ ਵਿੱਚ। ਅਤੇ ਉਹਨੇ ਇੰਨਾ ਕੀ ਬੋਲਿਆ ਸੀ, ਉਹਦੇ ਨਾਲ 4 ਸਿੱਖ ਜਿਹੜੇ ਬੈਠੇ ਸੀ ਉਹਨੂੰ ਫੜਿਆ, ਚੱਕ ਕੇ ਬਾਹਰ ਹਾਲ ਦੇ ਛੱਡਿਆ। ਅਤੇ ਇੰਨੀ ਕੁ ਉਹਦੀ ਇੱਜ਼ਤ ਸੀਗੀ। ਅਤੇ ਦੂਸਰੀ ਚੀਜ਼, ਜੂਨ 1979 'ਚ ਮੈਨੂੰ ਇੱਕ ਚਿੱਠੀ ਆਈ ਮੇਰੇ ਜੁਆਇੰਟ ਡਾਇਰੈਕਟਰ ਤੇ ਮੇਰੇ ਸੀਨੀਅਰ ਸੀਗੇ ਕਿ ਵੀ ਜੀ ਵੀ ਤੂੰ, ਸਾਨੂੰ ਗੁਰਦੁਆਰਾ ਪੋਲੀਟਿਕਸ 'ਚ ਕੋਈ ਇੰਟਰਸਟ ਨਹੀਂ। ਮੈਂ ਲਿਖ ਦਿੰਦਾ ਸੀ ਭਾਈ ਇੱਥੇ ਜਿਹੜਾ ਹੈਗਾ ਕੋਈ ਠੀਕ ਹਾਲਾਤ ਨਹੀਂ, ਗੁਰਦੁਆਰੇ ਜਿਵੇਂ ਚੱਲ ਰਹੇ ਨੇ ਉਹ ਇੰਡੀਆ ਦੀ ਅੱਛੀ ਇਮੇਜ ਨਹੀਂ ਪ੍ਰੋਜੈਕਟ ਕਰਦੇ। ਤੁਸੀਂ ਸਮਝਾਓ ਉਹਨਾਂ ਨੂੰ ਉੱਥੇ ਜੇ SGPC ਬਾਕੀ ਸਾਰਿਆਂ ਨੂੰ ਕਿ ਆਪਣੇ ਮਸਲੇ ਉੱਥੇ ਗੱਲ ਕਰਨ, ਇੱਥੇ ਕਾਹਨੂੰ ਗੱਲਾਂ ਕਰਦੇ ਹੋ। ਉਹ ਕਹਿੰਦੇ ਸਾਨੂੰ ਕੋਈ ਇੰਟਰਸਟ ਨਹੀਂ ਹੈ। ਬਾਅਦ 'ਚ ਦੇਖਿਆ ਜਾਵੇ ਗੁਰਦੁਆਰੇ ਸੈਂਟਰ ਆਫ ਸਭ ਬਣੇ ਖਾਲਿਸਤਾਨਾਂ ਦਾ। ਔਰ ਜਦੋਂ ਫਿਰ ਤੀਸਰੀ ਵਾਰ ਜਦੋਂ ਮੈਂ ਇੱਥੇ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਖਾਲਿਸਤਾਨ ਦੀ ਜਦੋਂ ਵਾਪਸ ਆਇਆ, ਪਰ ਪਹਿਲਾਂ ਇੰਡੀਆ ਦੀ ਗੱਲ ਕਰ ਲੈਂਦੇ ਹਾਂ। ਉਸੇ ਪੀਰੀਅਡ ਦੇ ਵਿੱਚ ਮੈਂ ਤਾਂ ਇੰਡੀਆ 'ਚ ਨਹੀਂ ਸੀਗਾ, ਪਰ ਲੋਕਾਂ ਨੂੰ ਇਹ ਹੋਣ ਲੱਗ ਗਿਆ ਸੀ ਵੀ ਭਿੰਡਰਾਂ ਵਾਲੇ ਕਾਂਗਰਸ, ਉਹ ਉਹਨਾਂ ਨੂੰ ਕਿਉਂ ਉਠਾ ਰਹੀ ਹੈ ਕਾਂਗਰਸ। ਇੰਨਾ ਸੀ ਗੱਲਬਾਤ, ਹੋਰ ਕੁਛ ਨਹੀਂ ਸੀ ਪਤਾ।
ਮਗਰ ਇੱਕ ਬੀਜੀ ਦੇਸ਼ਮੁਖ ICS ਸੀਨੀਅਰ ICS ਅਫਸਰ ਸੀਗੇ ਐਡੀਸ਼ਨਲ ਸੈਕਟਰੀ ਹੋਮ, ਜਿਨ੍ਹਾਂ ਦਾ ਚਾਰਜ ਸੀ ਸਾਰੇ ਹਿੰਦੁਸਤਾਨ ਦੀ ਸਿਕਿਉਰਿਟੀ ਵਗੈਰਾ ਦਾ। ਉਹ ਸੈਕਿੰਡ ਹਾਫ ਆਫ 1979 'ਚ ਬਾਈ ਰੋਡ ਪੰਜਾਬ ਆਏ, ਰਾਹ 'ਚ ਖੇਤੀਬਾੜੀ ਲੋਕ ਕਰ ਰਹੇ ਸੀ, ਜ਼ਿਮੀਂਦਾਰਾਂ ਨਾਲ ਗੱਲ ਕੀਤੀ, ਔਰ ਲੁਧਿਆਣੇ ਇੰਡਸਟਰੀਅਲਿਸਟ ਹਿੰਦੂਆਂ ਨਾਲ ਗੱਲ ਕੀਤੀ, ਔਰ ਜਾ ਕੇ ਗੁਰਦੁਆਰਾ ਆਪਣੇ ਦਰਬਾਰ ਸਾਹਿਬ ਗਏ, ਔਰ ਉੱਥੇ ਯਾਤਰੀਆਂ ਨਾਲ ਗੱਲ ਕੀਤੀ, ਕੁਝ SGPC ਦੇ ਬੰਦਿਆਂ ਨਾਲ ਗੱਲ ਕੀਤੀ। ਉਹਨਾਂ ਨੇ ਭਿੰਡਰਾਂ ਵਾਲੇ ਨੂੰ ਵੀ ਮਿਲਣਾ ਸੀ, ਮੀਟਿੰਗ ਨਹੀਂ ਹੋ ਪਾਈ, ਅਤੇ ਹਰ ਜਗ੍ਹਾ ਉਹਨਾਂ ਨੂੰ ਬਹੁਤ ਆਓ ਭਗਤ ਹੋਈ। ਅਤੇ ਵਾਪਸ ਆ ਕੇ ਉੱਥੇ ਜਿਹੜੇ ਹਿੰਦੂ ਸੀ ਇੰਡਸਟਰੀਅਲਿਸਟ, ਉਹ ਵੀ ਬੜੀ ਅਮਨ ਚੈਨ ਨਾਲ ਬੈਠੇ ਸੀ। ਉਹਨਾਂ ਨੇ ਆਪਣੇ ਜੁਆਇੰਟ ਸੈਕਟਰੀ ਹੋਮ ਨੂੰ, ਇੱਕ IPS ਅਫਸਰ ਸੀ, ਉਹਨਾਂ ਨੂੰ ਆ ਕੇ ਕਿਹਾ ਕਿ ਪੰਜਾਬ ਇਜ਼ ਏ ਹੈਵਨ ਆਫ ਪੀਸ ਐਂਡ ਟਰੈਂਕੁਇਲਿਟੀ, ਕਿ ਇੱਥੇ ਬਹਿਸ਼ਤ ਲੱਗਦਾ ਸੀ, ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ। ਉਹ ਜੁਆਇੰਟ ਸੈਕਟਰੀ ਨੇ ਕਿਹਾ, ਸਰ ਮੈਨੂੰ ਡਰ ਲੱਗਦਾ ਕਿ ਜਿਹੜੀ ਕਾਂਗਰਸ ਭਿੰਡਰਾਂ ਵਾਲੇ ਨੂੰ ਉਠਾ ਰਹੀ ਹੈ, ਇਹ ਕਿਸੇ ਵੇਲੇ ਭਿੰਡਰਾਂ ਵਾਲੇ ਉਹਨਾਂ ਨੂੰ ਖਾ ਜਾਏਗਾ ਕਾਂਗਰਸ ਨੂੰ। ਇਹ ਜਿਹੜੀ ਅੰਡਰ ਕਰੰਟਸ ਨੇ, ਆਪਾਂ ਨੂੰ ਇਹਦੇ ਬਾਰੇ ਵਾਚ ਕਰਨਾ ਪਏਗਾ। ਸਰ ਮੈਂ ਪਹਿਲਾਂ ਇਹਦੇ ਤੇ ਆਉਣਾ, ਆਪਾਂ ਫਿਰ ਅੱਗੇ ਵਧਦੇ ਹਾਂ। ਭਿੰਡਰਾਂ ਵਾਲੇ ਨੂੰ ਕਾਂਗਰਸ ਉਠਾ ਰਹੀ ਸੀ, ਇਸ ਦੇ ਪ੍ਰਾਇਮਰੀ ਸਬੂਤ ਕੀ ਨੇ? ਇਹ ਦੇਖੋ, ਮੇਰੇ ਕੋਲ ਤਾਂ, ਮੈਂ ਤਾਂ ਕਿਉਂਕਿ ਬਾਹਰਲੇ ਪਾਸੇ ਮੇਰਾ ਤਾਂ ਫੋਰਨ ਇੰਟੈਲੀਜੈਂਸ ਨਾਲ ਤਾਂ ਉਸ ਵੇਲੇ ਮੈਂ ਬਹੁਤ ਵੱਡੀ ਸੈਂਸ, ਜਦੋਂ ਵਾਪਸ 1979 'ਚ ਆਇਆ ਨਾ ਮੈਂ ਕੈਨੇਡਾ ਦੀ 3 ਸਾਲ ਦੀ ਪੋਸਟਿੰਗ ਤੋਂ ਬਾਅਦ, ਮੈਨੂੰ ਅਸੀਂ ਉਸ ਵੇਲੇ RNAW ਦਾ ਹੈੱਡਕੁਆਟਰ ਸਾਊਥ ਬਲਾਕ ਸੀ, ਜਿਹੜਾ ਕਿ ਮਿਨਿਸਟਰੀ ਆਫ ਡਿਫੈਂਸ ਦਾ ਥੋੜ੍ਹਾ ਜਿਹਾ ਜਗ੍ਹਾ ਸੀ। ਬਾਕੀ ਜਿਹੜਾ ਸੀਗਾ 68 'ਚ ਚੱਲਿਆ, ਬਣਿਆ RNAW ਸਤੰਬਰ 1968 ਦੇ ਵਿੱਚ IB ਦੇ ਟੁਕੜੇ ਕਰਕੇ, ਅਤੇ ਜਗ੍ਹਾ ਜਗ੍ਹਾ 'ਚ ਪ੍ਰਾਈਵੇਟ ਕਾਰ ਇੱਧਰ ਉੱਧਰ ਸੀ, ਪਰ ਅਸੀਂ ਹੈੱਡਕੁਆਟਰ 'ਚ ਮੈਂ ਪੋਸਟ ਹੋਇਆ, ਬਹੁਤ ਇੰਪੋਰਟੈਂਟ ਪੋਸਟ। ਸਾਰੇ ਜਿਹੜੇ RNAW ਦੇ ਬਾਹਰਲੇ ਸਟੇਸ਼ਨ ਮੈਂ ਇੰਚਾਰਜ ਸੀ ਉਹਨਾਂ ਦਾ, ਪੋਸਟਿੰਗ ਕਰੋ ਐਡਮਿਨਿਸਟ੍ਰੇਸ਼ਨ। ਬਾਅਦ ਦੇ ਵਿੱਚ ਮੈਨੂੰ ਲੇਜ਼ਾਂ ਦਾ ਵੀ ਇੰਚਾਰਜ ਬਣਾ ਦਿੱਤਾ। ਲੇਜ਼ਾਂ ਵਿਦ ਫੋਰਨ ਇੰਟੈਲੀਜੈਂਸ ਏਜੰਸੀ, CIA ਦੇ ਬੰਦੇ, MI6 ਬ੍ਰਿਟਿਸ਼ ਏਜੰਸੀ, ਉਹਨਾਂ ਨਾਲ ਮੈਂ ਗੱਲ ਕਰਦਾ ਸੀ ਇੱਥੇ ਦਿੱਲੀ 'ਚ, ਜਿਹੜਾ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਸੀ। ਆਦਾਨ ਪ੍ਰਦਾਨ ਕਰਦੇ ਇਨਫੋਰਮੇਸ਼ਨ ਦਾ, ਜਿਹੜੀ ਮਿਊਚੁਅਲ ਇੰਟਰਸਟ ਦੀ ਗੱਲ ਹੈ। ਅਤੇ ਮੈਨੂੰ ਡਾਇਰੈਕਟਲੀ ਇਸ ਚੀਜ਼ ਦਾ ਨਹੀਂ ਸੀ ਪਤਾ, ਪਰ ਮੈਂ ਪਹਿਲੀ ਵਾਰੀ ਜਦੋਂ ਪੜ੍ਹੀ ਨਾ ਕਿਤਾਬ ਕੁਲਦੀਪ ਨਾਇਰ ਦੀ ਆਟੋਬਾਇਓਗ੍ਰਾਫੀ ਹੈ ਉਹਨਾਂ ਦੀ, ਬਿਯੋਂਡ ਦ ਲਾਈਨਸ, ਅਤੇ ਉਹ ਮੈਂ ਜਿਮਖਾਨਾ ਤੋਂ ਕਲੱਬ ਤੋਂ ਕਿਤਾਬ ਲਈ ਸੀ। ਉਹਦਾ ਮੈਂ ਉਸ ਪਰਟੀਕੂਲਰ ਪੇਜਿਸ ਦਾ ਫੋਟੋ ਕਾਪੀ ਵੀ ਮੇਰੇ ਪਾਸ ਪਈ ਹੈ। ਔਰ ਕੁਲਦੀਪ ਨਾਇਰ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਕਮਲਨਾਥ ਨਾਲ ਕਿਸੇ ਵੇਲੇ ਉਹਦੇ ਨਾਲ ਗੱਲ ਕੀਤੀ, ਅਤੇ ਕਮਲਨਾਥ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਇੱਥੇ ਪੰਜਾਬ 'ਚ, ਉਸ ਵੇਲੇ ਕਾਂਗਰਸ ਹਾਰ ਚੁੱਕੀ ਸੀ, ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਨਹੀਂ ਸੀ, ਬਾਦਲ ਦੀ ਗਵਰਨਮੈਂਟ, ਅਕਾਲੀ ਦਲ ਐਂਡ ਜਨਤਾ ਪਾਰਟੀ ਦਾ ਅਲਾਇੰਸ, ਜਿਹੜੇ ਕਿ BJP ਦੀ ਪ੍ਰਕਰਸਰ ਸੀ, ਉਹਨਾਂ ਦੀ ਗਵਰਨਮੈਂਟ ਬਣੀ ਸੀਗੀ, ਜਿਵੇਂ ਬਾਅਦ 'ਚ ਵੀ ਬਣਦੀ ਰਹੀ ਅਕਾਲੀ ਦਲ BJP ਅਲਾਇੰਸ। ਅਤੇ ਇਹਨਾਂ ਨੇ, ਜ਼ੈਲ ਸਿੰਘ ਨੇ ਕਿਹਾ, ਸੰਜੇ ਨੂੰ ਐਡਵਾਈਸ ਕੀਤਾ ਕਿ ਜੀ ਆਪਾਂ ਇਹ ਗਵਰਨਮੈਂਟ ਤੋੜ ਸਕਦੇ ਹਾਂ ਜਾਂ ਅਕਾਲੀਆਂ ਦੇ ਉੱਤੇ ਜ਼ੋਰ ਪਾ ਸਕਦੇ ਹਾਂ ਕਿ ਕੰਜ਼ਰਵੇਟਿਵ ਪੋਲਿਸੀ ਨੂੰ ਫੋਲੋ ਕਰੋ, ਜਿਹੜੀ ਕਿ ਜਨਤਾ ਪਾਰਟੀ ਜਾਂ ਸ਼ਹਿਰੀ ਜਿਹੜੀ ਪਾਰਟੀ ਸੀਗੀ BJP ਦੀ, ਪਹਿਲੇ ਉਹਨਾਂ 'ਚ ਮੁਸ਼ਕਿਲ ਹੋ ਜਾਏ, ਮਤਭੇਦ ਹੋ ਜਾਣ, ਟੁੱਟ ਜਾਵੇ। ਅਤੇ ਇਸ ਕਰਕੇ ਕਹਿੰਦੇ ਜੀ ਸਾਨੂੰ ਇੱਕ ਵੱਡੇ ਖਾੜਕੂ ਸੰਤ ਦੀ ਲੋੜ ਸੀਗੀ, ਅਤੇ ਉਹ ਸੰਤ, ਅਸੀਂ 2 ਸੰਤਾਂ ਦੀ ਇੰਟਰਵਿਊ ਕੀਤੀ, ਲਿਖਿਆ, ਮੈਂ ਤਾਂ ਕੋਈ ਮਨ ਘੜਤਨਾ ਮੈਨੂੰ ਪਤਾ। ਅਤੇ ਉਹ ਇੰਟਰਵਿਊ ਵਿੱਚੋਂ ਇੱਕ ਤਾਂ ਬਹੁਤ ਸੌਫਟ ਟਾਈਪ ਦਾ ਸੰਤ ਸੀ, ਦੂਸਰਾ ਖਾੜਕੂ ਟਾਈਪ, ਔਰ ਭਿੰਡਰਾਂ ਵਾਲੇ ਸੀ। ਅਸੀਂ ਕਿਹਾ ਸਾਡਾ ਕੰਮ ਕਰ ਸਕਦਾ। ਅਤੇ ਇਹ ਕਮਲਨਾਥ ਨੇ ਇਹ ਵੀ ਕਿਹਾ ਕਿ ਜੀ ਅਸੀਂ ਉਹਨੂੰ ਪੈਸੇ ਵੀ ਭੇਜਦੇ ਰਹੇ ਸ਼ੁਰੂ ਦੇ ਵਿੱਚ। ਅਤੇ ਬਾਅਦ ਦੇ ਵਿੱਚ ਕੁਛ ਲੋਕਾਂ ਨੇ ਕਿਹਾ ਜੀ ਇਹ ਤਾਂ ਉਹਨੇ ਜਿਹੜੀ ਲਿਖੀ ਹੈ ਗਲਤ ਲਿਖੀ ਹੈ, ਜਾਂ ਇਹਨੇ ਅਗਲੀਆਂ ਸਬਸੀਕੁਐਂਟ ਪਬਲੀਕੇਸ਼ਨ 'ਚ ਕੁਲਦੀਪ ਨਾਇਰ ਨੇ ਹਟਾਤੀ। ਇਹ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਕੁਲਦੀਪ ਨਾਇਰ ਇਹ ਚੀਜ਼ ਝੂਠ ਲਿਖੇਗਾ। ਦੂਸਰੇ ਇਹ ਵੀ ਕਹਿੰਦੇ ਨੇ ਕਿ ਜੀ ਕਮਲਨਾਥ ਤਾਂ ਮੰਨਦਾ ਨਹੀਂ, ਉਹ ਤਾਂ ਕਿਹਾ ਹੀ ਨਹੀਂ। ਹੁਣ ਕਮਲਨਾਥ ਤਾਂ ਬਾਅਦ 'ਚ ਪਤਾ ਲੱਗਿਆ ਕਿ ਤੁਹਾਨੂੰ, ਜਦੋਂ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਨਵੰਬਰ 'ਚ ਹੋ ਰਿਹਾ ਸੀ, ਇੱਕ ਸੰਜੇ ਸੂਰੀ ਹੈ, ਬੜਾ ਯੰਗ ਰਿਪੋਰਟਰ ਸੀ, ਅਮਰੀਕਾ ਰਹਿੰਦੇ, ਹੁਣ ਬਾਹਰ ਚਲਾ ਗਿਆ, ਉਸ ਵੇਲੇ ਇੰਡੀਅਨ ਐਕਸਪ੍ਰੈਸ ਸੀ, ਸਕੂਟਰ ਲੈ ਕੇ ਤੁਰਦਾ ਫਿਰਦਾ ਸੀ। ਉਸਨੇ ਲਿਖਿਆ ਹੈ ਆਪਣੀ ਕਿਤਾਬ ਦੇ ਵਿੱਚ, 1984 ਦੀ ਕਿਤਾਬ ਦਾ ਨਾਮ ਹੈ, ਕਿ ਜਦੋਂ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਆਇਆ, ਉੱਥੇ ਦੇਖਿਆ ਕਿ ਕਮਲਨਾਥ ਖੜ੍ਹਾ ਹੈ, ਇੱਕ ਗੌਤਮ ਕੌਲ DIG ਖੜ੍ਹੇ ਨੇ ਉੱਥੇ। ਅਤੇ ਕਮਲਨਾਥ ਕਹਿੰਦਾ ਉੱਥੇ ਜਿਹੜਾ ਕਰਾਊਡ ਆਇਆ ਸੀ 3 ਮੂਰਤੀ ਤੋਂ, ਜਿੱਥੇ ਮਿਸਿਸ ਗਾਂਧੀ ਦੀ ਬੋਡੀ ਪਈ ਸੀ, ਉੱਥੋਂ ਇਸ਼ਾਰੇ ਕਰ ਰਿਹਾ ਸੀ, ਔਰ 2 ਸਿੱਖ ਜਿਹੜੇ ਸੀ ਉਹਨਾਂ ਨੂੰ ਉੱਥੇ ਜਲਾ ਕੇ ਮਾਰਤਾ। ਹੁਣ ਕਮਲਨਾਥ ਉਹਦੇ ਕੇਸ ਚੱਲ ਰਿਹਾ ਸੀ, ਉਹ ਕਿਵੇਂ ਐਕਸੈਪਟ ਕਰੇਗਾ ਕਿ ਭਾਈ ਮੈਂ ਇਹ ਕਿਹਾ? ਤਾਂ ਉਹ ਤਾਂ ਖੁਦ ਅਕਿਊਜ਼ਡ ਹੈ। ਜਦੋਂ
ਹਲੇ ਕੇਸ ਉਹਦੇ ਚੱਲ ਰਹੇ ਨੇ। ਪਰ ਕੁਲਦੀਪ ਨਈਅਰ ਬਾਰੇ ਵੀ ਤਾਂ ਇਤਰਾਜ਼ ਵੀ, ਕੁਲਦੀਪ ਨਈਅਰ ਤਾਂ ਬਾਇਸ ਹੋ ਸਕਦਾ ਜੀ, ਸਿੱਖਾਂ ਪ੍ਰਤੀ ਉਹਦਾ ਬਾਇਸ ਸੀਗਾ। ਕੁਲਦੀਪ ਨਈਅਰ ਜਾਣ ਕੇ ਲਿਖ ਸਕਦਾ ਇਹ ਗੱਲ, ਉਹ ਜਾਣ ਕੇ ਇੱਕ ਨਹੀਂ ਲਿਖਿਆ। ਪੱਤਰਕਾਰ ਦੀ ਕਹੀ ਹੋਈ ਗੱਲ ਅੰਤਮ ਸੱਚ ਹੋ ਸਕਦੀ ਹੈ। ਇਹ ਸੱਚ ਤਾਂ ਹੋ ਸਕਦੀ ਹੈ ਕਿ ਬਾਕੀ ਲੋਕ, ਆਮ ਲੋਕਾਂ ਨੂੰ ਪਤਾ ਸੀ ਪਿੰਡਾਂ ਵਾਲੇ ਕਾਂਗਰਸ ਦੀ ਮਦਦ ਕਰਦਾ ਸੀ। ਉਹਨੇ ਤਾਂ ਓਪਨਲੀ 3 ਬੰਦਿਆਂ ਦੀ ਮਦਦ ਕੀਤੀ, ਜਿਹੜੀ 1980 ਦੀ ਜਨਵਰੀ ਇਲੈਕਸ਼ਨ ਦੇ ਵਿੱਚ, ਇੱਕ ਸੁਖਵੰਤ ਕੌਰ ਭਿੰਡਰ, RL ਭਾਟੀਆ ਸੀਗਾ, ਇੱਕ ਗੁਰਦਿਆਲ ਸਿੰਘ ਜੀ ਸੀਗੇ। ਉਹ ਤਾਂ ਹਾਂ, ਪਰ ਇਹ ਕਿਹਾ ਜਾਂਦਾ ਸਟੇਜ ਤੇ ਕਹਿੰਦੇ ਉਹ ਤਾਂ ਕੋਈ ਨਾ ਫੋਟੋ ਆ ਨਾ ਕੋਈ ਗੱਲ ਮੈਂ ਹੈ। ਤਾਂ ਉਹੀ ਉਹਨੂੰ, ਮੈਂ ਤਾਂ ਮਾਰਕ ਟੈਲੀ ਨੂੰ ਕੋਟ ਕੀਤਾ ਹੈ ਨਾ, ਜਿਹੜਾ ਮੈਂ ਥੋੜ੍ਹਾ ਕਹਿੰਦਾ ਮੈਂ ਦੇਖਿਆ ਜਿਹੜੇ। ਔਰ ਦੂਸਰੇ ਇਹ ਜਿਹੜੀ ਚੀਜ਼ ਹੈ ਨਾ, ਮੈਂ ਸਰ ਇਹ ਕਹਿ ਰਿਹਾ ਕਿ ਇਹਨੂੰ ਪੂਰਾ ਨਿਪਟਾ ਲਈ ਆਪਾਂ ਪਹਿਲਾਂ। ਜੀ। ਉਹਨੇ ਕੋਈ ਕਹਿੰਦੇ ਨੇ ਜੀ, ਇੱਕ ਕਹਿੰਦੇ ਨੇ ਕਿ ਉਹਦੀ ਕੁਲਦੀਪ ਨਈਅਰ ਨੇ ਅਗਲੀ ਐਡੀਸ਼ਨ 'ਚ ਹਟਾਤਾ, ਤਾਂ ਹਟਾਉਣਾ ਤਾਂ ਹੋਏਗਾ ਹੀ, ਕਿਉਂਕਿ ਬਾਅਦ ਦੇ ਵਿੱਚ ਉਹ ਇੰਡੀਆ ਦਾ ਹਾਈ ਕਮਿਸ਼ਨਰ ਬਣ ਕੇ ਲੰਡਨ ਗਿਆ। ਜਿਸ ਬੰਦੇ ਨੇ ਲੰਡਨ 'ਚ ਪੋਸਟਿੰਗ ਕਰਨੀ ਹੈ, ਉਹਦੇ ਵਾਸਤੇ ਤਾਂ ਵਾਜਬ ਇਹੀ ਹੈ ਕਿ ਭਿੰਡਰਾਂ ਵਾਲੇ ਤੁਸੀਂ ਕੰਟਰੋਵਰਸੀ ਤੋਂ ਹਟ ਜਾਓ। ਤਾਂ ਅਗਲੀ ਕੁਲਦੀਪ ਨਈਅਰ ਦਾ ਵਿਰੋਧ ਵੀ ਹੋਇਆ ਸੀ ਉੱਥੇ ਗੁਰਦੁਆਰਾ ਵਿਰੋਧ ਸਾਹਿਬ ਹੋਇਆ, ਤੇ ਉਸਨੇ ਤਾਂ ਅਮਰੀਕਾ ਸ਼ਾਇਦ, ਕਿਉਂਕਿ ਹਾਈ ਕਮਿਸ਼ਨਰ ਜਿਹੜਾ ਲੰਡਨ 'ਚ ਅਗਰ ਜਾ ਕੇ ਸਕਸੈਸਫੁਲ ਹੋਣਾ ਹੈ, ਤੁਸੀਂ ਸਿੱਖਾਂ ਨੂੰ ਨਾਰਾਜ਼ ਨਹੀਂ ਕਰ ਸਕਦੇ, ਤੇ ਸਿੱਖਾਂ ਨੂੰ ਖੁਸ਼ ਕਰਕੇ ਕੱਢਤਾ ਹੋਣਾ। ਮੈਂ ਤਾਂ ਜਾਣਦਾ, ਮੈਂ ਮਿਲਿਆ। ਫਿਰ ਕੋਈ ਐਂ ਕਹਿ ਸਕਦਾ ਨਾ ਕਿ ਜਦੋਂ ਕੁਲਦੀਪ ਨਈਅਰ ਨੇ ਗਵਰਨਮੈਂਟ ਨੂੰ ਖੁਸ਼ ਕਰਨਾ ਸੀ ਉਦੋਂ ਗਵਰਨਮੈਂਟ ਨੂੰ ਕਰਤਾ, ਜਦੋਂ ਸਿੱਖਾਂ ਨੂੰ ਖੁਸ਼ ਕਰਨਾ ਸਿੱਖਾਂ ਨੂੰ ਕਰਤਾ। ਝੂਠ ਨਹੀਂ ਬੋਲੇਗਾ, ਸੱਚ ਨਹੀਂ ਦੱਸੇਗਾ। ਇਹ ਤਾਂ ਝੂਠ, ਸੱਚ ਨਾ ਦੱਸੇ ਉਹ ਠੀਕ ਗੱਲ ਹੈ, ਉਹਦੀ ਮਰਜ਼ੀ ਹੈ, ਪ੍ਰਿਵਿਲੇਜ ਹੈ, ਮਗਰ ਝੂਠ ਵੀ ਨਹੀਂ ਬੋਲੇਗਾ। ਮੈਂ ਕਹਿ ਰਿਹਾ ਤੁਸੀਂ ਸਰ ਐਡੀ ਵੱਡੀ ਪੋਸਟ ਤੇ ਰਹੇ ਹੋ, ਜਦੋਂ ਆਪਾਂ ਇੰਨੀ ਵੱਡੀ ਗੱਲ ਕਹਿ ਰਹੇ ਹਾਂਗੇ ਕਿ ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਸੀਗਾ ਜਾਂ ਕਾਂਗਰਸ ਦਾ ਬੰਦਾ ਸੀ, ਕਾਂਗਰਸ ਦਾ ਪਲਾਂਟਡ ਸੀ, ਇਹਦੇ ਲਈ ਤੁਹਾਨੂੰ ਲੱਗਦਾ ਨਹੀਂਗਾ ਕਿ ਪ੍ਰਾਇਮਰੀ ਡਾਟਾ, ਜਿਵੇਂ ਰਿਸਰਚ ਦੇ ਅੰਦਰ 2 ਚੀਜ਼ਾਂ ਹੁੰਦੀਆਂ ਨੇ, ਇੱਕ ਸੈਕੰਡਰੀ ਡਾਟਾ, ਇੱਕ ਪ੍ਰਾਇਮਰੀ ਡਾਟਾ। ਰਿਸਰਚ 'ਚ ਸਭ ਤੋਂ ਬੇਸਿਕ ਗੱਲ ਮੰਨੀ ਜਾਂਦੀ ਹੈ, ਤਾਂ ਇਹਦੇ ਲਈ ਪ੍ਰਾਇਮਰੀ ਸੋਰਸ ਹੋਣਾ ਜ਼ਰੂਰੀ ਸੀ। ਇਹ ਦੇਖੋ, ਜਿਵੇਂ ਅਲਟੀਮੇਟਲੀ ਇਹ ਜਿਹੜਾ ਨਾ ਭਿੰਡਰਾਂ ਵਾਲੇ ਨੂੰ ਕਿਵੇਂ ਟਰੀਟ ਕੀਤਾ ਕਾਂਗਰਸ ਗਵਰਨਮੈਂਟ ਨੇ, ਉੱਥੋਂ ਹੀ ਪਤਾ ਲੱਗ ਸਕਦਾ। ਇੱਕ ਆਪਾਂ ਆਊਟ ਆਫ ਕੰਟੈਕਸ ਅੱਗੇ ਜੰਪ ਕਰ ਰਹੇ ਹਾਂ ਕਿਤਾਬ ਦੇ ਵਿੱਚ। ਕੋਈ ਗੱਲ ਨਹੀਂ, ਤੁਸੀਂ ਸਰ ਜਿਵੇਂ ਤੁਸੀਂ ਗੱਲ ਕਰੀ ਜਦੋਂ ਆਪਾਂ ਹੁਣੇ ਗੱਲ ਕਰ ਲੈਂਦੇ, ਇੱਥੇ ਤੁਸੀਂ ਇਹ ਗੱਲ ਕੀਤੀ ਕਿ ਦੇਖੋ ਜਦੋਂ ਲਾਲਾ ਜਗਤ ਨੇ ਉਹਨਾਂ ਦੀ ਉਹ ਮਾਰੇ ਗਏ ਨਾ, ਜਦੋਂ ਉਹ ਕਤਲ ਹੋਇਆ ਉੱਥੇ, ਇੱਥੇ ਸੀ ਚੰਦੋ ਕਲਾਂ ਸੀਗੇ, ਔਰ ਉਹਨਾਂ ਰਾਤੋਂ ਰਾਤ ਉੱਥੋਂ ਵਾਪਸ ਗਏ ਆਪਣੇ, ਜਿਹੜਾ ਹੈਗਾ ਚੌਕ ਮਹਿਤਾ ਦੇ ਵਿੱਚ। ਰਾਹ ਦੇ ਵਿੱਚ ਮੇਰਾ ਇੱਕ ਦੋਸਤ ਸੀ ਦਿਵਾਕਰ ਦਾਸ ਗੁਪਤਾ, DIG BSF, ਉਹਨੇ ਮੈਨੂੰ ਕਿਹਾ ਕਿ ਸਾਡੀ ਹਰ ਪੋਸਟ 'ਤੇ ਭਿੰਡਰਾਂ ਵਾਲੇ ਨੂੰ ਰੋਕਿਆ ਗਿਆ। ਉਹ ਸਾਨੂੰ ਪੁੱਛਦੇ ਸੀ ਜੀ ਕੀ ਕਰੀਏ, ਕਹਿੰਦੇ ਜੀ ਹੋਮ ਮਿਨਿਸਟਰ ਦੇ ਦਫ਼ਤਰ ਤੋਂ ਸਾਨੂੰ ਆ ਜਾਂਦੇ ਸੀ, ਉਹਨੂੰ ਜਾਣ ਦਿਓ। ਔਰ ਦੂਸਰੀ ਚੀਜ਼, ਉਸੇ ਪੀਰੀਅਡ ਦੇ ਵਿੱਚ ਬਾਅਦ ਦੇ ਵਿੱਚ ਉਹ ਦਿੱਲੀ 'ਚ ਘੁੰਮਿਆ। ਉਹ ਮੈਂ ਖੁਦ ਦੇਖਿਆ, ਪਿੰਡਾਂ ਵਾਲੇ ਉੱਤੇ ਗਨਮੈਨ ਸੀਗੇ, ਤੇ ਉਹਨੂੰ ਦਿੱਲੀ ਜਦੋਂ ਫੜਨਾ ਚਾਹੁੰਦੇ ਉਸ ਵੇਲੇ ਫੜ ਸਕਦੇ, ਉਸ ਵੇਲੇ ਤਾਂ ਬਹੁਤ ਕਾਫੀ ਵੱਡਾ ਹੋ ਗਿਆ ਸੀ। ਔਰ ਤੀਸਰੀ ਚੀਜ਼, ਬੰਬੇ ਤੋਂ ਲੈ ਕੇ ਵਾਪਸ ਆਇਆ, ਬੰਬੇ ਤੱਕ ਕਿਸੇ ਨੇ ਨਹੀਂ, ਉਹਨੂੰ ਰਾਜ ਕਿਸੇ ਨੇ ਨਹੀਂ ਰੋਕਿਆ। ਤੇ ਇਹ ਚਾਹੁੰਦੇ ਸੀ ਕਿ ਜੋ ਭਿੰਡਰਾਂ ਵਾਲੇ ਕਰ ਰਹੇ ਨੇ ਕਾਂਗਰਸੀ ਲੋਕ, ਉਹ ਕਾਂਗਰਸ ਦਾ ਏਜੰਡਾ ਅੱਗੇ ਵਧਾ ਰਹੇ ਨੇ। ਔਰ ਅਗਰ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਵਾਕਈ ਮਾੜਾ ਕੰਮ ਕਰ ਰਿਹਾ, ਜਦੋਂ ਮਰਜ਼ੀ ਫੜ ਲਓ ਉਹਨੂੰ, ਫੜਿਆ ਕਿਉਂ ਨਹੀਂ ਉਹਨਾਂ ਨੂੰ? ਪਰ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਬੰਬੇ ਦੇ, ਉਹ ਲਿਖਦੇ ਨੇ ਕਿ ਜੇ ਭਿੰਡਰਾਂ ਵਾਲੇ ਨੂੰ ਉੱਥੇ ਗ੍ਰਿਫਤਾਰ ਕਰਦੇ, ਰਿਐਕਸ਼ਨ ਪੰਜਾਬ 'ਚ ਹੋ ਸਕਦਾ ਸੀ, ਦਿੱਲੀ 'ਚ ਕਰਦੇ ਰਿਐਕਸ਼ਨ ਪੰਜਾਬ 'ਚ ਹੋ ਸਕਦਾ ਸੀ, ਸ਼ਾਇਦ ਤਾਂ ਨਹੀਂ ਗ੍ਰਿਫਤਾਰੀ ਹੋਈ। ਬਾਅਦ ਦੇ ਵਿੱਚ ਰਿਐਕਸ਼ਨ ਛੱਡ ਕੇ ਕੁਝ ਸਟੇਜ ਇਸ ਤਰ੍ਹਾਂ ਆ ਗਈ ਸੀਗੀ ਕਿ ਪੰਜਾਬ ਵਾਲਿਆਂ ਨੇ ਸੁੱਖ ਦਾ ਸਾਹ ਲੈਣਾ ਸੀਗਾ, ਕਿ ਵੀ ਸ਼ਾਂਤੀ ਵਾਪਸ ਆ ਗਈ ਸਾਡੀ। ਕਿਸੇ ਸਟੇਜ 'ਤੇ ਮੈਂ ਕਿਤਾਬ 'ਚ ਵੀ ਲਿਖਿਆ ਹੈ। ਮਗਰ ਇਹ ਦੇਖੋ ਕਿ ਮੈਂ ਇਹ ਵੀ ਕਿਤਾਬ 'ਚ ਲਿਖਿਆ ਹੈ ਕਿ ਜਿੰਨੇ ਇਹ ਜਿਹੇ ਇੱਕ ਘਟੀਆ ਟਾਈਪ ਆਪਰੇਸ਼ਨ ਕੀਤਾ ਇਹਨਾਂ ਨੇ, ਵੈਸੇ ਆਪਰੇਸ਼ਨ 1 ਆਪਰੇਸ਼ਨ ਦੀ ਕਾਫੀ ਲੋਚਨਾ ਬਾਅਦ ਕੀਤੀ ਗੱਲ ਕਰਾਂਗੇ। ਉਹ ਕੋਈ ਬੰਦਾ ਜਿਹੜਾ ਹੈ, ਕੋਈ ਰਿਟਨ ਆਰਡਰ ਕਦੇ ਨਹੀਂ ਦਿੰਦਾ ਹੁੰਦਾ, ਨਾ ਹੀ ਕਾਗਜ਼ ਰੱਖਦਾ ਕੋਈ। ਇਹ ਕਿਤੇ ਲਿਖਿਆ ਹੋਵੇ ਜੀ ਭਿੰਡਰਾਂ ਵਾਲੇ ਨੂੰ ਅਸੀਂ ਕਲਟੀਵੇਟ ਕਰ ਲਿਆ ਫਲਾਂਤੀ ਨੂੰ, ਨਾ ਹੀ ਉਹਦਾ ਲੈਜਰ ਰੱਖਦੇ ਨੇ, ਕਿੰਨੇ ਪੈਸੇ ਕਦੋਂ ਦਿੱਤੇ, ਕਿਹਦੇ ਥਰੂ ਦਿੱਤੇ। ਏਜੰਸੀਆਂ ਨਹੀਂ ਰੱਖਦੀਆਂ, ਕੋਈ ਏਜੰਸੀਆਂ ਲਈ ਕੰਮ ਕਰਦਾ, ਏਜੰਸੀਆਂ ਕਰਨਗੇ ਤਾਂ ਉਹਨੂੰ ਡਿਸਟਰੋਏ ਕਰ ਦਿੱਤਾ ਜਾਂਦਾ ਜਦੋਂ ਕੰਮ ਆਪਰੇਸ਼ਨ ਖਤਮ ਹੋ ਜਾਏ। ਵੀ ਹੁਣ ਛੱਡੋ, ਇਹਦੇ ਫਾਈਲ ਰੱਖੀ ਜਾਏਗੀ, ਔਰ ਉਹਦੇ ਵਿੱਚ ਵੀ ਫਾਈਲ ਦਾ ਸਿਸਟਮ ਇਹੋ ਜਿਹਾ ਕਿ ਅਗਰ ਆਪਰੇਸ਼ਨ RNW ਨੇ ਕੀਤਾ ਹੁੰਦਾ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀਗਾ। ਇਹ ਤਾਂ ਇਹਨਾਂ ਨੇ ਬੜੇ ਕਰੂਡਲੀ ਹੈਂਡਲ ਕੀਤੇ ਆਪਰੇਸ਼ਨ, ਉਸ ਕਰਕੇ ਪਤਾ ਲੱਗ ਗਿਆ ਲੋਕਾਂ ਨੂੰ, ਹੈ ਨਾ। ਉਹ ਫਾਈਲ ਦੇ ਉੱਤੇ ਨਾਂ ਥੋੜ੍ਹਾ ਲਿਖਿਆ ਹੁੰਦਾ, ਜਿਹੜੀ ਘੁੰਮਦੀ ਫਿਰਦੀ ਹੈ ਡਿਪਾਰਟਮੈਂਟ 'ਚ ਭਿੰਡਰਾਂ ਵਾਲੇ ਦੀ ਫਾਈਲ, ਉਹਦਾ ਇੱਕ ਸ਼ਬਦ ਵਰਤਦੇ ਹੋ ਕਿਤਾਬ ਦੇ ਅੰਦਰ, 1 ਅਕਬਰ ਰੋਡ ਗੈਂਗ। ਹੁਣ ਇਹ ਦੱਸੋ ਕਿ ਇਹ ਕੀ ਹੈਗਾ, ਇਹ ਕੌਣ ਸੀਗਾ? ਇਹਦੇ 'ਚ ਮੈਂ ਅੱਗੇ ਕਿਤਾਬ 'ਚ ਜਾ ਕੇ ਲਿਖਿਆ ਹੈ ਕਿ ਇਹ ਆਪਰੇਸ਼ਨ ਕਿਉਂ ਚਾਲੂ ਹੋਇਆ, ਸਾਰਾ ਕੁਝ ਚਾਲੂ ਕਿਵੇਂ ਹੋਇਆ। ਜਿਹੜਾ ਕਿ ਪਹਿਲਾ ਇਹ ਆਪਰੇਸ਼ਨ ਦੇ 2 ਫੇਜ਼ ਸੀ, ਆਪਰੇਸ਼ਨ 1 ਐਂਡ ਆਪਰੇਸ਼ਨ 2। ਭਿੰਡਰਾਂ ਵਾਲੇ ਖਾਲਿਸਤਾਨ ਆਪਰੇਸ਼ਨ ਦਾ ਨਾਂ ਸੀਗਾ।
ਪਿੰਡਾਂ ਵਾਲੇ ਨੂੰ ਯੂਜ਼ ਕਰੋ ਹਿੰਦੂਆਂ ਨੂੰ ਟੈਰਰਾਈਜ਼ ਕਰਨ ਵਾਸਤੇ, ਹਿੰਦੂਆਂ ਦੇ ਦਿਲ 'ਚ ਦਹਿਲ ਪੈਦਾ ਕਰੋ ਔਰ ਖਾਲਿਸਤਾਨ ਦਾ ਇਸ਼ੂ ਮੁੱਦਾ ਖੜਾ ਕਰੋ ਤਾਂ ਕਿ ਲੋਕਾਂ ਨੂੰ ਲੱਗੇ ਕਿ ਦੇਸ਼ ਦੇ ਟੁਕੜੇ ਹੋਣ ਲੱਗੇ ਨੇ ਔਰ ਬਾਅਦ ਵਿੱਚ ਇਸ ਨੂੰ ਸੋਲਵ ਕਰੋ ਖਤਮ ਜਦੋਂ ਨੇੜੇ ਇਲੈਕਸ਼ਨ 'ਤੇ ਜਾ ਕੇ। ਪਰ ਹੁਣ ਮੈਂ ਪਹਿਲਾਂ ਇਹ ਦੱਸਾਂ ਕਿ ਭਾਈ ਇਹ ਡਿਸੀਜਨ ਹੋਇਆ ਕਿਵੇਂ। ਦੇਖੋ ਜਦੋਂ 1971 ਦੀ ਇਲੈਕਸ਼ਨ ਸੀ ਜਿਹੜੀ ਮਿਸਿਸ ਗਾਂਧੀ ਨੇ ਉਹ ਗਰੀਬੀ ਹਟਾਓ ਦੇ ਨਾਅਰੇ ਦੇ ਉੱਤੇ 2/3 ਮੈਜੋਰਿਟੀ 'ਤੇ ਜਿੱਤੀ ਔਰ ਬਾਵਜੂਦ ਉਸ ਤੋਂ ਬਾਅਦ ਬੰਗਲਾਦੇਸ਼ ਆਜ਼ਾਦ ਕਰਾਇਆ, ਇੰਡੀਆ ਦਾ ਬਹੁਤ ਵੱਡਾ ਰੋਲ ਸੀ। ਬਾਵਜੂਦ ਉਸ ਦੇ ਕਿ ਸਿੱਕਿਮ ਮਰਜ ਹੋ ਗਿਆ, ਬਹੁਤ ਵੱਡਾ ਰੋਲ ਸੀ। ਮਗਰ ਜੇਪੀ ਦੀ ਮੂਵਮੈਂਟ, ਜੈ ਪ੍ਰਕਾਸ਼ ਦੀ ਮੂਵਮੈਂਟ ਜ਼ੋਰ ਫੜਦੀ ਗਈ ਔਰ ਇੰਦਰਾ ਨੂੰ ਹਟਾਉਣ ਦੇ ਉੱਤੇ ਬੜਾ ਜ਼ੋਰ ਪਿਆ ਰਿਹਾ ਔਰ ਉਹ ਮਜਬੂਰ ਹੋ ਗਈ ਕਿ ਜੂਨ 26 ਨੂੰ 75 ਨੂੰ ਐਮਰਜੈਂਸੀ ਲਾਉਣੀ ਪਈ ਉਹਨੂੰ ਵੀ ਤਾਂ ਕਿ ਇਹ ਔਰ 2 ਸਾਲ ਐਮਰਜੈਂਸੀ ਤੋਂ ਬਾਅਦ ਜਦੋਂ ਇਲੈਕਸ਼ਨ ਹੋਈ ਔਰ ਬੁਰੀ ਤਰ੍ਹਾਂ ਹਾਰੇ ਉਹ ਔਰ ਇਹਨਾਂ ਦਾ ਬੁਰਾ ਹਾਲ ਸੀ। ਤਾਂ ਸੰਜੇ ਨੇ ਜਦੋਂ 1980 ਜਨਵਰੀ ਦੀ ਇਲੈਕਸ਼ਨ ਜਿੱਤੀ ਉਦੋਂ ਆਪਣੇ ਮਾਂ ਦੇ ਨਾਲ ਗੱਲ ਕੀਤੀ ਕਿ ਦੇਖੋ ਉਦੋਂ ਆਪਣਾ ਬਹੁਤ ਬੁਰਾ ਹਾਲ ਹੋਇਆ ਸੀਗਾ, ਹੁਣ ਆਪਾਂ ਦੁਬਾਰਾ ਇਹੋ ਜਿਹਾ ਹਾਲ ਨਾ ਹੋ ਜਾਏ। ਹੁਣ ਆਪਾਂ ਜਿਹੜੀ ਕਿ ਆਪਰੇਸ਼ਨ ਜਿਹੜੀ ਪਿੰਡਾਂ ਵਾਲੇ ਖਾਲਿਸਤਾਨ ਪੰਜਾਬ 'ਚ ਚਾਲੂ ਕੀਤਾ ਸੀ ਜਿਹੜਾ ਕੋਈ ਬਹੁਤਾ ਸਕਸੈਸਫੁਲ ਨਹੀਂ ਹੋਇਆ ਕਿਉਂਕਿ ਪਿੰਡਾਂ ਵਾਲੇ ਦੀ 4 ਬੰਦੇ SGPC ਇਲੈਕਸ਼ਨ 1979 ਜਿਹੜੀ ਹੋਈ 140 'ਚੋਂ ਸਿਰਫ 4 ਬੰਦੇ ਜਿੱਤੇ ਭਿੰਦਰਾਂਵਾਲੇ ਦੀ ਸਪੋਰਟ ਵਾਲੇ। ਕਿੰਨਾ ਸਿੱਖਾਂ 'ਚ ਕਿੰਨਾ ਕੁ ਰਸੂਖ ਸੀ ਔਰ ਇਹਨਾਂ ਨੇ ਜੈਲ ਸਿੰਘ ਵਗੈਰਾ ਨੇ ਕਿਉਂਕਿ ਪਿੰਡਾਂ ਵਾਲੇ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਖਾਲਿਸਤਾਨ ਚਾਹੀਦਾ, ਪਰ ਇਹ ਕਹਿੰਦੇ ਹੁੰਦੇ ਸੀ ਕਿ ਜੀ ਮੇਰੀ ਜੇ ਬੀਬੀ ਮੇਰੀ ਝੋਲੀ 'ਚ ਪਾ ਦੇ ਨਾ ਨਹੀਂ ਕਰੂੰਗਾ। ਇਹ ਸਾਰਿਆਂ ਨੇ ਲਿਖਿਆ ਤਕਰੀਬਨ। ਅਤੇ ਇਹ ਜ਼ੈਲ ਸਿੰਘ ਨੇ ਸੋਚਿਆ ਇਹਨਾਂ ਨੇ ਕਿ ਵੀ ਪਿੰਡਾਂ ਵਾਲਾ ਤਾਂ ਕਹਿੰਦਾ ਨਹੀਂ, ਅਤੇ ਉਹਨਾਂ ਨੇ ਦਲ ਖਾਲਸਾ ਖੜਾ ਕੀਤਾ ਸੀ ਪੰਜਾਬ ਦੇ ਵਿੱਚ। ਅਤੇ ਦਲ ਖਾਲਸਾ ਦੇ ਆਮ ਅਖਬਾਰਾਂ 'ਚ ਲਿਖਿਆ ਸੀ, ਜਿਹੜੀ ਓਰੋਮਾ 'ਚ ਮੀਟਿੰਗ ਹੋਈ ਸੀ 600 ਰੁਪਏ ਜ਼ੈਲ ਸਿੰਘ ਨੇ ਦਿੱਤੇ। ਬਾਅਦ ਉਦੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਗੁਰਦੁਆਰੇ 'ਚ ਹੋਈ, ਉੱਥੇ ਵੀ ਕਾਂਗਰਸੀਆਂ ਨੇ ਦਿੱਤੇ ਪੈਸੇ ਔਰ ਜ਼ੈਲ ਸਿੰਘ ਕਹਿੰਦਾ ਸੀ ਆਪਣੇ ਦਲ ਖਾਲਸਾ ਕਾਂਗਰਸ ਦੀ ਪੈਦਾਇਸ਼ ਬਿਲਕੁਲ ਕਾਂਗਰਸ ਦੀ ਪੈਦਾਇਸ਼ ਸੀ। ਔਰ ਦੂਸਰੀ ਚੀਜ਼ ਉਹਨਾਂ ਨੇ ਕਿਹਾ ਕਿ ਦਲ ਖਾਲਸਾ ਖੜਾ ਕਰੋ ਔਰ ਉਹ ਸਾਰੇ ਪਿੰਡਾਂ ਵਾਲੇ ਦੀ ਗੁਣ ਗਾਉਣ ਸਾਰੇ ਔਰ ਦਲ ਖਾਲਸਾ ਹਮੇਸ਼ਾ ਖਾਲਿਸਤਾਨ ਦੀ ਗੱਲ ਕਰੇ। ਅਤੇ ਇਹ ਕਹਿੰਦੇ ਨੇ ਸਾਰਿਆਂ ਨੇ ਲਿਖਿਆ, ਮਾਰਕਟਲੀ ਨੇ ਵੀ ਲਿਖਿਆ, ਸਭ ਨੇ ਲਿਖਿਆ ਕਿ ਜ਼ੈਲ ਸਿੰਘ ਦਿੱਲੀ ਜਦੋਂ ਹੋਮ ਮਿਨਿਸਟਰ ਸੀ ਪੰਜਾਬ ਇੱਥੇ ਇੰਡੀਆ 'ਚ ਆ ਗਏ ਦਿੱਲੀ 'ਚ, ਉਹ ਰਿਪੋਰਟਰਸ ਨੂੰ ਟੈਲੀਫੋਨ ਕਰਦੇ ਸੀ ਚੰਡੀਗੜ੍ਹ ਸਾਰਿਆਂ ਨੂੰ ਕਿ ਜੀ ਦਲ ਖਾਲਸਾ ਦੀ ਖਬਰ ਫਰੰਟ ਪੇਜ 'ਤੇ ਛਾਪੋ। ਅਤੇ ਇਹ 1981 'ਚ ਜਦੋਂ ਪਿੰਡਾਂ ਵਾਲੇ ਜੇਲ੍ਹ 'ਚ ਸੀਗੇ ਔਰ ਇਹਨਾਂ ਨੇ ਇੱਕ ਇੰਡੀਅਨ 에ਅਰਲਾਈਨ ਦਾ ਪਲੇਨ ਹਾਈਜੈਕ ਕਰਕੇ ਪਾਕਿਸਤਾਨ ਲੈ ਗਏ ਦਲ ਖਾਲਸਾ ਵਾਲਿਆਂ ਨੇ। ਔਰ ਪਹਿਲੀ ਡਿਮਾਂਡ ਉਹਨਾਂ ਦੀ ਸੀ ਕਿ ਪਿੰਡਾਂ ਵਾਲੇ ਨੂੰ ਰਿਲੀਜ਼ ਕਰੋ। ਅਤੇ ਲੋਕਾਂ ਨੂੰ ਇਹੀ ਸੀ ਕਿ ਦਲ ਖਾਲਸਾ ਜਿਹੜੀ ਪਿੰਡਾਂ ਵਾਲੇ ਦੀ ਪਾਰਟੀ ਆ। ਜੇ ਮੈਂ ਹੁਣ ਤੁਸੀਂ ਮੈਂ ਥੋੜਾ ਇੱਥੇ ਤੁਹਾਨੂੰ ਉਹ ਕਰ ਜੇ ਆਪਾਂ ਪਹਿਲਾਂ ਦਲ ਖਾਲਸਾ ਨਹੀਂ, ਜੇ ਜ਼ਰੂਰੀ ਹੈ ਸਵਾਲ, ਜੇ ਦਲ ਖਾਲਸਾ ਕਾਂਗਰਸ ਦੀ ਪੈਦਾਇਸ਼ ਸੀ, ਪਿੰਡਰਾਂ ਵਾਲਾ ਵੀ ਕਾਂਗਰਸ ਦੀ ਪੈਦਾਇਸ਼ ਸੀ ਤੁਹਾਡੇ ਮੁਤਾਬਕ, ਤਾਂ ਫਿਰ ਦਲ ਖਾਲਸਾ ਨੂੰ ਜਹਾਜ਼ ਹਾਈਜੈਕ ਕਰਨ ਦੀ ਕੀ ਲੋੜ ਸੀ? ਫਿਰ ਤਾਂ ਕੋਈ ਛੋਟਾ ਮੋਟਾ ਐਕਸ਼ਨ ਕਰਕੇ ਡਰਾਮੇਬਾਜ਼ੀ ਕਰਕੇ ਵੀ ਸੰਤਾਂ ਨੂੰ ਛੁਡਵਾਇਆ ਜਾ ਸਕਦਾ ਸੀ। ਹਾਈਜੈਕ ਹੋ ਜਾਂਦਾ ਉਹ ਇੰਟਰਨੈਸ਼ਨਲ ਰਿਕਗਨੀਸ਼ਨ ਚੀਜ਼ ਲੋਕਾਂ ਨੂੰ ਬਹੁਤ ਵੱਡੀ ਗੱਲ ਬਣ ਜਾਂਦੀ ਆ ਔਰ ਬਹੁਤ ਵੱਡੀ ਗੱਲ ਬਣਨ ਨਾਲ ਛੋਟਾ ਮੋਟਾ ਕਰਦੇ ਕਿਸੇ ਨੇ ਪੜ੍ਹਨਾ ਨਹੀਂ ਸੀ ਅਖਬਾਰ। ਹਾਈਜੈਕ ਤਾਂ ਸਾਰੇ ਅਖਬਾਰਾਂ 'ਚ ਆ ਜਾਂਦਾ ਇੰਟਰਨੈਸ਼ਨਲ। ਉਹ ਦੂਸਰੀ ਚੀਜ਼ ਉਸੇ ਵੇਲੇ ਇੱਕ ਪੰਜਾਬ 'ਚ ਕਾਨਫਰੰਸ ਹੋਈ ਜਿਹੜੀ ਕਿ ਸਿੱਖ ਕਾਨਫਰੰਸ, ਉਹਦੇ 'ਚ ਗੰਗਾ ਸਿੰਘ ਢਿੱਲੋਂ ਨੂੰ ਬੁਲਾਇਆ ਪ੍ਰੈਜ਼ਾਈਡ ਕਰਨ ਵਾਸਤੇ ਔਰ ਉਹ ਗੰਗਾ ਸਿੰਘ ਢਿੱਲੋਂ ਨੇ ਔਰ ਜਿਹੜੀ ਹੈਗੀ ਉੱਥੇ ਰੈਜ਼ੋਲੂਸ਼ਨ ਪਾਸ ਕਰਾਇਆ ਸਿੱਖ ਐਜ਼ ਏ ਨੇਸ਼ਨ। ਔਰ ਵਾਜਪਾਈ ਨੇ ਕਿਹਾ ਪਾਰਲੀਮੈਂਟ 'ਚ ਸਪੀਚ ਦਿੱਤੀ ਕਿ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜ਼ੈਲ ਸਿੰਘ ਗੰਗਾ ਸਿੰਘ ਢਿੱਲੋਂ ਨੂੰ ਕਰਨਾਲ 'ਚ ਮਿਲਿਆ ਔਰ ਗੰਗਾ ਸਿੰਘ ਢਿੱਲੋਂ ਤਾਂ ਨਨਕਾਣਾ ਸਾਹਿਬ ਫਾਊਂਡੇਸ਼ਨ ਦਾ ਹੈੱਡ ਸੀਗਾ ਔਰ ਉਹ ਜ਼ਿਆਉਲ ਹਕ ਪ੍ਰੈਜ਼ੀਡੈਂਟ ਦੇ ਦੋਸਤ ਸੀ। ਉਹਨਾਂ ਦੀ ਵਾਈਫ ਦੋਨਾਂ ਕੀਨੀਆ ਦੀ ਸੀਗੀਆਂ, ਨਰੋਬੀ ਦੇ, ਉਹਨਾਂ ਕੋਲ ਜਾ ਕੇ ਮਿਲਦਾ ਸੀ। ਤਾਂ ਇਹੋ ਜਿਹੇ ਬੰਦੇ ਨੂੰ ਇੰਡੀਆ 'ਚ ਆਉਣ ਕਿਉਂ ਦਿੱਤਾ? ਔਰ ਆਇਆ ਇਸ ਕਰਕੇ ਮੈਨੂੰ ਤਾਂ ਇਹੀ ਇਹਦੇ 'ਚ ਲੱਗਾ ਕਿ ਇਹੋ ਜਿਹਾ ਰੈਜ਼ੋਲੂਸ਼ਨ ਪਾਸ ਕਰਾਏਗਾ, ਖਾਲਿਸਤਾਨ ਦੀ ਗੱਲ ਹੋਰ ਚਰਚਾ ਹੋਏਗੀ। ਜਦੋਂ ਇੰਨਾ ਕੁਛ ਹੋ ਰਿਹਾ ਸੀ, ਤੁਸੀਂ ਰੌ ਦੇ ਐਡੇ ਵੱਡੇ ਅਹੁਦੇ 'ਤੇ ਬੈਠੇ ਸੀ, ਕੀ ਤੁਹਾਡੇ ਕੋਲ ਇਹਨਾਂ ਗੱਲਾਂ ਦੀ ਤੁਸੀਂ ਜਿਵੇਂ ਹੀਅਰ ਸੇ ਨਾਲ ਇਹ ਗੱਲਾਂ ਕਹਿੰਦੇ ਹੋਗੇ ਕਿ ਫਲਾਣੇ ਨੇ ਲਿਖਿਆ, ਫਲਾਣੇ ਨੇ ਕਿਹਾ, ਕੀ ਤੁਹਾਡੇ ਕੋਲ ਰੌ ਦੇ ਅਧਿਕਾਰੀ ਹੁੰਦਿਆਂ ਹੋਇਆਂ ਵੀ ਪ੍ਰਾਇਮਰੀ ਇਨਫੋਰਮੇਸ਼ਨ ਫਿਰ ਨਹੀਂ ਸੀ ਇਹਨਾਂ ਚੀਜ਼ਾਂ ਦੀ? ਇਹ ਹੁਣ ਤੁਹਾਨੂੰ ਮੈਂ ਇਹ ਵੀ ਇਹਦਾ ਜਵਾਬ ਦੇ ਦੇਣਾ। ਤੁਸੀਂ ਪ੍ਰਾਇਮਰੀ ਇਨਫੋਰਮੇਸ਼ਨ ਮੈਂ ਪ੍ਰਾਇਮਰੀ ਦੇ ਰਿਹਾ, ਨਾਲ ਇਹ ਵੀ ਦੇ ਰਿਹਾ। ਜਦੋਂ ਪ੍ਰਾਇਮਰੀ ਦੇ ਨਾਲ ਜਦੋਂ ਗੱਲਾਂ ਸਮਝ ਆਉਣ ਲੱਗ ਜਾਂਦੀਆਂ ਨੇ ਤੁਹਾਨੂੰ ਇਹਨਾਂ ਦੀ ਵੈਲਿਊ ਵੱਧ ਜਾਂਦੀ ਹੈ। ਫਿਰ ਇਹ ਕਿਸੇ ਨੂੰ ਨਹੀਂ ਪਤਾ ਹੋਣਾ, ਮੇਰੀ ਕਿਤਾਬ ਦੇ ਲਿਖਣ ਤੋਂ ਪਹਿਲਾਂ
ਮੈਂ ਜਦੋਂ ਕੈਨੇਡਾ ਚੋਂ ਵਾਪਸ ਆ ਕੇ ਤੁਹਾਨੂੰ ਦੱਸਿਆ ਮੈਂ ਹੈੱਡਕੁਆਟਰ 'ਚ ਸੀਗਾ ਆਇਆ ਇੱਥੇ, ਜਿਹੜਾ ਕਿ ਡਾਇਰੈਕਟਰ ਔਰ ਸੈਕਟਰੀ ਬਾਅਦ 'ਚ ਹੁੰਦੇ ਸੀਗੇ, 3 ਅਫਸਰ ਹੁੰਦੇ ਸੀ ਸਾਊਥ ਬਲਾਕ 'ਚ। ਤਿੰਨਾਂ ਚੋਂ ਇੱਕ ਤਾਂ ਮੇਰਾ ਸੀ DDNGO ਦਾ, ਬਾਅਦ 'ਚ ਜਿਹੜਾ ਲੇਜ਼ਾਂ ਦਾ, ਤੀਸਰਾ ਉਹਨਾਂ ਦਾ ਸਪੈਸ਼ਲ ਸੈਕਟਰੀਏਟ ਦਾ। ਔਰ ਜਦੋਂ ਇੱਥੇ 79 ਦੇ ਵਿੱਚ ਮੈਂ ਆਇਆ, ਔਰ ਪਹਿਲੀ ਵਾਰੀ ਮੈਂ ਦਸੰਬਰ, ਮੇਰਾ ਕੋਈ ਤਾਲੁਕ ਨਹੀਂ ਸੀ ਖਾਲਿਸ ਕਿਸੇ ਚੀਜ਼ ਦੇ ਨਾਲ, ਕਿ ਪਹਿਲੀ ਵਾਰੀ ਦਸੰਬਰ 80 ਦੇ ਵਿੱਚ ਮੈਂ ਜਿਵੇਂ ਪਹਿਲਾਂ ਕਿਹਾ, ਇੱਕ ਖਾਲਿਸਤਾਨ ਦੀ ਬ੍ਰਾਂਚ ਖੁੱਲੀ, ਡਿਵੀਜ਼ਨ ਖੁੱਲੀ। ਮੈਨੂੰ ਲੱਗਿਆ ਕਿ ਵੀ ਮੈਂ ਤਾਂ ਕੈਨੇਡਾ 'ਚ ਰਿਹਾ, ਉੱਥੇ ਖਾਲਿਸਤਾਨ ਦੀ ਗੱਲ ਹੀ ਹੈ, ਡਿਵੀਜ਼ਨ ਕਿਉਂ ਖੁੱਲ੍ਹ ਗਈ, ਰਾਮਨ ਕਿਉਂ ਕਰੇਗਾ। ਕਦੇ ਕਦੇ ਮੈਨੂੰ ਵੀ ਪੁੱਛ ਲੈਂਦੇ ਸੀ ਉਹ, ਕਿਉਂਕਿ ਮੈਨੂੰ ਜ਼ਿਆਦਾ ਪਤਾ ਸੀਗਾ। ਫਿਰ ਜਨਵਰੀ ਫਰਵਰੀ 1981 ਦੇ ਵਿੱਚ ਉਸ ਵੇਲੇ ਡਾਇਰੈਕਟਰ ਸੀ ਮਿਸਟਰ ਸੰਟੂਕ, ਬੜੇ ਕਾਬਿਲ ਆਦਮੀ, ਮੈਂ ਬਹੁਤ ਨਜ਼ਦੀਕ ਸੀ ਉਹਨਾਂ ਦੇ। ਮੈਨੂੰ ਬੁਲਾਇਆ ਉਹਨਾਂ ਨੇ, ਸਿੱਧੂ ਇਸ ਤਰ੍ਹਾਂ ਕਰ ਕਿ ਅਸੀਂ 7 ਜਗ੍ਹਾ ਵੈਸਟ ਯੂਰਪ 'ਚ ਅਤੇ ਨਾਰਥ ਅਮਰੀਕਾ, ਕੈਨੇਡਾ ਅਤੇ USA 'ਚ ਨਵੇਂ ਸਟੇਸ਼ਨ ਖੋਲ੍ਹੇ ਨੇ। ਉਹਨਾਂ 'ਚ ਇਹ ਲਿਖ ਕਿ ਸਾਡੀ ਖਬਰ ਦੇ ਮੁਤਾਬਕ ਖਾਲਿਸਤਾਨ ਦਾ ਜਮਾਨ ਦਾ ਜ਼ੋਰ ਫੜਨ ਵਾਲੀ ਹੈ ਹੁਣ, ਔਰ ਇਸ ਕਰਕੇ ਇਦੋਂ ਪਹਿਲਾਂ ਕਿ ਜ਼ੋਰ ਫੜੇ, ਅਸੀਂ ਆਪਣੇ ਬੰਦੇ ਆਪਣੀ ਆਪਣੀ ਪੋਜੀਸ਼ਨ ਲਾਉਣਾ ਚਾਹੁੰਦੇ ਹਾਂ, ਖਾਸ ਕਰਕੇ ਉਹਨਾਂ ਏਰੀਆ 'ਚ ਜਿਨ੍ਹਾਂ ਏਰੀਆ 'ਚ ਸਿੱਖ ਸੀਗੇ। ਮੈਨੂੰ ਕਹਿੰਦੇ ਤੂੰ 1.5 ਪੇਜ ਦੀ ਪ੍ਰਪੋਜ਼ਲ ਬਣਾ। ਮੈਨੂੰ ਪਤਾ ਸੀ ਵੀ ਕੋਈ ਹੈ ਤਾਂ ਹੈ ਨਹੀਂ, ਪਰ ਪ੍ਰਪੋਜ਼ਲ ਕਿਉਂ ਬਣਾ ਰਹੇ ਨੇ। ਮੈਂ ਜਾਣਦਾ ਸੀ ਖਾਲਿਸਤਾਨੀਆਂ ਦਾ ਕੀ ਹਵਾਈ ਕਿਲੇ ਹੁੰਦੇ ਨੇ ਨਾ ਸਾਰੇ ਕੁਛ, ਕੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਐ ਬਣ ਸਕਦਾ, ਇਹ ਬਣ ਸਕਦਾ, ਆਹ ਗਲਤੀ ਹੈ। ਉਹ ਇਹ ਨਹੀਂ ਦੱਸਿਆ। ਪਰ ਹਾਲਾਤ ਬਦਲੇ ਵੀ। 78 ਦੇ ਅੰਦਰ ਨਿਰੰਕਾਰੀ ਕਾਂਡ ਹੁੰਦਾ ਹੈ, ਉਹ ਤੋਂ ਬਾਅਦ ਸੰਤ ਪਿਕਚਰ 'ਚ ਆਉਂਦੇ ਆ, ਉਹ ਤੋਂ ਬਾਅਦ 81 ਤੱਕ ਆਉਂਦੇ ਖਾਲਿਸਤਾਨ ਦਾ ਚਾਹੇ ਨਹੀਂ, ਪਰ ਖਾੜਕੂ ਮੂਵਮੈਂਟ ਤਾਂ ਆਪਣੇ ਪੂਰੇ ਉਹ ਇਹਨਾਂ ਨੇ ਸ਼ੁਰੂ ਕੀਤੀ ਨਾ, ਸਾਰੇ ਕੁਝ ਸ਼ੁਰੂ ਤਾਂ ਇਹਨਾਂ ਨੇ ਕਰਤੀ 78 'ਚ। 78 ਦਾ ਤੁਹਾਨੂੰ ਤਾਂ ਅਸਰ ਨਜ਼ਰ ਆਉਂਦਾ ਸੀ, ਅੰਦਰੋਂ ਅੰਦਰ ਤੈਅ ਹੋ ਰਹੀ ਸੀਗੀ। ਫਿਰ ਇੱਕ ਹੋਰ ਸਮਝ ਲਓ ਉਸੇ ਸਾਲ ਦੇ 78 ਤੁਹਾਨੂੰ ਲੱਗਦਾ ਪਲਾਨ ਕਰਕੇ ਕਰਾਇਆ ਗਿਆ ਕਾਂਗਰਸ ਵੱਲੋਂ। 78 ਦੇ ਮਿਡਲ ਦੇ ਵਿੱਚ ਤੱਕ ਤੋੜਨਾ ਸੀ ਨਾ ਬਾਦਲ ਤੇ ਅਕਾਲੀਆਂ ਦੀ ਗਵਰਨਮੈਂਟ, ਉੱਥੋਂ ਤਾਂ ਸ਼ੁਰੂ ਹੋਇਆ ਸਾਰਾ ਕੁਝ। ਉਦੋਂ ਤਾਂ ਭਿੰਡਰਾਂ ਵਾਲੇ ਨੂੰ ਜੋ ਖੜਾ ਕੀਤਾ ਇਹਨਾਂ ਨੇ, ਉਦੋਂ ਸ਼ੁਰੂ ਹੋਇਆ। ਇਹ 1.5 ਸਾਲ ਚੱਲਿਆ ਆਪਰੇਸ਼ਨ 1, ਜਿਹਨੂੰ ਕਿ ਮੈਂ ਆਪਰੇਸ਼ਨ 1 ਕਹਿਣਾ। ਕੀ ਸਰਕਾਰਾਂ ਤੋੜਨ ਦੇ ਲਈ ਐ ਕਿਸੇ ਥਾਂ ਨੂੰ ਅੱਗ ਝੁਕਦੀਆਂ ਨੇ ਸਰਕਾਰਾਂ? ਫਿਰ ਇਕੱਲੇ ਪੰਜਾਬ ਦਾ ਮਸਲਾ ਹੀ ਕਿਉਂ, ਫਿਰ ਤਾਂ ਦੇਸ਼ 'ਚ ਪੂਰੇ 'ਚ ਐਂ ਹੁੰਦਾ ਹੋਊਗਾ। ਫਿਰ ਤਾਂ ਕਸ਼ਮੀਰ ਦੇ ਅੰਦਰ ਬਹੁਤ ਸਾਰੇ ਉਹਨਾਂ ਦਾ ਹੁਰੀਅਤ ਵਾਲੇ ਕਹਿੰਦੇ ਰਹੇ ਕਿ ਸਾਡੇ ਨਾਲ ਸਰਿਆਮ ਧੱਕਾ ਹੋਇਆ 89 ਇਲੈਕਸ਼ਨ। ਤਾਂ ਜੋ ਕਰਦੇ ਰਹਿਣ। ਮੈਂ ਤਾਂ ਤੁਹਾਨੂੰ ਪੰਜਾਬ ਦੇ ਬਾਰੇ ਦੱਸ ਸਕਦਾ ਭਾਈ, ਮੇਰੀ ਨੌਲੇਜ 'ਚ ਇਹ ਚੀਜ਼ਾਂ ਨੇ, ਔਰ ਤੁਸੀਂ ਜਿਵੇਂ ਮਰਜ਼ੀ ਉਹਨੂੰ ਇੰਟਰਪ੍ਰੈਟ ਕਰੀ ਜਾਓ। ਮੈਂ ਕਿਤਾਬ ਵੀ ਲਿਖ ਦਿੱਤੀ, ਮੈਂ ਤਾਂ ਲਿਖ ਹੀ ਦਿੱਤਾ ਸਾਰਾ ਕੁਝ। ਅੱਛਾ, ਤੁਸੀਂ ਗੱਲ ਕਰ ਰਹੇ ਸੀ। ਹਾਂ, ਇਹ ਪਹਿਲਾ ਜਿਹੜਾ ਆਪਰੇਸ਼ਨ ਸੀ ਨਾ, ਇਹ 2 ਆਪਰੇਸ਼ਨ ਦੀ ਮੈਂ ਸਾਰੀ ਗੱਲ ਕਰਦਾ। ਹੁਣ ਜਦੋਂ ਸੰਜੇ ਨੇ ਆਪਣੀ ਮਾਂ ਨੂੰ ਕਿਹਾ ਕਿ ਅਗਲੀ ਇਲੈਕਸ਼ਨ ਆਪਾਂ ਹੁਣ ਇਸ ਇਸ਼ੂ 'ਤੇ ਜਿੱਤ ਸਕਦੇ ਹਾਂ, ਇਹ ਆਪਰੇਸ਼ਨ 2 ਦੀ ਬਿਗਨਿੰਗ ਸੀ। ਤਾਂ ਆਪਰੇਸ਼ਨ 1 ਮੈਨੇ ਕਿਹਾ ਕਿ ਕੋਈ ਸਕਸੈਸਫੁਲ ਨਹੀਂ ਹੋਇਆ, ਮਗਰ ਹੁਣ ਭਿੰਡਰਾਂ ਵਾਲੇ ਨੂੰ ਥੋੜ੍ਹਾ ਚੰਗਾ ਲੱਗਣ ਲੱਗਿਆ ਕਿ ਚੌਕ ਮਹਿਤਾ ਦੇ ਬਾਰੇ ਜਦੋਂ ਲੋਕ ਬਹੁਤਾ ਨਹੀਂ ਸੀ ਜਾਣਦੇ, ਹੁਣ ਬਹੁਤ ਲੋਕ ਜਾਣਨ ਲੱਗ ਗਏ। ਔਰ ਉਹ ਜਿਹੜਾ ਕਿ SGPC ਦੇ ਬੜੇ ਬੜੇ ਲੀਡਰ ਹਰਚੰਦ ਸਿੰਘ ਲੌਂਗੋਵਾਲ, ਟੌੜਾ ਵਗੈਰਾ, ਔਰ ਜਿਹੜੇ ਬਾਦਲ, ਤਲਵੰਡੀ, ਇਹ ਵੱਡੇ ਨਾਂ ਸੀਗੇ, ਉਹਨਾਂ ਦੇ ਸਾਹਮਣੇ ਖੜੇ ਹੋਣ ਲੱਗ ਗਿਆ ਇਹ, ਅਤੇ ਅੱਛਾ ਲੱਗਣ ਲੱਗਿਆ ਇਹਨਾਂ ਨੂੰ। ਵੈਸੇ ਦੇਖਿਆ ਜਾਵੇ, ਜਦੋਂ ਤੱਕ ਜ਼ੈਲ ਸਿੰਘ ਦੇ ਹੱਥ 'ਚ ਨਹੀਂ ਆਏ, ਪਿੰਡਰਾਂ ਵਾਲੇ ਨੂੰ ਸੰਤ ਕਿਹਾ ਜਾ ਸਕਦਾ, ਕਿਉਂਕਿ ਬੜੀ ਨੌਲੇਜੇਬਲ ਸੀ ਆਪਣੇ ਏਰੀਆ ਦੇ। ਉਹਨਾਂ ਦੀ ਆਪਣੀ ਵਿਆਖਿਆ ਕਿਵੇਂ ਸੋਚਦੇ ਨੇ ਬਾਕੀ ਸਿੱਖਾਂ ਸਕ੍ਰਿਪਚਰਸ ਦੇ ਬਾਰੇ। ਮਗਰ ਜਦੋਂ ਉਹ ਇਹਨਾਂ ਦੇ ਹੱਥ ਆ ਗਏ, ਇਹਨਾਂ ਨੇ ਫਿਰ ਬਚ ਨਹੀਂ ਸਕਦਾ ਪੋਲੀਟਿਕਸ ਦੇ, ਜੇ ਕਿਤੇ ਹੱਥ 'ਚ ਆ ਜਾਏ ਜਾਂ ਉਹਦੇ 'ਚ ਉਹਨੂੰ ਮਿਸਗਾਈਡ ਯੂਜ਼ ਹੀ ਕਰਦੇ ਨੇ, ਮਿਸਯੂਜ਼ ਹੀ ਕਰਦੇ ਨੇ। ਅਤੇ ਇਹ ਆਪਰੇਸ਼ਨ 1 'ਚ ਇਹ ਲੱਗਿਆ ਇਹਨੂੰ ਸੰਜੇ ਵਗੈਰਾ ਨੂੰ ਕਿ ਭਿੰਡਰਾਂ ਵਾਲੇ ਨੂੰ ਹੁਣ ਇਸ ਚੀਜ਼ ਦਾ ਠੀਕ ਲੱਗਣ ਲੱਗਿਆ, ਔਰ ਉਸ ਨੂੰ ਇੱਥੇ ਹੁਣ ਵੱਡੇ ਲੈਵਲ 'ਤੇ, ਵੱਡੇ ਪੱਧਰ 'ਤੇ ਸ਼ੁਰੂ ਕਰ ਦਿਓ ਆਪਰੇਸ਼ਨ 2। ਹੁਣ ਆਪਰੇਸ਼ਨ ਜਿਹੜਾ 1 ਸੀ, ਇਹਦੇ 'ਚ ਮੈਂ ਦੱਸਿਆ ਕਿ ਇਹ ਚੱਲਦਾ ਹੁੰਦਾ ਸੀ 1 ਅਕਬਰ ਰੋਡ ਤੋਂ। 1 ਸਫਦਰਜੰਗ ਰੋਡ ਰੈਜ਼ੀਡੈਂਸ ਸੀ ਉਸ ਵੇਲੇ ਪ੍ਰਾਈਮ ਮਿਨਿਸਟਰ ਦੀ, 1 ਅਕਬਰ ਰੋਡ ਜਿਹੜਾ ਸੀ ਦਫ਼ਤਰ ਸੀ, ਵਿੱਚੋਂ ਵਿਕਟ ਸੀ। ਅੱਜ ਕੱਲ੍ਹ ਜਿਹੜਾ ਕਿ ਉੱਥੇ ਉਹ ਮਿਸਿਸ ਗਾਂਧੀ ਦੇ ਮੈਮੋਰੀਅਲ ਬਣਾਇਆ ਨਾ, ਉਹ 1 ਅਕਬਰ ਰੋਡ ਹੈ, ਜਿੱਥੇ ਆ ਕੇ ਲੋਕ ਦੇਖਦੇ ਨੇ, ਮੱਥਾ ਟੇਕਦੇ ਨੇ। ਅਤੇ ਉਹ 1 ਅਕਬਰ ਰੋਡ 'ਚ ਪਹਿਲੇ ਬੰਦੇ ਸੀ ਜਿਹੜੇ ਮਿਸਿਸ ਗਾਂਧੀ, ਸੰਜੇ ਗਾਂਧੀ, ਜ਼ੈਲ ਸਿੰਘ ਔਰ ਕਮਲਨਾਥ, ਪਹਿਲੇ ਦੇ ਬੰਦੇ ਇਹ ਸੀ। ਕਿਉਂਕਿ ਕੋਈ ਵੀ ਆਪਰੇਸ਼ਨ ਚਲਾਓ, ਉਹਦਾ ਪਰਪਸ ਹੁੰਦਾ, ਉਹਦਾ ਕਿਵੇਂ ਮੈਥਡ ਕੀ ਹੁੰਦਾ, ਔਰ ਕੌਣ ਬੰਦੇ ਰਨ ਕਰਦੇ ਨੇ, ਇਹ ਜ਼ਰੂਰੀ ਹੈ। ਆਪਰੇਸ਼ਨ ਬਗੈਰ ਮਤਲਬ ਤੋਂ ਥੋੜ੍ਹਾ ਚਲਾਓਗੇ ਕੋਈ, ਕੁਛ ਵੀ ਕੰਮ ਕਰੋ, ਜੇ ਪੈਰ ਵੀ ਪੱਟਣਾ ਤਾਂ ਮਤਲਬ ਤਾਂ ਹੈ ਕਿ ਇੰਨਾ ਡਿਸਟੈਂਸ ਕਵਰ ਕਰਨਾ। ਅਤੇ ਇਹ 4 ਬੰਦਿਆਂ ਨੇ ਚਲਾਇਆ, ਪਰਪਸ ਸੀ ਗਵਰਨਮੈਂਟ ਤੋੜਨ ਦਾ, ਤੋੜ ਨਹੀਂ ਸਕੇ, ਔਰ ਜਿਹੜੇ ਬੰਦੇ ਸੀ ਉੱਥੇ। ਅਤੇ ਹੁਣ ਦੂਸਰੇ ਜਦੋਂ ਸੰਜੇ ਦੀ ਡੈਥ ਹੋ ਜਾਂਦੀ ਹੈ ਜੂਨ 1980 ਦੇ ਵਿੱਚ, ਉਹਦੀ ਜਗ੍ਹਾ ਕੁਝ ਥੋੜ੍ਹਾ ਜਿਹਾ ਲੇਟ ਹੋ ਗਿਆ ਇਹ ਆਪਰੇਸ਼ਨ, ਉਹਦੀ ਜਗ੍ਹਾ ਰਾਜੀਵ ਗਾਂਧੀ ਆ ਗਿਆ,
ਔਰ ਅਰੁਣ ਨਹਿਰੂ ਉਹਦੇ ਮਾਮੇ ਦਾ ਮੁੰਡਾ ਰਾਜੀਵ ਦਾ, ML ਫਤਿਹਦਾਰ ਕਸ਼ਮੀਰੀ ਬੜਾ ਬਹੁਤ ਚਲਾਕ ਆਦਮੀ ਸੀ। ਔਰ ਉਸ ਤੋਂ ਬਾਅਦ ਕਮਲਨਾਥ ਨਾਲ ਰਿਹਾ ਹੀ ਰਿਹਾ, ਜ਼ੈਲ ਸਿੰਘ ਵੀ ਥੋੜ੍ਹੀ ਦੇਰ ਰਿਹਾ, ਬਾਅਦ 'ਚ ਅਰੁਣ ਸਿੰਘ ਕਪੂਰਥਲਾ ਫੈਮਿਲੀ ਦੇ ਵੀ ਜੁਆਇਨ ਕਰ ਲਿਆ। ਅਤੇ ਜ਼ੈਲ ਸਿੰਘ ਜਿਹੜੇ ਸੀਗੇ, ਉਹ ਜ਼ੈਲ ਸਿੰਘ ਨੂੰ ਜਦੋਂ ਇਹ ਪ੍ਰੈਜ਼ੀਡੈਂਟ ਬਣਾ ਦਿੱਤਾ, ਉਸ ਤੋਂ ਬਾਅਦ ਉਹਨੂੰ ਅਲੱਗ ਕਰ ਦਿੱਤਾ, ਉਹਨੂੰ ਉਸ ਤੋਂ ਪਹਿਲਾਂ ਹਟਾਉਣ ਲੱਗ ਗਏ ਸੀਗੇ। ਅਤੇ ਇਹ ਆਪਰੇਸ਼ਨ 2 ਸੀਗਾ। ਹੁਣ ਆਪਰੇਸ਼ਨ 2 ਦਾ ਮੈਥਡ ਉਹੀ ਸੀਗਾ, ਖਾਲਿਸਤਾਨ ਪਿੰਡਰਾਂ ਵਾਲਾ ਚਲਾਉਣ ਵਾਲੇ ਇਹ ਸੀਗੇ, ਪਰਪਸ ਸੀ ਇਲੈਕਸ਼ਨ ਜਿੱਤਣੀ। ਇਹ ਕਿਵੇਂ ਕਰਨਾ ਇਹ ਮੈਂ ਅੱਗੇ ਲਿਖਿਆ ਕਿਤਾਬ ਦੇ ਵਿੱਚ, ਅੱਗੇ ਕਿਵੇਂ ਚਲਾਇਆ ਆਪਰੇਸ਼ਨ ਇਹ। ਤੁਸੀਂ ਗਿਆਨੀ ਜੈਲ ਸਿੰਘ ਦਾ ਬੜਾ ਜ਼ਿਕਰ ਕਰਦੇ ਹੋ। ਤੁਸੀਂ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਦੇ ਭੋਗ ਤੇ ਸੰਤਾਂ ਨੇ ਬੜੀ ਤਿੱਖੀ ਟਿੱਪਣੀ ਕੀਤੀ ਉਹਦੇ ਬਾਰੇ, ਉਹ ਵੀ ਦੱਸੋ ਮਾੜਾ ਜਿਹਾ, ਉਹ ਕੀ ਕਿਹਾ ਸੀਗਾ? ਕਿਉਂਕਿ ਮੈਂ ਅੱਗੇ ਉਹਨਾਂ ਦੇ ਬੇਟੇ ਨੇ ਮੈਨੂੰ ਕੀ ਕਿਹਾ, ਮੈਂ ਚੰਗਾ ਨਹੀਂ, ਉਹ ਤਾਂ ਠੀਕ ਹੈ, ਚੰਗਾ ਕੀਤਾ ਤੁਸੀਂ ਇਹ ਕੀਤਾ। ਜਿਹੜਾ ਜਦ ਸੰਤੋਖ ਸਿੰਘ ਜਥੇਦਾਰ ਸੰਤੋਖ ਸਿੰਘ ਸੀਗੇ, ਡੇਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੀ, ਪ੍ਰਧਾਨ ਸੀ, ਔਰ ਬੜੇ ਮਿਸਿਸ ਗਾਂਧੀ ਦੇ ਨਜ਼ਦੀਕ ਸੀਗੇ, ਪ੍ਰੋ ਕਾਂਗਰਸ, ਉਹ ਤਾਂ ਪਤਾ ਹੀ, ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਬਿਲਕੁਲ। ਇਹ ਵੀ ਤੁਸੀਂ ਦੇਖੋਗੇ ਕਿ ਜਿੱਦਣ ਪਿੰਡਰਾਂ ਵਾਲੇ ਨੂੰ ਚੌਕ ਮਹਿਤਾ ਤੋਂ ਅਰੈਸਟ ਕੀਤਾ ਹੈ, ਉਹ ਉੱਥੇ ਸੀਗੇ ਉਸ ਦਿਨ, ਔਰ ਉਹਨਾਂ ਨੇ ਬੜੀ ਸਖਤ ਸਪੀਚ ਦਿੱਤੀ ਜਥੇਦਾਰ ਸੰਤੋਖ ਸਿੰਘ ਨੇ, ਔਰ ਭੜਕਾਊ ਸਪੀਚ ਦਿੱਤੀ, ਜਿਹਦੇ ਕਰਕੇ ਪੁਲਿਸ ਦੀ ਫਾਇਰਿੰਗ ਕਰਨੀ ਪਈ ਬਾਅਦ ਦੇ ਵਿੱਚ। ਉਹਦੇ 'ਚ 3-4 ਆਦਮੀ ਮਰ ਵੀ ਜਾਂਦੇ ਨੇ। ਔਰ ਉਹ ਇੱਥੇ ਜਦੋਂ ਆਉਂਦੇ ਨੇ, ਮੈਂ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੇਰੀਆਂ ਪ੍ਰਾਇਮਰੀ ਸੋਰਸਿਸ ਨਹੀਂ ਹਨ, ਮੈਂ ਲੋਕਾਂ ਤੋਂ ਇਹ ਜਿਹੜੀਆਂ ਕਿਤਾਬਾਂ 'ਚੋਂ ਲਿਆ ਨਾ, ਜਿਵੇਂ 3 ਕਿਤਾਬਾਂ 4-5 ਕਿਤਾਬਾਂ ਲਿਖੀਆਂ ਨੇ। ਮੈਂ ਤਾਂ ਕੋਈ ਆਪਰੇਸ਼ਨ ਨਾ, ਮੈਨੂੰ ਤਾਂ ਪਤਾ ਨਹੀਂ ਸੀ ਗਰਾਊਂਡ 'ਤੇ ਕੀ ਹੋ ਰਿਹਾ, ਪਰ ਤੁਸੀਂ ਉਹਨੂੰ ਆਪਦੇ ਐਕਸਪੀਰੀਅੰਸ ਨਾਲ ਰਿਲੇਟ ਕੀਤਾ। ਮੈਂ ਆਪਣੇ ਐਕਸਪੀਰੀਅੰਸ ਨਾਲ, ਕਿ ਮੈਨੂੰ ਇਹ ਦੱਸੋ, ਮੈਨੂੰ ਦੱਸਿਆ ਨਾ ਕਿ ਜਦੋਂ ਇਹ ਆਪਾਂ ਅੱਗੇ ਮੈਂ ਚੱਲੇ ਸੀ, ਪਹਿਲਾਂ ਉੱਥੇ ਚਲੀਏ ਕਿ ਦਸੰਬਰ 'ਚ ਮੈਨੂੰ ਫਿਰ ਬੁਲਾਇਆ। ਪਹਿਲਾਂ ਤੁਸੀਂ ਇਹ ਗੱਲ ਪੂਰੀ ਕਰ ਦਿਓ ਜਿਹੜੀ ਉੱਥੇ ਭੋਗ ਤੇ ਕੀ ਹੋਇਆ। ਭੋਗ ਤੇ ਮੈਂ ਇਹੀ ਕਹਿੰਦਾ, ਮਾਰਕਟਲੀ ਵਗੈਰਾ ਸਾਰੇ ਲਿਖਦੇ ਨੇ ਕਿ ਸਭ ਉੱਥੇ ਉਹਨਾਂ ਨੇ ਸਪੀਚ ਦਿੱਤੀ, ਜਿਹੜਾ ਕਿ ਲਿਖਿਆ ਹੈ ਕਿ ਜ਼ੈਲ ਸਿੰਘ ਦੇ ਉੱਤੇ ਉਹਨਾਂ ਨੇ ਕੁਛ ਸਟਾਇਰ ਕੀਤੀ ਕਿ ਕੁਛ ਲੋਕ ਆਪਣਾ ਦਾੜੀ ਕਾਲੀ ਕਰਕੇ ਬੈਠੇ ਨੇ। ਪੰਜਾਬ 'ਚ ਤਾਂ ਇਹ ਹੈ ਕਿ ਜਿਹੜਾ ਕੋਈ ਬੁਰੇ ਕੰਮ ਕਰੇ ਉਹਦਾ ਮੂੰਹ ਕਾਲਾ ਕਰਕੇ ਗਧੇ 'ਤੇ ਬਿਠਾ ਕੇ ਜਲੂਸ ਕਰਦੇ ਨੇ, ਇਹੋ ਜਿਹਾ ਕੁਛ ਲਿਖਿਆ। ਮੈਂ ਇਹੀ ਸਾਰਿਆਂ ਨੇ ਲਿਖਿਆ ਕਿਉਂਕਿ ਕਿਸੇ ਨੇ ਉਹ ਐਕਸੈਪਟੇਬਲ ਸੀ, ਮੈਂ ਲਿਖਿਆ ਉਹ, ਕਿ ਮੈਂ ਥੋੜ੍ਹਾ ਬੈਠਾ ਸੀ ਉੱਥੇ। ਅਤੇ ਉਹ ਲੜਕੇ ਨੇ ਜੋ ਕਿਹਾ ਉਹ ਤਾਂ ਦੂਸਰੀ ਗੱਲ ਹੈ। ਮੈਂ ਤਾਂ ਜਿਹੜਾ ਮਨਜੀਤ ਸਿੰਘ ਜੀ ਕੇ ਕਹਿੰਦੇ ਨੇ ਕਿ ਮੇਰੇ ਕਿਸੇ ਵੀ ਸਿੱਖ ਧਰਮ ਨਾਲ ਅਸੀਂ ਸੰਬੰਧਿਤ ਹਾਂ, ਸੰਤ ਸਿੱਖਾਂ ਦੇ ਉਸ ਟਾਈਮ ਦੇ ਧਾਰਮਿਕ ਪ੍ਰਚਾਰਕ ਨੇ, ਲੀਡਰ ਨੇ, ਅਤੇ ਅਸੀਂ ਉਹਨਾਂ ਦੇ ਪ੍ਰਸ਼ੰਸਕ ਹੋਣਾ ਜਾਂ ਉਹਨਾਂ ਦੇ ਸਪੋਰਟਰ ਹੋਣਾ ਜਾਂ ਉਹ ਸਾਰੀ ਗੱਲ 'ਚ ਕੋਈ ਬੁਰੀ, ਮੈਂ ਉਹੀ ਤੁਹਾਨੂੰ ਕਹਿ ਰਿਹਾ ਬੁਰੀ। ਵੀ ਜਥੇਦਾਰ ਸੰਤੋਖ ਸਿੰਘ ਅਗਰ ਕੋਈ ਗੱਲਾਂ ਠੀਕ ਹੋ ਸਕਦੀਆਂ ਨੇ, ਅਗਰ ਉਹ ਇਹ ਕਹਿੰਦੇ ਵੀ ਨੇ ਕਿ ਹਾਂ ਸੰਤਾਂ ਨੂੰ ਰਿਹਾ ਕਰ ਦਿਓ, ਮਾਹੌਲ ਖਰਾਬ ਹੋ ਜੂ, ਹਿੱਤ 'ਚ ਹੀ ਕਹਿੰਦੇ ਹੋਣਗੇ ਦੇਸ਼ ਦੇ। ਪਰ ਉੱਥੇ ਜਾ ਕੇ ਉੱਥੇ ਲੈਕਚਰ ਨਹੀਂ ਸੀ ਕਰਨਾ ਚਾਹੀਦਾ। ਉਹ ਲੈਕਚਰ ਮਤਲਬ ਪ੍ਰੋਕਸੀਮਿਟੀ ਦੱਸਦੇ ਨੇ ਪਿੰਡਰਾਂ ਵਾਲੇ ਦੀ, ਪਿੰਡਰਾਂ ਵਾਲੇ ਨਾਲ ਕਨਿਸ਼ਟ ਤਾਲੁਕ ਪਰਸਨਲ ਵੀ ਹੋ ਸਕਦੇ ਨੇ। ਮਿਸਿਸ ਗਾਂਧੀ ਨੇ ਵੀ, ਇਹਨਾਂ ਨੇ ਵੀ ਭੇਜਿਆ ਸੀ, ਤੁਸੀਂ ਜਾਓ ਸੁਣੋ ਜੀ, ਕਿਉਂਕਿ ਉਹ ਤਾਂ ਕਾਂਗਰਸ ਦੇ ਬੜੇ ਨਜ਼ਦੀਕ ਸੀਗੇ। ਕਿਉਂਕਿ ਜਥੇਦਾਰ ਸੰਤੋਖ ਸਿੰਘ ਨੇ ਮਿਸਿਸ ਗਾਂਧੀ ਨੂੰ 77 ਜਦੋਂ ਹਰਾਈ, ਬੜਾ ਹੱਲਾਸ਼ੇਰੀ ਦਿੱਤੀ ਸੀਗੀ ਕਿ ਤੂੰ ਇਸ ਤਰ੍ਹਾਂ ਕਿਉਂ ਬੈਠੀ ਹੈ। ਮੇਨ ਸਪੋਰਟ ਉਸ ਵੇਲੇ ਮੋਰਲ ਸਪੋਰਟ ਜ਼ਿਆਦਾਤਰ ਸਿੱਖਾਂ ਵੱਲੋਂ ਜਥੇਦਾਰ ਸੰਤੋਖ ਸਿੰਘ ਨੇ ਦਿੱਤੀ ਸੀ ਉਹਨਾਂ ਨੂੰ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਇਤਰਾਜ਼ ਕੀਤਾ ਇਸ ਗੱਲ 'ਤੇ ਕਿ ਜਥੇਦਾਰ ਸੰਤੋਖ ਸਿੰਘ ਨੇ ਇੰਨਾ ਤਿੱਖਾ ਭਾਸ਼ਣ ਦਿੱਤਾ, ਤੁਸੀਂ ਵੀ ਲਿਖਿਆ। ਮੈਂ ਜੋ ਕਿਤਾਬਾਂ 'ਚ ਪੜ੍ਹਿਆ, ਜੋ ਮੈਨੂੰ ਲੱਗਿਆ ਕਿ ਵੀ ਮੇਰੇ ਜਿਵੇਂ ਇਹਦੇ ਮੁਤਾਬਕ ਫਿੱਟ ਬੈਠ ਰਿਹਾ, ਉਹਦੇ 'ਚ ਹੈ। ਹੁਣ ਆਪਾਂ ਉੱਥੇ ਆ ਜਾਓ, ਜਦੋਂ ਮੈਨੂੰ ਅਸਲ 'ਚ ਪਤਾ ਕਿਵੇਂ ਲੱਗਿਆ ਕਿ ਵੀ ਮੈਂ ਕੀ ਕਰ ਰਿਹਾ, ਕਿਵੇਂ ਰਿਲੇਟ ਹੋਇਆ। ਹਲੇ ਤੱਕ ਤਾਂ ਮੈਂ ਸੋਚਦਾ ਕਿ ਮਿਸਿਸ ਗਾਂਧੀ ਬਦਲਾ ਲੈਣਾ ਚਾਹੁੰਦੀਆਂ ਨੇ, ਮੈਨੂੰ ਐਮਰਜੈਂਸੀ ਦਾ ਬਦਲਾ ਲੈਣਾ ਚਾਹੁੰਦੀ ਹੈ, ਠੀਕ ਕਰਨਾ ਚਾਹੁੰਦੀ ਹੈ। ਇਹ ਗੱਲ ਪੰਜਾਬ ਚੱਲਦੀ ਆਮ ਹੀ ਚੱਲਦੀ ਹੈ, ਆਮ ਚੱਲਦੀ ਹੈ, ਮਤਲਬ ਬਦਲਾ, ਉਹ ਤਾਂ ਪੱਕੀ ਗੱਲ ਸੀਗੀ। ਕੱਲ੍ਹ ਵੀ ਕਹਿੰਦੇ ਰਹੇ ਰੋਜ਼ ਉੱਥੇ ਜਥਾ ਨਿਕਲਦਾ ਹੁੰਦਾ ਸੀਗਾ, ਔਰ ਅਰੈਸਟ ਕਰਕੇ ਅਰੈਸਟ ਹੋ ਜਾਂਦੀ ਸੀ। ਸਿੱਖਾਂ ਨੇ ਭਰਤੀਆਂ ਜੇਲਾਂ ਇੰਨੇ ਜ਼ਿਆਦਾ ਕਿ ਜੇਲਾਂ ਜਗ੍ਹਾ ਨਹੀਂ ਰਹੀ। ਅਤੇ ਦੂਸਰੀ ਚੀਜ਼, ਹੁਣ ਮੈਨੂੰ ਦਸੰਬਰ 1981 ਦੇ ਵਿੱਚ ਸੰਤੋਖ ਸਾਹਿਬ ਨੇ ਫਿਰ ਬੁਲਾਇਆ। ਮੇਰਾ ਕੰਮ ਨਹੀਂ ਸੀ, ਮੈਂ ਕੋਈ ਸਿੱਖ ਸੁੱਖ ਨਹੀਂ ਦੇਖਦਾ ਸੀਗਾ, ਮੈਂ ਤਾਂ ਬਾਹਰਲੇ ਸਟੇਸ਼ਨ ਦਾ ਇੰਚਾਰਜ ਔਰ ਲੈਦਾ। ਮੈਨੂੰ ਤਾਂ ਬੁਲਾ ਲੈਂਦੇ ਸੀ, ਭਾਈ ਤੂੰ ਜਾਣਦਾ, ਤੂੰ ਆ ਜਾ। ਉਹਨਾਂ ਨੇ ਕਿਹਾ ਦੇਖ ਤੂੰ ਜਦੋਂ ਦਾ ਆਇਆ, ਸੁਣਿਆ ਕਿ ਹਾਲਾਤ ਬਦਲ ਗਏ ਨੇ ਕੈਨੇਡਾ USA ਦੇ ਵਿੱਚ, ਬਹੁਤ ਬਦਲ ਗਏ ਨੇ, ਤੂੰ ਜਾ ਕੇ ਉੱਥੇ ਜਾ ਕੇ ਦੇਖ, ਸਾਨੂੰ ਰਿਪੋਰਟ ਦੇ ਕੀ ਕੁਛ ਹੈ। ਮੈਂ ਗਿਆ 10-15 ਦਿਨ। ਸਰ ਉਸ ਵੇਲੇ ਗੁਰਦਿਆਲ ਸਿੰਘ ਢਿੱਲੋਂ ਹਾਈ ਕਮਿਸ਼ਨਰ ਸੀ ਕੈਨੇਡਾ ਦੇ ਵਿੱਚ, ਉਹਨਾਂ ਨੂੰ ਵੀ ਮਿਲਿਆ, ਆਪਣੇ ਦੋਸਤਾਂ ਨੂੰ ਮਿਲਿਆ। ਕੋਈ ਮੇਰੀ ਸੋਰਸ ਨਹੀਂ ਸੀ ਕੋਈ ਵੀ, ਮੇਰੇ ਦੋਸਤੀਆਂ ਰਿਸ਼ਤੇਦਾਰੀਆਂ ਦੇ ਉੱਤੇ ਇਨਫੋਰਮੇਸ਼ਨ ਮਿਲ ਜਾਂਦੀ ਸੀ ਮੈਨੂੰ। ਅਤੇ ਕਿਉਂਕਿ ਮੇਰਾ ਕੰਮ ਹੀ ਨਹੀਂ ਸੀ, ਨਹੀਂ ਤਾਂ ਕਿੰਨੀਆਂ ਸੋਰਸ ਬਣਾ ਲਓ ਅੱਜ ਕੱਲ੍ਹ ਦੇ ਵਾਂਗੂ, ਹੈ ਨਾ।
ਮੈਂ ਸੋਰਸ ਬਣਾਉਣ ਮੈਂ ਇਹੋ ਜਿਹੇ ਕੰਮ ਵਾਸਤੇ ਮੈਂ ਪਹਿਲਾਂ ਹੀ ਜਵਾਬ ਦੇ ਦੇਣਾ ਸੀ, ਮੈਂ ਨਹੀਂ ਕਰਨਾ ਜੀ। ਤੁਸੀਂ ਹੋਰ ਤੋਂ ਜਿਵੇਂ ਬਾਅਦ 'ਚ ਕਿਹਾ ਮੈਂ ਕੋਈ ਜਿਹੜੀ ਚੀਜ਼ ਮੁਲਕ ਦੇ ਇੰਟੈਗ੍ਰਿਟੀ ਦੇ ਖਿਲਾਫ ਜਾਏ, ਮੇਰੀ ਜ਼ਮੀਰ ਦੇ ਖਿਲਾਫ ਜਾਏ, ਮੈਂ ਨਹੀਂ ਕਰਤਾ। ਨੌਕਰੀ ਜਾਵੇ ਖੂਹ 'ਚ ਆਪਣੀ, ਅਤੇ ਉਹ ਮੈਂ ਜਾ ਕੇ ਗਿਆ, ਵੈਨਕੂਵਰ ਰਿਹਾ, ਉੱਥੇ ਫਿਰ ਬਾਅਦ 'ਚ ਲਾਸ ਐਂਜਲਿਸ ਗਿਆ, ਮਿਲਿਆ ਲੋਕਾਂ ਨੂੰ। ਉਹਨਾਂ ਨੇ ਕਿਹਾ ਦੇਖ ਤੇਰੇ ਜਾਣ ਤੋਂ ਬਾਅਦ ਬਹੁਤ ਕੁਝ ਹਾਲਾਤ ਵਿਗੜ ਗਏ ਨੇ। ਅੱਗੇ ਸਿੱਖ ਹਿੰਦੂ ਇਕੱਠੇ ਗੁਰਦੁਆਰੇ 'ਚ ਆਉਂਦੇ ਹੁੰਦੇ ਸੀ, ਉਹ ਜੋੜ ਮੇਲਾ ਕਹਿੰਦੇ ਹੁੰਦੇ ਸੀਗੇ, ਸੋਸ਼ਲ ਗੈਟ ਟੂਗੈਦਰ, ਖਾਣਾ ਪੀਣਾ, ਲੰਗਰ ਖਾ ਲਿਆ, ਗੱਲਾਂ ਪੰਜਾਬੀ ਹਿੰਦੂ ਸਿੱਖ ਸਾਰੇ। ਪਰ ਉਸ ਤੋਂ ਬਾਅਦ ਹੁਣ ਹੌਲੀ ਹੌਲੀ ਪੰਜਾਬ 'ਚ ਜਿਹੜੀ ਪਿੰਡ ਉੱਥੇ ਪੰਜਾਬ ਨੇ ਕਾਂਗਰਸ ਪਿੰਡਰਾਂ ਵਾਲੇ ਵਗੈਰਾ ਨੇ ਇਹੋ ਜਿਹੇ ਹਾਲਾਤ ਖਰਾਬ ਕਰਤੇ, ਉਹਦਾ ਅਸਰ ਐਸੇ ਹੋ ਰਿਹਾ ਇੱਥੇ ਵੀ। ਅਸਲੀ ਤਾਂ ਪ੍ਰੋਗਰਾਮ ਆਪਰੇਸ਼ਨ ਦਾ ਇਹੀ ਸੀ, ਸਿੱਖਾਂ ਹਿੰਦੂਆਂ 'ਚ ਪੜੋ, ਹਿੰਦੂਆਂ 'ਚ ਡਰ ਪੈਦਾ ਕਰੋ। ਅਤੇ ਮੈਂ ਕਿਹਾ ਵੀ ਕਰਨਾ ਕੀ ਚਾਹੀਦਾ। ਉਹਨਾਂ ਨੇ ਸਾਰਿਆਂ ਨੇ ਲਿਖਿਆ ਕਿ ਭਾਈ ਜਿਹੜਾ ਹਿੰਦੀ ਪੰਜਾਬੀ ਪ੍ਰੈਸ ਲੋਕਲ ਹੈ ਉਹ ਬਹੁਤ ਜ਼ਹਿਰ ਫੈਲਾ ਰਿਹਾ, ਉਹਨਾਂ ਨੂੰ ਕਹੋ ਕਿ ਇਹੋ ਜਿਹੀ ਚੀਜ਼ਾਂ ਨਾ ਲਿਖੇ। ਦੂਸਰੀ ਚੀਜ਼ ਕਿਹਾ ਕਿ ਇੱਥੇ ਦੀਆਂ ਅੰਬੈਸੀਆਂ ਜਿਹੜੀਆਂ ਹਾਈ ਕਮਿਸ਼ਨਸ ਨੇ ਉਹਨਾਂ ਦੇ ਅਫਸਰ ਕੁਛ ਸਾਡੇ ਨਾਲ ਗੱਲਬਾਤ ਕਰਨ ਤਾਂ ਕਿ ਅਸੀਂ ਦੱਸੀਏ ਵੀ ਕਿ ਉਹ ਤਾਂ ਗੱਲ ਹੀ ਨਹੀਂ ਕਰਦੇ ਸਾਡੇ ਨਾਲ। ਤੀਸਰੀ ਚੀਜ਼ ਪੰਜਾਬ ਦੇ ਲੀਡਰ ਆਉਣ, ਅਕਾਲੀ ਦਲ ਦੇ ਲੀਡਰ ਸਾਰੇ ਆਉਣ ਕਿ ਦੱਸਣ ਵੀ ਕਿਉਂ ਹੋ ਰਿਹਾ ਹੈ ਨਾ। ਇਸ ਤਰ੍ਹਾਂ ਦਾ ਮੈਂ ਆ ਕੇ 7-8 ਪੇਜ ਦਾ ਸੰਟੂਕ ਸਾਹਿਬ ਨੂੰ ਆ ਕੇ ਮੈਂ ਦੱਸਿਆ। ਜਨਵਰੀ ਦੇ ਵਿੱਚ ਮੈਂ 15 ਕੁ ਨੂੰ ਗਿਆ ਸੀ, 1-2 ਜਨਵਰੀ 'ਚ ਉੱਥੇ ਆ ਗਿਆ। 26 ਦਸੰਬਰ 27 ਨੂੰ ਆਇਆ ਸ਼ਾਇਦ ਮੈਨੂੰ ਯਾਦ ਹੈ ਸੱਚਾਂ। ਟੋਕੀਓ ਤੋਂ ਨਹੀਂ, ਮੈਂ ਲਾਸ ਐਂਜਲਿਸ ਤੋਂ ਫਲਾਈਟ ਫੜੀ ਸੀਗੀ, ਕ੍ਰਿਸਮਸ ਈਵ ਸੀਗੀ। ਬਹੁਤ ਵੱਡਾ ਨਾਰਥ ਵੈਸਟ ਦਾ ਇੱਕ ਏਅਰਲਾਈਨ ਹੈ, ਬੋਇੰਗ 747 'ਚ ਸੈਂਟਰਲ ਆਇਲ 'ਚ ਮੈਂ ਇਕੱਲਾ ਹੀ ਬੈਠਾ ਸੀ। ਕ੍ਰਿਸਮਸ ਈਵ ਨੂੰ ਕੋਈ ਨਹੀਂ ਚਲਾਉਂਦਾ, ਜਾਂਦੇ ਨਹੀਂ ਕੋਈ। ਮੈਂ ਮਜਬੂਰੀ 'ਚ ਮੇਰੀ ਬੜੀ ਖਾਤਰ ਹੋਈ ਉਸ ਦਿਨ। ਮੈਂ ਸ਼ਰਾਬ ਸ਼ੁਰੂ ਤਾਂ ਪੀਂਦਾ ਨਹੀਂ, ਮੈਂ ਸੂਫੀ ਹੈ, ਪਰ ਬੜੀ ਜੋ ਮਰਜ਼ੀ ਲਈ ਜਾਓ। ਅਤੇ ਉਦੋਂ ਮੈਂ ਇਹਦਾ ਮਤਲਬ 26 ਨੂੰ ਆ ਗਿਆ ਇੱਥੇ ਦਸੰਬਰ ਨੂੰ। ਸੰਟੂਕ ਸਾਹਿਬ ਨੂੰ ਕਿਹਾ ਜੀ ਆ, ਉਹਨਾਂ ਨੇ ਕਿਹਾ ਕਿ ਲਿਖ ਕੇ ਇੱਕ ਪੇਜ ਕੌਰ ਸਾਹਿਬ ਨੂੰ ਦੇ ਦਿਓ। ਕੌਰ ਸਾਹਿਬ ਉਸ ਵੇਲੇ ਕੈਬਨਿਟ ਸੈਕਟਰੀਏਟ ਦੇ ਨਿਚਲੇ ਦਫ਼ਤਰ 'ਚ ਬਹਿੰਦੇ ਸੀ, ਉਹ ਸਿਕਿਉਰਿਟੀ ਦੇ ਹੈੱਡ ਸੀਗੇ ਉਸ ਵੇਲੇ। ਮਿਸਿਸ ਗਾਂਧੀ ਨੇ ਬੁਲਾ ਲਿਆ ਸੀ ਰਿਟਾਇਰਮੈਂਟ ਤੋਂ ਬਾਅਦ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਸ਼ਾਰਦਾ ਪ੍ਰਸ਼ਾਦ ਨੂੰ ਮਿਲ। ਸ਼ਾਰਦਾ ਪ੍ਰਸ਼ਾਦ ਪ੍ਰਿੰਸੀਪਲ ਇਨਫੋਰਮੇਸ਼ਨ ਆਫਿਸਰ ਸੀ ਪ੍ਰਾਈਮ ਮਿਨਿਸਟਰ ਦੇ, ਜਿਹੜਾ ਕਿ ਪ੍ਰੈਸ ਨੂੰ ਸਭ ਨੂੰ ਮੈਨੇਜ ਕਰਦਾ ਹੈ, ਔਰ ਜਿਹੜੀਆਂ ਸਾਰੀਆਂ ਅੱਜ ਕੱਲ੍ਹ ਦੀਆਂ ਚੀਜ਼ਾਂ ਨੇ ਉਹੀ ਮੈਨੇਜ ਕਰਦੇ ਹੋਣਗੇ ਸਾਰਾ ਕੁਝ ਮੰਤਵ ਜਗ। ਅਤੇ ਉਹਦਾ ਦਫ਼ਤਰ ਸੀ ਮਿਸਿਸ ਗਾਂਧੀ ਦੇ ਬਿਲਕੁਲ ਸਾਹਮਣੇ ਲੈਫਟ ਕੋਰੀਡੋਰ 'ਤੇ, ਸਾਊਥ ਬਲਾਕ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ। ਮੈਂ ਗਿਆ ਉਹਨੂੰ, ਸ਼ਾਰਦਾ ਪ੍ਰਸ਼ਾਦ ਨੂੰ ਮੈਂ ਦਿਖਾਇਆ ਕਿ ਜੀ ਕੌਰ ਸਾਹਿਬ ਨੇ ਭੇਜਿਆ। ਪੜ੍ਹ ਕੇ ਯੂ ਕੈਨ ਗੋ, ਮੇਰੇ ਨਾਲ ਗੱਲ ਨਹੀਂ ਕੀਤੀ ਹੈ ਨਾ, ਪੁੱਛਿਆ ਵੀ ਨਹੀਂ ਵੀ ਦੱਸ ਕੀ ਲਿਖਿਆ। ਮੈਨੂੰ ਲੱਗਿਆ ਕਿ ਵੀ ਇਹ ਠੀਕ ਨਹੀਂ, ਪਰ ਮੈਂ ਲੱਗਿਆ ਕਿ ਹੋ ਸਕਦਾ ਕਿ ਇਹ ਸਮਝਾਏਗਾ ਲੋਕਾਂ ਨੂੰ, ਹਾਲਾਤ ਠੀਕ ਕਰ ਲਓ ਸੀ, ਆਪਣਾ ਦੱਸੇਗਾ। ਮਗਰ ਉਹ ਉਲਟਾ ਹੀ ਹੋਣ ਲੱਗ ਗਿਆ ਸਾਰਾ। ਜਿਹੜਾ ਮੈਨੂੰ ਭੇਜਿਆ ਇਸ ਕਰਕੇ ਸੀ ਤਾਂ ਕਿ ਪਤਾ ਲੱਗੇ ਕਿ ਲੋਕ ਚਾਹੁੰਦੇ ਕੀ ਨੇ, ਔਰ ਉਹਦੇ ਉਲਟਾ ਕਰ ਦਿਓ ਤਾਂ ਕਿ ਹੋਰ ਹਾਲਾਤ ਖਰਾਬ ਹੋ ਜਾਣ। ਵੱਡੇ ਵੱਡੇ ਐਡੀਟਰਸ ਨੈਸ਼ਨਲ ਡੇਅਰੀਜ਼ ਦੇ ਵੀ ਆਪਣੇ ਲੀਡ ਪੇਜ ਦੇ ਉੱਤੇ ਆਰਟੀਕਲ ਲਿਖਣ ਲੱਗ ਗਏ ਕਿ ਅੱਜ ਸਿੱਖਾਂ ਨੇ ਤਾਂ ਜੀ ਕਦੇ ਭੁੱਲੇ ਹੀ ਨਹੀਂ ਰਣਜੀਤ ਸਿੰਘ ਦਾ ਰੂਲ, ਉਹ ਦੁਬਾਰਾ ਉਸ ਤਰ੍ਹਾਂ ਦੇ ਰੂਲ ਚਾਹੁੰਦੇ ਸੀ। ਗੱਲ ਹੋ ਗਈ। ਅਤੇ ਮੈਨੂੰ ਇਹ ਲੱਗਿਆ ਹੈਰਾਨੀ। ਪਰ ਉਸੇ ਸਾਲ ਅਸਲੀ 'ਚ ਮਾਰਚ ਦੇ ਵਿੱਚ ਮੇਰਾ ਪਟਿਆਲਿਓਂ ਇੱਕ ਦੋਸਤ ਆਇਆ, ਹਿੰਦੂ ਸੀਗਾ, ਉਹਨੂੰ RSS ਦੇ ਬੰਦਿਆਂ ਤੋਂ ਪਤਾ ਲੱਗਿਆ ਕਿ ਜੀ RSS ਦੇ ਮੁਤਾਬਕ ਇਹ ਡਿਸਾਈਡ ਕਰਤਾ ਸੰਜੇ ਨੇ ਜਨਵਰੀ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਕਿ ਅਗਲੀ ਇਲੈਕਸ਼ਨ 85 ਦੀ ਜਨਵਰੀ ਤੋਂ ਪਹਿਲਾਂ ਹੋਣੀ ਸੀਗੀ, ਅਸੀਂ ਖਾਲਿਸਤਾਨ ਭਿੰਡਰਾਂ ਵਾਲੇ ਇਸ਼ੂ ਦੇ ਉੱਤੇ ਜਿੱਤਾਂਗੇ। ਫਿਰ ਮੈਨੂੰ ਸਮਝ ਆਉਣ ਲੱਗੀ ਕਿ ਆਹ ਤਾਂ ਸਾਰਾ ਕੁਝ ਇਹ ਹੋ ਰਿਹਾ ਭਾਈ, ਮੈਂ ਤਾਂ ਯੂਜ਼ ਹੋ ਰਿਹਾ। ਅਤੇ ਫਿਰ ਮੇਰੇ ਦਿਮਾਗ 'ਚ ਕੁੱਠਣੀ। ਅਤੇ ਇਹ ਇਨਫੋਰਮੇਸ਼ਨ ਮੈਂ 1982 ਨਵੰਬਰ 'ਚ ਜਦੋਂ ਮੇਰੇ ਫਾਦਰ ਲਾ ਸਰਦਾਰ ਸਵਰਨ ਸਿੰਘ ਹੋਰਾਂ ਨੇ ਇਸ ਦਾ ਸੁਲ੍ਹਾ ਸਫਾਈ ਕਰਨ ਲੱਗੇ। ਸੁਲ੍ਹਾ ਦੇ ਵੱਲ ਕਿਉਂ ਹੈ ਦੱਸੋ ਤੁਹਾਨੂੰ। ਜਦੋਂ ਇਹ ਜਿਹੜੀ ਪਿੰਡਰਾਂ ਵਾਲੇ ਸ਼ਿਫਟ ਕਰ ਗਏ ਗੁਰੂ ਨਾਨਕ ਨਿਵਾਸ ਦੇ ਵਿੱਚ ਨਾ, ਅਤੇ ਜੁਲਾਈ ਅਗਸਤ 'ਚ ਕੀਤਾ, ਜੁਲਾਈ 1982 ਦੇ ਵਿੱਚ ਹੋਣਾ, ਜਦੋਂ ਅਮਰੀਕ ਸਿੰਘ ਤੇ ਥਾਰਾ ਸਿੰਘ ਨੂੰ ਫੜ ਲਿਆ, ਅਤੇ ਉਦੋਂ ਉੱਥੇ ਮਹਿਸੂਸ ਕੀਤਾ ਕਿ ਮੈਂ ਸੇਫ ਨਹੀਂ ਹਾਂ, ਅਤੇ ਇੱਥੇ ਆ ਗਏ। ਹੁਣ ਇੱਥੇ ਇੱਕ ਥੋੜ੍ਹੀ ਜਿਹੀ ਬ੍ਰੇਕ ਪਾਈਏ ਕਿ ਮੈਂ ਲਿਖਿਆ ਨਹੀਂ, ਨਾ ਹੀ ਮੈਨੂੰ ਹੁਣ ਲੱਗ ਰਿਹਾ ਕਿ ਕਾਂਗਰਸ ਨੇ ਬ੍ਰੇਕ ਇੱਥੇ ਹੋ ਜਾਂਦਾ ਜਦੋਂ ਪਿੰਡਾਂ ਵਾਲੇ ਗੁਰੂ ਨਾਨਕ ਨਿਵਾਸ 'ਚ ਆ ਜਾਂਦੇ ਨੇ। ਉਦੋਂ ਇਹਨਾਂ ਨੇ ਫ੍ਰੀ ਕਰ ਦਿੱਤਾ ਇਹਨਾਂ ਨੂੰ, ਔਰ ਪਿੰਡਾਂ ਵਾਲੇ ਇਨਸਿਕਿਉਰ ਮਹਿਸੂਸ ਕਰਨ ਲੱਗ ਗਏ ਕਿ ਵੀ ਮੈਂ ਤਾਂ ਛੱਡਦਾ ਜਾਣੇ ਯੂਜ਼ ਕਰਕੇ। ਔਰ ਕਈ ਚੀਜ਼ਾਂ ਗੁੱਸੇ ਦਾ ਵਧਣਾ ਉਸੇ ਚੀਜ਼ ਤੋਂ ਸ਼ੁਰੂ ਹੋ ਗਿਆ। ਓਪਨਲੀ ਕਹਿ ਨਹੀਂ ਸਕੇ ਉਹ ਕਿਸੇ ਨੂੰ, ਔਰ ਉਦੋਂ ਬਾਅਦ ਹਾਲਾਤ ਬਦਲਦੇ ਗਏ, ਬੜੇ ਖਰਾਬ ਹੀ ਹੁੰਦੇ ਗਏ। ਅਤੇ ਇਹ ਜਦੋਂ ਪਿੰਡਾਂ ਵਾਲੇ ਉੱਥੇ ਗੁਰੂ ਨਾਨਕ ਨਿਵਾਸ 'ਚ ਆ ਗਿਆ, ਲੌਂਗੋਵਾਲ ਨੇ ਜਾਂ ਤਾਂ ਬਾਦਲ ਨੂੰ ਜਾਂ ਬਲਵੰਤ ਸਿੰਘ ਹੋਰਾਂ ਨੂੰ, ਮਾਈ ਫਾਦਰ ਲਾ ਉੱਥੇ ਜਲੰਧਰ ਰਹਿਣ ਲੱਗੇ ਸੀ 11 ਲਿੰਕ ਰੋਡ,
ਆਪਣੇ ਪੁਰਾਣੇ ਘਰ 'ਚ ਉੱਥੇ ਭੇਜਿਆ। ਵਰਡ ਉਹਨਾਂ ਨੇ ਯੂਜ਼ ਕੀਤਾ ਐਗਜ਼ੈਕਟਲੀ ਇਹੀ, ਮੈਂ ਉਹੀ ਕੋਟ ਕਰ ਰਿਹਾ। ਲੌਂਗੋਵਾਲ ਨੇ ਕਿਹਾ ਜੀ ਤੁਸੀਂ ਕਾਂਗਰਸ ਨੇ ਇਹ ਜਿੰਨ ਜਿਹੜਾ ਹੈਗਾ ਇਹ ਗੋਲਡਨ ਟੈਂਪਲ 'ਚ ਵਾੜ ਦਿੱਤਾ। ਇਹਨਾਂ ਨੇ ਭਿੰਡਰਾਂਵਾਲੇ ਦਾ ਨਾਂ ਯੂਜ਼ ਕੀਤਾ ਕਿ ਇਹ ਜਿੰਨ ਨੂੰ ਸਾਡੇ ਕੋਲੋਂ ਖੜਾ ਛਡਾਓ, ਸਾਡਾ ਕਿਵੇਂ ਨਾ ਕਿਵੇਂ ਫੈਸਲਾ ਕਰਾ ਦਿਓ ਮਿਸਿਸ ਗਾਂਧੀ ਨਾਲ, ਤਾਂ ਅਸੀਂ ਆਪਣਾ ਜਿਹੜਾ ਹੈਗਾ ਐਜੀਟੇਸ਼ਨ ਮੋਰਚਾ ਵਾਪਸ ਲੈਣਾ ਚਾਹੁੰਦੇ ਹਾਂ। ਕਿਉਂਕਿ ਸਾਨੂੰ ਡਰ ਹੈ ਕਿ ਭਿੰਡਰਾਂਵਾਲੇ ਨੇ ਮੋਰਚੇ 'ਤੇ ਕਾਬੂ ਕਰਕੇ ਇਹ ਐਕਸਟ੍ਰੀਮਿਜ਼ਮ ਵੱਲ ਲੈ ਜਾਣਾ, ਉਹ ਜਿਹੜਾ ਕਿ ਸਾਡੇ ਹੱਕ 'ਚ ਨਹੀਂ ਹੈ ਸਿੱਖਾਂ ਦੇ 'ਚ। ਇਹ ਜਿਹੜੀ ਚੀਜ਼ ਤੇ ਸਰਦਾਰ ਸਵਰਨ ਸਿੰਘ ਹੋਰਾਂ ਨੇ ਮਿਸਿਸ ਗਾਂਧੀ ਨਾਲ ਗੱਲ ਕੀਤੀ ਵੀ ਮੈਨੂੰ ਇਹ ਅਪਰੋਚ ਕੀਤਾ, ਉਹਨਾਂ ਨੇ ਕਿਹਾ ਜੀ ਤੁਸੀਂ ਕਰੋ। ਅਤੇ ਇਸ ਚੀਜ਼ 'ਤੇ ਮੈਂ ਉਸ ਵੇਲੇ ਆਪਣੀਆਂ 4 ਲੜਕੀਆਂ ਦਿੱਲੀ 'ਚ ਨਹੀਂ ਸੀ, ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਉਹ ਅਕਤੂਬਰ ਨਵੰਬਰ 'ਚ ਮੇਰੇ ਕੋਲ ਰਹੇ ਸਰਦਾਰ ਸਾਹਿਬ। ਇਸ ਕਰਕੇ ਮੈਂ ਸਾਰਾ ਕੁਝ ਜਿਹੜਾ ਲਿਖਿਆ ਅੱਖੀਂ ਦੇਖਿਆ ਲਿਖਿਆ। ਅਤੇ ਜਦੋਂ ਉਹ ਇਹਨਾਂ ਨੇ ਸਾਰੀ ਰਾਤ ਲੋਕਾਂ ਨੂੰ ਜੇਲ੍ਹ 'ਚ ਮਿਲੇ, ਬਾਦਲ ਨੂੰ, ਟੌੜਾ ਨੂੰ, ਲੌਂਗੋਵਾਲ ਨੂੰ ਉੱਥੇ ਮਿਲੇ, ਬਹੁਤ ਬਹੁਤ ਮਿਲੇ। ਔਰ ਇਸੇ ਪੀਰੀਅਡ ਦੇ ਵਿੱਚ ਸਰਦਾਰ ਸਵਰਨ ਸਿੰਘ ਭਿੰਡਰਾਂਵਾਲੇ ਨੂੰ ਉਹਦੇ ਕਮਰੇ 'ਚ ਮਿਲਣ ਗਏ। ਔਰ ਭਿੰਡਰਾਂਵਾਲੇ ਇਹ 2 ਬੰਦੇ, ਇਹ 1982 ਅਕਤੂਬਰ ਦੇ ਐਂਡ ਦੇ ਵਿੱਚ ਦੀ ਗੱਲ ਹੈ। ਔਰ ਇਹਦੇ 2 ਬੰਦੇ ਪੁਸ਼ਟੀ ਕਰਦੇ ਨੇ ਇਹਦੀ। ਇੱਕ ਤੇ ਕੁਲਦੀਪ ਨਾਇਰ ਫਿਰ ਪੁਸ਼ਟੀ ਕਰਦਾ ਕਿ ਮੈਂ ਉੱਥੇ ਭਿੰਡਰਾਂਵਾਲੇ ਦੇ ਕਮਰੇ 'ਚ ਬੈਠਾ ਸੀ, ਬੜੇ ਲੋਕ ਅਨਟਾਈਡੀ ਜਾਂ ਖੰਦਾ ਜਿਹਾ ਕਮਰਾ ਸੀਗਾ, ਅਤੇ ਮੈਂ ਕੁਰਸੀ 'ਤੇ ਬੈਠਾ ਸੀ, ਸਰਦਾਰ ਸਾਹਿਬ ਆ ਕੇ ਬਹਿ ਗਏ ਨੀਚੇ। ਵੱਡੇ ਵੱਡੇ ਆਦਮੀ ਡਰਦੇ ਸੀ, ਕਹਿੰਦੇ ਲਿਖਿਆ ਉਹਨੇ ਇਹ ਹੈ। ਬਾਅਦ 'ਚ ਮੈਂ ਉਹਨੂੰ ਕੁਲਦੀਪ ਨਾਇਰ ਨੂੰ ਕਿਹਾ ਵੀ ਤੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਕਿਉਂ, ਕੁਲਦੀਪ ਨਾਇਰ ਜਾਣਦਾ ਸੀ ਉਹਨਾਂ ਨੂੰ। ਮੈਂ ਅਸਲੀ ਰੀਜ਼ਨ ਇਹ ਸੀਗਾ। ਅੱਛਾ ਕਹਿੰਦਾ ਮੈਨੂੰ ਤਾਂ ਨਹੀਂ ਪਤਾ ਲੱਗਿਆ। ਅਤੇ ਜਦੋਂ ਸਾਰੇ ਚਲੇ ਗਏ, ਸਰਦਾਰ ਸਵਰਨ ਸਿੰਘ ਬਹਿ ਗਏ ਕੁਰਸੀ 'ਤੇ, ਔਰ ਭਿੰਡਰਾਂਵਾਲੇ ਨੂੰ ਕਿਹਾ ਕਿ ਦੇਖ ਮੈਂ ਤੇਰੇ ਨਾਲ ਇੱਕ ਬਹੁਤ ਇੰਪੋਰਟੈਂਟ ਗੱਲ ਕਰਨ ਆਇਆ, ਔਰ ਉਹ ਇਹ ਗੱਲ ਹੈ ਕਿ ਮੈਨੂੰ ਇਹ ਰਿਕੁਐਸਟ ਕੀਤੀ ਹੈ ਅਕਾਲੀ ਦਲ ਨੇ ਕਿ ਤੁਸੀਂ ਕੁਝ ਫੈਸਲਾ ਕਰੋ। ਔਰ ਮਿਸਿਸ ਗਾਂਧੀ ਨਾਲ ਮੈਂ ਗੱਲ ਕਰ ਲਈ, ਉਹ ਤਿਆਰ ਹੈ। ਔਰ ਉਹਨਾਂ ਨੇ, ਮੈਂ ਤੁਹਾਡੇ ਕੋਲ ਪੁੱਛਣ ਆਇਆ ਕਿ ਤੁਹਾਡੀਆਂ ਮੰਗਾਂ ਕੀ ਨੇ ਦੱਸੋ, ਤਾਂ ਕਿ ਤੂੰ ਚਲੇ ਜਾਵੇਂ ਉੱਥੇ ਆਪਣੇ ਚੌਕ ਮਹਿਤਾ 'ਚ। ਪਹਿਲਾਂ ਤਾਂ ਉਹਨੇ ਕਿਹਾ ਕਿ ਹਿੰਦੂ ਜਿਹੜੇ ਨੇ ਬੜਾ ਕਰ ਰਹੇ ਨੇ, ਡਿਸਕ੍ਰਿਮੀਨੇਸ਼ਨ ਹੈ, ਸਿੱਖਾਂ ਦੇ ਖਿਲਾਫ ਇਹ ਹੈ, ਸਿੱਖਾਂ। ਉਹਨਾਂ ਨੇ ਕਿਹਾ ਦੇਖੋ ਇਹ ਜਿਹੜੀ ਗੱਲ ਹੈ ਇਹ ਲੌਂਗੋਵਾਲ ਅਤੇ ਅਕਾਲੀ ਦੱਸ ਰਹੇ, ਉਹ ਕਰ ਰਹੇ ਨੇ ਮੈਨੂੰ, ਇਹ ਪੋਲੀਟੀਕਲ ਡਿਮਾਂਡਸ ਨੇ, ਅਤੇ ਤੂੰ ਦੱਸ ਭਾਈ ਤੇਰੀ ਕੀ ਡਿਮਾਂਡ ਹੈ। ਔਰ ਇਹ ਵੀ ਉਹਨਾਂ ਨੇ ਕਿਹਾ ਪਹਿਲਾਂ ਕਿ ਦੇਖ ਤੈਨੂੰ ਇਹ ਗਲਤਫਹਿਮੀ ਹੈ ਕਿ ਤੇਰੇ ਮੋਟਰਸਾਈਕਲ ਰਾਈਡਰ ਜਿਹੜੇ ਨੇ ਇਹ ਰੈਵੋਲਿਊਸ਼ਨ ਲਿਆ ਦੇਣਗੇ। ਮੈਨੂੰ ਹੈਰਾਨੀ ਹੈ ਕਿ ਗੌਰਮੈਂਟ ਤੇਰੇ 'ਤੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੀ। ਅਗਰ ਕੋਸ਼ਿਸ਼ ਕਰੇ, ਬਹੁਤ ਤਾਕਤ ਹੈ, ਉਹ ਤੈਨੂੰ 2 ਦਿਨ 'ਚ ਖਤਮ ਕਰ ਸਕਦੇ ਨੇ। ਪਰ ਭਲਾਈ ਇਹਦੇ ਵਿੱਚ ਹੀ ਹੈ ਕਿ ਤੁਸੀਂ ਦੱਸੋ ਕੀ ਚਾਹੀਦਾ, ਮੈਂ ਤਿਆਰ ਕਰਦਾ। ਅਖੀਰ 'ਚੋਂ ਮੰਨ ਗਿਆ ਕਿ ਮੇਰੇ 2 ਸਾਥੀ ਅਮਰੀਕ ਸਿੰਘ ਅਤੇ ਥਾਰਾ ਸਿੰਘ ਜਿਹੜੇ ਫੜੇ ਗਏ ਸੀਗੇ, ਉਹਨਾਂ ਨੂੰ ਜੇਲ੍ਹ 'ਚੋਂ ਰਿਹਾ ਕਰ ਦਿਓ। ਬਸ ਇੰਨੀ ਡਿਮਾਂਡ ਸੀ। ਕਹਿੰਦੇ ਫਿਰ ਮੈਂ ਵਾਪਸ ਚਲਾ ਜਾਊਂਗਾ ਉੱਥੇ ਆਪਣੇ ਚੌਕ ਮਹਿਤਾ 'ਚ ਖਤਮ। ਅਤੇ ਉਹਨਾਂ ਨੇ ਆ ਕੇ ਸਭ ਨਾਲ ਦੱਸਿਆ ਭਾਈ ਬੜੀ ਛੋਟੀ ਜਿਹੀ ਡਿਮਾਂਡ ਹੈ, ਮੈਂ ਤਾਂ ਲਾਇਰ ਸੀ, ਕ੍ਰਿਮੀਨਲ ਲਾਇਰ ਹਾਂ, ਆਹ ਜਿਹੜੇ ਕੇਸਿਸ ਦੋਨਾਂ ਦੇ ਖਿਲਾਫ ਨੇ ਤਾਂ ਬਹੁਤ ਛੋਟੇ ਨੇ, ਪਹਿਲੀ ਪੇਸ਼ੀ 'ਚ ਛੱਡ ਦੇਣਗੇ। ਹੋਇਆ ਜੀ ਉਦੋਂ ਅਕਤੂਬਰ 83 ਜਾਂ ਸਤੰਬਰ 'ਚ ਛੱਡ ਦਿੱਤਾ ਦੋਨਾਂ ਨੂੰ, ਉਹ ਪਹਿਲੀ ਕੋਰਟ ਨੇ ਛੱਡ ਦਿੱਤਾ ਸੀ। ਫਿਰ ਇਹ ਜਦੋਂ ਗੱਲਬਾਤ ਚੱਲ ਰਹੀ ਸੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਮੇਰੀ ਇਨਫੋਰਮੇਸ਼ਨ ਇਹ ਹੈ ਕਿ ਇਹ ਕੋਈ ਸੋਲੂਸ਼ਨ ਨਹੀਂ ਕਰਨਗੇ ਮਿਸਿਸ ਗਾਂਧੀ ਵਗੈਰਾ, ਲਟਕਾਉਣਗੇ ਤੁਹਾਨੂੰ ਉਹਨਾਂ ਦਿਨਾਂ 'ਚ। ਹਾਂ ਉਹਨਾਂ ਦਿਨਾਂ 'ਚ ਮੈਂ ਕਿਹਾ ਨਾ ਮੈਨੂੰ ਮੇਰੀ ਜਿਹੜੀ ਇਨਫੋਰਮੇਸ਼ਨ ਜਿਹੜੀ ਪਟਿਆਲੇ ਦੀ ਦੋਸਤ ਦੀ ਹੈ, ਅਗਰ ਉਹ ਠੀਕ ਹੈ ਤਾਂ ਤੁਹਾਡਾ ਸੋਲੂਸ਼ਨ ਨਹੀਂ ਕਰ ਪਾਉਂਗੇ, ਜੋ ਮਰਜ਼ੀ ਕਰ ਲਓ। ਉਹਨਾਂ ਨੇ ਕਿਹਾ ਨਹੀਂ ਤੁਸੀਂ ਇੰਟੈਲੀਜੈਂਸ ਵਾਲੇ ਬੰਦੇ, ਹਰ ਝਾੜੀ ਦੇ ਪਿੱਛੇ ਭੂਤ ਤੁਹਾਨੂੰ ਨਜ਼ਰ ਆਉਂਦਾ। ਮੈਂ ਠੀਕ ਹੈ, ਮੈਂ ਬਹੁਤ ਤੁਹਾਨੂੰ ਸ਼ੁਭ ਚਿੰਤਕ ਹਾਂ, ਤੁਹਾਡਾ ਜਲਦੀ ਖਤਮ ਹੋਏ ਝੰਜਟ, ਮਗਰ ਹੋਏਗਾ ਨਹੀਂ। ਕਹਿੰਦਾ ਦੇਖੋ, ਉਹਨਾਂ ਨੇ ਹੋਰ ਜ਼ੋਰ ਲਾਉਣ ਲੱਗਿਆ ਮੈਨੂੰ ਗਲਤ ਪ੍ਰੂਵ ਕਰਨ ਵਾਸਤੇ। ਮੈਂ ਕਹਿ ਰਿਹਾ ਜਿਹੜਾ ਆਪਰੇਸ਼ਨ ਤੁਸੀਂ ਕਹਿ ਰਹੇ ਹੋ 1 ਅਕਬਰ ਰੋਡ ਵਾਲਾ ਗੈਂਗ ਕਹਿ ਰਹੇ ਹੋਗੇ, ਸਰਦਾਰ ਸਵਰਨ ਸਿੰਘ ਵੀ ਤਾਂ ਇੱਕ ਵੱਡੇ ਬੰਦੇ ਸੀਗੇ। ਜਿਹੜੀਆਂ ਸਾਰੀਆਂ ਤੁਸੀਂ ਇਨਫੋਰਮੇਸ਼ਨਾਂ ਕਹਿ ਰਹੇ ਹੋ, ਉਹਨਾਂ ਕੋਲ ਕਿਤੋਂ ਕੋਈ ਇਨਫੋਰਮੇਸ਼ਨ ਨਿਕਲ ਕੇ ਕਿਉਂ ਨਹੀਂ ਆਈ? ਉਹਨਾਂ ਕੋਲ ਕਿਉਂਕਿ ਉਹ ਕਿਸੇ ਕੋਲ ਵੀ ਕਿਉਂ ਨਹੀਂ ਆਈ? ਕੋਈ ਬੰਦੇ ਸੀਗੇ, ਮੈਂ ਕਿਤਾਬ 'ਚ ਇਹ ਵੀ ਲਿਖਿਆ ਕਿ ਉਹਨਾਂ ਨੇ ਐਮਰਜੈਂਸੀ ਦੇ ਅਗੇਂਸਟ ਉਹਨਾਂ ਨੇ ਇਕੱਲੇ ਸੀ ਜਿਨ੍ਹਾਂ ਨੇ ਅਪੋਜ਼ ਕੀਤੀ। ਔਰ ਰਾਤ ਨੂੰ ਐਮਰਜੈਂਸੀ ਤੋਂ ਪਹਿਲਾਂ ਮੈਂ ਇਹ ਵੀ ਲਿਖਿਆ ਕਿਤਾਬ, ਨਹੀਂ ਕਿਸੇ ਹੋਰ ਕੋਲ ਇਨਫੋਰਮੇਸ਼ਨ ਨਿਕਲੇ ਆਉਂਦੀ। ਉਹ ਮੇਰੇ ਜਦੋਂ ਮੈਂ ਕਹਿ ਰਿਹਾ ਉਹ 4-5 ਬੰਦਿਆਂ 6 ਬੰਦਿਆਂ, ਕਮਲਨਾਥ ਜਿਹੜੇ ਤੁਸੀਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ, ਅਰੁਣ ਸਿੰਘ, ਇਨਫੋਰਮੇਸ਼ਨ ਇਹ ਸਭ ਨੂੰ ਪਤਾ ਤਾਂ ਸੀ, ਜ਼ਿਆਦਾ ਗੱਲਾਂ ਕਰਦੇ ਸੀਗੇ ਇਹੀ ਕਰਵਾ ਰਹੇ ਨੇ। ਮੂੰਹ ਜ਼ਬਾਨੀ ਤਾਂ ਮੈਂ ਬਹੁਤ ਲੋਕਾਂ ਤੋਂ ਸੁਣਿਆ। ਕੋਈ ਕਾਂਗਰਸ ਦਾ ਹੋਰ ਲੀਡਰ ਵੀ ਤਾਂ ਬੋਲ ਸਕਦਾ ਸੀ, ਇੰਨੇ ਲੋਕ ਨਾਰਾਜ਼ ਹੋਏ ਆ ਕਾਂਗਰਸ ਤੋਂ। ਕਾਂਗਰਸ ਉਹ ਜਿਹੜੇ 4-5 ਬੰਦਿਆਂ ਤੋਂ ਇਲਾਵਾ ਤਾਂ ਕਿਸੇ ਬਾਹਰ ਗੱਲ ਹੀ ਨਹੀਂ ਕਰਦੇ ਸੀ ਕਿਸੇ ਨੂੰ।
ਨੇੜੇ ਨਹੀਂ ਲੱਗਣ ਦਿੰਦੇ ਸੀ ਆਪਸ 'ਚ। ਅੱਜ ਤੱਕ ਕੋਈ ਹੋਰ ਕਾਂਗਰਸੀ ਵੀ ਤਾਂ ਬੋਲਦਾ ਕਿ ਇਹ ਸੰਤ ਦੋ ਬੰਦੇ ਭਿੰਡਰਾਂਵਾਲਾ ਦੋ ਜਿਹੜਾ, ਬੰਦੇ ਦੋ ਬੰਦੇ ਨੇ ਇੰਦਰਾ ਗਾਂਧੀ ਦੇ ਨਾਲ ਕਿਸੇ ਵੱਡੇ ਕਾਂਗਰਸੀ ਨੇ ਅਜੇ ਤੱਕ ਕੋਈ ਕਿਤਾਬ ਲਿਖ ਦਿੰਦਾ ਇਸ ਤਰ੍ਹਾਂ ਦੀ? ਜੇ ਪਤਾ ਹੋਵੇ ਤਾਂ ਹੀ ਤਾਂ ਲਿਖਣਗੇ ਉਹ, ਉਹਨਾਂ ਨੂੰ ਤਾਂ ਥਰਡ ਹੈਂਡ ਇਨਫੋਰਮੇਸ਼ਨ ਹੋਏਗੀ। ਔਰ ਇਹ ਜਿਹੜੀ ਕਮਲਨਾਥ ਔਰ ਅਰੁਣ ਸਿੰਘ ਦੋ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੋਏਗਾ, ਬੱਚੇ ਨੇ ਬਾਕੀ ਤਾਂ ਰਿਹਾ ਨਹੀਂ, ਸਾਰੇ ਮਰ ਗਏ। ਔਰ ਮੈਂ ਤਾਂ ਹੀ ਬਾਅਦ ਵਿੱਚ ਕਿਹਾ ਭਾਈ ਤੁਸੀਂ ਬਾਹਰ ਆ ਕੇ ਮਾਫੀ ਮੰਗ ਲਓ, ਖਤਮ ਹੋ ਜਾਏਗੀ ਗੱਲ। ਘੱਟ ਤੋਂ ਘੱਟ ਟਰੂਥ ਐਂਡ ਰਿਕਨਸੀਲੀਏਸ਼ਨ ਕਮਿਸ਼ਨ ਮੇਰਾ ਲਾਸਟ ਚੈਪਟਰ ਹੀ ਇਹੀ ਹੈ, ਉਹਦੇ 'ਚ ਬਾਅਦ 'ਚ ਗੱਲ ਲਾਸਟ ਚੈਪਟਰ ਤੇ ਬਾਅਦ ਚ ਹੋਣਾ ਨਹੀਂ, ਬਾਅਦ 'ਚ ਪਹਿਲਾਂ ਇਹ ਤਾਂ ਹੁਣ ਜਦੋਂ ਮੈਂ ਆਇਆ ਉਹ ਜਿਹੜੀ ਮਿਸਿਸ ਗਾਂਧੀ ਨੇ ਗੱਲ ਕੀਤੀ ਕਿ ਜੀ ਸਬ ਕਮੇਟੀ ਬਣਾਤੀ, ਕਮੇਟੀ ਉੱਥੇ ਅਕਾਲੀ ਦਲ ਦੇ ਬੰਦੇ ਬੁਲਾਏ ਗਏ, 2 ਦਿਨ ਰਹੇ। ਉਹਨਾਂ ਨੇ ਇੱਕ ਡਰਾਫਟ ਬਣਾ ਲਿਆ ਕਿ ਕੱਲ੍ਹ ਆਹ ਸਟੇਟਮੈਂਟ 4 ਤਰੀਕ ਨੂੰ ਮਾਰਨਿੰਗ 'ਚ 1982 4 ਨਵੰਬਰ ਨੂੰ ਪਾਰਲੀਮੈਂਟ 'ਚ ਹੋਮ ਮਿਨਿਸਟਰ ਪੜ੍ਹੇਗਾ ਔਰ ਸਾਨੂੰ ਇਹਦੀ ਕਾਪੀ ਮਿਲ ਜਾਏਗੀ, ਅਸੀਂ ਵਿਡਰਾਅ ਕਰ ਲਾਂਗੇ। ਅਕਾਲੀ ਮੰਨ ਗਏ ਇਹ ਸਟੇਟਮੈਂਟ ਦੇਖ ਕੇ। ਔਰ ਉਦੋਂ ਦੀ ਗੱਲ ਸੁਣੋ, ਮੇਰੇ ਸਾਹਮਣੇ ਗੱਲ ਹੁੰਦੀ ਹੈ, ਪ੍ਰਣਾਬ ਮੁਖਰਜੀ ਇਹਨਾਂ ਦਾ ਕੰਟੈਕਟ ਮੈਨ ਸੀ ਉਸ ਵੇਲੇ ਫਾਈਨਾਂਸ, ਅਤੇ ਇਹਨਾਂ ਨੇ ਕਿਹਾ ਉੱਥੋਂ ਆਇਆ ਟੈਲੀਫੋਨ 4 ਨੂੰ ਕੋਈ 9-10 ਵਜੇ ਦੇ ਕਰੀਬ, ਮੇਬੀ ਬਾਦਲ ਔਰ ਬਲਵੰਤ ਸਿੰਘ ਨੇ ਕੀਤਾ ਹੋਣਾ, ਕੋਈ ਟੈਲੀਫੋਨ 'ਤੇ ਦੂਸਰੀ ਸਾਈਡ ਨਹੀਂ ਸੁਣਾਈ ਦਿੱਤੀ। ਔਰ ਇਹਨਾਂ ਨੂੰ ਕਿਹਾ ਜੀ ਅਸੀਂ ਇੰਤਜ਼ਾਰ ਕਰ ਰਹੇ ਹਾਂ, ਉਹ ਚਿੱਠੀ ਤਾਂ ਆਈ ਨਹੀਂ ਸਾਨੂੰ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ। ਔਰ ਇਹਨਾਂ ਨੇ ਮੇਰੇ ਸਾਹਮਣੇ ਪ੍ਰਣਾਬ ਨਾਲ ਗੱਲ ਕੀਤੀ। ਪ੍ਰਣਾਬ ਮੁਖਰਜੀ ਉਹਨਾਂ ਦਾ ਪੁਰਾਣਾ ਕੁਲੀਗ ਸੀ, ਜੂਨੀयर कुलीग ਸੀ, बड़े से ਜਦੋਂ। प्रणाब वो चिट्ठी का क्या हुआ भाई, वो मिली नहीं उनको। कहता जी वो पार्लियामेंट में बैठने वाली है, जब पढ़ दी तो भेज देंगे हम। तो ठीक है मान के इन्होंने कहता। 2 घंटे बाद उतो टैलीफोन आता फिर अमृतसर, सर चिट्ठी तो बदल दी, बहुत ज़्यादा हार्ड लाइन चीज़ है, असी उस किवें विड्रॉ करांगे, असी नहीं कर सकते। और फिर मेरे सामने प्रणाब ने पूछा इन्होंने कि प्रणाब वो तो एक चीज़ कह रहे हैं, ठीक सही है? कहता जी हाँ सही है, बतलाओ क्या करें। उसने कहा देखो मैं मुल्क का और पंजाब को बचाने के लिए बहुत मेहनत करी, रातें रातें मिलता रहा, पर अब मुझे माफ़ करिए, मैं इसके बाद कभी इस चीज़ में शामिल नहीं होऊंगा। ये सारे ने लिखा किताबों से इस चीज़ के बारे कि सरदार साहब उस नाराज, मार्क टली ने लिखा, ईवन कुलदीप नायर ने लिखा और चावला ने लिखा। सारे तो गलत नहीं हो सकते ना, ये मैं सामने मेरे नाल गल हुई। ये चाहते नहीं सी सोल्यूशन, इन्हां दी पॉलिसी दूसरी सी जिहड़ी मैं किताब 'च लिखिਆ कि ਜਿਹੜੀ ਇੱਕ ਸ਼ਰਾਰਤ ਸੀਗੀ ਇਹ ਜਿਹੜੀਆਂ ਪਹਿਲਾਂ ਅਕਾਲੀਆਂ ਨੂੰ ਡੀਲ ਕਰੋ ਫਿਰ ਦੇਸ਼ ਦੀ ਇਲੈਕਸ਼ਨ ਜਿੱਤੋ। ਹਾਂ 26 ਰਾਊਂਡ ਸੁਣੋ ਇੱਕ ਹੋਰ ਇਹੋ ਜਿਹੇ ਜਿਹੜੇ ਡਿਸਕਸ਼ਨਾਂ ਹੋਈਆਂ 26 ਰਾਊਂਡ ਹੋਏ। ਅਲੈਗਜ਼ੈਂਡਰ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਨਾ, ਅਲੈਗਜ਼ੈਂਡਰ PC ਅਲੈਗਜ਼ੈਂਡਰ ਜਿਹੜਾ ਪ੍ਰਿੰਸੀਪਲ ਸੈਕਟਰੀ ਸੀ ਪ੍ਰਾਈਮ ਮਿਨਿਸਟਰ ਦਾ, ਉਹਨੇ ਆਪਣੀ ਕਿਤਾਬ 'ਚ ਲਿਖਿਆ 26 ਇਸ ਤਰ੍ਹਾਂ ਦੇ ਰਾਊਂਡ ਹੋਏ, ਪਰ ਸਰਦਾਰ ਸਾਹਿਬ ਵਾਲੇ ਰਾਊਂਡ ਨੂੰ ਇੱਕ ਨਹੀਂ ਗੱਲ ਹੀ ਨਹੀਂ ਕੀਤੀ, ਉਹਨੂੰ ਛੁਪਾ ਗਿਆ ਕਿਉਂਕਿ ਉਹਦੇ 'ਚ ਫੜਿਆ ਜਾਊਗਾ। 26 ਰਾਊਂਡ 'ਚੋਂ ਇੱਕ ਵੀ ਨਹੀਂ, ਇਹਨਾਂ ਇੱਕ ਗੱਲ ਨਹੀਂ ਕੀਤੀ, ਕਿਤੇ ਨਹੀਂ ਲਿਖਿਆ। ਪਰ ਸੁਬਰਾਮਨਿਅਮ ਸਵਾਮੀ ਸੰਤਾਂ ਦੇ ਬੜੇ ਫੈਨ ਨੇ, ਬੀਜੇਪੀ ਦੇ ਲੀਡਰ ਨੇ, ਮੈਂ ਸੁਣਿਆ। ਉਹ ਕਹਿੰਦੇ ਆ DIG ਹੀ ਹਰਜੀਤ ਅਟਵਾਲ ਵਾਲੇ ਕੇਸ ਦੀ ਵੀ ਅਜੇ ਤੱਕ ਜਾਂਚ ਕਿਉਂ ਨਹੀਂ ਹੋਈ, ਕਿਹਨੇ ਕਰਵਾਇਆ? ਇਹ ਅਟਵਾਲ ਦੀ, ਇਹ ਅਟਵਾਲ ਵਾਲੀ। ਹਾਂ ਇਹਦੇ ਪਿੱਛੇ ਵੀ ਕਹਿੰਦੇ ਕੋਈ ਕਹਾਣੀ ਹੋ ਸਕਦੀ ਹੈ, ਕਿਸੇ ਨੇ ਪੁੱਛਿਆ ਏਜੰਸੀਆਂ ਨੇ ਕਰਵਾਇਆ ਇਹ? ਦੇਖੋ ਏਜੰਸੀਆਂ ਦਾ ਕੁਝ ਨਹੀਂ, ਮੈਂ ਕਿਤਾਬ 'ਚ 25 ਜਿਹੜਾ ਤੁਸੀਂ ਕਹਿੰਦੇ ਹੋਗੇ ਕਿ ਅਟਵਾ ਤੁਸੀਂ ਵੀ ਜ਼ਿਕਰ ਕਰਦੇ ਹੋ ਦਾ 25 ਅਪ੍ਰੈਲ 1983 ਦੀ ਗੱਲ ਹੈ, ਮਰਿਆ ਨਾ ਉਹ। ਔਰ ਉਹਨੂੰ ਬੁਲਾਇਆ ਕਿੰਨੇ ਸੀ, 2 ਬੰਦਿਆਂ ਨੇ ਬੁਲਾਇਆ ਨਾ, ਬ੍ਰਿਗੇਡੀਅਰ ਗਰੇਵਾਲ, ਇੱਕ IPS ਅਫਸਰ ਚਹਿਲ ਸੀ। ਇਹੀ ਚਹਿਲ ਆਦਮੀ ਜਿਹਨੇ ਕਿ ਸਰੈਂਡਰ ਕਰਾਇਆ ਸੀ ਭਿੰਡਰਾਂਵਾਲੇ ਨੂੰ। ਔਰ ਇਹਦੇ 'ਚੋਂ ਇਹ ਜ਼ਰੂਰ ਮੈਂ ਲਿਖਿਆ ਨਹੀਂ ਜ਼ਿਆਦਾ ਕਿਉਂਕਿ ਤੁਹਾਨੂੰ ਮੈਨੂੰ ਸ਼ੱਕ ਹੈ, ਵੈਸੇ ਸ਼ੱਕ ਤਾਂ ਮੈਂ ਕਹਿ ਸਕਦਾ ਤੁਹਾਨੂੰ, ਇਹ ਮਿਸਟਰ ਕੌ ਦਾ ਆਪਰੇਸ਼ਨ ਸੀਗਾ, ਕੋਈ ਆਪਰੇਸ਼ਨ, ਕਿਉਂਕਿ ਕੋਈ ਵੀ ਸਰਵਿੰਗ ਬ੍ਰਿਗੇਡੀਅਰ ਜਿਹੜਾ ਕਿ ਹੈੱਡਕੁਆਟਰ ਆਰਮੀ 'ਚ ਕਰੇ ਉਹ ਉੱਥੇ ਨਹੀਂ ਜਾ ਸਕਦਾ, ਔਰ ਉਹ ਬਗੈਰ ਆਰਮੀ ਚੀਫ ਦੀ ਇਜਾਜ਼ਤ ਤੋਂ ਨਹੀਂ ਜਾ ਸਕਦਾ। ਚਲੋ ਚਹਿਲ ਵਗੈਰਾ ਤੇ ਪੰਜਾਬ ਗੌਰਮੈਂਟ ਦਾ ਜਾ ਸਕਦਾ ਹੈ। ਔਰ ਉਹਨਾਂ ਨੇ ਅਠਵਾਲ ਨੂੰ ਜਲੰਧਰੋਂ ਬੁਲਾਇਆ ਕਿ ਜਲੰਧਰ ਦੀ ਹੈੱਡਕੁਆਟਰ ਤਾਂ ਜਲੰਧਰ ਸੀ ਨਾ, ਉਹਦਾ ਰੇਂਜ ਜਲੰਧਰ ਸੀ ਅੰਮ੍ਰਿਤਸਰ, ਅਤੇ ਉਹਨੂੰ ਹੋ ਸਕਦਾ ਹੈ ਕਿ ਕੁਛ ਇਸ ਤਰ੍ਹਾਂ ਕਿਉਂਕਿ ਅਕਾਲੀ ਲੀਡਰ ਵੀ ਤਾਂ ਆਪਣੇ ਆਪ ਨੂੰ ਅੱਗੇ ਪੋਲੀਟੀਕਲੀ ਵਧਾਉਣ ਵਾਸਤੇ ਸਾਰੇ ਤਿਆਰ ਸੀਗੇ, ਇਕੱਲਾ ਲੌਂਗੋਵਾਲ ਨੂੰ ਕੋਈ ਲਾਲਚ ਨਹੀਂ ਸੀਗਾ, ਬਾਦਲ, ਟੌੜਾ, ਸਾਰੇ ਬੰਦੇ, ਟੌੜਾ ਤਾਂ ਚੀਫ ਮਿਨਿਸਟਰ ਹੀ ਬਣਨਾ ਚਾਹੁੰਦਾ ਸੀ। ਮੈਨੂੰ ਇਹ ਲੱਗਦਾ ਕਿ ਕੌ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਇਹ ਤਾਂ ਕਿ ਅਖੀਰ ਤੱਕ ਗੱਲ ਨਾ ਪਹੁੰਚੇ। ਇਹ ਵੀ ਮੈਂ ਲਿਖਿਆ ਕਿ ਉਹਨਾਂ ਦਾ ਇੱਕ ਬਹੁਤ ਕਰੀਬੀ, ਪਰ ਸਿੱਖਾਂ ਦੇ ਵਿਦਵਾਨ ਤਾਂ ਕਾਓ ਨੂੰ ਵਿਲਨ ਮੰਨਦੇ ਨੇ ਕਿ ਕਾਓ ਹੀ ਵਿਲਨ ਸੀ। ਕੌ ਵਿਲਨ ਸੀ ਕਿ ਕੌ ਦੀ ਕਮਜ਼ੋਰੀ ਸਿਰਫ ਇਹ ਸੀ ਕਿ ਉਹ ਨਾ ਨਹੀਂ ਕਰ ਸਕਿਆ ਮਿਸਿਸ ਗਾਂਧੀ ਨੂੰ, ਪਰ ਅੰਦਰੋਂ ਰਹਿ ਕੇ ਉਹਨੇ ਕੋਸ਼ਿਸ਼ ਕੀਤੀ ਕਿ ਬਲੂ ਸਟਾਰ ਤੱਕ ਨਾ ਪਹੁੰਚੇ ਗੱਲ, ਕਿਤੇ ਪਹਿਲਾਂ ਹੀ ਫੈਸਲਾ ਹੋ ਜਾਏ।
ਤੇ ਇਹ ਆਪਰੇਸ਼ਨ ਕੋਈ ਫੈਸਲਾ ਕਰਾਉਣ ਵਾਲੀ ਗੱਲ ਸੀ। ਹੋ ਸਕਦਾ ਕਿ ਟੌੜਾ ਨੂੰ ਕਿਹਾ ਹੋਵੇ ਤੂੰ ਚੀਫ ਮਿਨਿਸਟਰ ਬਣਾ ਜਾ, ਕਾਂਗਰਸ ਨਾਲ ਗੱਲ ਤੂੰ ਬਣ ਜਾ, ਅਸੀਂ ਤਾਂ ਫੈਸਲਾ ਕਰ ਦਿੰਦੇ ਇੱਥੇ ਖਤਮ ਕਰ ਦਿਆਂਗੇ। ਔਰ ਹੋ ਸਕਦਾ ਕਿ ਪਿੰਡਾਂ ਵਾਲੇ ਨੇ ਕਿਹਾ ਹੋਵੇ ਕਿ ਅਠਵਾਲ ਮੇਰੇ ਕੋਲ ਮਾਫੀ ਮੰਗੇ, ਇਹ ਮੇਰੀ ਕੰਡੀਸ਼ਨ ਹੈ, ਤਾਂ ਕਿ ਉਹਨੇ ਜਵਾਬ ਦਿੱਤਾ ਹੋਣਾ, ਤਾਂ ਹੀ ਬਗੈਰ ਮਾਫੀ ਮੰਗੇ ਜਾ ਕੇ ਪਿੱਛੋਂ ਮਰਵਾਤਾ। ਮਰਵਾਉਣ ਵਾਲਾ ਤਾਂ ਪਿੰਡਾਂ ਵਾਲੇ ਦੇ ਆਦਮੀ ਸੀਗਾ, ਉਹਦੇ ਤਾਂ ਕੋਈ ਸ਼ੱਕ ਨਹੀਂ। ਸਾਰੇ ਕਹਿੰਦੇ ਨੇ ਉਹਦੇ 'ਚ ਕੀ ਆ, ਮਾਰਿਆ ਕਿਉਂ, ਜਾਂਦੇ ਨੂੰ ਬਾਹਰੋਂ ਪਿੱਛੋਂ ਗੋਲੀ 'ਚ। ਔਰ ਦੂਸਰੀ ਚੀਜ਼ 2 ਘੰਟੇ ਉਹਦੇ ਉੱਥੇ, ਔਰ ਇਹ ਬ੍ਰਿਗੇਡੀਅਰ ਜਿਹੜੇ ਸੀ ਸਾਰੇ ਭੱਜ ਕੇ ਰਾਤ ਉੱਥੇ ਗਏ ਹੀ ਨਹੀਂ ਦੇਖਣ ਵਾਸਤੇ। ਚਹਿਲ ਔਰ ਬ੍ਰਿਗੇਡੀਅਰ ਗਵਰਨਰ ਨੂੰ ਮਿਲ ਗਏ ਪੰਜਾਬ ਨੂੰ, ਭੱਜ ਕੇ ਗਏ ਰਾਤ। ਫੇਲ ਹੋ ਗਿਆ ਨਾ ਉਹਨਾਂ ਦਾ ਆਪਰੇਸ਼ਨ ਜਿਵੇਂ ਚੱਲਣਾ ਸੀ। ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤੁਸੀਂ ਕਹਿੰਦੇ ਹੋਗੇ ਕਿ ਇੱਕ ਗਰੁੱਪ ਭਿੰਡਰਾਂ ਵਾਲੇ ਨੂੰ, ਜਿਹੜਾ ਤੁਹਾਡਾ ਸਪੈਸ਼ਲ ਗਰੁੱਪ ਹੁੰਦਾ ਕੋਈ, ਉਹ ਅਰੈਸਟ ਕਰਨਾ ਚਾਹੁੰਦਾ ਸੀਗਾ, ਉਹ ਕੀ ਕਹਾਣੀ ਸੀ? ਇਹ ਦੇਖੋ, ਇਹਦੀ ਕੋਈ ਪ੍ਰਾਇਮਰੀ ਇਨਫੋਰਮੇਸ਼ਨ ਹੈ, ਪ੍ਰਾਇਮਰੀ ਸੋਰਸ ਹੈ ਬਿਲਕੁਲ। ਤੁਹਾਡੇ ਇਹ ਤਾਂ ਮੈਂ ਤਾਂ ਗੱਲ ਕੀਤੀ ਹੈ ਨਾ, ਸਿੱਧੀ ਗੱਲ। ਦੇਖੋ 3 ਓਕੇਜ਼ਨ ਸੀ ਜਦੋਂ ਕੋਈ ਫੈਸਲਾ ਹੋ ਸਕਦਾ ਸੀ। ਇਹ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, ਸਾਰਿਆਂ ਨਾਲੋਂ ਪਹਿਲਾਂ ਤਾਂ ਉਹੀ ਜਿਹੜੀਆਂ ਟਾਕਸ ਸਕਸੈਸਫੁਲ ਨਹੀਂ ਹੋਏ, ਸਰਦਾਰ ਸਵਰਨ ਸਾਲੀ ਮੈਂ ਦੱਸ ਚੁੱਕਿਆ। ਦੂਸਰਾ, ਅਠਵਾਲ ਜਦੋਂ ਮਾਰਿਆ ਸੀਗਾ, ਉਸ ਵੇਲੇ ਤਾਂ ਚੀਫ ਮਿਨਿਸਟਰ ਬਾਦ ਉਹ ਸੀ ਨਾ ਦਰਬਾਰਾ ਸਿੰਘ, ਔਰ ਉਹਨੇ ਵੀ 2 ਘੰਟੇ ਡੈਡ ਬੋਡੀ ਪਈ ਰਹੀ, ਕਿਸੇ ਦੀ ਹਿੰਮਤ ਨਹੀਂ ਉਹਨੂੰ ਉਠਾਉਣ ਦੀ। ਕਿਉਂ ਪਈ ਰਹੀ? ਡਿਸਕਸ਼ਨ ਹੋ ਰਹੀ ਹੋਣੀ ਆ। ਦਰਬਾਰਾ ਸਿੰਘ ਨੇ ਕਿਹਾ ਭਾਈ ਗੁਰੂ ਨਾਨਕ ਨਿਵਾਸ ਤਾਂ ਗੋਲਡਨ ਟੈਂਪਲ ਦਾ ਹਿੱਸਾ ਵੀ ਨਹੀਂ, ਤੁਸੀਂ ਮੰਨ ਲਓ। ਔਰ ਕ੍ਰਿਮੀਨਲ ਤਾਂ ਉੱਥੇ ਬੈਠੇ, ਉਹਨੂੰ ਫੜੋ, ਉਹਨੂੰ ਫੜਨ ਨਹੀਂ ਲੱਗੇ। ਫੜ ਕੇ ਉੱਥੇ ਖਤਮ ਹੋ ਜਾਂਦੀ ਗੱਲ, ਕਿਉਂ ਨਹੀਂ ਫੜੇ? ਤੀਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਆਪਰੇਸ਼ਨ ਜਿਹਦਾ ਨਾਂ ਇੱਕ ਕਿਤਾਬ ਮੈਂ ਚੈਪਟਰ 9ਵਾਂ ਲਿਖਿਆ, 9th ਚੈਪਟਰ ਇਸੇ ਚੀਜ਼ ਦੇ ਉੱਤੇ ਹੈ, ਮੈਂ ਅਬੋਰਟਡ ਹੈਲੀਬੋਰਨ ਅਬੋਰਟਡ ਆਪਰੇਸ਼ਨ। ਇਹ ਜਿਹੜਾ ਸੀਗਾ, ਇੱਕ ਕੌ ਨੇ ਫਿਰ ਇਹ ਮੈਂ ਇਸ ਹਲੇ ਮੈਂ ਜਦੋਂ ਤੀਸਰੀ ਵਿਜ਼ਿਟ ਮੇਰੀ USA ਦੀ ਹੋਈ ਨਾ, ਜਦੋਂ ਹਰ ਵਾਰੀ ਮੈਨੂੰ ਮੈਂ ਇੱਕ ਵਾਰੀ 82 'ਚ ਵੀ ਗਿਆ, ਮਿਸਿਸ ਗਾਂਧੀ ਦੀ ਜਾਨ ਨੂੰ ਖਤਰਾ ਸੀਗਾ। ਉਸ ਵੇਲੇ ਮੇਰਾ ਇਹ ਏਮ ਸੀ ਕਿ ਮਿਸਿਸ ਗਾਂਧੀ ਨਾ ਮਰ ਜਾਏ ਕਿਤੇ। 82 'ਚ ਵੀ ਮੈਂ ਲਿਖਿਆ ਕਿ ਆਹੀ ਕੁਲਦੀਪ ਸਿੰਘ ਜਿਹੜਾ ਸੋਢੀ ਸੀਗਾ, ਇੱਕ ਗਨਮੈਨ ਲੈ ਕੇ ਆਇਆ ਸੀਗਾ ਉੱਥੇ, ਗਨਮੈਨ ਨੂੰ ਰੋਕਣਾ ਚਾਹੁੰਦਾ ਸੀ ਅੰਦਰ ਨਾ ਚਲਾ ਜਾਵੇ, ਬਾਹਰ ਇਹਨਾਂ ਦਾ ਦੇਖਿਆ ਮੈਂ ਝਗੜਾ, ਕਿਤਾਬ 'ਚ ਲਿਖਿਆ। ਉਹਦੇ 'ਚ ਮੈਂ IB ਵਾਲੇ ਬੰਦਿਆਂ ਨੂੰ, ਮੈਨੂੰ ਜਦੋਂ ਟੌਂਟ ਕੀਤਾ ਵੇਅਰ ਆਰ ਯੋਰ ਗਨਮੈਨ, ਉਹਨੂੰ ਮੈਂ ਬਾਅਦ 'ਚ ਲੰਚ 'ਤੇ ਕਨਫਰੰਟ ਕਰਾਇਆ ਕਿ ਭਾਈ ਕੁਲਦੀਪ ਸਿੰਘ ਆ ਦੱਸ ਦੇ ਤੂੰ। ਸੰਤੂਖ ਵੀ ਮੇਰੇ ਨਾਲ ਨਾਰਾਜ਼ ਹੋ ਗਏ। ਮੈਨੂੰ ਲੱਗਦਾ ਸੀ ਉਸ ਵੇਲੇ ਤੱਕ ਕੁਲਦੀਪ ਸਿੰਘ ਸੋਢੀ ਰਾਹ ਦਾ ਸੋਰਸ ਬਣ ਗਿਆ ਸੀਗਾ, ਅਤੇ ਮੇਰੇ ਵੇਲੇ ਤਾਂ ਕੋਈ ਲੋੜ ਹੀ ਨਹੀਂ ਸੀ, ਨਹੀਂ ਤਾਂ ਹਜੇ 50 ਸੋਰਸ ਖੜ੍ਹੇ ਕਰ ਦਿੰਦੇ। ਅਤੇ ਫਿਰ ਹਰ ਵੇਲੇ ਮੈਂ ਜਦੋਂ ਲੋਕਾਂ ਨਾਲ ਗੱਲ ਕਰਦਾ ਸੀ, ਉਹ ਮੈਨੂੰ ਪੁੱਛਦੇ ਸੀ ਵੀ ਜਿਹੜੀਆਂ ਤੇਰੀਆਂ ਪੁਰਾਣੀਆਂ ਸੁਜੈਸ਼ਨ ਦਿੱਤੀਆਂ ਸੀ ਉਹਦਾ ਕੀ ਹੋਇਆ, ਤੂੰ ਤਾਂ ਕੁਛ ਨਹੀਂ, ਸਿਚੁਏਸ਼ਨ ਹੋਰ ਵਿਗੜ ਰਹੀ ਹੈ। ਔਰ ਤੀਸਰੀ ਜਦੋਂ ਵਿਜ਼ਿਟ ਮਿਸਿਸ ਗਾਂਧੀ UN ਦੀ ਅਸੈਂਬਲੀ ਨੂੰ ਐਡਰੈਸ ਕਰਨਾ ਸੀ 28 ਸਤੰਬਰ ਨੂੰ, ਜਾਂ 1983 ਨੂੰ, ਉਦੋਂ ਤਾਂ ਮੇਰੇ ਨਾਲ ਮੈਨੂੰ ਇਹ ਲੱਗਿਆ ਕਿ ਵੀ ਮੈਂ ਦੁਬਾਰਾ ਤਾਂ ਮੇਰੇ ਦੋਸਤ ਰਿਸ਼ਤੇਦਾਰ ਸਾਹਿਬ ਨਾਲ ਗੱਲ ਹੀ ਨਹੀਂ ਕਰਨਗੇ ਮੇਰੇ ਨਾਲ, ਕਿ ਸੂਹ ਲੈਂਦਾ ਉਹ ਸਾਡੇ ਖਿਲਾਫ ਇੱਕ ਐਕਸ਼ਨ ਕਰਾ ਦਿੰਦਾ ਹੈ। ਅਤੇ ਮੈਂ ਆ ਕੇ ਫਿਰ ਉਦੋਂ ਬਾਅਦ ਵਾਪਸ ਆਇਆ। ਜਦੋਂ ਵਾਪਸ ਆਇਆ, ਸਕਸੈਨਾ ਉਸ ਵੇਲੇ ਬਣ ਗਏ ਸੀਗੇ ਡਾਇਰੈਕਟਰ, ਜਿਹੜੇ ਕਿ ਬਾਅਦ 'ਚ 10 ਸਾਲ ਗਵਰਨਰ ਰਹੇ ਨਾ ਜੰਮੂ ਕਸ਼ਮੀਰ ਦੇ, ਗੈਰੀ ਸਕਸੈਨਾ, ਬੜੇ ਜਾਣਦੇ ਸੀ ਵੱਡੇ ਭਾਈ ਵਾਂਗੂ। ਵੈਲ ਡਨ, ਨਾਓ ਯੂ ਗੋ ਟੂ ਬੈਂਕਾਕ ਐਜ਼ ਹੈਡ ਆਫ ਦਾ RNW। ਮੈਂ ਆਈ ਐਮ ਨਾਟ ਗੋਇੰਗ ਐਨੀਵੇਅਰ। ਮੈਨੂੰ ਲੱਗਦਾ ਕਿ ਅਗਲੇ ਸਾਲ ਦੇ ਅਖੀਰ ਤੋਂ ਪਹਿਲਾਂ ਕੋਈ ਬਹੁਤ ਵੱਡਾ ਧਮਾਕਾ ਪੈਣ ਵਾਲਾ ਹੈ, ਔਰ ਉਸ ਵੇਲੇ ਮੈਂ ਹਿੰਦੁਸਤਾਨ 'ਚ ਹੋਣਾ ਚਾਹੁੰਦਾ। ਦੂਸਰੀ ਚੀਜ਼, ਮੈਂ ਇਸ ਕੰਮ ਤੋਂ ਅਲੱਗ ਹੋਣਾ ਚਾਹੁੰਦਾ। ਮੈਨੂੰ ਨਹੀਂ, ਮੈਂ ਨਹੀਂ ਕਰਨਾ, ਜੋ ਮਰਜ਼ੀ ਕਰੋ। ਮੈਨੂੰ ਕਿਤੇ ਐਨਾਲਿਸਿਸ ਬ੍ਰਾਂਚ ਲਾ ਦਿਓ ਜਿੱਥੇ ਮੈਂ ਆਪਣੇ ਕਾਗਜ਼ ਪੜ੍ਹ ਕੇ ਰਿਪੋਰਟਾਂ ਬਣਾਵਾਂ। ਮੈਂ ਵੱਡੇ ਹਾਈ ਪ੍ਰੋਫਾਈਲ ਡੈਸਕਾਂ ਤੋਂ ਮੈਨੂੰ ਕੋਈ ਲੋੜ ਨਹੀਂ ਹੈ। ਲੱਗਿਆ ਰਿਹਾ। ਫਿਰ ਬਾਅਦ 'ਚ ਮੈਂ ਚਾਈਨਾ, ਪਿਛਲੇ ਸਾਲ 10 ਸਾਲ ਤੋਂ ਮੈਂ ਚਾਈਨਾ ਦੇ ਐਨਾਲਿਸਿਸ 'ਤੇ ਲੱਗਿਆ ਰਿਹਾ। ਐਨਾਲਿਸਿਸ ਕਿੰਨੀਆਂ ਜ਼ਿਆਦਾ 100, 200, 200, 1000 ਰੋਜ਼ ਕਾਗਜ਼ ਪੜ੍ਹਨਾ ਪੈਂਦਾ। ਉਹਦੇ 'ਚੋਂ ਇੱਕ ਤਰ੍ਹਾਂ ਦੀ ਜਿਵੇਂ ਸੂਈ ਤੂੜੀ 'ਚੋਂ ਲੱਭਣੀ ਪੈਂਦੀ ਹੈ, ਇਨਫੋਰਮੇਸ਼ਨ ਐ ਲੱਭਣੀ ਪੈਂਦੀ ਹੈ। ਨਹੀਂ ਤਾਂ ਝੂਠ ਤੂਫਾਨ ਤਾਂ ਸਾਰੇ ਹੁੰਦਾ ਕਿ ਸੱਚ ਆਹੀ ਹੈ, ਇਹਨੂੰ ਯੂਜ਼ ਕਰੋ। ਅਤੇ ਉਹ ਹੁੰਦਾ ਰਿਹਾ। ਅਤੇ ਫਿਰ ਇੱਥੇ ਉਦੋਂ ਬਾਅਦ ਫਿਰ ਮੈਨੂੰ ਫਿਰ ਤਾਂ ਮੈਨੂੰ ਗੱਲ ਕਲੀਅਰ ਹੋ ਗਈ ਨਾ ਸਾਰੀ। ਔਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਹੈਲੀਬੋਰਨ ਆਪਰੇਸ਼ਨ, ਇਹ ਹਲੇ ਮੈਂ ਟੌਪ ਸੀਕਰੇਟ ਬ੍ਰਾਂਚਿਸ ਲੈ ਜਾਂ ਛੱਡੀ ਨਹੀਂ ਸੀਗੀ ਮੈਨੂੰ। ਕਿੱਥੇ ਪਹਿਲਾਂ ਚੌਂਕ ਮਹਿਤਾ ਹੋਣਾ ਸੀ, ਫਿਰ ਉਹ ਚੌਕ ਮਹਿਤਾ ਵਾਲੀ ਤਾਂ ਬਿਲਕੁਲ ਝੂਠ ਹੈ। ਜੇ ਕੋਈ ਬੋਲੇ ਚੌਕ ਮਹਿਤਾ ਦੀ ਵੀ ਗੱਲ ਕਰ ਲੈਂਦੇ, ਹੁਣੇ ਗੱਲ ਕਰ ਲੈਂਦੇ, ਤੁਹਾਡੀ ਮਰਜ਼ੀ। ਕਿੱਥੇ ਹੋਣਾ ਸੀ ਤੁਹਾਡੀ ਇਨਫੋਰਮੇਸ਼ਨ ਮੁਤਾਬਕ? ਇਹ ਤਾਂ ਤੁਹਾਡੇ ਕੋਲ ਇਹਦਾ ਪੁਖਤਾ ਇਨਫੋਰਮੇਸ਼ਨ ਹੈ, ਤਾਂ ਪ੍ਰਾਇਮਰੀ ਇਨਫੋਰਮੇਸ਼ਨ ਹੈ ਤੁਹਾਡੀ। ਪਹਿਲਾਂ ਚੌਕ ਮਹਿਤਾ ਦੀ ਗੱਲ ਕਰੋ, ਕਿਉਂਕਿ ਚੌਕ ਮਹਿਤਾ ਜੀ ਤਾਂ ਬਹੁਤ ਪਹਿਲਾਂ ਦੀ ਗੱਲ ਹੈ ਨਾ, ਜਦੋਂ ਉਹ ਗੁਰੂ ਨਾਨਕ ਨਿਵਾਸ 'ਚ ਆਏ ਉਦੋਂ ਪਹਿਲਾਂ ਦੀ ਗੱਲ ਸੀਗੀ। ਉਹ ਫਿਰ ਡਿਸਜੁਆਇੰਟਡ ਹੋ ਜਾਏਗਾ, ਮਗਰ ਇਹਨੂੰ ਅਲੱਗ ਰੱਖੋ ਜਿਹੜਾ ਕਿ ਹੈਲੀਬੋਰਨ। ਚੌਕ ਮਹਿਤਾ 'ਚ ਮੈਨੂੰ ਸੰਟੂਖ ਸਾਹਿਬ ਨੇ ਬੁਲਾਇਆ, ਉਸ ਵੇਲੇ ਸੰਟੂਖ ਸੀਗੇ,
ਦੂਸਰੇ ਵੇਲੇ ਸਕਸੈਨਾ ਸੀਗਾ ਸੈਕਟਰੀ। ਸਿੱਧੂ ਤੋਂ ਜਾ ਕੇ ਕੇਸਿੰਗ ਕਰ ਚੌਕ ਮਹਿਤਾ ਦੀ। ਕੇਸਿੰਗ ਦਾ ਮਤਲਬ ਨਕਸ਼ਾ ਬਣਾ ਜਾ ਕੇ ਅੰਦਰ ਕਿ ਵੀ ਪਿੰਡਾਂ ਵਾਲੇ ਕਿੱਥੇ ਹੈ, ਕੀ ਕਰਦਾ, ਕੀ ਉਹਦੀ ਗਤੀਵਿਧੀਆਂ ਨੇ, ਤਾਂ ਕਿ ਆਪਾਂ ਇੱਕ ਹੈਲੀਬੋਰਨ ਆਪਰੇਸ਼ਨ ਸ਼ੁਰੂ ਕਰ ਦਈਏ। ਮੈਂ ਕਿਹਾ ਸੰਡੂ ਸਾਨੂੰ ਕਿ ਮੇਰੇ ਵਰਗਾ ਬੰਦਾ ਤਾਂ ਪਛਾਣਿਆ ਜਾਊ, ਤੁਸੀਂ ਤਾਂ ਜੇ ਚਾਹੁੰਦੇ ਹੋ ਕਿ ਵੀ ਇਹਨੂੰ ਪਛਾਣਿਆ ਜਾਊ ਤਾਂ ਭਾਈ ਮੈਂ ਜਾਣਾ। ਔਰ ਜਦੋਂ ਉਹਨੂੰ ਅੱਛਾ ਇਹ ਹੈ, ਇੱਕ ਦੂਸਰਾ ਬੰਦਾ ਮੇਰੀ ਜਗ੍ਹਾ ਭੇਜਿਆ, ਉਹਦੀ ਵੀ ਇਹੀ ਜਿਹੀ ਆਈਡੈਂਟੀਫਿਕੇਸ਼ਨ ਕਿ ਉਹਨੂੰ ਕੱਢ ਗਿਆ, ਉਹਨੂੰ ਸਸਪੈਕਟਡ ਇੰਟੈਲੀਜੈਂਸ ਅਫਸਰ ਸਮਝ ਕੇ ਉਹਦੇ ਡੰਡਾ ਮਾਰ ਕੇ ਭਜਾਤਾ ਇਹਨਾਂ ਨੇ। ਇਹ ਕੰਮ ਤਾਂ ਇੱਕ ਛੋਟੇ ਕਲਰਕ ਤੋਂ ਵੀ ਹੋ ਸਕਦੇ ਸੀ। ਅੰਮ੍ਰਿਤਸਰ 'ਚ ਕਿੰਨੇ ਬੈਠੇ ਸੀਗੇ। ਮੈਨੂੰ ਲੱਗਦਾ ਇਹ ਹੈ ਕਿ ਪਿੰਡਾਂ ਵਾਲੇ ਨੂੰ ਡਰਾਉਣਾ ਚਾਹੁੰਦੇ ਸੀ ਉਸ ਵੇਲੇ, ਤਾਂ ਕਿ ਚੌਕ ਮਹਿਤਾ ਛੱਡ ਕੇ ਆ ਜਾਏ ਗੁਰੂ ਨਾਨਕ ਯੂਨੀਵਰਸਿਟੀ। ਔਰ ਗੁਰੂ ਨਾਨਕ, ਕਿਉਂਕਿ ਪਿੰਡਾਂ ਵਾਲਾ ਜੋ ਕੁਛ ਗੁਰੂ ਨਾਨਕ ਚੌਕ ਮਹਿਤਾ 'ਚ ਕਹਿੰਦਾ ਸੀ ਕੋਈ ਅਖਬਾਰ 'ਚ ਲਿਖਦਾ ਨਹੀਂ ਸੀਗਾ। ਇੱਥੇ ਆ ਕੇ ਦੋ ਚੀਜ਼ਾਂ ਹੋ ਜਾਣਗੀਆਂ, ਇੱਕ ਤਾਂ ਉਹਦੀ ਗਤੀਵਿਧੀਆਂ ਨੋਟਿਸ 'ਚ ਆ ਜਾਣਗੀਆਂ, ਦੂਸਰਾ ਅਕਾਲੀਆਂ ਦੇ ਉੱਤੇ ਜ਼ੋਰ ਪੈ ਜਾਏਗਾ। ਔਰ ਚਾਹੁੰਦੇ ਇਹੀ ਸੀਗੇ। ਉੱਥੇ ਕੋਈ ਆਪਰੇਸ਼ਨ ਨਹੀਂ ਹੋਇਆ, ਸਿਰਫ ਆਪਰੇਸ਼ਨ ਇੱਕੋ ਹੀ ਹੋਇਆ ਸੀ ਜਦੋਂ ਉਹਨੂੰ ਫੜਨਾ ਸੀ ਨਾ, ਜਦੋਂ ਫੜਨਾ ਸੀਗਾ ਉਦੋਂ ਜਨਰਲ ਸਿਨਹਾ ਨੂੰ ਪੁੱਛਿਆ ਪੰਜਾਬ ਦੇ ਚੀਫ ਸੈਕਟਰੀ ਨੇ ਕਿ ਜੀ ਤੁਸੀਂ, ਪਹਿਲਾਂ ਤਾਂ ਉੱਪਰੋਂ ਹੁਕਮ ਆਇਆ ਮਿਸਿਸ ਗਾਂਧੀ ਦਾ ਡਿਫੈਂਸ ਮਿਨਿਸਟਰ ਦੇ ਥਰੂ, ਸਿਨਹਾ ਨੇ ਲਿਖਿਆ ਆਪਣੀ ਕਿਤਾਬ ਇੰਟਰਵਿਊ 'ਚ ਲਿਖਿਆ ਕਿ ਜੀ ਤੁਸੀਂ ਉਹ ਜਾ ਕੇ ਉਹਨੂੰ ਫੜੋ। ਉਹ ਸਿਨਹਾ ਨੇ ਕਿਹਾ ਕਿ ਆਰਮੀ ਉਹਦੇ ਬਖਸ਼ੀ ਜਨਰਲ ਕੌਣ ਸੀ, ਉਹਦਾ ਮੇਜਰ ਜਨਰਲ ਸਟਾਫ ਅਫਸਰ, ਉਹਨੂੰ ਕਿਹਾ ਜੀ ਤੁਸੀਂ ਫੜ ਲਓ। ਉੱਥੇ ਸਿਨਹਾ ਨੇ ਰੋਕਤਾ ਕਿ ਯੂ ਵਿਲ ਨਾਟ ਡੂ ਐਨੀਥਿੰਗ, ਮੈਂ ਮਿਸਿਸ ਗਾਂਧੀ ਨੂੰ ਐਕਸਪਲੇਨ ਕਰੂੰਗਾ ਕਿ ਆਰਮੀ ਦਾ ਕੰਮ ਨਹੀਂ ਇਹਦੇ 'ਚ। ਜਦੋਂ ਉਹਨੇ ਜਵਾਬ ਦੇ ਦਿੱਤਾ, ਪੰਜਾਬ ਦੇ ਚੀਫ ਸੈਕਟਰੀ ਨੇ ਸਿਨਹਾ ਨੂੰ ਕਿਹਾ ਜੀ ਸਾਨੂੰ ਟੈਂਕ ਦੇ ਦਿਓ, ਪੁਲਿਸ ਨੂੰ ਵੀ ਟੈਂਕ ਦੇ ਦਿਓ, ਉਹਨੂੰ ਫੜਨਾ ਸੀ ਤਾਂ ਕਿ ਬੜਾ ਧਮਾਕਾ ਪਵੇ ਨਾ। ਉੱਥੇ ਕੋਈ ਆਪਰੇਸ਼ਨ ਨਹੀਂ ਹੋਣਾ ਸੀਗਾ। ਜਿਹੜਾ ਵੀ ਕੁਛ ਹੈ ਇਹ ਕਨਫਿਊਜ਼ ਕਰਨ ਵਾਸਤੇ ਲੋਕ ਕਹਿ ਰਹੇ ਨੇ। ਅਸਲੀ ਇੱਕੋ ਹੀ ਵਾਰੀ ਆਪਰੇਸ਼ਨ ਪਲਾਨ ਹੋਇਆ, ਜਿਹਦੀ ਮੀਟਿੰਗ ਮੈਂ MI6 ਦਾ ਦਿੱਲੀ 'ਚ ਰਿਪਰੈਜ਼ੈਂਟੇਟਿਵ ਸੀ, ਨਾਂ ਮੈਨੂੰ ਯਾਦ ਹੈ, ਨਾਂ ਨਹੀਂ ਦੱਸ ਸਕਦੇ ਕਿਉਂਕਿ ਕੌਨਫੀਡੈਂਸ਼ੀਅਲਿਟੀ ਹੁੰਦੀ ਹੈ ਇੱਕ ਦੂਸਰੇ ਦੀ। ਉਹਨੂੰ ਮੈਂ ਕੌ ਨੂੰ ਮਿਲਾਉਣ ਵਾਸਤੇ ਲਿਆ ਵੀ ਕੌ ਮਿਲਣਾ ਚਾਹੁੰਦਾ ਉਹਨੂੰ। ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ ਹੈ ਜਦ ਬੜਾ ਸੀਨੀਅਰ ਅਫਸਰ ਜਿਹੜਾ ਉਹਨਾਂ ਦਾ ਇੱਥੇ ਏਜੰਟ ਹੈ, ਅਤੇ ਮੈਂ ਮਿਲਦਾ ਸੀ ਸਾਰਿਆਂ ਨੂੰ ਆਪਣੇ ਕੰਮਾਂ ਵਾਸਤੇ, ਅਤੇ ਉਹਨੂੰ ਮੈਂ ਮਿਲਾਤਾ ਕੌ ਨੂੰ। ਅਤੇ ਜਨਰਲੀ ਮੈਂ ਨਾਲ ਹੁੰਦਾ ਸੀ ਬੈਠਾ, ਮੈਨੂੰ ਕੌ ਨੇ ਕਿਹਾ ਸਿੱਧੂ ਯੂ ਕੈਨ ਵੇਟ ਇਨ ਹਿਸ ਸਟਾਫ ਅਫਸਰਸ ਰੂਮ। ਰਤਨਾਕਰ ਰਾਓ ਮੇਰੇ ਨਾਲ 2 ਸਾਲ ਸੀਨੀਅਰ ਸੀ, ਉਹਦੇ ਕਮਰੇ 'ਚ ਬਹਿ ਗਿਆ। ਮੈਨੂੰ ਹੈਰਾਨੀ ਕਿ ਵੀ ਇਹੀ ਜਿਹੀ ਗੱਲ ਕੀ ਕਰ ਰਹੇ ਨੇ ਜਿਹੜਾ ਮੈਨੂੰ ਨਹੀਂ ਵੇਖਿਆ। ਔਰ ਮੀਟਿੰਗ ਤੋਂ ਬਾਅਦ ਮੈਂ 15 ਕੁ ਦਿਨਾਂ 'ਚ ਮੈਂ ਐਨਾਲਿਸਿਸ ਵੱਲ ਆ ਗਿਆ, ਛੱਡਤੇ ਸਾਰੇ ਕੰਮ। ਫਿਰ ਰਾਮਨ ਆਪਣੀ ਕਿਤਾਬ 'ਚ ਲਿਖਦਾ ਕਾਊਬॉयਜ਼ ਆਫ RNAW ਕਿ ਉਹ ਦਸੰਬਰ 1983 ਦੇ ਵਿੱਚ 2 ਬੰਦੇ MI6 ਦੇ ਰੈਕੀ ਕਰਨ ਗਏ ਗੋਲਡਨ ਟੈਂਪਲ 'ਚ, ਅਤੇ ਉਹ ਇਹੀ ਬੰਦੇ ਜਿਹੜੀ ਮੀਟਿੰਗ ਤੋਂ ਬਾਅਦ ਉੱਥੇ ਰੈਕਿੰਗ ਕਰਨ ਗਏ। ਉਸ ਵੇਲੇ ਮੋਸਟ ਪ੍ਰੋਬੇਬਲੀ ਇੱਕ SAS ਦਾ ਬੰਦਾ ਸੀ ਉਹਨਾਂ 'ਚੋਂ, ਸਪੈਸ਼ਲ ਏਅਰ ਸਰਵਿਸਿਜ਼, ਬੜੀ ਐਲੀਟ ਕਮਾਂਡੋ ਗਰੁੱਪ ਹੈ ਯੂਨਿਟ ਦਾ ਜਿਹੜਾ ਇੰਗਲੈਂਡ ਦਾ, ਜ਼ਿਆਦਾਤਰ ਉੱਥੋਂ ਹੀ ਸ਼ੁਰੂ ਹੋਈਆਂ ਨੇ ਸਾਰੀਆਂ। ਉਹ ਵੀ RNAW ਦੇ ਬੰਦਿਆਂ ਨੂੰ ਬਾਕੀ ਜਗ੍ਹਾ ਟ੍ਰੇਨ ਟ੍ਰੂਨ ਉਹੀ ਕਰਦੇ ਨੇ। ਅਤੇ ਉਹ ਕਾਓ ਨੇ ਕਿਹਾ ਨਾਗਰਾਨੀ ਨੂੰ, RT ਨਾਗਰਾਨੀ ਸੀ ਡਾਇਰੈਕਟਰ ਜਨਰਲ ਸਿਕਿਉਰਿਟੀ ਉਸ ਵੇਲੇ ਦੇ, ਔਰ ਉਹ ਜਨਰਲੀ ਸੈਕਟਰੀ RNAW, ਡਾਇਰੈਕਟਰ RNAW DGS ਵੀ ਹੁੰਦਾ, ਦੋਨੋਂ ਚਾਰਜ ਪੈਰਲਲ, ਕਿਉਂਕਿ ਨਿਗਰਾਨੀ ਔਰ ਸਕਸੈਨਾ ਬਰਾਬਰ ਦੀ ਸੀਨੀਅਰਟੀ ਸੀ, ਅਤੇ ਨਿਗਰਾਨੀ ਨੂੰ ਇੰਡੀਪੈਂਡੈਂਟ ਚਾਰਜ ਦਿੱਤਾ। ਅਤੇ ਕੌ ਸਾਹਿਬ ਨੇ ਨਿਗਰਾਨੀ ਸਾਹਿਬ ਨੂੰ ਕਿਹਾ, ਮੈਂ ਨਿਗਰਾਨੀ ਸਾਹਿਬ ਨਾਲ ਖੁਦ ਗੱਲ ਕੀਤੀ, ਹੁਣ ਤਾਂ ਬਹੁਤ ਬਜ਼ੁਰਗ ਹੋ ਗਏ, ਉਸ ਵੇਲੇ ਬੜੀ ਮੈਨੂੰ ਦੱਸਿਆ ਸਮਝਾਇਆ ਕਿ ਮੈਨੂੰ ਕਿਹਾ ਕਿ ਇਹ ਤੁਸੀਂ ਹੁਣ ਆਪਾਂ ਲੰਗਰ ਦੇ ਉੱਤੇ ਜਦੋਂ ਪਿੰਡਾਂ ਵਾਲੇ ਉਸ ਵੇਲੇ ਤੱਕ ਦਸੰਬਰ 1983 ਦੇ ਵਿੱਚ ਉਹ ਕੱਲ੍ਹ ਤੱਕ ਚਲੇ ਗਏ ਸੀਗੇ, ਔਰ ਉੱਥੋਂ ਪੈਦਲ ਆਉਂਦੇ ਹੁੰਦੇ ਸੀ 8-10 ਦੇ ਨਾਲ ਗਨਮੈਨ ਹੁੰਦੇ ਸੀਗੇ ਨਾਲ, ਕੈਜੂਅਲੀ ਤੁਰਦੇ ਫਿਰਦੇ ਹੁੰਦੇ ਸੀ, ਕੋਈ ਗੱਲ ਨਹੀਂ, ਅਨਮਾਈਂਡਫੁਲ ਕਿ ਮੈਨੂੰ ਕੌਣ ਫੜੇਗਾ। ਉੱਥੇ ਲੈਕਚਰ ਕਰਦੇ ਸੀ। ਜਦੋਂ ਉਹ ਲੈਕਚਰ ਕਰੇਗਾ, ਜਦੋਂ ਖਤਮ ਹੋਣ ਤੋਂ ਪਹਿਲਾਂ, ਔਰ ਕਮਾਂਡੋਜ਼ 2 ਹੈਲੀਕਾਪਟਰ 'ਚ ਉਤਰਨਗੇ ਔਰ ਉਸ ਨੂੰ ਫੜ ਕੇ ਨਾਲ ਲੱਗਵੀਂ ਸੜਕ ਦੇ ਵਿੱਚ CRP ਦੀ ਮਦਦ ਨਾਲ ਬੁਲੇਟ ਪ੍ਰੂਫ ਕਾਰ 'ਚ ਲੈ ਜਾਣਗੇ। ਇੱਕ ਇਹ ਉਹਨਾਂ ਨੇ ਕਿਹਾ ਕਿ ਇੱਕ ਸਰਸਾਵਾ ਹੈ ਸਹਾਰਨਪੁਰ ਡਿਸਟ੍ਰਿਕਟ ਦੇ ਵਿੱਚ, ਏਅਰ ਬੇਸ ਹੈ RNAW ਦਾ, ਬਾਕੀ ਦਾ ਕੌਨਫੀਡੈਂਸ਼ੀਅਲ। ਉੱਥੇ ਸੈਂਡ ਮਾਡਲ ਬਣਿਆ ਸਾਰਾ ਗੋਲਡਨ ਟੈਂਪਲ ਦਾ, ਉਹ ਉੱਥੇ ਪ੍ਰੈਕਟਿਸ ਹੋਈ, ਸਾਰਾ ਕੁਝ ਦੱਸਿਆ ਗਿਆ। ਉਸ ਨੂੰ ਦਿੱਲੀ ਲਿਆਂਦਾ CRP ਨੂੰ ਦੱਸਣ ਵਾਸਤੇ ਕਿ 3 ਕੋਆਰਡੀਨੇਟ ਤੁਸੀਂ ਕਿਵੇਂ ਬਣਾਓਗੇ, ਐਗਜ਼ੈਕਟ ਟਾਈਮ ਜਦੋਂ ਉਹ ਉਤਰਨ ਵਾਲੇ ਹੋਣਗੇ ਕਮਾਂਡੋ, ਉਦੋਂ 5-10 ਮਿੰਟ ਪਹਿਲਾਂ ਤੁਸੀਂ ਇਸ ਤਰ੍ਹਾਂ ਬਣਾ ਲਓ ਤਾਂ ਕਿ ਕੋਈ ਬੰਦਾ ਇੱਧਰ ਆ ਹੀ ਨਾ ਪਾਵੇ। ਅਤੇ ਇਹ ਸਾਰਾ ਕੁਛ ਉਹਨਾਂ ਨੇ ਮੈਨੂੰ ਦੱਸਿਆ। ਅਤੇ ਅਖੀਰ ਦੇ ਵਿੱਚ ਜਦੋਂ ਪੂਰੀ ਤਿਆਰੀ ਹੋ ਗਈ, ਕੌ ਸਾਹਿਬ ਨੇ ਕਿਹਾ ਕਿ ਹੁਣ ਟਾਈਮ ਆ ਗਿਆ, ਚਲੋ ਮਿਸਿਸ ਗਾਂਧੀ ਨੂੰ ਬਰੀਫ ਕਰ ਤੂੰ ਨਿਗਰਾਨੀ ਸਾਹਿਬ।
ਨਗਰਾਣੀ ਸਾਹਿਬ ਨੇ ਕਿਹਾ ਵੀ ਤੂੰ ਵੀ ਤਾਂ ਜਾਣਦਾ, ਡਰਦੇ ਨੇ ਪ੍ਰਾਈਮ ਮਿਨਿਸਟਰ ਨੂੰ। ਕਹਿੰਦਾ ਜੀ ਕੌਰ ਸਾਹਿਬ ਨੇ ਕਿਹਾ ਸਰ ਤੁਸੀਂ ਦੱਸੋ, ਤੁਸੀਂ ਵੀ ਤਾਂ ਜਾਣਦਾ ਸਾਰਾ ਕੁਛ, ਮੈਨੂੰ ਨਾ ਪਾਓ। ਕਹਿੰਦਾ ਨਹੀਂ ਤੈਨੂੰ ਦੱਸਣਾ ਪਊ। ਕਹਿੰਦਾ ਜੀ ਮੈਂ ਔਰ ਕੌਰ ਸਾਹਿਬ ਗਏ, ਸੀਨੀਅਰ ਅਫਸਰ ਬੜੇ, ਉਹ ਵੀ 51-2 ਬੈਚ ਦੇ ਸੀਨੀਅਰ ਆਦਮੀ ਵੱਡੇ, ਅਤੇ ਉਹਨਾਂ ਨੇ DGS ਬਾਅਦ ਜਿਹੜਾ ਹੈ ਨਾ NSG, ਉਹਨਾਂ ਨੇ ਖੜੀ ਕੀਤੀ ਬਾਅਦ 'ਚ, ਅਤੇ ਹੀ ਵਾਜ਼ ਦ ਫਸਟ ਡਾਇਰੈਕਟਰ ਆਫ NSG। ਅਤੇ ਇਹ ਜਾ ਕੇ 1 ਅਕਬਰ ਰੋਡ ਦੇ ਵਿੱਚ ਹੀ ਦੱਸਿਆ, ਉਹਨੂੰ ਬਰੀਫਿੰਗ ਕੀਤੀ ਮਿਸਿਸ ਗਾਂਧੀ ਨੂੰ, ਅਤੇ ਮਿਸਿਸ ਗਾਂਧੀ ਨੂੰ ਉਹਨੇ ਕਿਹਾ ਕਿੰਨੀ ਕੁ ਨੁਕਸਾਨ ਹੋ ਜਾਏਗਾ। ਅਤੇ ਉਹਨਾਂ ਨੇ ਸੋਚਿਆ ਕਿ ਹੈਲੀਕਾਪਟਰਾਂ ਦੀ ਗੱਲ ਕਰਦੇ ਹਾਂ, ਕਮਾਂਡੋ ਦੀ। ਕਹਿੰਦੇ ਜੀ ਦੋਵੇਂ ਹੈਲੀਕਾਪਟਰ ਵੀ ਜਾ ਸਕਦੇ ਨੇ, ਇਹ ਜਿਵੇਂ ਉਸਾਮਾ ਬਿਨ ਲਾਡਨ ਨੂੰ ਫੜਿਆ ਨਾ, ਇਸੇ ਤਰ੍ਹਾਂ ਉਹ ਆਪਰੇਸ਼ਨ ਸੀ। ਹੋ ਸਕਦਾ ਸਾਡੇ 20% ਕਮਾਂਡੋ ਵੀ ਚਲੇ ਜਾਣ, 10-12 ਕਮਾਂਡੋ ਇੱਕ 'ਚ ਹੁੰਦੇ ਨੇ, 24 48 5 ਬੰਦੇ ਮਰ ਜਾਣਗੇ। ਨਹੀਂ ਸਿਵੀਲੀਅਨ ਕੈਜੂਅਲਟੀ ਕਿੰਨੀ ਹੁੰਦੀਆਂ। ਅਤੇ ਉਹਨਾਂ ਨੇ ਕਿਹਾ ਜੀ ਇਹਦਾ ਤਾਂ ਦੱਸਣਾ ਮੁਸ਼ਕਿਲ ਹੈ। ਮੈਂ ਹੀ ਲਿਖਿਆ ਕਿ ਛੱਤ ਦੇ ਉੱਤੇ ਕਿ 200-300 ਬੰਦੇ ਬੈਠਣਗੇ ਉਹਦੇ ਉੱਤੇ ਭਿੰਡਰਾਂ ਵਾਲਿਆਂ ਨੂੰ ਫੜਨ ਵਾਸਤੇ। ਅਤੇ ਮੈਂ ਇਹ ਵੀ ਲਿਖਿਆ ਕਿ ਜ਼ਿਆਦਾਤਰ ਰਿਐਕਸ਼ਨ ਇਹ ਹੁੰਦਾ ਕਿ ਆਮ ਜਿਹੜੇ ਪਿਲਗ੍ਰਿਮਸ ਨੇ ਉਹਨਾਂ ਨੇ ਕੀ ਲੈਣਾ ਨੇ, ਤੋਂ ਥੋੜ੍ਹਾ ਦੂਰ ਹਟ ਜਾਣਗੇ ਜਦੋਂ ਦੇਖਿਆ ਹੈਲੀਕਾਪਟਰ, ਔਰ ਉੱਪਰੋਂ ਕਮਾਂਡੋ ਉੱਪਰ ਬੈਠੇ ਬੈਠੇ ਹੀ ਉਹ ਜਿਹੜੇ ਗਨਮੈਨ ਸੀ 8-10 ਉਹਨਾਂ ਨੂੰ ਮਾਰਨਗੇ, ਔਰ ਇੱਕਦਮ ਰੱਸੇ ਦੇ ਨੀਚੇ ਆ ਕੇ ਭਿੰਡਰਾਂ ਵਾਲੇ ਨੂੰ ਫੜ ਕੇ ਲੈ ਜਾਣਗੇ। ਮੈਂ ਫਿਰ ਵੀ ਲਿਖਿਆ ਇਹਦੇ 'ਚ ਕਿ ਹੋ ਸਕਦਾ ਕਿ 20%, ਚਲੋ 300 ਬੰਦਿਆਂ ਦੇ 200% ਮਰ ਜਾਣ, ਤਾਂ ਕਿੰਨੇ 60 ਬੰਦੇ। ਅਤੇ ਮਿਸਿਸ ਗਾਂਧੀ ਨੇ ਕਿਹਾ ਜੀ ਇੰਨੀ ਅਸੀਂ ਲਾਸ ਨਹੀਂ ਸਹਿ ਸਕਦੇ, ਬਹੁਤ ਮਰ ਜਾਣਗੇ। ਮੈਂ ਇਹ ਵੀ ਲਿਖਿਆ ਕਿ ਇਸ ਲਾਸ ਨੂੰ ਬਲੂ ਸਟਾਰ ਦੇ ਲਾਸ ਨਾਲ ਕੰਪੇਅਰ ਕਰੋ, ਕਿੰਨੇ ਹਜ਼ਾਰ ਲੋਕ ਮਰ ਗਏ। ਕਿਉਂਕਿ ਮਿਸਿਸ ਗਾਂਧੀ ਨੂੰ ਮੈਨੂੰ ਲੱਗਦਾ ਕਿ ਪਹਿਲਾਂ ਹੀ 1 ਅਕਬਰ ਰੋਡ ਦੇ ਬੰਦੇ ਜਿਹੜੇ ਬਾਕੀ ਲੋਕ ਸੀ, ਰਾਜੀਵ ਗਾਂਧੀ, ਅਰੁਣ ਨਹਿਰੂ, ਫੋਤੇਦਾਰ, ਮਿਸਿਸ ਗਾਂਧੀ, ਉੱਥੇ ਤਾਂ ਉਹੀ ਤਾਂ ਦਫ਼ਤਰ ਸੀ ਉਹਨਾਂ ਦਾ, ਪਹਿਲਾਂ ਦੱਸ ਦੇਣਾ ਭਾਈ ਤੂੰ ਮੰਨੀ ਨਾ ਇਹਦੇ ਬਾਰੇ, ਆਪਣਾ ਤਾਂ ਪ੍ਰੋਗਰਾਮ ਉੱਥੇ ਦਾ ਹੈ, ਇਲੈਕਸ਼ਨ ਨਹੀਂ ਜਿੱਤ ਪਾਵਾਂਗੇ। ਜੇ ਪਿੰਡਾਂ ਵਾਲਾ ਫੜਿਆ ਗਿਆ ਸਾਰਾ ਦੱਸ ਦੂ ਤੁਹਾਡੇ ਬਾਰੇ ਕਿ ਮੈਂ ਤਾਂ ਤੁਹਾਡਾ ਕੰਮ ਕਰਦਾ ਸੀ, ਹੈ ਨਾ। ਅਤੇ ਇਹ ਕਿਉਂ ਰਿਜੈਕਟ ਹੋਇਆ? ਕਹਿੰਦੇ ਫਿਰ ਉਹਨਾਂ ਨੇ ਇਹ ਵੀ ਕਿਹਾ ਨਗਰਾਨੀ ਸਾਹਿਬ ਨੇ ਕਿ ਦੇਖੋ ਬਾਅਦ ਦੇ ਵਿੱਚ ਬਹੁਤ ਅਫਸੋਸੇ ਜੇ ਮੂੰਹ 'ਚ ਮਿਸਿਸ ਗਾਂਧੀ ਨੇ ਕਿਹਾ कि मुझे पता है कि कभी ना कभी सिख मुझे मार देंगे ज़रूर, पर ये मुझे बुरा ये लगता कि मेरे बच्चों का क्या होगा। ये चीज़ मेरे फादर इन लॉ ने भी कही मिसिस गांधी ने जो उन्होंने मिलन गए कि भाई तू गोल्डन टैंपल च आर्मी ना भेजी कदे, बहुत गड़बड़ हो जाएगी। उन्हें क्या सरदार साहब ऐसा कैसे सोच सकते हैं, मैं ऐसा काम कर सकती हूँ। और 3 दिन पहला की गल है ब्लू स्टार तो जो कि आर्मी दी तैयारियां 26 ਨੂੰ तो फाइनल डिसीजन हो गया सीगा, 25, 26, 29 3 मीटिंगां हुई। उन्हें लिखिया अपने ਜਿਹੜੇ ਨੇ PC ਅਲੈਗਜ਼ੈਂਡਰ ਨੇ ਆਪਣੀ ਕਿਤਾਬ 'ਚ ਜਨਰਲ ਵੈਦਿਆ ਦੇ ਨਾਲ। ਉਹ ਅੱਗੇ ਜੇ ਗੱਲ ਕਰਾਂਗੇ ਉਹਦੀ, ਨਹੀਂ ਤਾਂ ਕਨਫਿਊਜ਼ਨ ਹੁੰਦਾ ਜੋ ਤੋਂ ਹੋਰ ਦੱਸੀ। ਹਾਂ, ਇੱਕ ਇਹ ਕਿ ਮਤਲਬ ਆਪਰੇਸ਼ਨ ਬਲੂ ਸਟਾਰ ਬਾਰੇ ਜਿਹੜੀ ਤੁਸੀਂ 3 ਦੀ ਮੀਟਿੰਗ ਦਾ ਮੈਂ ਪੂਰਾ ਚੈਪਟਰ ਜਿਹੜਾ ਪੜ੍ਹਦੇ ਹਾਂ, ਤੁਹਾਡਾ ਇੱਕ ਚੈਪਟਰ ਹੀ ਹੈ ਜਿਹਦਾ ਨਾਮ ਆਪਰੇਸ਼ਨ ਬਲੂ ਸਟਾਰ ਹੈ, ਉਹਦੇ ਬਾਰੇ ਦੱਸੋ। ਉਹਦੇ 'ਚ ਇਹੀ ਹੈ ਕਿ ਦੇਖੋ ਇਹ ਜਦੋਂ ਹੁਣ ਜਨਰਲ ਬਰਾੜ ਦੀ ਖਾਸ ਤੌਰ ਤੇ ਭੂਮਿਕਾ, ਸੁੰਦਰ ਜੀ ਦੀ, ਹਾਂ ਉਹ ਐਕਚੁਅਲੀ ਹੁਣ ਟਾਈਮ ਆ ਗਿਆ ਸੀ। ਦੇਖੋ ਇਲੈਕਸ਼ਨਾਂ ਤੇ ਜਨਵਰੀ 85 ਛੋੜੀਆਂ ਸੀਗੀਆਂ, ਹੋ ਸਕਦਾ ਪਹਿਲਾਂ ਵੀ ਹੋ ਸਕਦਾ। ਹੁਣ ਇਹ ਆ ਗਈ ਜੂਨ ਜੁਲਾਈ, ਹਲੇ ਤਾਂ 7-8 ਮਹੀਨੇ ਰਹਿੰਦੇ ਸੀ ਇਲੈਕਸ਼ਨ ਦੇ। ਜੇ ਕੋਈ ਜਿਵੇਂ ਪਲਾਨ ਕੀਤਾ ਸੀ ਕਿ ਅਸੀਂ ਆਹ ਜਿਹੜੀ ਲॉलेसनेस, ਹਿੰਦੂਆਂ ਦੇ ਡਰ 'ਚ ਜਿਹੜਾ ਦਿਲ 'ਚ ਡਰ ਔਰ ਖਾਲਿਸਤਾਨ ਦੀ ਬਹੁਤ ਵੱਡੀ ਚੀਜ਼ ਬਣ ਚੁੱਕੀ ਸੀਗੀ, ਹੁਣ ਟਾਈਮ ਆ ਗਿਆ ਸੀ ਇਸ ਚੀਜ਼ ਨੂੰ ਖਤਮ ਕਰਨ ਦਾ। ਜਿਹੜੇ ਬੰਦੇ ਰਿਸਪੌਂਸੀਬਲ ਸੀ ਉਹਨਾਂ ਨੂੰ ਖਤਮ ਕਰੋ ਤਾਂ ਕਿ ਹਿੰਦੂਆਂ ਨੂੰ ਸੁੱਖ ਦਾ ਸਾਹ ਆਵੇ, ਚੈਨ ਆਵੇ, ਲੋਕਾਂ ਨੂੰ ਇਹ ਲੱਗੇ ਕਿ ਅਸੀਂ ਤਾਂ ਜੀ ਹਿੰਦੁਸਤਾਨ ਬਚਾ ਲਿਆ। ਅਤੇ ਇਹ ਟਾਈਮ ਜਦੋਂ 3 ਮੀਟਿੰਗਸ ਹੋਈਆਂ, ਇੱਕ 25 ਨੂੰ ਹੋਈ ਜਾਂ 26 ਔਰ ਲਾਸਟ ਦੇ ਵਿੱਚ 23, 25, 26 ਨੂੰ ਇਹ ਪ੍ਰਾਈਮ ਮਿਨਿਸਟਰ ਦੇ ਦਫ਼ਤਰ 'ਚ 2 ਮੀਟਿੰਗ 'ਚ ਮਿਸਿਸ ਗਾਂਧੀ ਸੀ, ਇੱਕ 'ਚ ਨਹੀਂ ਸੀਗੀ। 23 ਵਾਲੀ ਮੀਟਿੰਗ 'ਚ ਜਨਰਲ ਵੈਦਿਆ ਨੇ ਕਿਹਾ ਕਿ ਜੀ ਅਸੀਂ ਤਾਂ ਇੰਨਾ ਜਲਦੀ ਖ਼ਤਮ ਕਰ ਦਿਆਂਗੇ ਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ। ਔਰ ਹਾਂ ਦੂਸਰੀ ਚੀਜ਼ ਇਹ ਪਹਿਲਾਂ ਇਹਨਾਂ ਨੇ ਕਿਹਾ ਜਨਰਲ ਵੈਦਿਆ ਨੇ ਕਿ ਅਸੀਂ ਘਿਰਾਓ ਕਰਾਂਗੇ, ਜਿਵੇਂ ਕਿ ਜਨਰਲ ਸਿਨਹਾ ਨੇ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਲਿਖ ਕੇ ਦਿੱਤਾ। ਜਨਰਲ ਸਿਨਹਾ ਜਿਹੜੇ ਸੀ ਨਾ ਉਸ ਵੇਲੇ GOCS ਕਮਾਂਡ ਦੇ, ਔਰ ਉਹਨਾਂ ਨੇ ਲਿਖਿਆ ਸੀ ਕਿ ਕਦੇ ਵੀ ਅਗਰ ਜ਼ਰੂਰਤ ਪੜੇਗੀ ਇਹੋ ਜਿਹੇ ਆਪਰੇਸ਼ਨ ਦੀ ਤਾਂ ਇਹਦੇ ਆਲੇ ਦੁਆਲੇ ਘੇਰਾ ਕੱਢਣਾ ਚਾਹੀਦਾ, ਬਾਹਰ ਇੱਕ ਅਖੰਡ ਪਾਠ ਖੋਲ੍ਹਣਾ ਚਾਹੀਦਾ, ਸਾਰੀ ਆਰਮੀ ਦੇ ਲੋਕ ਜੁੱਤੀਆਂ ਲਾ ਕੇ ਜਾਣਗੇ ਅੰਦਰ ਅਰਦਾਸ ਕਰਕੇ, ਔਰ ਸਿੱਖ ਜਿਹੜਾ ਹੈਗਾ ਇੱਕ ਆਰਮੀ ਦਾ ਹੋਏਗਾ। ਇਹ ਜਨਰਲ ਸੁੰਦਰ ਜੀ ਦੇ ਪ੍ਰੈਡੀਸੈਸਰ ਸੀਗੇ, ਮਗਰ ਜਨਰਲ ਸੁੰਦਰ ਜੀ ਨੇ ਇਸ ਨੂੰ ਫੋਲੋ ਨਹੀਂ ਕੀਤਾ। ਅਤੇ ਪਰ ਪਹਿਲੀ ਮੀਟਿੰਗ 'ਚ ਕਿਹਾ ਉਹਨੇ ਵੈਦਿਆ ਨੇ ਕਿ ਅਸੀਂ ਘੇਰਾ ਪਾਵਾਂਗੇ ਔਰ ਪਾਣੀ ਬਿਜਲੀ ਕੱਟ ਦਿਆਂਗੇ
ਉਹ ਤੰਗ ਆ ਕੇ ਸਰੈਂਡਰ ਕਰ ਦੇਣਗੇ ਪਹਿਲੇ ਦਿਨ। ਦੂਸਰੀ ਮੀਟਿੰਗ ਉਹਨੇ ਮੰਨੀ, ਦੂਸਰੀ ਮੀਟਿੰਗ 'ਚ ਮੰਨ ਕੇ ਉਹਨੂੰ ਬੁਲਾਇਆ ਕਿ ਮੈਂ ਤਾਂ ਚਾਹੁੰਦਾ। ਉਹਨੇ ਮੀਟਿੰਗ 'ਚ ਕਿਹਾ ਕਿ ਸਰ ਦੇਖੋ ਮੈਨੂੰ ਡਾਕਟਰ ਸੁੰਦਰ ਜੀ ਨੇ ਕਿਹਾ ਕਿ ਅਗਰ ਜੇ ਅਸੀਂ ਘੇਰਾ ਪਾ ਲਿਆ ਤਾਂ ਪੰਜਾਬ ਦੇ ਸਿੱਖ ਆ ਕੇ ਸਾਡੇ 'ਤੇ ਅਟੈਕ ਕਰ ਦੇਣਗੇ, ਸਾਨੂੰ ਸੰਭਾਲਣਾ ਅੰਦਰੋਂ ਤੇ ਬਾਹਰੋਂ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਸਾਨੂੰ ਇੱਕਦਮ ਅੰਦਰ ਜਾ ਕੇ ਜਾਵਾਂਗੇ ਔਰ ਪਤਾ ਹੀ ਨਹੀਂ ਲੱਗਣਾ ਕਦੋਂ ਬਾਹਰ ਆ ਗਿਆ ਸੀ, ਇੱਕਦਮ ਖਾਲੀ ਹੋ ਜਾਏਗਾ। ਅਤੇ ਉਹ ਜਿਹੜੀ ਚੀਜ਼ ਹੈ ਨਾ ਕਿਸੇ ਮਿਸਟਰ ਗਾਂਧੀ ਨੇ ਉਹ ਕੁਐਸਚਨ ਪੁੱਛਿਆ ਜਿਵੇਂ ਕਿ ਆਪਰੇਸ਼ਨ ਸਨਡਾਊਨ ਹੈਲੀਬੋਰਨ ਆਪਰੇਸ਼ਨ 'ਚ ਇੱਕ ਚੀਜ਼ ਪੁੱਛੀ। ਔਰ ਜਨਰਲ ਅਲੈਗਜ਼ੈਂਡਰ ਲਿਖਦਾ ਹੈ, PC ਅਲੈਗਜ਼ੈਂਡਰ ਲਿਖਦਾ ਕਿ ਮਿਸਿਸ ਗਾਂਧੀ ਨੂੰ ਆਰਮੀ 'ਚ ਇੰਨਾ ਵਿਸ਼ਵਾਸ ਸੀ ਕਿ ਲੋੜ ਹੀ ਨਹੀਂ ਸੀ ਕੋਈ ਪੁੱਛਣ ਦੀ। ਲੋੜ ਕੇ ਤਾਂ ਉਹ ਤਾਂ ਜਿਹੜੀ ਅਸਲੀ ਚੀਜ਼ ਹੋ ਰਹੀ ਸੀ ਉਹਨਾਂ ਦੇ ਪਲਾਨ ਦੇ ਮੁਤਾਬਕ ਹੋ ਰਹੀ ਸੀ, ਟਾਈਮ ਆ ਗਿਆ ਸੀਗਾ। ਅਤੇ ਇਹਦੇ 'ਚ ਮੈਂ ਉਹ ਵੀ ਲਿਖਿਆ ਕਿ ਭੰਡੇਰ, ਮੈਂ ਜਾਣਦਾ ਉਹਨਾਂ ਨੂੰ DIG ਸੀ, ਉਹਨਾਂ ਨੇ ਸੁਣਦੇ ਉਹਨੂੰ ਜਨਰਲ ਬਰਾੜ ਨੂੰ ਕੀ ਕਿਹਾ। ਦੂਸਰੀ ਚੀਜ਼ ਇਹ ਵੀ ਬਹੁਤ ਇਹੀ ਕਿਹਾ ਕਿ ਭਾਈ ਤੁਸੀਂ ਜਾਣਦੇ ਨਹੀਂ, ਇਹ ਤੁਸੀਂ ਜਿਹੜੇ ਨਾ ਇੱਕ ਸਿੱਖ ਜਿਹੜਾ ਉਹੀ ਸਾਈਕੋਲੋਜੀ ਸਮਝ ਸਕਦਾ, ਜੱਟ ਸਿੱਖ ਸਮਝਦਾ। ਕਹਿੰਦਾ ਮੈਂ ਵੀ ਜੱਟ ਸਿੱਖ ਹਾਂ। ਕਹਿੰਦਾ ਜੀ ਤੁਸੀਂ ਸ਼ਕਲ ਤੋਂ ਤਾਂ ਲੱਗਦੇ ਨਹੀਂ ਜੱਟ ਸਿੱਖ, ਕਿਉਂਕਿ ਜੱਟ ਸਿੱਖ ਦੀਆਂ 2-3 ਚੀਜ਼ਾਂ ਜ਼ਰੂਰੀ ਨੇ। ਇੱਕ ਤਾਂ ਪਿੰਡ 'ਚ ਪੈਦਾ ਹੋਵੇ, ਮੂੰਹ 'ਤੇ ਦਾੜੀ ਮੁੱਛ ਹੋਵੇ, ਤੁਸੀਂ ਤਾਂ ਨਹੀਂ। ਉਹਨੂੰ ਬਹੁਤ ਗੁੱਸਾ ਆਇਆ, ਉਹ ਨਾਰਾਜ਼ ਹੋ ਗਿਆ। ਆਈ ਅੰਡਰਸਟੈਂਡ ਦਾ ਸਾਈਕੋਲੋਜੀ ਆਫ ਦਾ ਸਿੱਖਸ ਬੈਟਰ। ਹਾਂ, ਯੂ ਆਰ ਏ ਮੋਡੀਫਾਈਡ ਜੱਟ ਸਿੱਖ, ਯੂ ਕਾਂਟ ਅੰਡਰਸਟੈਂਡ। ਦੂਸਰੀ ਚੀਜ਼ ਕਿ ਜੇ ਮੈਂ ਜਾਣਦਾ ਉਹਨਾਂ ਨੂੰ 100 ਬੰਦੇ ਜਿਹੜੇ ਅੰਦਰ ਹਾਈਲੀ ਆਰਮਡ ਨੇ, ਜਨਰਲ ਸ਼ਾਬੇਗ ਸਿੰਘ ਦੇ ਟ੍ਰੇਨ ਨੇ, ਉਹ ਲਾਸਟ ਬੰਦਾ ਤੱਕ ਮਰ ਜਾਏਗਾ, ਉਹ ਸਰੈਂਡਰ ਨਹੀਂ ਕਰਨਗੇ ਔਰ ਉਹਨੂੰ ਤੁਸੀਂ ਜੋ ਮਰਜ਼ੀ ਕਰ ਲਓ। ਪਰ ਇੱਕ ਇੰਪੋਰਟੈਂਟ ਚੀਜ਼ ਜਿਹੜੀ ਮੈਨੂੰ ਨਿਗਰਾਨੀ ਸਾਹਿਬ ਨੇ ਦੱਸੀ, ਜਿਹਦੇ ਲੋਕ ਕਨਫਿਊਜ਼ ਕਰਦੇ ਨੇ, ਇਹ ਜਿਹੜੇ ਕਮਾਂਡੋ ਸੀ ਨਾ ਜਿਹੜੇ ਟ੍ਰੇਨ ਕਰਦੇ ਨੇ RNAW 'ਚ ਉਸ ਵੇਲੇ, ਅੱਜ ਕੱਲ੍ਹ ਤਾਂ ਤੁਹਾਡੀ SPG ਵਗੈਰਾ ਕਈ ਚੀਜ਼ਾਂ ਹੋ ਗਈਆਂ, ਹਲੇ ਵੀ ਉਹ 150 ਕਮਾਂਡੋਜ਼ ਨੇ। ਇੱਕ ਤਾਂ SFF ਸੀਕਰੇਟ ਫਰੰਟੀਅਰ ਫੋਰਸ ਜੋ ਤਿੱਬਤਨ ਦੀ 5000 ਦੀ ਹੈ, ਜਿਹੜੀ ਕਿ ਰੀਸੈਂਟਲੀ ਚਾਈਨੀਜ਼ ਵਾਲੇ ਉੱਪਰਲੀ ਹਾਈਟ 'ਤੇ ਪਹੁੰਚਾਤੀ ਸੀ ਨਾ, ਜਿਨ੍ਹਾਂ ਨੇ ਚਾਈਨੀਜ਼ ਦੀ ਲਾਈਨਾਂ ਕੱਟਤੀਆਂ ਸੀਗੀਆਂ। ਉਹਨਾਂ ਦੇ ਨਾਲ 150 ਬੰਦਾ ਅਲੱਗ ਹੈ ਜਿਹੜਾ ਕਿ ਐਂਟੀ ਹਾਈਜੈਕਿੰਗ, ਐਂਟੀ ਅਹੀਆਂ ਇੱਕਦਮ ਜਾ ਕੇ ਕਰ ਲਓ ਔਰ ਉਸ ਨੂੰ ਜਿਹੜਾ ਹੈਗਾ ਹੋਸਟੇਜ ਟੇਕਿੰਗ ਵਗੈਰਾ ਤੇ ਵਾਸਤੇ। 150 ਬੰਦਾ, 75 CRP BSF ਦੇ ਯੰਗ ਬੰਦੇ, 75 ਆਰਮੀ ਦੇ ਆਉਂਦੇ ਨੇ। 3 ਸਾਲ ਦਾ ਡੈਪੂਟੇਸ਼ਨ ਯੰਗ ਬੰਦੇ ਲੈ ਜਾਂਦੇ ਨੇ। ਅਤੇ ਉਹ ਉਸ ਵੇਲੇ ਤਿਆਰ ਸੀਗੇ ਉਹ ਆਪਰੇਸ਼ਨ ਹੈਲੀਬੋਰਨ ਵਾਸਤੇ। ਔਰ ਸਾਡੇ ਇੱਕ ਬੰਦੇ ਨੇ, ਹਿੰਦੂ ਲੜਕੇ ਨੇ ਕਿਹਾ ਨਿਗਰਾਨੀ ਸਾਹਿਬ ਨੇ ਕਿ 3 ਦਿਨ ਰਿਹਾ ਉੱਥੇ, ਨਕਸ਼ਾ ਪੂਰਾ ਬਣਾ ਕੇ ਦਿੱਤਾ ਉਹਨਾਂ ਨੇ ਅਲੱਗ-ਅਲੱਗ ਪੋਜੀਸ਼ਨ ਦਾ, ਉਸ ਕਿਉਂਕਿ ਕਿੱਥੇ ਐਗਜ਼ਿਟ ਹੈ, ਕਿਵੇਂ ਫੜਨਾ, ਪਿੰਡਰਾਂ ਵਾਲੇ ਨੂੰ ਬਣਾ ਲਿਆ। ਇਸ ਪੀਰੀਅਡ ਦੇ ਵਿੱਚ ਕਹਿੰਦਾ ਉਹਨਾਂ ਨੇ, ਸੁੰਦਰ ਜੀ ਨੇ ਸ਼ਾਇਦ ਟੈਲੀਫੋਨ ਕੀਤਾ ਜਾਂ ਜਨਰਲ ਵੈਦਿਆ ਨੇ ਕਹੋ ਸਾਹਿਬ ਨੂੰ ਕਿ ਸਾਨੂੰ ਉਹ ਕਮਾਂਡੋ ਚਾਹੀਦੇ ਨੇ ਆਪਰੇਸ਼ਨ ਬਲੂ ਸਟਾਰ ਵੇਲੇ। ਕਹਿੰਦਾ ਅਸੀਂ ਦਿੱਤੇ। ਅਤੇ ਸਾਡੇ ਇੱਕ ਬੰਦਾ ਫਿਰ ਭੇਜਿਆ ਸੀ, ਸਾਰੀਆਂ ਪੋਜੀਸ਼ਨ, ਗਨ ਪੋਜੀਸ਼ਨ ਜਿਹੜੀਆਂ ਅਕਾਲ ਤਖਤ ਦੀਆਂ ਉਹਨੇ ਬਣਾਈਆਂ। ਇਹ ਕਹਿੰਦੇ ਨੇ ਕਿ ਇੰਟੈਲੀਜੈਂਸ ਨਹੀਂ ਸੀਗੀ ਸਾਡੇ ਕੋਲ, ਉਹਨੇ ਇੱਕ ਪੋਜੀਸ਼ਨ ਬਣਾਈ, ਕੀ ਪੋਜੀਸ਼ਨ ਕਿੰਨੀਆਂ ਗਨ, ਹਰ ਚੀਜ਼ ਪਤਾ ਸੀ ਕਿ ਦੇਤੀਆਂ ਇਹਨਾਂ ਨੇ ਬਰਾੜ ਨੂੰ ਜਾਂ ਦਿਆਲ ਨੂੰ ਦਿੱਤੀਆਂ ਹੋਣਗੀਆਂ ਦੋਨਾਂ 'ਚ। ਔਰ ਇਹ ਜਿਹੜਾ ਸੀ ਕਮਾਂਡਿੰਗ ਆਫਸਰ ਸੀ RNAW ਥੋੜੇ SFF ਦਾ, ਉਹਨੇ ਸੁਜੈਸਟ ਕੀਤਾ ਜਨਰਲ ਬਰਾੜ ਨੂੰ ਕਿ ਦੇਖੋ ਕਮਾਂਡੋ ਦਾ ਸਟੈਲਥ ਐਂਡ ਸਰਪ੍ਰਾਈਜ਼ ਮੇਨ ਟਾਸਕ ਹੈ। ਜੇ ਕਮਾਂਡੋ ਨੇ ਸਟੈਲਥ ਪਤਾ ਨਾ ਲੱਗੇ, ਸਰਪ੍ਰਾਈਜ਼ ਦੇਣ। ਆਪਾਂ ਐਂ ਕਰਦੇ ਹਾਂ ਕਿ ਕੱਲ੍ਹ ਤੱਕ ਦੇ ਪਿਛਲੇ ਪਾਸੇ ਗਲੀ ਦੇ ਵਿੱਚ ਇੱਕ ਬਲਾਸਟ ਕਰਕੇ ਹੋਲ ਬਣਾ ਲੈਂਦੇ ਹਾਂ ਔਰ ਉਹਦੇ ਵਿੱਚ ਸਟਨ ਗਰਨੇਡ ਸਿੱਟਾਂਗੇ, ਬੇਹੋਸ਼ ਹੋ ਜਾਣਗੇ। ਗਰਨੇਡ ਹੁੰਦੇ ਨੇ ਸਟਨ, ਬੇਹੋਸ਼, ਡਿਸਓਰੀਐਂਟ ਕਰ ਦਿੰਦੇ ਨੇ ਬੰਦੇ ਨੂੰ 10-15 ਮਿੰਟ ਤੱਕ, ਉਹਨਾਂ ਨੂੰ ਪਤਾ ਨਹੀਂ, ਉਹਨੂੰ ਫੜ ਲਾਂਗੇ ਜਾ ਕੇ। ਨਹੀਂ ਕਹਿੰਦੇ ਜੀ ਅਕਾਲ ਤਖਤ ਤਾਂ ਡੈਮੇਜ ਨਹੀਂ ਹੋ ਸਕਦਾ। ਇਹ ਕਿਹਨੇ ਕਿਹਾ, ਕਿਹਨੇ ਨਹੀਂ ਆਰਡਰ ਦਿੱਤਾ, ਈਜ਼ੀਐਸਟ ਵੇ ਸੀ, ਕੁਛ ਵੀ ਨਹੀਂ ਹੋਣਾ ਸੀਗਾ। ਇੱਕ ਨਹੀਂ ਬੰਦਾ, ਉਹ ਬੰਦੇ ਮਰਨੇ ਵੀ ਨਹੀਂ ਸੀ, ਫੜੇ ਜਾਂਦੇ ਸਾਰੇ ਜਿਉਂਦੇ। ਅਤੇ ਉਹੀ ਬੰਦਿਆਂ ਨੂੰ ਫਸਟ ਪੈਰਾ ਦੇ ਕਮਾਂਡੋ, ਇੱਕ ਆ ਸਾਡੇ NSC ਅੱਗੇ ਉਹਦੀ ਭੇਜ ਦਿੱਤਾ ਦਰਸ਼ਨੀ ਡਿਊਟੀ ਤੋਂ ਅਕਾਲ ਤਖਤ 'ਤੇ ਡਾਇਰੈਕਟ ਅਟੈਕ। ਉਹਨਾਂ ਨੇ ਗਨ ਪੋਜੀਸ਼ਨ ਸਾਰੀਆਂ ਮਾਰਤੇ ਬੰਦੇ, 70-80% ਮਰ ਗਏ ਸਾਰੇ ਬੰਦੇ। ਅਤੇ ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ ਕਿ ਸੰਤ ਜਿਹੜੇ ਭਿੰਡਰਾਂ ਵਾਲੇ ਸੀਗੇ ਉਹਨਾਂ ਦੀ ਇੰਦਰਾ ਗਾਂਧੀ ਨਾਲ ਅੰਡਰਸਟੈਂਡਿੰਗ ਸੀਗੀ ਜਾਂ ਇਹ ਪੂਰੀ ਸਾਜ਼ਿਸ਼ ਬੁਣੀ ਗਈ ਸੀ ਕਾਂਗਰਸ ਵੱਲੋਂ, ਸੰਤਾਂ ਦੇ ਨਾਲ ਇੰਨੇ ਲੋਕ ਸੀਗੇ, ਜੇ ਤੁਹਾਡੀ ਗੱਲ ਨੂੰ ਕੋਈ ਸੱਚ ਵੀ ਮੰਨ ਲਏ, ਮੰਨ ਲਓ, ਵੈਸੇ ਤਾਂ ਸਿੱਖ ਤਾਂ ਮੰਨਦੇ ਨਹੀਂ ਤੁਹਾਡੀ ਗੱਲ ਨੂੰ ਸੱਚ, ਉਹ ਤਾਂ ਕਹਿੰਦੇ ਝੂਠ ਹੈਗਾ ਤੁਹਾਡੇ ਵਾਲੀ ਗੱਲ ਦੇ ਉੱਤੇ। ਖਾਸ ਤੌਰ ਦੇ ਉੱਤੇ ਪੰਜਾਬ ਦੇ ਅੰਦਰ ਬਹੁਤ ਲੋਕ ਇਸ ਤਰ੍ਹਾਂ ਦੀ ਗੱਲ ਕਹਿੰਦੇ ਨੇ। ਫਿਰ ਜਿਵੇਂ ਜਨਰਲ ਸ਼ਾਬੇਗ ਸਿੰਘ ਵਰਗੇ ਲੋਕ ਸੀਗੇ, ਜਿਵੇਂ ਭਾਈ ਅਮਰੀਕ ਸਿੰਘ ਵਰਗੇ ਲੋਕ ਸੀਗੇ, ਠਾਰਾ ਸਿੰਘ ਸੀ, ਜਾਂ ਹੋਰ ਜਿਹੜੇ ਇੰਟੈਲੀਜੈਂਟ ਲੋਕ ਉਹਨਾਂ ਦੇ ਆਲੇ ਦੁਆਲੇ ਸੀਗੇ, ਪੱਤਰਕਾਰ ਦਲਵੀਰ ਸਿੰਘ ਸੀਗੇ ਉਹਨਾਂ ਦੇ ਬਹੁਤ ਨੇੜੇ, ਇਹਨਾਂ ਨੂੰ ਨਹੀਂ ਪਤਾ ਸੀਗਾ
ਫਿਰ ਜੇ ਇਹਨਾਂ ਨੂੰ ਪਤਾ ਲੱਗਦਾ ਇਹ ਵਿਸ਼ਵਾਸ ਰਹਿੰਦੇ ਉਹਨਾਂ ਨਾਲ। ਨਹੀਂ, ਇਹ ਜਿਹੜਾ ਨਾ ਮੈਂ ਦੱਸਿਆ ਕਿ ਕਿਸੇ ਸਟੇਜ ਤੱਕ ਜਦੋਂ ਤੱਕ ਗੁਰੂ ਨਾਨਕ ਨਿਵਾਸ ਨਹੀਂ ਆਇਆ ਉਦੋਂ ਤੱਕ ਡਾਇਰੈਕਟ ਟੱਚ ਮਿਸਿਸ ਗਾਂਧੀ ਨਾਲ ਤਾਂ ਟੱਚ ਰਹਿਣ ਦਾ ਸਵਾਲ ਹੀ ਨਹੀਂ ਬਣਦਾ। ਐਡਾ ਵੱਡਾ ਆਪਰੇਸ਼ਨ ਗਾਂਧੀ ਲੈਵਲ 'ਤੇ ਨਹੀਂ ਹੁੰਦਾ, ਆਮ ਜੂਨੀਅਰ ਲੈਵਲ 'ਤੇ ਹੁੰਦੇ ਨੇ। ਇਹ ਥੋੜ੍ਹਾ ਕਿ ਕੰਮ ਉਹ ਮਿਲ ਗਏ ਉਹਨਾਂ ਨੂੰ ਪਹਿਲਾਂ ਜੈਲ ਸਿੰਘ ਸੰਜੇ ਵਗੈਰਾ, ਠੀਕ ਹੈ, ਮੁਲਾਕਾਤ ਤੋਂ ਬਾਅਦ। ਮੈਂ ਕਹਿ ਰਿਹਾ ਕਿ ਫਿਰ ਇਹਦਾ ਮਤਲਬ ਕੋਈ ਏਜੰਸੀ ਸੀਗੀ, ਇਹਦਾ ਮਤਲਬ ਤੁਸੀਂ ਕਹਿੰਦੇ ਹੋ ਇਹਦਾ ਮਤਲਬ ਕੋਈ ਰॉ ਚੋ ਸੀ, ਕੋਈ ਆਈਬੀ ਚੋ ਸੀ, ਕੌਣ ਆਪਰੇਸ਼ਨ ਨੂੰ ਐਗਜ਼ੀਕਿਊਟ ਕਰ ਰਿਹਾ ਸੀਗਾ? ਉਹ ਤਾਂ ਫਿਰ ਆਟੋਮੈਟਿਕਲੀ ਔਨ ਹਿਜ਼ ਓਨ ਹੋ ਗਿਆ। ਫਿਰ ਉਹਨੂੰ ਜਿਵੇਂ ਮੈਂ ਲਿਖਿਆ, ਤੁਸੀਂ ਕਹਿੰਦੇ ਪੋਲੀਟੀਕਲ ਆ, ਰॉ ਤੁਸੀਂ ਕਹਿ ਰਹੇ ਹੋ ਕਾਓ ਹੋਰੀ, ਫਿਰ ਕਾਓ ਹੋਰਾਂ ਨੂੰ ਨਹੀਂ ਪਤਾ ਸੀਗਾ? ਇਹਨਾਂ ਨੂੰ ਇਹ ਤਾਂ ਇਨਫੋਰਮੇਸ਼ਨ ਹੋ ਰਹੀ ਹੈ ਕਿ ਕਰ ਕੀ ਰਿਹਾ, ਪਰ ਉਹ ਤਾਂ ਉਹੀ ਕਰ ਰਿਹਾ ਸੀ ਜਿਹੜਾ ਚਾਹੁੰਦੇ ਸੀਗੇ ਇਹ। ਉਹਨਾਂ ਨੂੰ ਕੀ ਲੋੜ ਹੈ ਆਪਰੇਸ਼ਨ ਕਰਨ ਦੀ? ਉਹ ਮੈਨੂੰ ਲੱਗਦਾ ਉਹ ਅਲੱਗ ਆਪਣੇ ਆਪ ਇੰਡੀਪੈਂਡੈਂਟ, ਔਰ ਫਿਰ ਉਹ ਕੁਝ ਅਨਕੰਫਰਟੇਬਲ ਫੀਲ ਕਰਨ ਲੱਗ ਗਿਆ। ਉਹ ਔਨ ਹਿਜ਼ ਓਨ ਗੁੱਸੇ 'ਚ ਆ ਕੇ ਸਾਰੇ ਕੀਤੇ। ਉਹ ਜਿੱਥੇ ਚਾਹੁੰਦੇ ਸੀ ਉੱਥੇ ਲੈ ਗਏ ਉਹਨੂੰ। ਆ ਜਦੋਂ ਆਪਰੇਸ਼ਨ ਇਹਦੇ ਬਾਰੇ ਜਦੋਂ ਆਇਆ ਕਿਵੇਂ ਉੱਥੇ, ਉਹ ਵੀ ਲੱਗਿਆ ਕਿ ਉੱਥੇ ਅਖੰਡ ਕੀਰਤਨੀ ਜਥਾ, ਬਾਕੀ ਲੋਕ ਉਹਦੇ ਮਗਰ ਪੈ ਗਏ ਪਿੰਡਾਂ ਵਾਲੇ ਦੇ, ਗੁਰੂ ਨਾਨਕ ਨਿਵਾਸ 'ਚ ਆਪਣੇ ਆਪ ਨੂੰ ਬਚਾਉਣ ਵਾਸਤੇ। ਬੱਬਰ ਖਾਲਸਾ ਇੱਧਰ ਆ ਗਿਆ। ਉਹ ਤਾਂ ਕਿਸੇ ਨੇ ਇਹਨਾਂ ਨੇ ਨਹੀਂ ਭੇਜਿਆ, ਹੈ ਨਾ। ਉਹ ਤਾਂ ਆਪਸ 'ਚ ਡਿਫਰੈਂਸਿਸ, ਝਗੜਾ ਮਾਰਨ ਕੁਟਾਈ ਤੋਂ ਮਾਰੇ ਉੱਧਰ ਆ ਗਏ। ਔਰ ਉੱਥੇ ਉਹਨੇ ਟੋੜਾ ਨੇ ਉਹਦੀ ਮਦਦ ਕੀਤੀ, ਹੈ ਨਾ। ਟੋੜਾ ਨੇ ਕਿਉਂ ਮਦਦ ਕੀਤੀ ਮੈਂ ਦੱਸਿਆ ਕਿ ਉੱਥੇ ਉਹਨਾਂ ਨੂੰ ਹਲੇ ਵੀ ਚੀਫ ਮਿਨਿਸਟਰ ਬਣਨ ਦਾ ਸੀਗਾ ਸ਼ੌਕ, ਪਹਿਲਾਂ ਤੱਕ ਤਾਂ ਸੀ, ਪੁਰਾਣੀ ਗੱਲਬਾਤ ਹੋ ਗਈ। ਅਤੇ ਇਹ ਚੀਜ਼ਾਂ ਦੱਸਿਆ ਤੁਹਾਨੂੰ ਕਿ ਇਹਦੇ ਬਾਰੇ ਪਤਾ ਨਹੀਂ ਲੱਗ ਸਕਦਾ ਚੀਜ਼ਾਂ ਦਾ। ਮੈਂ ਤਾਂ ਤੁਹਾਨੂੰ ਜਿਹੜੀ ਚੀਜ਼ਾਂ ਪਤਾ ਹੈ ਉਹ ਸਾਰਾ ਦੱਸਿਆ। ਔਰ ਦੂਸਰੀ ਚੀਜ਼ ਕਿ ਕਿਉਂ ਲਟਕਾਇਆ, ਇਹ ਵੀ ਕਿਤਾਬ 'ਚ ਲਿਖਿਆ ਕਿ 3 ਬੰਦੇ ਹੈਂਡਲ ਕਰਦੇ ਸੀ ਪੰਜਾਬ ਦੀ ਸਿਚੁਏਸ਼ਨ ਨੂੰ, ਜਿਹੜੇ ਕਿ ਪ੍ਰਿੰਸੀਪਲ ਸੈਕਟਰੀ ਜਿਹੜੇ ਸੀਗੇ ਆ ਤੁਹਾਡੇ PC ਅਲੈਗਜ਼ੈਂਡਰ, ਕ੍ਰਿਸ਼ਨਾ ਸਵਾਮੀ ਰਾਓ ਸਾਹਿਬ ਕੈਬਨਿਟ ਸੈਕਟਰੀ, ਹੋਮ ਸੈਕਟਰੀ ਪਹਿਲਾਂ ਚਤੁਰਵੇਦੀ, ਬਾਅਦ 'ਚ MM ਵਲੀ, ਸਾਰਾ ਪੰਜਾਬ ਦਾ ਮਾਈਕਰੋ ਮੈਨੇਜ ਇਹ ਕਰਦੇ ਸੀਗੇ। ਰਾਜੀਵ ਗਾਂਧੀ ਨਾਲ ਸਿਚੁਏਸ਼ਨ ਪੰਜਾਬ 'ਚ ਤਾਂ ਹੁੰਦੀ ਨਹੀਂ। ਉਹ ਪਾਂਡੇ ਜੀ ਨੇ ਸਭ ਕੁਝ ਲਿਖਿਆ ਕਿਤਾਬ ਦੇ ਵਿੱਚ। ਮੈਂ ਸਭ ਪੰਜਾਬੀ BD ਪਾਂਡੇ ਵਾਲੀ ਜਿਹੜੀ ਕਿਤਾਬ ਹੈ ਪੰਜਾਬ, BD ਪਾਂਡੇ ਦੀ ਕਿਤਾਬ ਜਿਹੜੀ ਹੈ, ਮੈਂ ਇਹ ਜਿਹੜੀ ਕਿਤਾਬ ਜਿਹੜੀ ਆ ਦੇਖੋ, ਆ ਜਿਹੜੀ ਹੈਗੀ ਇਹ ਕਿਤਾਬ ਇਨ ਦਾ ਸਰਵਿਸ ਆਫ ਫ੍ਰੀ ਇੰਡੀਆ, ਔਰ ਆ ਬਾਕੀ ਜਿਹੜੀ ਖਾਲਿਸਤਾਨ ਛੜਯੰਤਰ ਹਿੰਦੀ ਦੀ, ਦੋਨਾਂ ਕਿਤਾਬਾਂ ਵਿੱਚ BD ਪਾਂਡੇ ਦੀ ਕਿਤਾਬ 'ਚੋਂ ਮੈਂ 8 ਚੀਜ਼ਾਂ ਲਿਖੀਆਂ ਨੇ ਜਿਹੜੀ ਕਿ ਮੇਰੀ ਇਨਫੋਰਮੇਸ਼ਨ ਨੂੰ ਪੁਸ਼ਟੀ ਕਰਦੀਆਂ ਨੇ। ਜਿਹੜੇ ਮੇਰੀ ਕਿਤਾਬ ਦੀ ਗਲਤੀ ਸੋਚ ਰਹੇ ਨੇ ਉਹਨੂੰ ਪਹਿਲਾਂ ਪਾਂਡੇ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ ਕਿ ਪਾਂਡੇ ਉਹੀ ਕਹਿ ਰਿਹਾ ਜਿਹੜਾ ਕਿ ਮੈਂ ਕਹਿ ਰਿਹਾ ਕਿ ਸਾਜ਼ਿਸ਼ ਦਾ ਹਿੱਸਾ ਸੀ ਇਹ, ਹੈ ਨਾ। ਮੈਨੂੰ ਲੱਗਦਾ, ਮੈਨੂੰ ਕਹਿਣਾ ਨਹੀਂ ਚਾਹੀਦਾ, ਜੋ ਸੱਚ ਹੋਏਗਾ ਕਦੇ ਵੀ ਇਸ ਕਿਤਾਬ ਦੇ ਅੰਦਰ ਹੀ ਹੋਏਗਾ, ਬਾਹਰ ਜੋ ਹੋਏਗਾ ਸੱਚ ਨਹੀਂ ਹੋਏਗਾ। ਇਹ ਸੱਚ ਪਤਾ ਕਿਵੇਂ ਲੱਗੇਗਾ? ਮੈਂ ਤਾਂ ਸੱਚ ਕਰ ਦਿੱਤਾ ਨਾ, ਆ ਸੱਚ ਨਹੀਂ। ਹੁਣ 2 ਕਿਤਾਬਾਂ ਹੋ ਗਈਆਂ। ਮੈਂ ਜਿਹੜੀਆਂ ਆਪਣੀਆਂ ਕੀਤੀਆਂ ਉਹਨੂੰ ਤਾਂ ਸੱਚ ਵਿਸ਼ਵਾਸ ਕਰੋਗੇ ਕਿ ਮੈਂ ਇੱਕ RNAW 'ਚ ਪਹਿਲਾਂ ਕੋਈ ਸੀ ਨਹੀਂ ਏਜੰਸੀ, ਖਾਲਿਸਤਾਨ ਦੀ ਬ੍ਰਾਂਚ ਨਹੀਂ। ਅਸੀਂ 7 ਖੋਲ੍ਹੇ, ਉਦੋਂ ਕੁਛ ਨਹੀਂ ਸੀਗਾ। ਮੈਂ ਬਰੀਫ ਕੀਤਾ RNAW ਨੂੰ, ਇਹ ਤਾਂ ਸੱਚ ਹੈ। ਤੀਸਰੀ ਵਾਰੀ ਮੈਂ ਗਿਆ ਕੈਨੇਡਾ ਅਮਰੀਕਾ, ਜੋਬ ਦਿੱਤਾ, ਆ ਕੇ ਸ਼ਰਧਾ ਪ੍ਰਸ਼ਾਦ ਨੂੰ ਮਿਲਿਆ, ਉਹਨਾਂ ਨੇ ਉਲਟਾ ਕਰ ਦਿੱਤਾ। ਇਹ ਉਲਟੇ ਵਾਲੀ BD ਪਾਂਡੇ ਕਹਿੰਦਾ ਕਿ ਜੀ ਜਿਹੜਾ ਵਰਨੈਕੂਲਰ ਪ੍ਰੈਸ ਹੈ ਉਹਨਾਂ ਨੇ ਇੰਨੀ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ ਕਿ ਪੰਜਾਬ ਤਾਂ ਬੜੀ ਸ਼ਾਂਤੀ ਸੀ, ਸਿੱਖ ਹਿੰਦੂ ਇਕੱਠੇ ਰਹੇ, ਜਿੰਨੇ ਮੇਰੇ ਰਿਸ਼ਤੇਦਾਰ ਆਉਂਦੇ ਸੀ ਦੇਖਦੇ ਸੀਗੇ। ਔਰ ਇਸਨੇ ਇਹ ਵੀ ਲਿਖਿਆ ਪਾਂਡੇ ਨੇ ਕਿ ਮੈਂ 7-8 ਦਿਨ ਜਿਹੜਾ ਕਿ ਡਿਸਮਿਸ ਹੋ ਗਈ ਸੀ ਗਵਰਨਮੈਂਟ ਦਰਬਾਰਾ ਸਿੰਘ ਦੀ ਅਟਵਾਲ ਤੋਂ ਬਾਅਦ, ਅਤੇ ਮੈਂ ਵਿਦਿਨ 8 ਡੇਜ਼ ਔਰ 9 ਡੇਜ਼ ਮਿਸਿਸ ਗਾਂਧੀ ਨੂੰ ਮਿਲਣ ਗਿਆ। ਮਿਸਿਸ ਗਾਂਧੀ ਨੇ ਕਿਹਾ ਕਿ ਮੈਂ ਤਾਂ ਆਈ ਵਿਲ ਨੈਵਰ ਹੈਜ਼ੀਟੇਟ ਈਵਨ ਬੋਂਬਿੰਗ ਆ ਸਾਰਾ ਕੁਛ, ਮੈਂ ਇਹਨਾਂ ਨੂੰ ਮਾਰ ਦਿਆਂਗੀ, ਮੈਨੂੰ ਬੋਂਬ ਕਰ। ਕਹਿੰਦਾ ਮੈਨੂੰ ਇਹ ਹੈਰਾਨੀ ਹੋਈ ਕਿ ਹਾਲੇ ਬੋਂਬ ਦੀ ਇਹ ਤਾਂ ਕੱਲ੍ਹ ਤੱਕ ਇਹ ਤਾਂ ਗੋਲਡਨ ਟੈਂਪਲ 'ਚ ਬੋਂਬ ਵੀ ਕਰ ਸਕਦੀ ਹੈ। ਔਰ ਉਸ ਤੋਂ ਬਾਅਦ ਇਹ ਕਹਿੰਦਾ ਕਿ ਮੇਰੇ ਜਿੰਨੇ ਬੰਦੇ ਐਡਵਾਈਜ਼ਰ ਸੀਗੇ ਉਹ ਸਾਰੇ ਦਿੱਲੀ ਤੋਂ ਜਾਂ ਤਾਂ ਅਪੁਆਇੰਟ ਹੁੰਦੇ ਸੀ ਜਾਂ ਉਹਨਾਂ ਦਾ ਚਾਰਜ ਮੈਨੂੰ ਦੱਸਦੇ ਸੀ। ਇਹੀ ਮੈਂ ਲਿਖਿਆ ਕਿ 3 ਮੈਨ ਥਿੰਕ ਟੈਂਕ ਜਿਹੜਾ ਸੀ ਉਹ ਪੰਜਾਬ 'ਚ ਇਹ ਕਰਦੇ ਸੀ ਕਿ ਸਿਚੁਏਸ਼ਨ ਇੱਡੀ ਵੀ ਜ਼ਿਆਦਾ ਵੱਡੀ ਖਰਾਬ ਨਾ ਹੋ ਜਾਏ ਕਿ ਸਾਨੂੰ ਐਕਸ਼ਨ ਲੈਣਾ ਪਵੇ। ਇਹ ਇੱਕ ਤਰ੍ਹਾਂ ਦਾ, ਜਿਵੇਂ ਮੈਂ ਕਿਹਾ ਕਿ ਪ੍ਰੈਸ਼ਰ ਕੁੱਕਰ ਦੀ ਤਰ੍ਹਾਂ ਸੀ ਪੰਜਾਬ, ਜਿਹਦਾ ਟੈਂਪਰੇਚਰ ਕੰਟਰੋਲ ਇਹ 3 ਬੰਦੇ ਤੇ ਥਿੰਕ ਟੈਂਕ ਕੋਲ ਸੀਗਾ। ਘਟਾ ਦਿਓ, ਉਹਨੂੰ ਇੰਨਾ ਨਾ ਵਧਾਓ ਤਾਂ ਕਿ ਅਠਵਾਲ ਵਰਗਾ ਦੁਆਰਾ ਸਾਨੂੰ ਜਲਦੀ ਕਰਨਾ ਪਵੇ। ਉਹ ਬੜਾ ਮੁਸ਼ਕਿਲ ਸੀ ਉਹਨਾਂ ਦਾ ਕੰਮ ਅਠਵਾਲ ਵੇਲੇ, ਉਹ ਕਿਵੇਂ ਛੱਡ ਦਿੱਤਾ ਉਹਨਾਂ ਨੇ। ਅਤੇ ਇਹ ਪਾਂਡੇ ਨੇ ਤੀਸਰੀ ਚੀਜ਼ ਲਿਖੀ ਕਿ ਜਦੋਂ ਆਪਰੇਸ਼ਨ ਇਹ ਪੰਜਾਬ ਗੋਲਡਨ ਟੈਂਪਲ 'ਤੇ ਬਲੂ ਸਟਾਰ ਦੇ ਉੱਤੇ ਵਾਈਟ ਪੇਪਰ ਗਵਰਨਮੈਂਟ ਨੇ ਬਣਾਇਆ। ਨਹੀਂ, ਇਹ ਸ਼ੱਕ ਕੀਤਾ ਜਾਂਦਾ ਟਵਾਲ ਹੋਰਾਂ ਦੇ ਕਤਲ ਦਾ ਸੱਚ ਅਸਲ ਰੂਪ ਸਾਹਮਣੇ ਨਾ ਆਉਣਾ, ਇਹ ਸ਼ੱਕ ਕੀਤਾ ਜਾਂਦਾ ਕਿ ਪੰਜਾਬ 'ਚ ਜਦੋਂ ਕਿਹਾ ਜਾਂਦਾ ਬਹੁਤ ਸਾਰੀਆਂ ਥਾਵਾਂ 'ਤੇ ਏਜੰਸੀਆਂ ਨੇ ਪਲੇ ਕੀਤਾ, ਏਜੰਸੀਆਂ ਨੇ ਜਾਣ-ਬੁੱਝ ਕੇ ਕਰਾਇਆ, ਜਿਹਦੇ 'ਚ ਬਾਹਰ ਦੀਆਂ ਏਜੰਸੀਆਂ, ਅੰਦਰੂਨੀ ਏਜੰਸੀਆਂ। ਇਹ ਲੋਕਾਂ ਨੂੰ ਪਤਾ ਨਹੀਂ।
ਏਜੰਸੀਆਂ ਇਨਵੋਲਵ ਹੋ ਸਕਦੀਆਂ। ਮੈਂ ਕਿਹਾ ਕਿ ਹੋ ਸਕਦਾ ਕਾਉਸ ਆਫ ਦਾ ਆਪਰੇਸ਼ਨ ਹੋਵੇ ਇੱਕ ਸੋਲਿਊਸ਼ਨ ਲੱਭਣ ਵਾਸਤੇ। ਕਰੋਨਾ ਤਾਂ ਪਟਵਾਲ ਨੂੰ ਜਿੱਥੇ ਮਰਜ਼ੀ ਮਾਰ ਦਿਓ, 골ਡਨ ਟੈਂਪਲ 'ਚ ਲੈ ਕੇ ਮਾਰਨ ਦੀ ਕੀ ਲੋੜ ਸੀ? ਗੋਲਡਨ ਟੈਂਪਲ ਇੱਕ ਇਹੀ ਜੀ ਔਰ- ਥਾਂ ਜਿੱਥੇ ਔਰ- ਮਾਰਿਆ ਜਾਊ, ਜਿੱਥੇ ਔਰ- ਬੰਦਾ ਔਰ ਪੂਰੀ ਦੋ- ਗੱਲ ਦੀ ਬਦਨਾਮੀ ਹੁੰਦੀ ਹੈ। ਉੱਥੇ ਤੇ ਇੱਕ ਖੜਾ ਕਰ ਦਿੱਤਾ ਸੀ ਇਸ਼ੂ ਮਿਡਰਾ ਵਾਲੇ ਨੂੰ ਫੜਨ ਦਾ, ਉਹਨੂੰ ਫੜਿਆ ਕਿਉਂ ਨਹੀਂ? ਉਹਨੂੰ ਤਾਂ ਉਸੇ ਵੇਲੇ ਫੜ ਸਕਦੇ ਸੀਗੇ ਜਦੋਂ ਕਿ ਦਰਬਾਰਾ ਸਿੰਘ ਰੋਂਦਾ ਰਹਿ ਗਿਆ, ਭਾਈ ਫੜੋ। ਇਹ ਤਾਂ ਹੈ ਨਹੀਂ। ਇਹ ਤੇ ਇੱਕ ਬਹੁਤ ਵੱਡੀ ਅਸਮੰਜਸ 'ਚ ਆ ਗਈ ਸੀ ਥਿੰਕ ਟੈਂਕ ਉਦੋਂ। ਉਹ ਸੋਚ ਰਹੇ ਸੀ ਕਰੀਏ ਕੀ। 2 ਘੰਟੇ ਤੱਕ ਇਹੀ ਜਿਹੇ ਵੱਡੇ ਆਦਮੀ ਦੀ 2 ਘੰਟੇ ਬੋਡੀ ਪਈ ਰਹੀ ਉੱਥੇ। ਇੱਕ ਇਹ ਜਿਹੜਾ ਕਿਹਾ ਜਾਂਦਾ ਕਿ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹਦੇ ਚ KGB, ਜਿਹੜੀ M6, ਇਹ ਸਾਰੀਆਂ ਏਜੰਸੀਆਂ ਉਹਦੇ 'ਚ ਸ਼ਾਮਲ ਸੀਗੀਆਂ, ਬ੍ਰਿਟਿਸ਼ ਦੀਆਂ, ਕੋਈ ਏਜੰਸੀ- CIA, ਕੋਈ ਨਹੀਂ ਆਪਣਾ ਸਾਰੀਆਂ ਏਜੰਸੀਆਂ ਉਹਦੇ ਵਿੱਚ ਲੱਗੀਆਂ ਹੋਈਆਂ ਸੀ। ਖਾਸ ਤੌਰ ਤੇ KGB ਦੇ ਨਾਲ ਬਹੁਤ ਪਿਆਰ ਸੀਗਾ, ਰਸ਼ੀਆ ਨਾਲ, ਸੋਵੀਅਤ ਯੂਨੀਅਨ ਨਾਲ ਬਹੁਤ ਪਿਆਰ ਸੀ ਇੰਦਰਾ ਦਾ। ਕੋਈ ਇੰਦਰਾ ਦਾ ਹੋਵੇ, ਇਹ ਤਾਂ ਤੁਹਾਨੂੰ ਦੱਸਿਆ ਕਿ ਸ਼ੁਰੂ ਤੋਂ ਹੀ ਡਿਸਾਈਡ ਹੋ ਗਿਆ ਸੀ ਕਿ ਇਸ ਤਰ੍ਹਾਂ ਦਾ ਸਿਲਸਿਲਾ ਹੋਣਾ ਹੈ। ਇਹ ਤਾਂ ਮੈਂ ਪਹਿਲੇ ਹੀ ਦੱਸਿਆ ਜੀ ਤੁਹਾਨੂੰ ਕਿ ਕੋਈ ਏਜੰਸੀ ਨਹੀਂ ਹੋਏਗੀ, ਇਹੀ ਬੰਦੇ ਡਾਇਰੈਕਟਲੀ ਰਿਸਪੌਂਸੀਬਲ ਸੀ। ਇਹਨਾਂ ਦਾ ਪਰਪਸ ਸੀਗਾ, ਮਤਲਬ ਸੀਗਾ, ਇਹ ਸਾਰਾ ਲਿਖਿਆ। ਐਵੇਂ ਉਹ ਕਰ ਦੇਣ, ਉਹਨਾਂ ਨੂੰ ਕੀ ਫਾਇਦਾ ਹੋਏਗਾ ਸੋਵੀਅਤ? ਉਹ ਸਿੱਖਾਂ ਦੇ ਕੁਝ ਵਿਦਵਾਨ ਕਹਿੰਦੇ ਆ ਕਿਉਂਕਿ ਰਸ਼ੀਆ ਇੰਟਰਨੈਸ਼ਨਲੀ ਆਪਣੀ ਪੈਨ ਬਣਾਉਣਾ ਚਾਹੁੰਦਾ ਸੀ, ਇੰਡੀਆ ਦੀ ਸੋਵੀਅਤ ਯੂਨੀਅਨ ਨਾਲ ਰਿਲੇਸ਼ਨ ਹੁੰਦਾ ਸੀ ਵਧੀਆ, ਉਹ ਐਕਸਪੈਂਡ ਕਰਨਾ ਚਾਹੁੰਦਾ ਸੀ। ਪਹਿਲਾਂ ਪਾਕਿਸਤਾਨ ਨੂੰ, ਫਿਰ ਇੱਧਰਲੇ ਪੰਜਾਬ ਨੂੰ, ਸਿੱਖਾਂ ਨੂੰ ਵੀ ਖਤਮ ਕਰੋ, ਫਿਰ ਅੱਗੇ ਵਧਾਂਗੇ। ਇਹਦੇ ਨਾਲ ਤੇ ਰਸ਼ੀਆ ਨੂੰ ਅਗਰ ਇਸ ਪੀਰੀਅਡ ਦੀ ਇਨਸਟੇਬਿਲਿਟੀ ਦਾ ਇਹ ਗੱਲ ਸੁਬਰਾਮਨਿਅਮ ਸਵਾਮੀ ਕਹਿੰਦੇ ਨੇ, ਬੜੀ ਗੱਲ ਉਹ ਠੋਕ ਕਈ ਕੇ। ਜਾਣਦੇ ਹੋ ਉਹਦੇ 'ਚ ਕੀ ਮੈਂ ਫਰਕ? ਸੁਬਰਾਮਨਿਅਮ ਸਵਾਮੀ ਵਾਲੀ ਗੱਲ ਤੇ ਜਵਾਬ ਨਹੀਂ ਦਿੱਤਾ ਤੁਸੀਂ। ਉਹਨਾਂ ਦਾ opinion ਕਿ ਉਹ ਸੰਤਾਂ ਨੂੰ ਇੰਨਾ, ਉਹ ਕਹਿੰਦੇ ਨੇ ਸੰਤਾਂ ਵਰਗਾ ਤਾਂ ਬੰਦੇ ਹੀ ਨਹੀਂ ਸੀ ਕੋਈ। ਠੀਕ ਹੈ, ਉਹਨਾਂ ਦਾ ਆਪਣਾ ਆਪਣਾ ਵਿਊ ਹੈ। ਜਿਹੜਾ ਸੰਤਾਂ ਨੂੰ, ਹੁਣ ਮੇਰਾ ਤਾਂ ਜਵਾਬ ਦਿੱਤਾ ਨਹੀਂ ਸੁਬਰਾਮਨਿਅਮ ਸਵਾਮੀ ਨੇ, ਮੇਰੀ ਕਿਤਾਬ ਦਾ ਜਵਾਬ ਦੇ ਦੇਣ ਉਹ, ਹੈ ਨਾ, ਜਾਂ ਮੇਰੇ ਨਾਲ ਗੱਲ ਕਰ ਲੈਣਾ ਆ ਕੇ। ਉਦੋਂ ਬਾਅਦ ਮੈਂ ਦੇਖਿਆ ਨਹੀਂ, ਕਿਉਂਕਿ ਉਹ ਤਾਂ ਸੰਘ ਦੇ ਇੰਨਾ ਨੇੜੇ ਰਹੇ, ਜਨਤਾ ਦਲ, ਜਨਤਾ ਉਹ ਤਾਂ ਵਾਲੀ ਸਰਕਾਰ ਸਾਰੀ। ਉਹ ਤਾਂ ਸੰਘ ਦੇ ਖਿਲਾਫ ਵੀ ਬੋਲਦੇ ਰਹਿੰਦੇ ਨੇ, ਹੈ ਨਾ। ਜਿਹਦੇ ਨੇੜੇ ਕੋਈ ਜ਼ਰੂਰੀ ਨਹੀਂ, ਬੜੇ ਨੌਲੇਜੇਬਲ ਆਦਮੀ ਨੇ ਉਹ, ਪੜ੍ਹੇ ਲਿਖੇ ਆਦਮੀ ਨੇ। ਮੈਂ ਤਾਂ ਆਪਣੀ ਕਿਤਾਬ ਦੀ ਗੱਲ ਕਹਿ ਸਕਦਾ ਕਿ ਮੇਰੀ ਕਿਤਾਬ ਦੇ ਬਾਰੇ ਉਹਨਾਂ ਨੇ ਕੁਝ ਨਹੀਂ ਕੀਤਾ। ਔਰ ਦੂਸਰੀ ਚੀਜ਼ ਅਗਰ ਦੇਖੋ, ਸੋਵੀਅਤ ਯੂਨੀਅਨ ਦੀ ਗੱਲ ਜੀ ਕਿਸੇ ਹੋਰ ਦੀ, ਇਸ ਦਾ ਨਤੀਜਾ ਉਹੀ ਹੋਇਆ ਜਿੱਦਣ ਮੈਂ ਕਿਹਾ ਸੀਗਾ ਮਿਸਟਰ ਗੈਰੀ ਸਕਸੈਨਾ ਨੂੰ 7 ਜੂਨ ਨੂੰ ਕਿ 6 ਮਹੀਨਿਆਂ 'ਚ ਮਿਸਿਸ ਗਾਂਧੀ ਮਾਰੀ ਜਾਓ, ਤੁਸੀਂ ਬਚਾਓ। ਉਹਨਾਂ ਦਾ ਰਿਐਕਸ਼ਨ ਸੀ ਕਿ ਅਗਰ ਇਹ ਹੋਇਆ ਦਿੱਲੀ 'ਚ ਕਤਲੇਆਮ ਹੋ ਜਾਏਗਾ ਸਿੱਖਾਂ ਦਾ। ਮੈਂ ਕਿਹਾ ਇਹੀ ਤਾਂ ਉਹ ਚਾਹੁੰਦੇ ਨੇ। ਉਹਨੇ ਕਹਿੰਦੇ ਕੌਣ? ਮੈਂ ਪਾਕਿਸਤਾਨ ਤੇ ਵੈਸਟਰਨ ਕੰਟਰੀਜ਼, ਇਹ ਦੋਵੇਂ ਇਹਦਾ ਫਾਇਦਾ ਉਠਾਉਣਗੇ ਅਖੀਰ ਤੱਕ, ਜਿਹੜਾ ਕਿ ਹੁਣ ਹੋ ਰਿਹਾ। ਇਹੀ ਚੀਜ਼ ਮੈਂ ਰਾਮਨ ਨੂੰ ਜਦੋਂ ਕਿ RNAW ਦਾ ਵਾਈਟ ਪੇਪਰ ਉਹਨੇ ਪ੍ਰੈਜ਼ੈਂਟ ਕੀਤਾ, RNAW ਆਡੀਟੋਰੀਅਮਸ, ਬਾਹਰਲੇ ਸਿਕਿਉਰਿਟੀ ਅਫਸਰ 50-60 IPS ਦੇ ਬੁਲਾਏ। ਉੱਥੇ ਉਹਨੇ ਕਿਹਾ ਕਿ RNAW ਦਾ ਵਾਈਟ ਪੇਪਰ ਪੜ੍ਹਿਆ ਕਿ ਜੀ ਸਿੱਖ ਕਦੇ ਨਹੀਂ ਭੁੱਲੇ ਆਪਣਾ ਜਿਹੜਾ ਰਣਜੀਤ ਸਿੰਘ ਦਾ ਰੂਲ, ਸਿੱਖ ਹਮੇਸ਼ਾ ਚਾਹੁੰਦੇ ਸੀਗੇ। ਔਰ ਜਦੋਂ ਉਹਨੇ ਰਾਮਨ ਨੇ ਕਿਤਾਬ ਪੜ੍ਹ ਕੇ ਪੇਸ਼ ਕੀਤੀ, ਜਸਜੀਤ ਸਿੰਘ ਸੀਗਾ ਚੇਅਰਮੈਨ IDSA, ਸਰਦਾਰ ਸੀ, ਉਹਨੂੰ ਪ੍ਰੈਜ਼ਾਈਡ ਕਰਾਉਣ ਵਾਸਤੇ ਬੋਲੇ। ਮੈਂ ਖੜਾ ਹੋ ਕੇ ਕਿਹਾ, ਮਿਸਟਰ ਰਾਮਨ, ਯੋਰ ਵਾਈਟ ਪੇਪਰ ਇਜ਼ ਫੁੱਲ ਆਫ ਵਾਈਟ ਲਾਈਜ਼, ਇਹਨੂੰ ਕਿਉਂ ਨਹੀਂ ਬਦਲ ਦਿੰਦਾ ਤੂੰ? ਹੁਣ ਤਾਂ ਰਿਹਾ ਨਹੀਂ ਰਾਜੀਵ ਗਾਂਧੀ ਭਾਈ, ਹੁਣ ਤੇ VP ਸਿੰਘ ਆ ਗਿਆ, ਤੂੰ ਇਹ ਬੰਦਿਆਂ ਨੇ ਕਿਵੇਂ ਖੜਾ ਹੋਇਆ? ਬੋਲਿਆ ਮੈਂ। ਤੇ ਦੂਸਰੀ ਚੀਜ਼, ਇਹ ਪਾਂਡੇ ਕਹਿ ਰਹੇ ਨੇ ਕਿ ਜਿਹੜਾ ਬਲੂ ਸਟਾਰ ਦਾ ਵਾਈਟ ਪੇਪਰ ਬਣਾਇਆ। ਹੁਣ ਦੇਖੋ, ਰਸ਼ੀਆ ਦੇ ਤਾਂ ਇੰਟਰਸਟ 'ਚ ਹੈ ਨਹੀਂ ਕਿ ਪਾਕਿਸਤਾਨ ਫਾਇਦਾ ਉਠਾਵੇ। ਜਨਰਲ ਜ਼ੀਆ ਨੇ ਫਾਇਦਾ ਉਠਾਇਆ। ਇਸ ਹਾਲਾਤ ਦਾ ਪੰਜਾਬ ਜਿਹੜੀ ਇਨਸਟੇਬਿਲਿਟੀ ਹੋਈ, ਉਹਨੇ ਆਪਰੇਸ਼ਨ, ਉਹਨੂੰ K2 ਕਹਿੰਦੇ ਨੇ, ਕਸ਼ਮੀਰ 'ਚ ਇੱਧਰ ਤਾਂ ਪੰਜਾਬ ਨੂੰ, ਸਿੱਖਾਂ ਨੂੰ ਮਦਦ ਕਰਨ ਲੱਗ ਗਿਆ, ਉਕਸਾਉਣ ਲੱਗ ਗਿਆ। ਉੱਧਰ ਕਸ਼ਮੀਰ 'ਚ ਇਨਸਰਜੈਂਸੀ ਵਧਾ ਦਿੱਤੀ ਉਹਨੇ। ਔਰ USA, ਕੈਨੇਡਾ, UK, ਜਿਹੜੇ ਐਂਗਲੋ ਸੈਕਸਨ ਕੰਟਰੀਜ਼ ਕਹਿੰਦੇ ਨੇ, ਜਿੱਥੇ ਕਿ ਅੰਗਰੇਜ਼ੀ ਬੋਲੀ ਜਾਂਦੀ ਹੈ, ਉਹਨਾਂ ਨੇ ਪਨਾਹ ਦਿੱਤੀ ਸਭ ਨੂੰ। ਉਹ ਕਹਿੰਦੇ ਨੇ ਜੀ ਅਸੀਂ ਕੀ ਕਰੀਏ, ਸਾਡੇ ਤਾਂ ਫਰੀडम ਆਫ ਸਪੀਚ ਹੈ, ਫਰੀडम ਆਫ ਐਸੋਸੀਏਸ਼ਨ ਹੈ। ਇਹ ਮੈਂ ਲਿਖਿਆ ਕਿਤਾਬ ਦੇ ਵਿੱਚ ਕਿ ਇੰਡੀਆ ਉਸੇ ਸਟੇਜ 'ਤੇ ਇਸ ਵੇਲੇ ਜਿਹੜਾ ਕਿ ਚਾਈਨਾ 1972 ਵਿੱਚ ਸੀ, ਜਦੋਂ ਨਿਕਸਨ ਤੇ ਕਿਸਿੰਜਰ ਮਾਓ ਨੂੰ ਮਿਲਣ ਗਏ ਸੀਗੇ। ਪਰਪਸ ਸੀ ਚਾਈਨਾ ਨੂੰ ਸੋਵੀਅਤ ਯੂਨੀਅਨ ਤੋਂ ਅਲੱਗ ਕਰਨਾ ਔਰ ਸੋਵੀਅਤ ਯੂਨੀਅਨ ਦੇ ਟੁਕੜੇ ਕਰਨੇ। ਹੁਣ ਉਹ ਤਾਂ ਹੋ ਗਿਆ ਟੁਕੜੇ। ਜਿੱਦਣ ਸੋਵੀਅਤ ਯੂਨੀਅਨ ਟੁਕੜੇ ਹੋ ਗਏ 1990 ਦੇ ਵਿੱਚ, ਉਸੇ ਸਾਲ ਦਲਾਈ ਲਾਮਾ ਨੂੰ ਨੋਬੈਲ ਪ੍ਰਾਈਜ਼ ਦਿੱਤਾ ਔਰ ਤਿੱਬਤ ਇਸ਼ੂ ਨੂੰ ਫੇਰ ਸ਼ੁਰੂ ਕਰ ਦਿੱਤਾ। ਹੁਣ ਵੀ ਮੈਂ ਪ੍ਰੈਡਿਕਸ਼ਨ ਕੀਤੀ ਹੈ ਕਿ ਇਸ ਵੇਲੇ USA ਤੇ ਵੈਸਟਰਨ ਕੰਟਰੀਜ਼ ਨੂੰ ਇੰਡੀਆ ਦੀ ਲੋੜ ਹੈ ਚਾਈਨਾ ਨੂੰ ਕੰਟੇਨ ਕਰਨ ਵਾਸਤੇ। ਚਾਈਨਾ ਦੀ ਬਹੁਤ ਵੱਡੀ ਪਾਵਰ ਹੋ ਰਹੀ ਹੈ। ਆਹ ਕੁਆਡ ਵਗੈਰਾ ਜਿਹੜੇ ਬਣੇ ਨੇ ਇਸੇ ਤਰ੍ਹਾਂ ਤਾਂ ਬਣੇ ਨੇ। ਔਰ ਇਸ ਕਰਕੇ ਉਹ ਜਿਹੜੀਆਂ ਖਾਲਿਸਤਾਨੀ ਫੋਰਸਿਸ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ।
ਪਹਿਲੀ ਐਗਜ਼ਾਮਪਲ ਤਾਂ ਇਹ ਕਿ ਟਰੂਡੋ ਦੀ ਕੈਬਨਿਟ ਜਿਹੜਾ ਸਿੱਖ ਸੀਗੇ ਜਿੰਨੇ, ਖਾਸ ਕਰਕੇ ਉਹਨਾਂ ਦੇ ਡਿਫੈਂਸ ਮਿਨਿਸਟਰ ਵਗੈਰਾ, ਉਹਨਾਂ ਨੂੰ ਛੋਟੀਆਂ ਪੋਸਟਾਂ ਦੇ ਦਿੱਤੀਆਂ। ਪਗੜੀ ਵਾਲਾ ਸਿੱਖ ਇਕੱਲਾ ਹੀ ਹੈ ਕੈਬਨਿਟ ਦੇ ਵਿੱਚ। ਹੁਣ ਕਦੇ ਗੱਲ ਨਹੀਂ ਕਰਦਾ ਕਿ ਮੇਰੀ ਕੈਬਨਿਟ ਤੁਹਾਡੇ ਨਾਲੋਂ ਜ਼ਿਆਦਾ ਸਿੱਖ ਨੇ ਇੰਡੀਆ ਦੇ ਨਾਲੋਂ। ਇਹਨਾਂ ਨੂੰ ਦਬਾ ਦੇਣਗੇ, ਉਹ ਚੁੱਪ ਕਰੋ ਤੁਸੀਂ, ਹੌਲੀ ਹੌਲੀ ਦਬਦੇ ਰਹਿਣਗੇ, ਬੋਲਣਗੇ ਨਹੀਂ। ਔਰ ਜਦੋਂ ਅਗਰ ਉਹਨਾਂ ਦਾ ਉੱਲੂ ਸਿੱਧਾ ਹੋ ਗਿਆ ਫਿਰ ਦੇਖਣਗੇ। ਮਹਾਂ ਵੀ ਹੱਲ ਇਸੇ ਕਰਕੇ ਹੈ ਕਿ ਇੰਡੀਆ ਦੇ ਵਿੱਚ ਉਹ ਤੁਹਾਡੀ ਕੋਈ ਮਦਦ ਨਹੀਂ ਕਰਨਗੇ, ਨਾ ਪਾਕਿਸਤਾਨ ਨਾ ਵੈਸਟਰਨ ਕੰਟਰੀਜ਼। ਹੱਲ ਤੁਹਾਨੂੰ ਇੱਥੇ ਲੱਭਣਾ ਪੈਣਾ ਇੰਡੀਆ ਦੇ ਵਿੱਚ। ਉਹ ਹੱਲ ਜਿਹੜਾ ਮੈਂ ਕਿਹਾ ਉਹ ਇਹ। ਪਰ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਕਿਹਾ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ, ਪੰਧੇਰ ਹੋਰਾਂ ਨੇ ਵੀ ਕਿਹਾ, ਮੈਂ ਉਹਨਾਂ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਕਿ ਜੇ ਜਸਟਿਸ ਹੁੰਦਾ, ਜਿੰਨੀ ਵੱਡੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋਈ ਪੰਜਾਬ 'ਚ, ਤੁਸੀਂ ਨੂੰ ਮੰਨਦੇ ਹੋ ਹੋਈ ਹੈਗੀ, ਪੁਲਿਸ ਵੱਲੋਂ ਹੋਈ, ਸਿਸਟਮ ਵੱਲੋਂ ਹੋਈ? ਮੈਂ ਤਾਂ ਲਿਖਿਆ ਉਹਦੇ ਤੁਹਾਨੂੰ ਦੂਸਰਾ ਪੀਲੀਭੀਤ ਦਾ ਇਨਸੀਡੈਂਟ ਦਿੱਤਾ। ਨਹੀਂ, ਜਿਹੜੀ ਪੰਜਾਬ 'ਚ ਹੋਈ, ਪੰਜਾਬ ਮੂਵਮੈਂਟ ਦੇ ਦੌਰਾਨ ਬਹੁਤ ਸਾਰੇ ਬੇਕਸੂਰ ਸਿੱਖ ਬਹੁਤ ਮਾਰੇ ਗਏ। ਮੈਂ ਉਹ ਚਮਨ ਲਾਲ ਮੇਰਾ ਦੋਸਤ ਹੈ, ਮੇਰਾ ਬੈਚਮੇਟ, ਉਹਨੂੰ ਕੋਟ ਕੀਤਾ। ਉਹ ਉਸ ਵੇਲੇ ਮੱਧ ਪ੍ਰਦੇਸ਼ ਕਾਡਰ ਦਾ ਅਫਸਰ ਸੀਗਾ। ਔਰ ਰਬੇਰੋ ਜਿਹੜਾ ਸੀਗਾ, ਬੁਲਟ ਫਾਰ ਬੁਲਟ ਦੀ ਪੋਲਿਸੀ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ ਉਹ। ਔਰ ਚਮਨ ਲਾਲ ਨੂੰ ਗਿੱਲ ਸੀਗੇ ਮੱਧ ਪ੍ਰਦੇਸ਼ ਕਾਡਰ ਦੇ, ਉਹ ਡੀਜੀ ਆ ਗਏ ਸੀਗੇ। ਉਹਨਾਂ ਨੇ ਚਮਨ ਲਾਲ ਨੂੰ ਬੁਲਾਇਆ। ਚਮਨ ਲਾਲ ਬੜਾ ਰਿਕਲੂਸ ਆਦਮੀ ਹੈ, ਨਾ ਸ਼ਾਦੀ ਕੀਤੀ ਨਾ ਕੁਛ ਕੀਤੀ ਨਾ। ਅਤੇ ਉਹਨੂੰ ਪਹਿਲਾਂ ਤਾਂ DIG ਹੈੱਡਕੁਆਟਰ ਲਾਇਆ ਕਿ ਪੰਜਾਬ ਪੁਲਿਸ ਨੂੰ ਠੀਕ ਕਰ। ਬਾਅਦ ਦੇ ਵਿੱਚ ਜਦੋਂ IG ਬਣ ਗਿਆ, ਬਾਰਡਰ IG ਬਣ ਗਿਆ। ਉਸ ਬਾਰਡਰ 'ਚ ਇਹਨੇ ਬਹੁਤ ਦੌਰਾ ਕੀਤਾ ਚਮਨ ਲਾਲ ਨੇ। ਔਰ ਚਮਨ ਲਾਲ ਨੇ ਕਨਵਿੰਸ ਕਰ ਦਿੱਤਾ ਰਬੇਰੋ ਨੂੰ ਕਿ ਵਿਨਿੰਗ ਦਾ ਹਾਰਟਸ ਐਂਡ ਮਾਈਂਡਸ ਆਫ ਦਾ ਸਿੱਖ ਇਜ਼ ਮੋਰ ਇੰਪੋਰਟੈਂਟ ਦੈਨ ਪੋਲਿਸੀ ਆਫ ਰੂਥਲੈਸ ਸਪਰੈਸ਼ਨ, ਜਿਹੜਾ ਕਿ ਗਿੱਲ ਨੇ ਪ੍ਰੋਪ ਕੀਤਾ। ਇਨ ਦੋਨਾਂ ਦੀ ਮੀਟਿੰਗ ਹੋਈ, ਗਿੱਲ ਦੀ ਅਤੇ ਰਬੇਰੋ ਦੀ, ਸਰਦਾਰ ਸ਼ੰਕਰ ਰੇ ਦੇ ਨਾਲ, ਜਦੋਂ ਕਿ ਉਹ ਗਵਰਨਰ ਸੀਗਾ। ਅਤੇ ਸਰਦਾਰ ਸ਼ੰਕਰ ਰੇ ਨੇ ਤਾਂ ਪੋਲਿਸੀ ਉਹੀ ਲੈਣੀ ਹੈ ਜਿਹੜੀ ਉੱਪਰੋਂ ਇਸ਼ਾਰਾ ਹੋਇਆ ਹੋਵੇਗਾ ਰਾਜੀਵ ਗਾਂਧੀ ਵਕਤ ਤੋਂ, ਵਨ ਅਕਬਰ ਰੋਡ ਤੋਂ। ਉਹਨੇ ਗਿੱਲ ਦੀ ਪੋਲਿਸੀ ਨੂੰ ਕਿਹਾ ਕਿ ਹਾਂ ਤੁਸੀਂ ਕਰੋ ਸਪਰੈਸ। ਔਰ ਉਹਦੇ ਕਰਕੇ ਡਿਊਰਿੰਗ ਗਿੱਲਸ ਪੀਰੀਅਡ, ਕਿਤਾਬ 'ਚ ਲਿਖਿਆ ਉਸਨੇ, 20,000 ਸਿੱਖ ਮਾਰੇ ਗਏ। ਔਰ ਗੁੱਸੇ 'ਚ ਆ ਕੇ, ਔਰ ਇਹਨੇ ਕਿਹਾ ਨਾ, ਰਾਹੁਲ ਗਾਂਧੀ ਨੇ ਇਲੈਕਸ਼ਨ ਸਪੀਚ 2013 ਦੇ ਵਿੱਚ ਕੇਲਰੀ ਰਾਜਸਥਾਨ ਦੇ ਵਿੱਚ, ਕਿ ਜਿਹੜੇ ਟੈਰਰਿਸਟ ਇਸ ਤਰ੍ਹਾਂ ਨਹੀਂ ਪੈਦੇ ਹੁੰਦੇ, ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਐਂਗਰ ਭਰਦੇ ਹੋ ਤੁਸੀਂ। ਉਹਨੇ ਤਾਂ ਕਿਹਾ ਸੀ ਮੁਜ਼ੱਫਰਨਗਰ ਦੇ ਰਾਈਟ ਦੇ ਬਾਰੇ, ਮੁਸਲਮਾਨਾਂ ਦੇ ਬਾਰੇ, ਬੜੇ ਸਿੱਖਾਂ 'ਚ ਵੀ ਲੱਗਦਾ ਹੈ ਕਿ ਪਹਿਲਾਂ ਤੁਸੀਂ ਉਹਦੇ ਕਿਸੇ ਕੌਮ 'ਚ ਐਂਗਰ ਭਰੋ, ਫਿਰ ਉਸ ਨੂੰ ਐਂਗਰ ਨੂੰ ਤੁਸੀਂ ਐਡਰੈਸ ਨਾ ਕਰੋ, ਅਤੇ ਉਹ ਤਾਂ ਟੈਰਰਿਸਟ ਬਣਨਾ ਹੀ ਬਣਨਾ ਹੈ। ਅਤੇ ਕੁਛ ਖਾੜਕੂ ਬਣ ਗਏ, ਕੁਛ ਇਨੋਸੈਂਟ ਮਾਰ ਗਏ। ਔਰ ਚਮਨ ਲਾਲ ਨੇ ਕਿਹਾ, ਚਮਨ ਲਾਲ ਨੇ ਉੱਥੇ ਜਦੋਂ ਕਿ ਜਸਬੀਰ ਸਿੰਘ ਰੋਡੇ ਨੂੰ ਫਿਰੋਜ਼ਪੁਰ ਜੇਲ੍ਹ 'ਚੋਂ ਛੱਡਿਆ ਗਿਆ, ਇਹਦੇ ਚਮਨ ਲਾਲ ਦੇ ਬਾਵਜੂਦ ਓਬਜੈਕਸ਼ਨ ਕਰਨ ਦੇ ਕਿ ਇਹਨੂੰ ਗੋਲਡਨ ਟੈਂਪਲ 'ਚ ਨਾ ਆਉਣ ਦਿਓ। ਜਦੋਂ 47 ਨਾਲ ਫਾਇਰ ਹੋਏ ਨੇ। ਹਾਂ, ਦੂਸਰੀ ਉਹ ਇਹਨੇ ਗਿੱਲ ਨੇ ਡਿਸਐਗਰੀ ਕੀਤਾ ਅਤੇ ਉਹਨੂੰ ਆਉਣ ਦਿੱਤਾ। ਆਉਂਦੇ ਨੇ ਖਾਲਿਸਤਾਨ ਦਾ ਫਿਰ ਨਾਅਰਾ ਲਾਤਾ। ਇਹ ਫਿਰ ਉਹ ਤਾਂ ਜਸਬੀਰ ਸਿੰਘ ਰੋਡੇ ਦਾ ਤਾਂ ਭਾਣਜਾ ਸੀ, ਉਹਨੂੰ ਉਹ ਉਸ ਵੇਲੇ ਤੱਕ ਚੱਲ ਰਿਹਾ ਸੀ ਕਨੈਕਸ਼ਨ। ਔਰ ਖਾਲਿਸਤਾਨ ਦਾ ਇਸ ਮੁੱਦਾ ਖਤਮ ਹੀ ਨਾ ਹੋਵੇ ਕਦੇ। ਫਿਰ ਚਮਨ ਲਾਲ ਨੇ ਕੋਤਵਾਲੀ 'ਚ ਪ੍ਰੈਸ ਕਾਨਫਰੰਸ ਬੁਲਾਈ ਅੰਮ੍ਰਿਤਸਰ 'ਚ। ਉੱਥੇ ਉਹਨੂੰ ਗਿੱਲ ਨੂੰ ਕ੍ਰਿਟਿਸਾਈਜ਼ ਕੀਤਾ ਉਹਨਾਂ ਦੀ ਪੋਲਿਸੀ ਨੂੰ ਕਿ ਇਹ ਹੁਣ ਇਹ ਹੋਏਗਾ, ਉਹੀ ਹੋਇਆ। ਉਸ ਨੂੰ ਫਿਰ ਚਿਦੰਬਰਮ ਉਸ ਵੇਲੇ, ਇਹਨੇ ਮੈਨੂੰ ਕਿਹਾ, ਮੈਂ ਲਿਖਿਆ ਸੀ ਕਿਤਾਬ 'ਚ, ਚਮਨ ਲਾਲ ਨੇ ਮੈਨੂੰ ਕਿਹਾ ਕਿ ਚਿਦੰਬਰਮ ਨੇ ਕਿਹਾ ਮੇਰੇ ਕੋਲ ਭੇਜੋ ਵਾਪਸ ਦਿੱਲੀ, ਅਸੀਂ ਉਹਨੂੰ ਠੀਕ ਕਰ ਦਿਆਂਗੇ। ਉਹਨੂੰ ਟ੍ਰਾਂਸਫਰ ਕਰਕੇ ਮੱਧ ਪ੍ਰਦੇਸ਼ ਕਾਡਰ ਦਾ ਸੀਗਾ, ਦਿੱਲੀ 'ਚ ਇਨ ਵੇਟਿੰਗ ਲਿਖਿਆ। ਅਤੇ ਸਰਦਾਰ ਸ਼ੰਕਰ ਰੇ ਨੇ ਕਿਹਾ ਚਿਦੰਬਰਮ ਨੂੰ ਕਿ ਵੀ ਦੇਖੋ, ਜੇ ਮੈਂ ਚਮਨ ਲਾਲ ਨੂੰ ਜਾਣਦਾ, ਤੁਸੀਂ ਕੋਈ ਸਿੱਧਾ ਸੌਦਾ ਨਹੀਂ ਕਰ ਸਕੋਗੇ, ਉਹਦੀ ਕੋਈ ਲਾਇਬਿਲਿਟੀ ਨਹੀਂ ਚਲਾਓਗੇ, ਤੁਸੀਂ ਨੌਕਰੀ 'ਚੋਂ ਕੱਢ ਨਹੀਂ ਸਕਣਾ। 4 ਮਹੀਨੇ ਤੋਂ ਬਾਅਦ ਵਾਪਸ ਕੀਤਾ। ਬਾਅਦ 'ਚ DG ਨਾਗਾਲੈਂਡ, ਬੜਾ ਪਾਪੂਲਰ DG ਰਿਹਾ ਨਾਗਾਲੈਂਡ ਦਾ, ਅਤੇ ਹਲੇ ਵੀ ਇਕੱਲਾ ਹੀ ਹੈ। ਫਿਰ ਬਾਬਾ ਆਮਟੇ ਜੁਆਇਨ ਕਰ ਲਿਆ। ਉਹਨੂੰ ਪਦਮ ਸ਼੍ਰੀ ਮਿਲਿਆ 1988 ਦੇ ਇਸੇ ਚੀਜ਼ 'ਚ ਕਿ ਇਹਨੇ ਪੰਜਾਬ 'ਚ ਕੰਟਰੋਲ ਕੀਤਾ ਸਿੱਖਾਂ ਦਾ ਵਿਸ਼ਵਾਸ। ਬਾਅਦ 'ਚ ਬਦਲ ਗਏ, ਚਾਹੁੰਦੇ ਨਹੀਂ ਸੀ ਹੋਣਾ ਸਾਰਾ ਸਿੱਖਾਂ ਦਾ। ਤਾਂ ਮੈਂ ਬੁਲਟ ਫਾਰ ਬੁਲਟ ਦੀ ਥਿਊਰੀ ਗਲਤ ਸੀ, ਉਹਨੇ ਮੰਨ ਲਿਆ। ਮੈਂ ਚਮਨ ਲਾਲ ਦੀ ਪੋਲਿਸੀ ਨੂੰ, KPS ਗਿੱਲ ਨੇ ਜੋ ਕੀਤਾ ਗਲਤ ਕੀਤਾ, ਕਿ ਇਹ ਦੱਸਿਆ ਕਿ ਚਮਨ ਲਾਲ ਦੀ ਪੋਲਿਸੀ ਬੈਟਰ ਸੀ। ਮੈਂ ਇਹੀ ਇੰਡਾਇਰੈਕਟਲੀ ਕਿਹਾ ਨਾ ਕਿ ਬਚ ਜਾਣੇ ਸੀ ਬੰਦੇ। ਪੜ੍ਹੋ ਕਿਤਾਬ, ਦੋਨਾਂ ਪੋਲਿਸੀਜ਼ ਨੂੰ। ਆਹ ਚਮਨ ਲਾਲ ਵਾਲੀ ਪੋਲਿਸੀ, ਸਿੱਖਾਂ ਦੇ ਦਿਲ 'ਚ ਵੀ ਕੁਛ ਇੰਨਾ ਰੋਸ਼ ਨਹੀਂ ਹੋਣਾ ਸੀਗਾ, ਬੰਦੇ ਵੀ ਘੱਟ ਮਰਦੇ, ਕੁਛ ਤਾਂ ਖਾੜਕੂ ਬਣ ਕੇ ਸੀ ਮਾਰਨੇ ਸੀ। ਮਗਰ ਇੱਕ ਇਹਨੇ ਕਿਹਾ ਚਮਨ ਲਾਲ ਨੇ ਕਿ CBI ਨੇ ਕੀਤਾ, ਪ੍ਰੋਬ ਕੀਤਾ। ਬਾਅਦ ਸ਼ਮਸ਼ਾਨ ਘਾਟਾਂ 'ਚ ਗਏ, 2000 ਬੰਦੇ ਜਿਨ੍ਹਾਂ ਦਾ ਪਤਾ ਨਹੀਂ ਸੀ ਉੱਥੇ ਜਲਾਏ ਗਏ। ਉਹ ਲੱਭ ਹੀ ਨਹੀਂ ਰਹੇ ਕਿੱਥੇ।
ਖਾਲੜਾ ਵਰਗੇ ਲੋਕਾਂ ਨੂੰ ਬਾਅਦ ਚੋਂ ਉਹ ਕੌਣ ਨਹੀਂ ਮੈਨੂੰ ਤਾਂ ਪਤਾ ਨਹੀਂ। ਚਮਨ ਲਾਲ ਜਸਵੰਤ ਸਿੰਘ ਖਾਲੜਾ ਨੂੰ ਤਾਂ ਜਾਣਦੇ ਹੋਗੇ, ਮੈਂ ਮੁਲਕੀ ਸੁਣਿਆ ਅਧਿਕਾਰਾਂ ਦੇ ਨਾ ਬੜੇ ਵੱਡੇ। ਸੁਣਿਆ ਨਾ, ਮਗਰ ਇਹ ਤਾਂ ਚਮਨ ਲਾਲ ਨੇ ਕਿਹਾ ਕਿ 2000 ਬੰਦੇ ਇਹੋ ਜਿਹੇ ਸੀ ਜਿਨ੍ਹਾਂ ਦਾ ਪਤਾ ਨਹੀਂ ਲੱਗਿਆ। ਉਹਨਾਂ ਦਾ ਜਾ ਕੇ ਉੱਥੇ CBI ਨੇ ਉਹਨਾਂ ਦਾ ਨਾਂ ਦੇਖਿਆ ਕਿ ਸ਼ਮਸ਼ਾਨ ਘਾਟ 'ਚ ਉਹਨਾਂ ਦਾ ਸੰਸਕਾਰ ਹੋਇਆ। ਮੈਂ ਇਹੀ ਕਿਹਾ ਭਾਈ 30 ਤੇ 35,000 ਸਿੱਖ ਮਰੇ 80 ਤੋਂ ਲੈ ਕੇ 95 ਤੱਕ। ਉਹ ਵਿੱਚ ਹਿੰਦੂ ਵੀ ਮਰੇ ਕੁਛ ਇਨੋਸੈਂਟ, ਇਹ ਥੋੜ੍ਹਾ ਕਿ ਇਕੱਲੇ ਇੰਨੇ ਬੰਦਿਆਂ ਨੂੰ ਸਿਰਫ ਇੱਕ ਇਲੈਕਸ਼ਨ ਜਿੱਤਣ ਕਰਕੇ ਉਹਦੀ ਕੁਛ ਹਾਲੇ ਤੱਕ ਸੁਣੀ ਸੁਣਾਈ ਵੀ ਨਹੀਂ ਹੋਈ। ਮੈਂ ਲਾਸਟ ਦੇ ਚੈਪਟਰ 'ਚ ਇਹੀ ਲਿਖਿਆ ਨਾ, ਕੀ ਤੁਸੀਂ ਹੱਲ ਕੀ ਦਿੱਤਾ ਹੈਗਾ ਸੋਲੂਸ਼ਨ? ਮੈਂ ਹਾਲੇ ਇਹੀ ਲਾਸਟ ਚੈਪਟਰ 'ਚ ਮੈਂ ਲਿਖਿਆ ਜਿਹੜਾ ਨਾ ਦ ਵੇ ਫਾਰਵਰਡ, ਉਹ ਤੁਸੀਂ ਪੜ੍ਹਿਓ ਜ਼ਰੂਰ, ਪੜ੍ਹਿਆ ਹੋਣਾ ਜ਼ਰੂਰ। ਉਹਦੇ 'ਚ ਇਹੀ ਲਿਖਿਆ ਕਿ ਦੇਖੋ ਭਾਈ 13/1984 ਉਹਦਾ ਮੈਂ ਖਾਸ ਕਰਕੇ ਉਹਦਾ ਲਿਆ ਜਿਹੜਾ ਕਿ ਟਰੁੱਥ ਕਮਿਸ਼ਨ ਦਾ ਤੁਸੀਂ ਜ਼ਿਕਰ ਕੀਤਾ, ਪਰ ਇਸ 97 ਦੇ ਮੈਨੀਫੈਸਟੋ 'ਚ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ 'ਚ ਪਾਇਆ ਸੀ ਜੀ ਅਸੀਂ ਆਵਾਂਗੇ ਟਰੁੱਥ ਕਮਿਸ਼ਨ ਬਣਾਵਾਂਗੇ, ਬਣਾਇਆ ਹੀ ਨਹੀਂ ਉਹਨਾਂ ਨੇ। ਪੋਲੀਟੀਕਲ ਜੋ ਮਰਜ਼ੀ ਕਹੀ ਜਾਣ, ਮੈਂ ਤਾਂ ਪੋਲੀਟੀਸ਼ੀਅਨ ਤਾਂ ਹੈ ਨਹੀਂ, ਮੈਂ ਤਾਂ ਇੱਕ ਐਨਾਲਿਸਟ ਦੇ ਤੌਰ 'ਤੇ ਇੱਕ ਉਸ ਤਰ੍ਹਾਂ ਦੀ ਲਿਖਿਆ ਭਾਈ, ਔਰ ਥੋੜ੍ਹਾ ਤਜਰਬਾ ਵੀ ਹੈ ਦੁਨੀਆ ਦਾ। ਅਤੇ ਮੈਂ ਇਹੀ ਲਿਖਿਆ ਕਿ 13 ਦੇਖੋ ਦਿੱਲੀ ਦਾ ਜਿਹੜਾ ਕਤਲੇਆਮ ਹੋਇਆ ਸਿੱਖਾਂ ਦਾ, ਬਾਹਰਲੇ ਸ਼ਹਿਰਾਂ 'ਚ ਵੀ ਹੋਇਆ 20-25 ਸ਼ਹਿਰਾਂ 'ਚ, ਅਤੇ ਉਹਦਾ ਦੇਖੋ ਇੰਨੇ ਬੰਦੇ ਮਰੇ। 13 ਕਮਿਸ਼ਨ ਕਮੇਟੀਜ਼ SIT ਬਿਠਾਈਆਂ, ਕੁਛ ਨਹੀਂ ਨਿਕਲਿਆ। ਰੰਗਨਾਥ ਕਮਿਸ਼ਨ ਜਿਹੜਾ ਰੰਗਨਾਥ ਮਿਸ਼ਰਾ ਜਾਂ ਉਹ ਤਾਂ ਸੁਪਰੀਮ ਕੋਰਟ ਦਾ ਜੱਜ, ਬਾਅਦ ਦੇ ਵਿੱਚ ਇੱਕ ਹਿਊਮਨ ਰਾਈਟਸ ਦਾ ਚੇਅਰਮੈਨ, ਬਾਕੀ ਉਹਨੇ ਲਿਖਿਆ ਤੁਹਾਡਾ ਪੜ੍ਹਿਓ ਸੂਰੀ ਨੇ ਜਿਹੜਾ ਨਾ ਸੂਰੀ ਦੀ ਕਿਤਾਬ 'ਚ ਲਿਖਿਆ ਕਿ ਉਹਦੇ ਅੱਗੇ ਕਿਵੇਂ ਐਫੀਡੇਵਿਟ ਦਿੱਤਾ। ਇੱਕ ਮਜ਼ਾਕ ਬਣਾਇਆ ਉਹਨਾਂ ਨੇ ਜਿਹੜਾ ਉਹਦਾ ਜਸਟਿਸ ਦਾ, ਕਿਸੇ ਕੁਛ ਨਹੀਂ, ਹਾਲੇ ਤੱਕ ਕੁਛ ਨਹੀਂ ਹੋਇਆ। ਜਿਹੜਾ ਲਾਸਟ SIT ਸੀ ਜਿਹੜਾ ਜਸਟਿਸ ਢੀਂਗਰਾ ਦੀ, ਉਹਨਾਂ ਨੇ 2019 'ਚ ਰਿਪੋਰਟ ਦਿੱਤੀ ਕਿ ਭਾਈ ਮੈਨੂੰ 200 ਕੇਸ ਦੀ ਮੈਂ ਦੇਖਿਆ, ਉਹਨਾਂ 'ਚੋਂ ਕੋਈ ਕੇਸ ਦੁਬਾਰਾ ਨਹੀਂ ਹੋ ਸਕਦਾ, ਇੱਕੋ ਹੀ ਕੇਸ 'ਚ ਦੁਬਾਰਾ ਹੋ ਸਕਦਾ, ਕੁਛ ਨਾ ਕੁਛ ਖੁੱਲ੍ਹ ਸਕਦੀ ਹੈ। ਪਰ ਉਹਨੇ ਜਿਹੜੀ ਇੰਟਰਵਿਊ ਦਿੱਤੀ ਆਊਟਲੁੱਕ ਦੇ ਰਿਪੋਰਟਰ ਨੂੰ, ਉਹਨੇ ਕਿਹਾ ਕਿ ਦੇਖੋ 35-40 ਸਾਲਾਂ ਬਾਅਦ ਕਾਹਦਾ ਜਸਟਿਸ, ਇੱਕ ਤੀਵੀਂ ਨੇ ਆਪਣੇ 35 ਬੰਦੇ ਘਰ 'ਚੋਂ ਖੋਹਤੇ, ਨਾ ਉਹਦਾ ਵਿਟਨੈਸ ਹੈ ਨਾ ਕੁਛ ਹੈ, ਉਹਨੂੰ ਕੀ ਜਸਟਿਸ ਮਿਲੇਗਾ? ਜਿੰਨੇ ਬੰਦੇ 2-4 ਹੋਰ ਫੜ ਲਓ, ਹੋਰ ਧਰਮਦਾਸ ਵਗੈਰਾ ਬਾਕੀ ਫੜ ਲਓ। ਜਸਟਿਸ ਕਹਿੰਦਾ ਇਹ ਤਾਂ ਤੁਹਾਡੇ ਬੰਦਿਆਂ ਵਾਸਤੇ ਇੱਕ ਰਿਪੋਰਟ ਬਣ ਸਕਦੀ ਹੈ, TRP ਦੇ ਸੋਰਸ ਬਣ ਸਕਦੀ ਹੈ, ਕੋਈ ਜਸਟਿਸ ਨਹੀਂ। ਇਸੇ ਕਰਕੇ ਮੈਂ ਕਿਹਾ ਕਿ ਭਾਈ ਜਸਟਿਸ ਇਹ ਸਾਰਾ ਛੱਡੋ। ਇਹ ਪਹਿਲਾਂ ਕਿਉਂ ਨਹੀਂ ਕਾਂਗਰਸ ਕਰ ਸਕਦੀ ਸੀ, ਪਹਿਲਾਂ ਦੂਸਰੀਆਂ ਗਵਰਨਮੈਂਟ ਕਿਵੇਂ ਨਹੀਂ ਕਰ ਸਕਦੀਆਂ ਸੀ? ਲਿਪ ਸਰਵਿਸ ਕੀਤੀ। ਮਨਮੋਹਨ ਸਿੰਘ ਨੇ ਅਪੋਲੋਜੀ ਜਿਹੜੀ ਸੀਗੀ ਟੈਕਨੀਕਲ ਅਪੋਲੋਜੀ ਸੀ। ਮੈਂ ਕਿਹਾ ਦੋ ਚੀਜ਼ਾਂ ਕਰੋ, ਇੱਕ ਤਾਂ ਪਾਰਲੀਮੈਂਟ 'ਚ ਅਪੋਲੋਜਾਈਜ਼ ਕਰੋ ਭਾਈ ਆ ਜਿਹੜਾ ਸਿੱਖਾਂ ਨਾਲ ਜ਼ਿਆਦਤੀ ਹੋਈ, ਇੰਨੇ ਸਿੱਖ ਮਾਰੇ ਗਏ, ਔਰ ਦੂਸਰੀ ਚੀਜ਼ ਇੱਕ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ, ਜਿਵੇਂ ਕਿ ਸਾਊਥ ਅਫਰੀਕਾ 'ਚ ਬੈਠਾ ਉੱਥੇ ਬੈਠਿਆ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਭਾਈ ਜਿਹਨੂੰ ਇਨਫੋਰਮੇਸ਼ਨ ਆ ਜਾ, ਜਿਵੇਂ ਮੇਰੀ ਕਿਤਾਬ ਹੈ, ਜਿਵੇਂ ਪਾਂਡੇ ਦੀ ਕਿਤਾਬ ਹੈ, ਹੋਰਾਂ ਨੂੰ ਬਹੁਤ ਪਤਾ ਹੋਏਗਾ, ਉਹ ਆ ਕੇ ਦੱਸੋ ਭਾਈ ਤੁਹਾਨੂੰ ਜਨਰਲ ਐਮਨੈਸਟੀ ਦਿੰਦੇ ਆ, ਕਿਸੇ ਨੂੰ ਕੁਛ ਨਹੀਂ ਹੋਏਗਾ, ਆ ਕੇ ਖੁੱਲ੍ਹ ਆ ਕੇ ਗੱਲ ਕਰੋ। ਔਰ ਉਸ ਤਰ੍ਹਾਂ ਦਾ ਮੈਂ ਕਿਹਾ ਕਿ ਸੁਪਰੀਮ ਕੋਰਟ ਜੱਜ ਰਿਟਾਇਰਡ, 2 ਸਿਟਿੰਗ ਔਰ ਸੁਪਰੀਮ ਕੋਰਟ ਦੇ ਰਿਟਾਇਰਡ ਜੱਜਸ, ਇਹ 3 ਬੰਦਿਆਂ ਦਾ ਕਮਿਸ਼ਨ, ਟਾਈਮ ਬਾਉਂਡ ਵਿਦਿਨ 1 ਈਅਰ ਔਰ 6 ਮਹੀਨੇ ਜਿੰਨੇ ਵੀ ਕਰੋ, ਉਹਨਾਂ ਦਾ ਕਰੋ, ਰਿਪੋਰਟ ਲਓ ਔਰ ਇੱਕ ਪਾਸੇ ਖਤਮ ਕਰੋ। ਸੁਬਰਾਮਨਿਊ ਸਾਮੀ ਕਹਿੰਦੇ ਨੇ ਕਿ ਇੱਕ ਕੈਟਾਗਰੀ ਪਾ ਕੇ ਇਹਨੂੰ ਜੀਨੋਸਾਈਡ, ਖਾਸ ਤੌਰ 'ਤੇ ਦਿੱਲੀ ਵਾਲਾ ਵੀ ਤੇ ਦਿੱਲੀ ਵਾਲਾ ਕਹਿੰਦੇ ਨੇ, ਉਹ ਤੁਹਾਨੂੰ ਲੱਗਦਾ ਪੰਜਾਬ ਦੇ ਅੰਦਰ ਜੋ ਹੋਇਆ, ਜੋ ਦਿੱਲੀ, ਇਹ ਜੀਨੋਸਾਈਡ ਦੀ ਕੈਟਾਗਰੀ 'ਚ ਆਉਣਾ ਚਾਹੀਦਾ ਜਿਹੜਾ ਗਲਤ ਹੋਇਆ? ਦੇਖੋ ਪੰਜਾਬ ਦੇ ਵਿੱਚ ਤਾਂ ਉਹਨਾਂ ਦਿੱਲੀ ਦੇ ਬਾਰੇ ਅਗਰ ਲਵੋ, ਜਿਹੜੀ ਹਿਊਮਨ ਰਾਈਟ ਵਾਇਲੇਸ਼ਨ ਹੋਈ ਹੈ ਵੱਡੇ ਜੈਨੋਸਾਈਡ ਦੀਆਂ, ਮੈਂ ਲਿਖਿਆ ਕਿ 4-5 ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ, 2-3 ਤੇ ਮਿਲਦੀਆਂ ਨੇ। ਜੈਨੋਸਾਈਡ ਡਿਕਲੇਅਰ ਨਹੀਂ ਹੋਣਾ ਚਾਹੀਦਾ। ਮਗਰ ਇਹ ਜਿਹੜੀ ਕਮਿਸ਼ਨ TRP ਹੋਏਗਾ, ਪਹਿਲਾਂ ਇਹ ਇਹੀ ਡਿਸਾਈਡ ਕਰਨ ਕਿ ਵੀ ਜੈਨੋਸਾਈਡ ਸੀ ਕਿ ਨਹੀਂ ਸੀ। ਉਹੀ ਦੇ ਆਰ ਦ ਬੈਸਟ ਜੱਜਸ। ਮੈਂ ਕੋਟ ਕੀਤਾ ਲੋਕਾਂ ਨੂੰ ਕਿ ਵੀ ਹਿਊਮਨ, ਇਹ ਜਿਹੜੇ 4-5 ਚੀਜ਼ਾਂ ਜੈਨੋਸਾਈਡ ਦੀਆਂ ਹੋਣੀਆਂ ਨੇ, ਜਿਹੜੀ ਕਿ ਕਨਵੈਨਸ਼ਨ ਹੈ ਨਾ, ਉਹਦੇ 'ਚੋਂ 2-3 ਤੇ ਮਿਲਦੀਆਂ ਨੇ, ਚੌਥੀ ਪੰਜਵੀਂ ਦੇ ਉੱਤੇ ਥੋੜ੍ਹਾ ਸ਼ੱਕ ਹੈ, ਉਹ ਭਾਈ ਆ ਕੇ ਜੱਜ ਡਿਸਾਈਡ ਕਰ ਦੇਣ। ਅਗਰ ਜੈਨੋਸਾਈਡ ਸੀ ਤਾਂ ਜੈਨੋਸਾਈਡ ਵਾਲੇ ਨੂੰ ਫਿਰ ਤਾਂ ਦੂਸਰੇ ਤਰੀਕੇ ਨਾਲ ਕਰਨਾ ਪਏਗਾ ਨਾ, ਕੌਣ ਸੀ ਲੋਕ ਰਿਸਪੌਂਸੀਬਲ, ਪਹਿਲਾਂ ਤਾਂ ਬੰਦੇ ਲੱਭੋ ਨਾ ਰਿਸਪੌਂਸੀਬਲ ਕੌਣ ਸੀਗੇ। ਕੀ ਕਰੋਗੇ? ਉਹ ਜੈਨੋਸਾਈਡ ਤਾਂ 2 ਮਰ ਗਏ, ਮਰਾਉਣੇ ਸੀ ਜਿਹੜੇ ਮਰ ਗਏ, ਜਿਹੜੇ ਬੰਦੇ ਸੀ ਮੇਨ, ਕੌਣ ਰਹਿ ਗਏ ਹੁਣ? ਇਕੱਲਾ ਕਮਲਨਾਥ ਤੇ ਅਰੁਣ ਸਿੰਘ ਹੈ ਨਾ। ਅਕਬਰ ਰੋਡ ਦੇ ਬੰਦੇ ਤਾਂ ਨਾ ਇੰਦਰਾ ਗਾਂਧੀ ਰਹੀ, ਨਾ ਰਾਜੀਵ ਗਾਂਧੀ ਰਿਹਾ, ਨਾ ਅਰੁਣ ਨਹਿਰੂ ਰਿਹਾ, ਨਾ ਫੋਤੇਦਾਰ ਰਿਹਾ, ਰਹਿ ਗਏ ਕਮਲਨਾਥ ਤੇ KP ਆਹ ਤੁਹਾਡੇ ਅਰੁਣ ਸਿੰਘ ਵਗੈਰਾ। ਇਹਨਾਂ ਨੂੰ ਇਹ ਆ ਜਾਣਗੇ, ਇਹਨੂੰ ਕਹੋ ਭਾਈ ਦੱਸੋ ਤੁਸੀਂ, ਇਹ ਤਾਂ ਸਾਰੇ ਜਾਣੇ, ਅਰੁਣ ਸਿੰਘ ਦਾ ਸਭ ਕੁਝ ਜਾਣਦਾ ਹੋਏਗਾ। ਤੁਹਾਨੂੰ ਜਿਹੜਾ ਸਾਰਾ ਕਦੇ ਤੁਸੀਂ ਦੋਵੇਂ ਚੀਜ਼ਾਂ ਹੀ ਲਿਖੀਆਂ ਨੇਗੀਆਂ, ਜਿਸ 'ਚ ਤੁਹਾਨੂੰ ਲੋਕ ਕਹਿੰਦੇ ਨੇ ਬਹੁਤ ਵਧੀਆ ਵੀ ਕੁਛ ਲਿਖਿਆ, ਤੁਹਾਡੇ ਆਲੋਚਕ ਵੀ ਨੇ, ਤੁਸੀਂ ਪੂਰੀ ਸਰਵਿਸ ਦੇ ਅੰਦਰ ਜਦੋਂ ਸੀ,
ਜਾਂ ਜੋ ਤੁਸੀਂ ਲਿਖ ਰਹੇ ਸੀ, ਤੁਸੀਂ ਇਹ ਸਿੱਖ ਹੋ ਕੇ ਸੋਚ ਰਹੇ ਸੀ ਜਾਂ ਆਫੀਸਰ ਹੋ ਕੇ ਸੋਚ ਰਹੇ ਸੀਗੇ? ਤੁਸੀਂ ਪਹਿਲਾਂ ਸਿੱਖ ਸੀ ਜਾਂ ਪਹਿਲਾਂ ਆਫੀਸਰ ਸੀਗੇ? ਅਫਸਰ ਨਾਲ ਤਾਂ ਕੋਈ ਤਾਲੁਕ ਹੀ ਨਹੀਂ ਸੀ, ਕਿਉਂਕਿ ਮੇਰਾ ਤਾਂ ਕਦੇ ਕੰਮ ਹੀ ਨਹੀਂ ਸੀ ਇਸ ਚੀਜ਼ ਦੇ ਬਾਰੇ। ਮੈਂ ਕਿਉਂਕਿ ਇਸ ਨੂੰ ਕਲੋਜ਼ਲੀ ਦੇਖਿਆ, ਇੱਕ ਹਿਊਮਨ ਬੀਇੰਗ ਦੇ ਨਾਤੇ ਵੀ, ਜੇ ਮੈਂ ਹਿੰਦੂ ਹੁੰਦਾ, ਜਿਵੇਂ ਚਮਨ ਲਾਲ ਤਾਂ ਹਿੰਦੂ ਸੀ ਨਾ, ਉਹ ਵੀ ਫੀਲ ਕਰ ਰਿਹਾ ਸੀਗਾ। ਕੁਝ ਬੰਦੇ ਇਹਨਾਂ ਚੀਜ਼ਾਂ ਤੋਂ ਉੱਪਰ ਚਲੇ ਜਾਂਦੇ ਨੇ, ਔਰ ਜਾਣਾ ਵੀ ਚਾਹੀਦਾ ਅਗਰ ਤੁਸੀਂ ਹਿਊਮਨ ਬੀਇੰਗ ਹੋ। ਅਤੇ ਇਸ ਕਰਕੇ ਮੈਂ ਇੱਕ ਹਿਊਮਨ ਬੀਇੰਗ ਜਿਹੜਾ ਸਿੱਖ ਸੀਗਾ, ਹੋ ਸਕਦਾ ਐਜ਼ ਏ ਸਿੱਖ ਮੈਂ ਜ਼ਿਆਦਾ ਥੋੜ੍ਹਾ ਫੀਲ ਕੀਤਾ ਹੋਵੇ, ਮਗਰ ਚਮਨ ਲਾਲ ਤਾਂ ਬਹੁਤ ਹੀ ਜ਼ਿਆਦਾ ਫੀਲ ਕਰਦਾ ਸੀ। ਪਰ ਆਇਡੈਂਟੀਟੀ ਤੁਹਾਡਾ ਖਹਿੜਾ ਆਇਡੈਂਟੀਟੀ ਤੁਸੀਂ ਕਹਿੰਦੇ ਹੋ ਹਿੰਦੂ ਤੋਂ ਉੱਪਰ ਉੱਠ ਕੇ ਬਿਲਕੁਲ ਸੋਚਣਾ ਚਾਹੀਦਾ। ਮਨੁੱਖ ਤਾਂ ਸਾਡੇ ਤਾਂ ਗੁਰੂ ਸਾਹਿਬ ਨੇ ਸਾਨੂੰ ਕਹੀ ਇਹ ਆ, ਗੁਰੂ ਸਾਹਿਬ ਦਾ ਸਨੇਹ ਇਹ ਆ, ਪਰ ਫਿਰ ਵੀ ਪਛਾਣ ਤੁਹਾਡੀ ਜਾਨ ਤਾਂ ਨਹੀਂ ਛੱਡਦੀ, ਪਛਾਣ ਤੁਹਾਡਾ ਪਿੱਛਾ ਤਾਂ ਨਹੀਂ ਛੱਡਦੀ। ਜਦੋਂ 84 ਹੋ ਰਿਹਾ ਸੀ, ਤੁਹਾਡੀ ਕਾਰ ਨੂੰ ਘੇਰਿਆ ਗਿਆ, ਤੁਸੀਂ ਕਿਹਾ ਉਹ ਸਾਰਾ ਮਤਲਬ ਐਜ਼ ਏ ਸਿੱਖ ਤੁਹਾਡੀ ਆਇਡੈਂਟੀਟੀ ਹੈ। ਉਹ ਹਿੰਦੂ ਨੇ ਲੜਕੇ ਨੇ ਆ ਕੇ ਦੱਸਿਆ, ਬਚਾਇਆ। ਉਹਨੇ ਕਿਹਾ ਜੀ ਇੱਧਰ ਨਾ ਤੁਸੀਂ ਜਾਓ, ਉੱਧਰ ਮੈਂ ਜਾਓ। ਉਹ ਗੱਲ ਕਰਦਾ, ਤਾਂ ਹੀ ਜਿਹੜੇ ਮਾਰਨ ਵਾਲੇ ਸੀ ਉਹ ਵੀ ਫਿਰ ਐਜ਼ ਏ ਸਿੱਖ ਹੀ ਜੇ ਬਚਾ ਰਿਹਾ ਸੀ, ਤਾਂ ਵੀ ਤੁਹਾਨੂੰ ਸਿੱਖ ਦੱਸ ਕੇ, ਜੇ ਤੁਹਾਨੂੰ ਕੋਈ ਮਾਰਦਾ ਤਾਂ ਵੀ ਸਿੱਖ ਦੱਸ ਕੇ। ਬਿਲਕੁਲ, ਇਹ ਆਇਡੈਂਟੀਟੀ ਦੱਸਿਆ ਹੈ ਨਾ ਮੈਂ ਉਹੀ ਕਹਿ ਰਿਹਾ, ਪਛਾਣ ਕਿੰਨੀ ਇੰਪੋਰਟੈਂਟ ਹੁੰਦੀ ਹੈ ਤੁਹਾਡੇ ਅੰਦਰੋਂ। ਪਛਾਣ, ਦੇਖੋ ਇਹਦੇ ਪਛਾਣ ਦੀ ਰਾਜਨੀਤੀ ਵੀ ਹੁੰਦੀ ਹੈ, ਇੱਕ ਪਛਾਣ ਹੁੰਦੀ ਹੈ ਬੰਦੇ ਦੀ ਕਿ ਮੇਰੇ ਪੁਰਖੇ ਸਿੱਖ ਸੀਗੇ। ਮੇਰੀ ਪਛਾਣ ਜਿਹੜੀ ਸੀ, ਤੁਹਾਡੀ ਪਛਾਣ ਰਾਜ ਦਾ ਅਧਿਕਾਰੀ ਜਾਂ ਸਿੱਖ? ਦੇਖੋ ਹੁਣ ਇਹਦੇ 'ਚ ਇਹ ਜਵਾਬ ਹੈ, ਮੇਰੀ ਪਛਾਣ ਪਗੜੀ ਤੇ ਦਾੜੀ ਕਰਕੇ ਹੈ ਨਾ। ਮਗਰ ਜੇ ਮੈਂ ਸਿੱਖ ਦਾੜੀ ਮੁੱਛਾਂ ਕੱਟੇ ਵਾਲਾ ਹੁੰਦਾ, ਫਿਰ ਪਛਾਣ ਨਹੀਂ ਸੀ, ਪਰ ਮੇਰੀ ਵਿਚਾਰ ਸੀ ਮੇਰਾ, ਹੈ ਨਾ। ਉਸ ਵੇਲੇ ਥੋੜ੍ਹਾ ਬਹੁਤ ਤੁਹਾਨੂੰ ਲੱਗਦਾ ਜ਼ਰੂਰ ਹੈ ਕਿ ਤੁਸੀਂ ਇੰਨਾ ਕੁਝ ਡਿਪਾਰਟਮੈਂਟ ਵਾਸਤੇ ਕੀਤਾ, ਉਹ ਤੁਹਾਨੂੰ ਸ਼ੱਕ ਹੋ ਰਿਹਾ। ਉਦੋਂ ਮੈਨੂੰ ਬੁਰਾ ਲੱਗਿਆ ਜਦੋਂ ਮੈਂ ਮਿਸਟਰ ਵਰਮਾ ਨੂੰ, ਸਾਡੇ ਸੈਕਟਰੀ ਨੂੰ ਕਿਹਾ ਕਿ ਭਾਈ ਸਾਡੀ ਤਾਂ 100 ਪੁਸ਼ਤਾਂ ਇੱਥੇ ਪੈਦਾ ਹੋਈਆਂ, 18 ਸਿੱਖ 82 ਹਿੰਦੂ, ਸਾਰੇ ਇੱਥੇ ਮਰੇ, ਸਾਰੇ ਵੇ। ਤੇ ਮੈਂ ਵੀ ਲਿਖਿਆ ਕਿ ਸਾਹਿਬ ਸਾਡੇ 'ਤੇ ਤਾਂ ਕੋਈ ਯਕੀਨ ਨਹੀਂ, ਕਿਉਂਕਿ ਮਿਸਿਸ ਗਾਂਧੀ ਦੇ ਮਰਨ ਤੋਂ ਬਾਅਦ ਰਾਜੀਵ ਗਾਂਧੀ ਨੇ ਇੱਕ ਆਰਡਰ, ਅਨਰਿਟਨ ਆਰਡਰ ਕੀਤਾ ਕਿ ਕੋਈ ਸਿੱਖ ਜਿਹੜਾ ਹੈਗਾ RNW ਦਾ ਵੈਸਟ ਯੂਰਪ, ਨਾਰਥ ਅਮਰੀਕਾ 'ਚ ਨਹੀਂ ਜਾਏਗਾ, ਇਹ ਪੋਸਟ ਨਹੀਂ ਹੋਏਗਾ। ਔਰ ਮੈਂ ਇੰਚਾਰਜ ਸੀ ਪੋਸਟਿੰਗ ਦੇ ਬਾਰੇ। ਜਦੋਂ ਮੈਂ ਪਹਿਲਾਂ ਤਾਂ ਮੇਰੇ ਕੋਲ ਇਹੀ ਮਹਿਕਮਾ ਤਾਂ ਸੀਗਾ, ਉਹ ਸਡਨਲੀ ਮੈਂ ਦੇਖਿਆ ਕਿ ਕੋਈ ਸਿੱਖ ਜਾਵੇ ਨਾ। ਅਤੇ 8 ਸਾਲ 1979 ਦੀ ਗੱਲ ਹੈ, 9 ਸਾਲ ਹੋ ਗਏ ਮੈਨੂੰ। ਮੈਂ ਤਾਂ ਹੀ ਆ ਕੇ ਤੰਗ ਆ ਕੇ ਮੈਂ ਵਰਮਾ ਨੂੰ, ਕਿ ਵਰਮਾ ਸੈਕਟਰੀ ਬੜਾ ਸਖਤ ਆਦਮੀ ਸੀ ਉਸ ਵੇਲੇ, ਅਤੇ ਉਹਨੂੰ ਮਿਲਿਆ ਜਾ ਕੇ ਇਹ ਸਾਰਾ ਕੁਝ ਕਿਹਾ, ਭਾਈ ਮੇਰੇ 'ਤੇ ਯਕੀਨ ਨਹੀਂ ਤੁਹਾਨੂੰ, ਮੇਰੀ ਬੈਕਗਰਾਊਂਡ ਦੇ ਬਾਰੇ ਜਾਣਦੇ ਹੋ। ਉੱਥੇ ਮਿਸਿਸ ਗਾਂਧੀ ਬੈਠੀ, ਇੱਕ ਪ੍ਰਾਈਮ ਮਿਨਿਸਟਰ ਦੀ ਵਾਈਫ ਬੈਠੀ ਹੈ, ਫੋਰਨ ਲੇਡੀ, ਤੁਸੀਂ ਉਸ ਦੇ ਬਾਰੇ ਵੈਰੀਫਾਈ ਕਰ ਲਿਆ ਕਿ ਕਿਸੇ ਫੋਰਨ ਇੰਟੈਲੀਜੈਂਸ ਦੀ ਏਜੰਸੀ ਦੀ ਸੋਰਸ ਤਾਂ ਨਹੀਂ ਹੈ? ਅਗਰ ਨਹੀਂ ਕੀਤਾ, ਯੂ ਹੈਵ ਫੇਲਡ ਇਨ ਯੋਰ ਡਿਊਟੀ। ਮੈਨੂੰ ਗੁੱਸਾ ਸੀ ਬਹੁਤ, ਅੱਖਾਂ ਮੇਰੀਆਂ ਭਰੀਆਂ ਕਿ ਮੈਨੂੰ ਕਦੇ ਇਹ ਕਹਿਣਾ ਪਵੇਗਾ। ਉਸ ਵੇਲੇ ਮੈਨੂੰ ਲੱਗਿਆ ਕਿ ਸਿੱਖ ਦੀ ਆਇਡੈਂਟੀਟੀ ਦੇ ਵਿੱਚ ਮੈਨੂੰ ਕੀ ਕੁਝ ਕਰਨਾ ਪਿਆ, ਜਿਹੜਾ ਕਿ ਆਮ ਆਦਮੀ ਨੂੰ ਨਹੀਂ ਕਰਨਾ ਪਿਆ ਹੋਣਾ। ਉਹ ਬੁਰਾ ਲੱਗਿਆ ਉਸ ਵੇਲੇ, ਪਰ ਉਸ ਬੁਰਾਈ ਨੂੰ ਮੈਂ ਆਪਣੀ ਕਿਤਾਬ ਦੇ ਵਿੱਚ ਕਿਤੇ ਅਸਰ ਨਹੀਂ ਨਜ਼ਰ ਆਇਆ। ਲਿਖਤਾ ਜਿਹੜਾ ਲਿਖਿਆ, ਜਿਹੜਾ ਨਹੀਂ ਲੱਗਿਆ ਉਹ ਵੀ ਲਿਖਿਆ ਮੈਂ। 84 'ਚ ਕੀ ਹੋਇਆ ਫਿਰ? 84 ਦਾ ਵੀ ਤੁਸੀਂ ਇੱਕ ਚੈਪਟਰ ਪ੍ਰੋਪਰ ਜਿਹੜਾ ਉਰੇ ਹੋਇਆ ਦਿੱਲੀ 'ਚ ਜੋ ਹੋਇਆ, ਉਹ ਲਿਖਿਆ ਨਾ ਪੂਰਾ। ਉਹ ਤਾਂ ਇਹੀ ਸੀਗਾ ਕਿ 2 ਸੋਰਸਿਸ ਦੇਖੋ। ਮੈਂ ਇੱਕ ਤਾਂ ਤੁਸੀਂ ਪੁਲਿਸ ਨੂੰ ਬਹੁਤ ਲਾਹਨਤਾਂ ਪਾਈਆਂ, ਦੱਸਿਆ ਜਰਾ, ਦਿੱਲੀ ਪੁਲਿਸ ਨੂੰ ਬਹੁਤ ਲਾਹਨਤਾਂ ਪਾਈਆਂ ਨੇ ਕਿ ਸਿੱਖ ਇੱਥੇ ਵਿਚਾਰੇ ਡੰਗਰਾਂ ਵਾਂਗੂ ਮਾਰੇ ਜਾ ਰਹੇ ਸੀ। ਤੁਸੀਂ ਜ਼ਿਕਰ ਕੀਤਾ, ਮਤਲਬ ਮੁਗਲਾਂ ਦਾ ਜ਼ਿਕਰ ਕੀਤਾ ਕਿ ਮੁਗਲਾਂ ਦੇ ਜ਼ਕਰੀਆ ਖਾਨ ਨਾਲੋਂ ਭੈੜਾ। ਉਹ ਸਹੀ ਗੱਲ ਹੈ, ਬਿਲਕੁਲ, ਉਹਦੀ ਕੋਈ ਸ਼ੱਕ ਨਹੀਂ। ਔਰ ਜਦੋਂ ਮੈਨੂੰ ਸਕਸੈਨਾ ਨੇ 7 ਜੂਨ ਨੂੰ ਕਿਹਾ ਨਾ ਕਿ ਸਿੱਖ ਮਰ ਜਾਣਗੇ ਇਸ ਤਰ੍ਹਾਂ, 1983 ਸੀਗੀ, 84 ਸੀ। ਪਰ ਮੈਂ ਜਦੋਂ ਇਹ ਮਿਸਿਸ ਗਾਂਧੀ ਮਰ ਗਈ, ਮੈਂ ਲਿਖਿਆ ਕਿਤਾਬ ਦੇ ਵਿੱਚ, ਮੈਂ 2 ਸੋਰਸਿਸ ਵੀ ਕੋਟ ਕੀਤੀਆਂ ਨੇ। ਇੱਕ ਵਿਨੇ ਸਤਪਥੀ ਹੈ, ਜਿਹੜਾ ਕਿ ਨਰਸਿਮਹਾ ਰਾਓ ਦਾ ਬਾਇਓਗ੍ਰਾਫਰ ਹੈ, ਉਹਨੇ ਹਾਫ ਲਾਈਨ ਨਾਮ ਦੀ ਕਿਤਾਬ ਲਿਖੀ ਹੈ। ਇੱਕ ਮੈਂ ਕੇਸੀ ਸਿੰਘ ਨੂੰ ਵੀ ਕੋਟ ਕੀਤਾ। ਕੇਸੀ ਸਿੰਘ ਨੂੰ ਐਕਚੁਅਲੀ ਉਸ ਵੇਲੇ ਮੈਂ ਜਦੋਂ 83 'ਚ ਲਾਸਟ ਵਿਜ਼ਿਟ ਗਿਆ ਨਾ ਅਮਰੀਕਾ 'ਚ, ਇਹ ਉੱਥੇ ਕਾਉਂਸਲਰ ਸੀਗਾ, ਉੱਥੇ ਕਾਉਂਸਲਰ ਜਨਰਲ ਇੰਡੀਆ ਦੇ ਵਿੱਚ। ਮੈਂ ਪਟਿਆਲੇ ਦੇ ਨੇ, ਕੇਸੀ ਜਾਣਦੇ, ਮੈਨੂੰ ਯੰਗਰ ਹੈ ਫੈਮਿਲੀ ਸਾਡੀਆਂ। ਮੇਰੇ ਫਾਦਰ ਅਤੇ ਇਹਦੇ ਫਾਦਰ ਪੜ੍ਹਦੇ ਵੀ ਸੰਗਰੂਰ ਦੇ ਨੇ, ਹਾਂ, ਮਹਿੰਦਰਾ ਕਾਲਜ ਪੜ੍ਹਦੇ ਸੀ ਇਕੱਠੇ। ਮੈਂ ਇਹਨੂੰ ਫੋਟੋ ਵੀ ਦਿੱਤੀ, ਇਹਦੇ ਕੋਲ ਸੀ ਨਹੀਂ। ਹਾਕੀ ਦੀ ਪਲੇਅਰ ਸਾਡੀ ਟੀਮ ਦੀ ਸੀ, ਮਹਿੰਦਰਾ ਕਾਲਜ ਦੇ ਮੇਰੇ ਫਾਦਰ ਪਲੇਅਰ। ਅਤੇ ਮੈਂ ਕੇਸੀ ਨੂੰ ਕਿਹਾ ਕਿ ਦੇਖ ਕੇਸੀ, ਐਗਜ਼ੈਕਟਲੀ ਇਹੀ ਵਰਡ ਹੈ, ਇਹਨੂੰ ਪਤਾ ਹੈ ਕਿ ਦੇਖ ਇਹ ਗਵਰਨਮੈਂਟ ਸਿੱਖਾਂ ਅਫਸਰਾਂ ਦਾ ਮਤਲਬ ਯੂਜ਼ ਕਰ ਰਹੀ ਹੈ, ਮਿਸਯੂਜ਼ ਕਰ ਰਹੀ ਹੈ। ਤੂੰ ਇਹੋ ਜਿਹਾ ਕੰਮ ਨਾ ਕਰੀ ਜਿਹੜਾ ਤੈਨੂੰ ਬਾਅਦ 'ਚ ਪਛਤਾਵਾ ਹੋਵੇ। ਮੈਨੂੰ ਕਹਿੰਦਾ ਕੀ? ਮੈਂ ਕਿਤੇ ਮੌਕੇ 'ਤੇ ਤੁਹਾਨੂੰ ਦੱਸੂਗਾ, ਹੁਣ ਨਹੀਂ ਦੱਸ ਸਕਦਾ ਮੈਂ। ਫਿਰ ਮੈਂ ਜਦੋਂ ਕਿਤਾਬ ਲਿਖੀ, ਉਦੋਂ ਉਹਨੂੰ ਦੱਸਿਆ, ਮੈਂ ਮਿਲਿਆ। ਅਤੇ ਇਹ ਜਿਹੜੀ ਜਦੋਂ ਮਿਸਿਸ ਗਾਂਧੀ ਮਰ ਗਈ, ਇਹਨਾਂ ਨੇ ਵਿਨੇ ਸਤਪਥੀ ਲਿਖਦਾ ਹੈ ਆਪਣੀ ਕਿਤਾਬ ਦੇ ਵਿੱਚ,
ਹਾਫ ਲਾਈਨ ਦੇ ਵਿੱਚ ਕਿ ਪ੍ਰਾਈਮ ਮਿਨਿਸਟਰ ਦੇ ਆਫਿਸ ਤੋਂ 1 ਅਕਬਰ ਰੋਡ ਤੋਂ ਟੈਲੀਫੋਨ ਆਉਂਦਾ ਹੈ ਨਰਸਿਮਹਾ ਰਾਓ ਨੂੰ ਸ਼ਾਮ ਨੂੰ, ਜਦੋਂ ਪ੍ਰਾਈਮ ਮਿਨਿਸਟਰ ਦੀ ਓਥ ਲੈ ਲਈ, ਜਦੋਂ ਜ਼ੈਲ ਸਿੰਘ ਵਾਪਸ ਆ ਗਿਆ ਨਾ ਉੱਥੋਂ ਯਮਨ ਤੋਂ, ਇਹਨੂੰ ਓਥ ਦਿੱਤੀ 6:30 ਵਜੇ ਸੀ, ਤੇ 15 ਮਿੰਟਾਂ ਬਾਅਦ ਆ ਗਏ ਉਹਨੇ ਉੱਥੇ, ਤੇ ਉਹਨੇ ਕਿਹਾ ਜੀ ਅਸੀਂ ਤੇਰੀਆਂ ਪੁਲਿਸ ਪਾਵਰ ਲੈ ਰਹੇ ਹਾਂ ਵਾਪਸ। ਹੋਮ ਮਿਨਿਸਟਰ ਪੁਲਿਸ ਦਾ ਇੰਚਾਰਜ ਹੁੰਦਾ, ਜਿਹਦੇ 'ਚ ਦਿੱਲੀ ਦੀ ਵੀ ਪੁਲਿਸ, ਸਾਰੇ ਆਲ ਇੰਡੀਆ ਦੀ ਪੁਲਿਸ ਦਾ ਉਹੀ ਇੰਚਾਰਜ ਹੈ। ਕਿਉਂਕਿ ਅਸੀਂ ਜਿਹੜੇ ਰਾਈਟ ਸ਼ੁਰੂ ਹੋ ਗਏ ਉਹਨੂੰ ਕੋਆਰਡੀਨੇਟ ਅੱਛੀ ਤਰ੍ਹਾਂ ਕਰਨਾ ਚਾਹੁੰਦੇ ਹਾਂ, ਜਿਹੜੇ ਦਿੱਲੀ 'ਚ ਹੋ ਗਏ ਸੀ ਉਸ ਵੇਲੇ। ਕਿਉਂਕਿ ਜਦੋਂ ਜ਼ੈਲ ਸਿੰਘ ਗਿਆ ਮਿਸਿਸ ਗਾਂਧੀ ਦੀ ਬੋਡੀ ਨੂੰ ਏਮ 'ਚ ਮਿਲਣ, ਉੱਥੇ ਵੀ ਪਥਰਾਓ ਹੋਇਆ, ਉਹਨਾਂ ਦੀ ਕਾਰ 'ਤੇ ਹੋਇਆ। ਤੇ ਅੱਛਾ ਜੀ, ਤੇ ਉਹਨੇ ਕਿਹਾ ਕਿ ਨਰਸਿਮਹਾ ਰਾਓ ਨੂੰ ਇਹ ਮੰਨਣਾ ਨਹੀਂ ਚਾਹੀਦਾ ਸੀਗਾ, ਰਿਜ਼ਾਈਨ ਕਰ ਦੇਣਾ ਚਾਹੀਦਾ ਸੀ ਇਹ ਕਰਨ ਤੋਂ ਬਾਅਦ, ਤਾਂ ਕਿ ਇੰਨੇ ਸਿੱਖ ਹਜ਼ਾਰਾਂ ਜਿਹੜੇ ਮਰ ਗਏ ਉਹ ਮਰਦੇ ਨਾ। ਤੇ ਦੂਸਰੀ ਚੀਜ਼ ਫਿਰ ਮੈਨੂੰ ਅਗਲੇ ਦਿਨ ਜਦੋਂ ਪਤਾ ਲੱਗਿਆ, ਅਗਲੇ ਦਿਨ ਮੈਂ KCC ਨੇ ਦੱਸਿਆ ਕਿ ਵੀ ਜ਼ੈਲ ਸਿੰਘ ਦੇ, ਉਦੋਂ ਇੱਥੇ ਆ ਗਿਆ ਸੀ ਰਾਸ਼ਟਰਪਤੀ ਭਵਨ 'ਚ ਡਿਪਟੀ ਸੈਕਟਰੀ ਸੀਗਾ ਜ਼ੈਲ ਸਿੰਘ ਉਹਨਾਂ ਦਾ, ਤੇ ਕਹਿੰਦਾ ਸਵੇਰੇ ਉੱਠੇ 1 ਨਵੰਬਰ ਨੂੰ ਉਹ ਬਾਹਰ ਆ ਕੇ ਦੇਖਦੇ ਨੇ ਕਿ ਬੜਾ ਧੂਆਂ ਧਾਨ ਚੱਲ ਰਿਹਾ ਸਾਰੇ ਪਾਸੇ, ਤੇ ਜ਼ੈਲ ਸਿੰਘ ਉਹਨਾਂ ਨੇ ਟੈਲੀਫੋਨ ਕੀਤਾ ਨਰਸਿਮਹਾ ਰਾਓ ਨੂੰ, ਹੋਮ ਮਿਨਿਸਟਰ ਸੀ, ਉਹਨੂੰ ਕੀ ਪਤਾ ਸੀ ਵੀ ਪਾਵਰ ਲੈ ਲਈਆਂ। ਨਰਸਿਮਹਾ ਰਾਓ ਨੇ ਚੱਕਿਆ ਨਹੀਂ ਫੋਨ ਉਹਦਾ, ਮਗਰ ਸ਼ਾਮ ਨੂੰ ਉਹੀ ਨਰਸਿਮਹਾ ਰਾਓ ਜ਼ੈਲ ਸਿੰਘ ਨੂੰ ਫੋਨ ਕਰਦਾ ਕਿ ਜੀ ਇੱਕ ਮੇਰਾ ਦੋਸਤ ਹੈ, ਉਹਦਾ ਨਾਮ ਵੀ ਮਨਮੋਹਨ ਸਿੰਘ ਸੀ ਨਾ, ਉਹ ਪ੍ਰਾਈਮ ਮਿਨਿਸਟਰ, ਉਹ ਇੱਥੇ ਜਿਹੜਾ ਹੈ ਇਹ ਜਿਹੜੇ ਰਾਜੌਕਰੀ ਵਗੈਰਾ ਫਾਰਮ ਹਾਊਸ 'ਚ ਹੈ, ਉਹਦੀ ਜਾਨ ਨੂੰ ਖਤਰਾ ਹੈ, ਤੁਸੀਂ ਆਪਣੇ ਗਾਰਡ ਨੂੰ ਭੇਜੋ, ਬਚਾਓ ਉਸ ਨੂੰ। ਤੇ ਦੇਖੋ ਉਹਨੇ ਭੇਜਿਆ, ਜ਼ੈਲ ਸਿੰਘ ਨੇ ਬੰਦੇ ਬਚਾਏ। ਇੰਡੀਆ ਦੇ ਹੋਮ ਮਿਨਿਸਟਰ ਨੂੰ ਪੁਲਿਸ ਨਹੀਂ ਮਿਲ ਰਹੀ, ਔਰ ਉਹਨੂੰ ਰਾਸ਼ਟਰਪਤੀ ਨੂੰ, ਪੁਰਾਣਾ ਕੁਲੀਗ ਸੀ ਉਹਦਾ ਕੈਬਨਿਟ, ਉਹਨੂੰ ਕਹਿਣਾ ਪਿਆ ਐਜ਼ ਏ ਫਰੈਂਡ, ਇਹ ਨਹੀਂ ਕਿ ਪ੍ਰੈਜ਼ੀਡੈਂਟ ਨੂੰ ਕਿਹਾ ਉਸਨੇ, ਆਪਣਾ ਪੁਰਾਣਾ ਓਲਡ ਕੈਬਨਿਟ ਕੁਲੀਗ ਨੂੰ, ਭਾਈ ਬਚਾ ਮੇਰੇ ਬੰਦੇ ਨੂੰ, ਮੈਂ ਤਾਂ ਕੁਝ ਨਹੀਂ। ਇੱਥੋਂ ਲੱਗਦਾ ਕਿ ਕਿੰਨਾ ਪਾਵਰਲੈਸ ਹੋ ਗਿਆ ਸੀ ਉਹ। ਕੀ ਉਹ ਦਿਨ ਬਾਰੇ ਤੁਸੀਂ ਲਿਖ ਰਹੇ ਹੋ, ਰਾਓ ਦੇ ਹੈੱਡਕੁਆਟਰ 'ਚ ਕੋਈ ਬੰਦਾ ਦੇਖ ਰਿਹਾ ਕਿਤੇ ਖੜਾ, ਕੋਈ ਤੁਹਾਡਾ ਗੈਰੀ ਸਕਸੈਨੀ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਬਹੁਤ ਅੱਗਾ, ਉਹ ਸਾਰੀ ਗੱਲ ਜਿਹੜਾ ਚੈਪਟਰ ਲਿਖਿਆ ਜ਼ਰੂਰ ਦੱਸੋ। ਜਦੋਂ ਵਾਪਸ ਉਸੇ ਦਿਨ ਆਇਆ ਅਸੀਂ, ਕਾਰ ਇਕੱਠੇ ਜਾਂਦੇ ਹੁੰਦੇ ਸੀ, ਕਾਰ ਸਾਰੇ ਇਕੱਠੇ ਪੂਲ ਸੀ ਉਧਰ, ਜਿਸ ਦਿਨ ਮਿਸਿਸ ਗਾਂਧੀ ਬਰੀ, ਤੇ ਅਸੀਂ ਜਦੋਂ ਲੋਧੀ ਰੋਡ ਤੋਂ ਇੱਧਰੋਂ IN ਵਾਲੇ ਨੂੰ ਮੁੜਨਾ ਸੀ, ਇੱਕ ਹਿੰਦੂ ਲੜਕਾ ਯੰਗ, ਮੇਰੀ ਹਾਲੇ ਵੀ ਸ਼ਕਲ ਯਾਦ ਹੈ, ਉਹ 5 ਫੁੱਟ 8-9 ਇੰਚ ਬੜਾ ਸ਼ਾਰ, ਭੱਜ ਕੇ ਖੜਾ ਹੋ ਗਿਆ ਕਾਰ ਦੇ ਨੇੜੇ, ਸਰ ਆਈ ਵੁੱਡ ਨਾਟ, ਇੱਧਰ ਦੀ ਨਾ ਜਾਓ। ਉਹ ਮੇਰੇ ਪਿੱਛੇ ਹਾਲੇ ਵੀ ਯਾਦ ਆ ਉਹਨੂੰ, ਜਿਹੜਾ ਅਮਰ ਭੂਸ਼ਣ ਨੂੰ, ਉਹ ਵੀ ਸਪੈਸ਼ਲ ਸੈਕਟਰੀ ਰਿਟਾਇਰ ਹੋਇਆ, ਕਈ ਕਿਤਾਬਾਂ ਲਿਖੀਆਂ, ਤੇ ਉਹਨੇ ਕਿਹਾ ਕਿ ਕੀ ਗੱਲ ਹੈ, ਕਹਿੰਦਾ ਜੀ ਖਤਰਾ ਇੱਥੇ, ਕਹਿੰਦਾ ਮੈਂ ਦੇਖਦਾ ਸਿੱਧੂ ਸਾਹਿਬ ਨੂੰ ਕੌਣ ਹੱਥ ਲਾਏਗਾ। ਮੈਂ ਕਿਹਾ ਤੂੰ ਦੇਖ, ਇਹ ਲੜਕਾ ਭੱਜ ਕੇ ਆਇਆ, ਇਹਦੀ ਇੰਨੀ ਕਦਰ ਕਰੋ, ਨਾ ਜਾਓ। ਮੈਂ ਇੱਧਰ ਦੀ ਲਾਲਾ ਭਾਈ ਸ਼ੋਕਾ ਰੋਡ ਦੀ। ਅਗਲੇ ਦਿਨ ਪਤਾ ਲੱਗਿਆ ਕਿ ਉਸ ਵੇਲੇ ਉੱਥੇ ਜਿਹੜਾ ਸੀ ਅਰਜੁਨ ਦਾਸ ਚਮਚਾ ਸੀ ਇਹਦਾ, ਸੰਜੇ ਦਾ, ਉਹਦੀ ਰਿਪੇਅਰ ਸ਼ਾਪ ਸੀ ਕਾਰਾਂ ਦੀ, ਉਹ ਤੇ ਉਹਨੇ ਬੰਦਿਆਂ ਨੂੰ ਸਿੱਖਾਂ ਨੂੰ ਫੜ ਕੇ ਆਇਆ ਨੇ ਬ੍ਰਿਜ ਤੋਂ ਨੀਚੇ ਸਿੱਟ ਲਿਆ। ਰਿਪੇਅਰ ਸ਼ਾਪ ਅਰਜੁਨ ਦਾਸ ਦੀ ਸੀ? ਅਰਜੁਨ ਦਾਸ ਦੀ ਸੀ। ਔਰ ਅਰਜੁਨ ਦਾਸ ਸੀ ਉਹ ਤਾਂ ਹੋਰ ਸੀ, ਔਰ ਇਹ ਤਾਂ ਅਰਜੁਨ ਦਾਸ ਛੋਟਾ ਜਿਹਾ ਮਕੈਨਿਕ ਸੀਗਾ ਚਮਚਾ ਦਾ, ਬਾਅਦ 'ਚ ਰਾਹੁਲ ਦਾ ਬਣ ਗਿਆ ਸੀ, ਰਾਜੀਵ ਦਾ ਬਣ ਗਿਆ ਸੀ। ਔਰ ਦੇਖੋ ਇੰਨੀ ਹਿੰਮਤ ਸੋਰੇ ਦੀ ਕਿ ਅਸੀਂ ਜਦੋਂ ਉਸ ਸਾਲ ਦੀ 1 ਜਨਵਰੀ ਨੂੰ ਮੈਨੂੰ ਗ੍ਰੀਟਿੰਗ ਕਾਰਡ ਆਇਆ, ਕਾਰਡ 'ਤੇ ਲਿਖ ਕੇ ਅਰਜੁਨ ਦਾਸ, ਉਹਨੂੰ ਪਤਾ ਲੱਗ ਗਿਆ ਹੋਣਾ ਕਿ ਅਸੀਂ ਇੱਥੇ ਰਾਤ ਨੂੰ ਆਪਣੀ ਔਰਗਨਾਈਜ਼ ਕੀਤੀ ਚਨਕਿਆਪੁਰੀ 'ਚ। ਅਤੇ ਫਿਰ ਉਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਟੈਲੀਫੋਨ ਆਇਆ ਮਿਸਟਰ ਗੈਰੀ ਸਕਸੈਨਾ ਦਾ, ਉਹ ਦਿਨ ਛੁੱਟੀ ਸੀ ਮਿਸਿਸ ਗਾਂਧੀ ਮਰਨ ਤੋਂ ਅਗਲੇ ਦਿਨ, ਮੈਨੂੰ ਕਹਿੰਦੇ ਗੈਰੀ ਸਕਸੈਨਾ GBS, ਮੈਂ ਉੱਪਰੋਂ ਦੇਖ ਰਿਹਾ ਬਹੁਤ ਅੱਗਾਂ ਲੱਗੀਆਂ ਪਈਆਂ ਨੇ, ਤੂੰ ਮੈਂ ਗਾਰਡ ਭੇਜ ਰਿਹਾ ਤੇਰੇ ਕੋਲ। ਉਸ ਵੇਲੇ ਅੱਜ ਤੁਹਾਡੀ SSB ਗਾਰਡ ਸਾਡੇ ਕੋਲ ਹੁੰਦੀ ਸੀਗੀ, ਹੁਣ ਤਾਂ SSB ਹੋਮ ਮਿਨਿਸਟਰੀ ਚਲੀ ਗਈ ਨਾ, ਸਾਡਾ ਹਿੱਸਾ ਹੁੰਦਾ ਸੀਗਾ ਸੀਕਰਟ ਫਰੰਟ, ਅਤੇ ਉਹ ਸਸ਼ਸਤਰ। ਮੈਂ ਕਿਹਾ ਮੈਨੂੰ ਕੀ ਲੋੜ ਹੈ, ਮੈਂ ਤਾਂ ਇੱਥੇ ਆਪਣੇ ਕੰਟਰੀ 'ਚ ਬੈਠਾ, ਮੈਨੂੰ ਕੀ ਹੋ ਜਾਊਗਾ। ਉਹਦੇ ਕਹਿਣ ਤੋਂ ਬਾਅਦ ਮੈਂ ਇੱਕਦਮ ਪੁਰਾਣੇ, ਮੇਰੇ ਕੋਲ ਬਹੁਤ ਉਹ ਪਾਵਰ ਹਾਲੇ ਵੀ ਪਿਆ ਉੱਪਰਲਾ, ਉਹ ਜਿਹੜਾ ਟਰਾਂਜ਼ਿਸਟਰ ਹੈ ਨਾ ਬੜਾ ਪਾਵਰਫੁਲ, ਮੈਂ ਦੁਨੀਆ ਦੀ ਖਬਰਾਂ ਸੁਣਦਾ ਹੁੰਦਾ ਸੀ, ਮੈਨੂੰ ਆਦਤ ਸੀ ਚਾਈਨਾ ਦੀ ਕੀ ਹੈ। ਮੈਂ ਇਹਦੇ 'ਤੇ ਲਾ ਕੇ ਦੇਖੋ, ਕਿਉਂਕਿ ਇਹਦੇ 'ਚ ਮੈਂ ਕਦੇ ਕਦੇ ਆਪਣੇ ਸਟੇਸ਼ਨ ਲੱਭਦਾ ਏਅਰ ਟ੍ਰੈਫਿਕ ਕੰਟਰੋਲ, ਜਿਹੜਾ ਕਿ ਪਲੇਨ ਉਤਰ ਰਿਹਾ, ਪਲੇਨ ਜਾ ਰਿਹਾ ਉਹ, ਔਰ ਕਦੇ ਦਿੱਲੀ ਦੀ ਪੁਲਿਸ ਵਾਇਰਲੈਸ, ਉਹਨੂੰ ਜਿਹੜੀ ਸੀ ਦਿੱਲੀ ਦੇ ਪੁਲਿਸ ਵਾਇਰਲੈਸ ਨੈਟ, ਗੌਫ 1 2 3 3 ਸਟੇਸ਼ਨ ਹੁੰਦੇ ਸੀ। ਮੈਨੂੰ ਕੀ ਇੰਟਰਸਟ ਉਹਦੇ 'ਚ, ਮੈਨੂੰ ਪਰ ਇੱਕਦਮ ਯਾਦ ਆਇਆ ਕਿ ਉਦੋਂ ਇਹਦੇ ਸੀ, ਮੈਂ ਲਾ ਕੇ ਦੇਖਿਆ ਅਤੇ ਉਹਦੇ 'ਚ ਪਹਿਲੀ ਖਬਰ ਲੱਗੀ ਕਿ ਜਿਹੜੀ ਯਸ਼ਵੰਤ ਪਲੇਸ ਆ, ਜਿੱਥੇ ਹੁਣ ਚਨਕਿਆ ਸਿਨੇਮਾ ਬਣਿਆ ਹੋਇਆ ਹੈ, ਇੱਥੇ ਪਹਿਲਾਂ ਵੀ ਸਿਨੇਮਾ ਹੁੰਦਾ ਸੀ, ਕਿ ਉੱਥੇ ਦੇ ਕੁਝ ਸਿੱਖਾਂ ਦੀ ਦੁਕਾਨਾਂ ਲੁੱਟ ਲਈਆਂ। ਔਰ ਉਹ ਜਿਹੜਾ ਮੇਰੇ ਨੀਚੇ ਰਣਜੀਤ ਕੱਲਾ ਹੁੰਦਾ ਸੀ ਫੋਰਨ ਸਰਵਿਸ ਦਾ, ਉਸ ਵੇਲੇ ਇੱਥੇ ਜੁਆਇੰਟ ਸੈਕਟਰੀ ਅਮਰੀਕਾ ਲੱਗ ਗਿਆ ਸੀ, ਨਵਾਂ ਆਇਆ ਸੀ ਲੰਡਨ ਤੋਂ, ਚੰਗੀਆਂ ਕਾਰ, ਉਹਦੇ ਕੁਝ ਚੀਜ਼ਾਂ ਅੱਛੀਆਂ ਸੀ। ਕਹਿੰਦੇ ਜੀ ਉਹਨਾਂ ਨੇ ਕਿਹਾ ਕਿ ਸਰਦਾਰ ਜੀ ਆਏ ਹੈ ਬਾਹਰ,
वो वहाँ पर चनकियापुरी में पहले क्वाड्रेंगल में उसका घर लुटा गया। मैनू किया मैं आया तो कल्ला है, मैं रणजीत ने कहा भाई तेरे लुटन वाले ने तो तू दस तेरे को कोई आर्मूर है? कहते मेरे को गन है, एक पिस्तौल है, मेरे को अम्यूनिशन नहीं है। बड़े वहाँ फिर तो मैं फिर अपने दोस्त के कोल चला गया। उस दोस्त के जाते जाते मैनू ऐ लग्या कि 200 मीटर ही करना बहुत मुश्किल है, कि मैनू अपने मुल्क चों अपना घर छड्डना पै रहा। और फिर गार्ड आ गई, मैं फिर सिक्सा ਨੂੰ ਕਿਹਾ ਸਰ ਭੇਜੋ ਗਾਰਡ। ਉਹ ਅਸੀਂ ਉਸ ਗਾਰਡ ਦੇ ਨਾਲ 3 ਦਿਨ ਉਸ ਏਰੀਆ ਦਾ ਰਕਸ਼ਾ ਕੀਤੀ। ਸਾਰਿਆਂ ਨੂੰ ਕਾਰ 'ਚ ਇੱਕ ਯੰਗ ਮੁੰਡਿਆਂ ਨੂੰ, ਯੂਨੀਵਰਸਿਟੀ ਸਟੂਡੈਂਟ ਹਿੰਦੂ ਸੀ ਸਾਰੇ, ਉਹਨਾਂ ਨੂੰ ਇੱਕ ਬੰਦਾ ਲਾ ਕੇ ਚੱਕਰ ਮਾਰਦੇ ਸੀ, ਥਾਲੀਆਂ ਖੜਕਾਉਂਦੇ ਸੀ। ਫਿਰ ਮੇਰੇ ਕੋਲ ਆ ਕੇ ਪੁੱਛਦੇ ਸੀ ਠੀਕ ਹੈ, ਤੇ ਮੈਂ ਸੁਣਦਾ ਰਹਿੰਦਾ ਸੀ। 3 ਦਿਨ ਸੁਣਿਆ, ਗਫ 1 ਗਫ 2 ਗਫ 3 ਇੱਕੋ ਹੀ ਫਰੀਕੁਐਂਸੀ 'ਤੇ 3, ਇੱਕ ਕਮਿਸ਼ਨਰ ਪੁਲਿਸ, ਇੱਕ ਦੂਸਰਾ ਐਡੀਸ਼ਨਲ, ਔਰ 2 ਜਿਹੜੇ ਸੀਗੇ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਦਾ। ਤੁਸੀਂ ਇਹ ਵੀ ਲਿਖਿਆ ਕਿਤਾਬ 'ਚ ਕਿ ਮੈਨੂੰ ਸ਼ਰਮ ਆਉਂਦੀ ਆ, ਮੈਨੂੰ ਉਹ ਇੰਨਾ ਟਾਕ ਕੁਛ ਜਿਹੜੀ ਮੈਂ ਸੁਣੀ ਮੈਨੂੰ ਸ਼ਰਮ ਆਉਂਦੀ ਬਹੁਤ ਜ਼ਿਆਦਾ ਬੁਰਾ ਲੱਗਿਆ ਕਿ ਸਾਰੇ ਪੁਲਿਸ ਵਾਲੇ ਇਹ ਕਹਿ ਸਕਦੇ ਨੇ ਕਿ ਸਿੱਖਾਂ ਨੂੰ ਮਾਰੋ। ਸਿੱਖ ਮਤਲਬ ਬੜਾ, ਮੈਂ 8 ਚੀਜ਼ਾਂ ਤਾਂ ਲਿਖੀਆਂ ਨੇ ਇਹਦੇ 'ਚ ਨਾ ਸਰ ਨੂੰ, ਮਤਲਬ ਕੀ ਲਿਖਿਆ ਹੈਗਾ ਦੱਸੋ ਤੁਸੀਂ? ਕਿਤਾਬ 'ਚ ਤਾਂ ਹੈ, ਮੈਂ ਪੜ੍ਹਿਆ ਹੈਗਾ। ਇੱਕ ਬੰਦੇ ਨੇ ਪਹਿਲੇ ਤਾਂ ਲਿਖਿਆ ਸੀ ਇੱਥੇ ਕਿਸੇ ਦੀ ਅੱਗ ਲੱਗੀ, ਕਿਸੇ ਕਾਰ ਕੇ ਇਲੈਕਟ੍ਰਿਸਿਟੀ ਸਰਦਾਰ ਕੀ आग है, तो कंट्रोल रूम ने किया, ਉੱਥੇ ਬੰਦੇ ਤੋਂ ਪੁੱਛਦੇ ਸੀ, ਕਿਸੇ ਨੇ ਅਫਸਰ ਸੀਗਾ ਉੱਥੇ, कहता ये तो शॉर्ट सर्किट होगा, तुम क्या करना, जाओ तुम। और ਜਿਹੜਾ ਸਾਰਾ ਲਿਖਿਆ ਉਹਨੇ ਸੂਰੀ ਨੇ ਆਪਣੀ ਕਿਤਾਬ ਦੇ ਵਿੱਚ, ਜਿਹੜਾ ਕਿ ਤੁਗਲਕਾਬਾਦ ਰੇਲਵੇ ਸਟੇਸ਼ਨ 'ਚ ਟ੍ਰੇਨਸ ਰੋਕ ਕੇ ਮਾਰੇ ਜਿਹੜੇ ਬੰਦੇ, ਜਿਹੜਾ ਕਿ ਉਹਨੇ ਵੀ ਲਿਖਿਆ, ਜਿਹੜਾ MP ਸੀਗਾ BJP ਦਾ, ਤੇ ਉਹਨਾਂ ਨੇ ਉਹ ਸਾਰਾ ਮੈਂ ਸੁਣਿਆ। ਕਹਿੰਦੇ ਜੀ ਇੱਥੇ ਬੰਦੇ ਆ ਰਹੇ ਨੇ, ਇਹ ਟ੍ਰੇਨਸ ਨੂੰ ਰੋਕਣਗੇ, ਸਿਗਨਲ ਇੱਥੇ ਰੋਕ ਰਹੇ ਨੇ। ਪੁਲਿਸ ਵਾਲਿਆਂ ਨੂੰ ਕੋਈ ਮਤਲਬ ਇੱਥੋਂ 2 ਘੰਟੇ ਤੱਕ ਰੌਲਾ ਪਾਉਂਦੇ ਕਿ ਭੇਜੋ ਭੇਜੋ, ਕਿਸੇ ਨੇ ਕੁਛ ਨਹੀਂ ਭੇਜਿਆ। ਤਾਂ ਅਖੀਰ 'ਚ ਉਹ ਮਰ ਗਏ। ਕਿੰਨੀਆਂ ਲਾਸ਼ਾਂ ਮਿਲੀਆਂ ਉੱਥੇ। ਉਹ ਰੰਗਾਨਾਥ ਕਮਿਸ਼ਨ 'ਚ ਉਹਨੇ ਜਿਹੜੀ ਦਿੱਤੇ ਸਾਰਾ ਕੁਛ, ਉਸਨੇ ਸੂਰੀ ਨੇ ਸਾਰਾ ਕੁਛ ਬੋਲਿਆ। ਉਹਦੇ 'ਤੇ ਮਜ਼ਾਕ ਉਡਾਇਆ ਉਹਨਾਂ ਨੇ, ਵਕੀਲਾਂ ਨੇ ਉਹਦਾ, ਸੂਰੀ ਦਾ ਐਫੀਡੇਵਿਟ ਦੇ ਉੱਤੇ। ਦੂਸਰੀ ਚੀਜ਼ ਉੱਥੇ ਜਿਹੜੀ ਆ ਕਿ ਮੇਰੇ 2-3 ਦੋਸਤ, ਮੈਂ ਇੱਕ ਗੁਰਜੀਤ ਸਿੰਘ ਸੀ ਇਨਕਮ ਟੈਕਸ, ਮੇਰਾ ਉਹ ਰਹਿੰਦਾ ਸੀ ਸਾਕੇਤ ਦੇ ਵਿੱਚ। ਮੈਂ ਉਹਨੂੰ ਕਿਹਾ ਭਾਈ ਤੇਰੇ ਵੱਲ ਆ ਰਹੇ ਨੇ ਕਰਾਊਡ 'ਤੇ। ਕਹਿੰਦੇ ਨੇ ਵੀ ਜੇ ਬਲੋਕ ਸਾਕੇ 'ਚ। ਕਹਿੰਦਾ ਤੈਨੂੰ ਕਿਵੇਂ ਪਤਾ? ਮੈਂ ਦੱਸਿਆ ਤਾਂ ਨਹੀਂ ਮੈਨੂੰ ਪਤਾ ਕਿਵੇਂ। ਕਹਿੰਦਾ ਉਹ ਤਾਂ ਹੈਗੇ 150 ਗਜ਼ 'ਤੇ ਨੇ ਸਾਰਾ ਕਰਾਊਡ, ਪਰ ਕਿਸੇ ਥਾਣੇਦਾਰ ਨੂੰ ਜਾਣਦੇ ਆ, ਉਹਨੇ ਕਿਹਾ ਜੀ ਤੁਹਾਨੂੰ ਕੁਛ ਨਹੀਂ ਹੋਏਗਾ। ਇਸੇ ਤਰ੍ਹਾਂ ਹੋਰ ਵੀ 2-3 ਨੂੰ ਦੱਸਿਆ। ਬਾਕੀ ਜਿਹੜਾ ਹੈਗਾ ਬੜੀ ਸ਼ਰਮਨਾਕ ਦੀ ਗੱਲ ਹੈ ਕਿ ਉੱਥੇ ਧੌਲਾ ਕੁਆਂ ਦੇ ਵਿੱਚ ਰਾਤ ਨੂੰ ਆਈ कि जी धौला कुआं सब इंस्पेक्टर ने कहा कि यहाँ पर 8-10 सिख लड़कियों को कुछ गुंडे जो हैं वो ये रिज की तरफ ले जा रहे हैं। तो उन्होंने क्या कि जी कंट्रोल रूम ने कि ये भैंसों के साथ कोई सांड तो होंगे, सिखा की कुड़ियों को भैंसा किया। कहना हैं तो अपने आप देख लेंगे, तुम्हें क्या वो देख लेंगे, उनका ख्याल रख लेंगे। मतलब देखो इस तरह के तुसी अपने मुल्क दे जिहड़ी कि तुहाडी ड्यूटी है, जिहड़ा तुहानूं पे मिलती है, ਉਹ ਮੈਂ ਕਿਤਾਬ 'ਚ ਲਿਖਿਆ ਕਿ ਮੈਂ ਇੱਕ ਬੁੱਕ ਆਫ ਰਿਕਾਰਡ ਕਰ ਲੈਂਦਾ ਤਾਂ ਇੰਨੀ ਸ਼ਰਮਨਾਕ ਕਿਤਾਬ ਲਿਖੀ ਜਾਂਦੀ। ਅਤੇ ਮੈਂ ਸਾਰਾ ਕੁਛ ਸਭ ਨੂੰ ਪਤਾ ਹੈ, ਪੁਲਿਸ ਨੈੱਟ 'ਤੇ ਪਾਇਆ ਮੈਂ ਬੁੱਕ, ਜਿੰਨੇ ਟੌਪ ਵੈਬਸਾਈਟ ਹੈ ਸਾਡੀ, ਜਿੱਥੇ ਸੀਨੀਅਰ IPS ਅਫਸਰ ਰਿਟਾਇਰਡ ਸਰਵਿਸ ਹੈਗੇ, ਹਜ਼ਾਰਾਂ ਦੇ ਉੱਤੇ ਕਿਤਾਬ ਲਿਖੀ ਮੈਂ ਕਿ ਵੀ ਆਹ ਲਿਖੀ ਹੈ ਕਿਤਾਬ, ਦੱਸੋ। ਕਿਸੇ ਨੇ ਕੁਛ ਨਹੀਂ ਕਿਹਾ, ਕੋਈ ਨਹੀਂ ਬੋਲਿਆ ਉਹਦੇ ਅਗੇਂਸਟ। ਉਹ ਤਾਂ ਬੋਲਣ ਨਾ ਕਿ ਵੀ ਮੈਂ ਆਹ ਲਿਖਿਆ, ਕਿਸੇ ਨੇ ਹਾਲੇ ਤੱਕ ਇੱਕ ਬੰਦੇ ਬੋਲਦੇ ਰਹਿੰਦੇ ਨੇ ਆਪਣੀ ਆਪਸ 'ਚ ਗੱਲਾਂ ਕਰਨ। ਲਿਖੋ ਜੇ ਤੁਹਾਨੂੰ ਪਤਾ, ਕਿਤਾਬ ਲਿਖੋ। ਫਿਰ ਮਹਿਸੂਸ ਕੀ ਕੀਤਾ ਤੁਸੀਂ ਉਸ ਦਿਨ ਆਪਦੇ ਆਪ ਨੂੰ? ਮਤਲਬ ਮਹਿਸੂਸ ਇਹ ਲੱਗਿਆ ਤੁਹਾਡੇ ਵਰਗਾ ਐਡਾ ਤਾਕਤਵਰ ਬੰਦਾ ਐਡੀ ਵੱਡੀ ਪੋਸਟ 'ਤੇ ਬੈਠਾ, ਤੁਹਾਡੀ ਮਤਲਬ ਉਸ ਦਿਨ ਤੁਸੀਂ ਲਾਚਾਰ ਮਹਿਸੂਸ ਕਰ ਰਹੇ ਸੀ? ਇਹ ਲਾਚਾਰ ਦੇਖੋ ਮੇਰੇ ਨਾਲ ਵੀ ਹੋਈ। ਮੈਂ ਇੱਕ ਉੱਥੇ ਪੋਸਟ ਆਫਿਸ ਗਿਆ ਲੋਧੀ ਰੋਡ 'ਤੇ, ਮੈਂ ਚਿੱਠੀਆਂ ਖੁਦ ਹੀ ਕਰਦਾ ਕੰਮ ਆਪਣਾ, ਲੋਕਾਂ ਨੂੰ ਨਹੀਂ ਯੂਜ਼ ਕਰਦਾ। ਖੜ੍ਹਾ ਸੀ ਲਾਈਨ 'ਤੇ, ਮੇਰੇ ਅੱਗੇ ਇੱਕੋ ਹੀ ਬੰਦਾ ਸੀ ਸਪੀਡ ਪੋਸਟ 'ਤੇ, ਮੇਰੇ ਪਿੱਛੇ ਇੱਕ ਬੰਦਾ ਆਇਆ, ਕੋਈ ਪੀਓਨ ਹੋਏਗਾ, 8-10 ਕਾਗਜ਼ ਲਾ ਕੇ ਮੇਰੇ ਅੱਗੇ ਖੜ੍ਹਾ ਹੋ ਗਿਆ। मैं उन्होंने कहा भाई तो अपनी लाइन के पीछे खड़ा हो गया, रौला पाने लग गया, ये अभी भी यहाँ पर हैं सरदार, अपने मुल्क में क्यों नहीं जाते, खालिस्तान जाएँ। मैनू लग्या गुस्सा, क्योंकि मैं तो तकड़ा सी थोड़े, उन्हें नीचे रखना ना सीगा। फिर मैनू लग्या कि साले क्यों इन्हों इज्जत बख्शनी है, कि एक बड़े सीनियर अफसर तो कुट खाने भी इज्जत होंगी है थोड़ी जी। तो फिर उन्होंने मैं क्या पोस्ट मास्टर वगैरह उन्होंने खड़ा किया पाके, तो लग्या कि अपने मुल्क च बेगाने जो होंगे जा रहे हैं, पर फिर इन्ना मुल्क के बारे इन्ना लगाओ कि ये लोग या तो बहकाए गए हैं या इन्होंने समझ नहीं है, कदे तक समझ आएगी ना इन्होंने। ਤੁਹਾਨੂੰ ਬੇਗਾਨਗੀ ਦਾ ਅਹਿਸਾਸ ਹੋਇਆ ਉਦੋਂ? ਨਾ ਕਦੇ ਵੀ ਨਹੀਂ ਹੋਇਆ। ਇਹ ਤਾਂ ਉਦੋਂ ਹੋਇਆ? ਕਦੇ ਵੀ ਨਹੀਂ ਹੋਇਆ। ਉਹਨਾਂ ਦਿਨਾਂ 'ਚ ਹੋਇਆ? ਉਹਨਾਂ ਨੂੰ ਮੈਨੂੰ ਲੋਕਾਂ ਦੀ ਮੂਰਖਤਾ ਤੇ ਔਰ ਇਹਨਾਂ ਤੇ ਬੁਰਾ ਲੱਗਿਆ ਕਿ ਇਹ ਬੰਦਿਆਂ ਨੇ ਇੰਨੀ ਜ਼ਹਿਰ ਘੋਲ ਦਿੱਤੀ
ਕਿ ਇੱਕ ਜ਼ਹਿਰ, ਜਿਵੇਂ ਇਹ ਵੀ ਲਿਖਿਆ ਹੈ ਕਿ ਖੜੇ ਹੋਏ ਟੋਭੇ ਦੇ ਵਿੱਚ ਜ਼ਹਿਰ ਘੋਲਣੀ ਬਹੁਤ ਆਸਾਨ ਹੈ, ਪਰ ਜ਼ਹਿਰ ਕੱਢਣੀ ਮੁਸ਼ਕਲ ਹੈ। ਔਰ ਜ਼ਹਿਰ ਕਿਹਨੇ ਘੋਲੀ? ਉਹਨਾਂ ਨੂੰ ਫੜੋ ਜਿਹਨੇ ਜ਼ਹਿਰ ਘੋਲੀ। ਉਹ ਜ਼ਹਿਰ ਦੀ ਇਹੀ ਮੈਂ ਲਿਖਿਆ ਕਿ ਜਿਹੜੇ ਉੱਥੇ ਪੀਲੀ ਭੀੜ 'ਚ ਮਾਰੇ ਸੀ ਬੰਦੇ, 10 ਬੰਦਿਆਂ ਨੂੰ ਕੱਢ ਕੇ, ਜਿਹੜੇ ਤੀਰਥ ਯਾਤਰੀ ਸੀ, ਆ ਰਹੇ ਸੀ ਸਿੱਖ। ਹੁਣੇ ਕੱਲ੍ਹ ਪਰਸੋਂ ਇਲਾਹਾਬਾਦ ਹਾਈ ਕੋਰਟ 'ਚ ਉਹਨਾਂ ਦੀ ਜ਼ਮਾਨਤ ਬੰਦ ਹੋਈ ਹੈ ਇੰਨੇ ਸਾਲਾਂ ਬਾਅਦ। ਉਹਨਾਂ ਨੇ, ਪੁਲਿਸ ਨੇ ਫੜ ਕੇ 3 ਜਗ੍ਹਾ ਇਨੋਸੈਂਟ ਸਿੱਖ ਯਾਤਰੀ ਆ ਰਹੇ, ਮੁੰਡੇ ਬੰਦੇ ਕੱਢ ਲਏ, ਤੀਵਿਆਂ ਨੂੰ ਗੁਰਦੁਆਰੇ ਛੱਡਿਆ, ਰਾਤ ਨੂੰ ਉਹਨਾਂ ਨੂੰ ਸ਼ਿਕਾਰ ਖੇਡਿਆ ਉਹਨਾਂ ਦਾ, ਤਾਂ ਕਿ ਸਾਨੂੰ ਪ੍ਰਾਈਜ਼ ਮਿਲ ਜਾਏ ਬਹੁਤ ਵੱਡਾ। ਮੈਂ ਇਹੀ ਵੀ ਲਿਖਿਆ ਕਿ ਜਿਹੜੀ ਵਾਇਰਸ ਦੀ ਤਰ੍ਹਾਂ ਕਮਿਊਨਲ ਹੇਟਰਡ ਦੀ ਕੋਈ ਲਿਮਿਟ ਨਹੀਂ ਹੈ। ਉਹ ਇਹ ਨਹੀਂ ਦੇਖੇਗੀ ਕਿ ਆ ਯੂਪੀ ਆ ਗਿਆ ਜਾਂ ਪੰਜਾਬ ਆ ਗਿਆ। ਮੈਂ ਜਦੋਂ ਪੰਜਾਬ 'ਚ ਹੋਇਆ, ਯੂਪੀ 'ਚ ਵੀ ਚਲਾ ਗਿਆ। ਉਹ ਯੂਪੀ ਵਾਲੇ ਨੇ ਕਿਹਾ, ਪੁਲਿਸ ਵਾਲਿਆਂ ਨੇ, ਕਿ ਜਿਵੇਂ ਪੰਜਾਬ ਦੇ ਲੋਕ ਆਪਣੇ ਰਿਵਾਰਡ ਲੈ ਰਹੇ ਨੇ ਇਨੋਸੈਂਟ ਲੋਕਾਂ ਨੂੰ ਮਾਰ ਮਾਰ ਕੇ, ਅਸੀਂ ਵੀ ਲੈ ਲਈਏ। ਪਰ ਮੈਂ ਇਹ ਭੁੱਲ ਗਿਆ ਕਿ ਯੂਪੀ ਪੰਜਾਬ ਨਹੀਂ ਸੀਗਾ। ਇਹ ਵੀ ਲਿਖਿਆ।